हाँ जी। ਸਿਰਜਣਾਤਮਕ ਸਿੱਖਿਆ ਸੰਸਾਰ ਗਰੁੱਪ ਨਾਲ ਜੁੜੇ ਸਿਰਜਕ ਦੋਸਤੋ, ਜਿਵੇਂ ਕਿ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਸਿਰਜਣਾਤਮਕ ਸਿੱਖਿਆ ਸੰਸਾਰ ਗਰੁੱਪ ਵੱਲੋਂ ਪਿਛਲੇ 2-3 ਹਫ਼ਤਿਆਂ ਤੋਂ ਲੜੀਵਾਰ ਵਿੱਦਿਅਕ ਮੁਕਾਬਲਿਆਂ ਸੰਬੰਧੀ ਇੱਕ ਪ੍ਰੋਗਰਾਮ ਕੀਤਾ ਜਾ ਰਿਹਾ ਹੈ, ਜਿਸ ਦਾ ਵਿਸ਼ਾ ਹੈ ਵਿੱਦਿਅਕ ਮੁਕਾਬਲੇ ਤਕਨੀਕੀ ਨੁਕਤੇ। ਇਸ ਪ੍ਰੋਗਰਾਮ ਦੇ ਤਹਿਤ ਅਸੀਂ ਹੁਣ ਤੱਕ ਵੱਖ-ਵੱਖ ਤਰ੍ਹਾਂ ਦੇ ਮੁਕਾਬਲਿਆਂ ਬਾਰੇ ਪਿਛਲੇ 3 ਪ੍ਰੋਗਰਾਮਾਂ ਦੇ ਵਿੱਚ ਚਰਚਾ ਕੀਤੀ, ਜਿਸ ਦੇ ਵਿੱਚ ਪਹਿਲੇ ਪ੍ਰੋਗਰਾਮ ਦੇ ਵਿੱਚ ਥੀਏਟ੍ਰਿਕਲ ਮੁਕਾਬਲਿਆਂ ਬਾਰੇ ਵਿਸਥਾਰਪੂਰਵਕ ਗੱਲਬਾਤ ਹੋਈ। ਦੂਸਰੇ ਪ੍ਰੋਗਰਾਮ ਦੇ ਵਿੱਚ ਸੰਗੀਤ ਅਤੇ ਡਾਂਸ ਨਾਲ ਸੰਬੰਧਿਤ ਜਿਹੜੇ ਮੁਕਾਬਲੇ ਨੇ, ਉਹਨਾਂ ਬਾਰੇ ਕਾਫ਼ੀ ਵਿਸਥਾਰ ਦੇ ਵਿੱਚ ਗੱਲਬਾਤ ਕੀਤੀ ਗਈ। ਤੇ ਤੀਸਰੇ ਪ੍ਰੋਗਰਾਮ ਦੇ ਵਿੱਚ ਅਸੀਂ ਵਿਜ਼ੂਅਲ ਆਰਟਸ ਦੇ ਬਾਰੇ ਗੱਲ ਕੀਤੀ ਤੇ ਅੱਜ ਉਸੇ ਲੜੀ ਦੇ ਤਹਿਤ ਸਾਡਾ ਚੌਥਾ ਪ੍ਰੋਗਰਾਮ ਹੈ ਵਿੱਦਿਅਕ ਮੁਕਾਬਲੇ ਅਤੇ ਤਕਨੀਕੀ ਨੁਕਤੇ। ਅੱਜ ਚੌਥੇ ਭਾਗ ਦੇ ਵਿੱਚ ਅਸੀਂ ਜਿੱਥੇ ਸਾਹਿਤਕ ਮੁਕਾਬਲਿਆਂ ਬਾਰੇ ਗੱਲਬਾਤ ਕਰਾਂਗੇ, ਉੱਥੇ ਨਾਲ ਹੀ ਪਿਛਲੇ ਜਿਹੜੇ ਤਿੰਨੋਂ ਮੁਕਾਬਲੇ ਹੋਏ ਨੇ, ਖਾਸ ਕਰ ਥੀਏਟਰ ਅਤੇ ਸੰਗੀਤ ਤੇ ਡਾਂਸ ਦੇ ਮੁਕਾਬਲੇ ਬਾਰੇ ਗੱਲਬਾਤ ਕੀਤੀ ਹੈ। ਉਹਨਾਂ ਬਾਰੇ ਵੀ ਜੇਕਰ ਕਿਸੇ ਦਾ ਕੋਈ ਭਰਮ ਭੁਲੇਖਾ ਰਿਹਾ ਹੋਵੇ ਜਾਂ ਕਿਸੇ ਦਾ ਕੋਈ ਸਵਾਲ ਹੋਵੇ, ਉਹਨੂੰ ਵੀ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਲਵਾਂਗੇ। ਇਸੇ ਕਰਕੇ ਅੱਜ ਅਸੀਂ ਜਿੱਥੇ ਸਾਹਿਤਕ ਮੁਕਾਬਲਿਆਂ ਲਈ ਮਾਹਿਰ ਦੇ ਰੂਪ ਵਿੱਚ ਡਾਕਟਰ ਕੁਲਦੀਪ ਸਿੰਘ ਦੀਪ ਸਾਡੇ ਨਾਲ ਨੇ, ਜਿਹੜੇ ਇਸ ਗਰੁੱਪ ਦੇ ਮੁੱਖ ਪ੍ਰਬੰਧਕ ਵੀ ਨੇ ਤੇ ਸਮੁੱਚੇ ਇਸ ਪ੍ਰੋਗਰਾਮ ਦੇ ਸਰਪ੍ਰਸਤ ਨੇ, ਉੱਥੇ ਹੀ ਨਾਲ ਹੀ ਸਾਡੇ ਕੋਲ ਸੰਗੀਤ ਦੇ ਵਿਸ਼ਾ ਮਾਹਿਰ ਨੇ ਪ੍ਰਗਟ ਸਿੰਘ ਜੀ, ਜਿਹੜੇ ਕਿ ਮਿਊਜ਼ਿਕ ਟੀਚਰ ਨੇ, ਤੇ ਭੰਗੜੇ ਦੇ ਸਾਡੇ ਕੋਲ ਕੋਚ ਸਾਹਿਬ ਨੇ ਤੇਜਿੰਦਰ ਸਿੰਘ ਤੇਜੀ। ਸੋ ਅਸੀਂ ਉਹਨਾਂ ਜਿਹੜੇ ਪਿਛਲੇ ਮੁਕਾਬਲੇ ਹੋਏ ਨੇ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਤੇ ਸਾਹਿਤਕ ਮੁਕਾਬਲਿਆਂ ਬਾਰੇ ਵੀ ਅੱਜ ਦੇ ਪ੍ਰੋਗਰਾਮ ਵਿੱਚ ਗੱਲਬਾਤ ਕਰਾਂਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਅਸੀਂ ਇਹ ਕਰ ਰਹੇ ਹਾਂ ਕਿ ਜੇਕਰ ਕਿਸੇ ਆਡੀਅנס ਦਾ ਕੋਈ ਸਵਾਲ ਹੈ ਤਾਂ ਉਹਨੂੰ ਵੀ ਅਸੀਂ ਚੱਲਦੇ ਪ੍ਰੋਗਰਾਮ ਦੇ ਵਿੱਚ ਨਾਲ ਹੀ ਲਵਾਂਗੇ ਤੇ ਨਾਲ ਦੀ ਨਾਲ ਹੀ ਉਹਦੇ ਬਾਰੇ ਵੀ ਅਸੀਂ ਵਿਚਾਰ ਚਰਚਾ ਕਰਾਂਗੇ। ਸੋ ਤੁਸੀਂ ਵੀ ਇਸ ਵਿਚਾਰ ਚਰਚਾ ਦਾ ਹਿੱਸਾ ਬਣ ਸਕਦੇ ਹੋ। ਤੇ ਹੁਣ ਮੈਂ ਬੇਨਤੀ ਕਰਾਂਗਾ ਡਾਕਟਰ ਕੁਲਦੀਪ ਸਿੰਘ ਦੀਪ ਜੀ ਨੂੰ ਕਿ ਉਹ ਅੱਜ ਦੇ ਸਾਡੇ ਜਿਹੜੇ ਦੂਸਰੇ 2 ਵਿਸ਼ਾ ਮਾਹਿਰ ਨੇ, ਗਰੁੱਪ ਪ੍ਰਬੰਧਕ ਹੋਣ ਦੇ ਨਾਤੇ ਉਹ ਉਹਨਾਂ ਨਾਲ ਜਾਣ ਪਹਿਚਾਣ ਵੀ ਕਰਵਾਉਣ ਤੇ ਅੱਜ ਦੀ ਚਰਚਾ ਬਾਰੇ ਤੇ ਪਿਛਲੇ ਗੱਲਬਾਤ ਬਾਰੇ ਵੀ ਗੱਲ ਕਰਨ। शुक्रिया सुखजीवन। सत्कार दोस्तों, जिवें सुखजीवन ने दस्सिया कि असी पिछले 3 हफ्तियां तो लगातार एक टॉपिक ते गलबात कर रहे हैं। वो टॉपिक बहुत महत्वपूर्ण है, विद्यक मुकाबले। विद्यक मुकाबलियां दा बच्चे दी शख्सियत दे विकास दे विच, बच्चे दे सर्वपक्षी विकास दे विच बहुत महत्वपूर्ण रोल है। ते मैनूं इस गल दी खुशी है कि पंजाब दे बहुत सारे अध्यापक इस प्रोसैस दे विच लगे हुए ने ते 24 घंटे लगे रहिंदे ने। हज़ारां अध्यापक ने प्राइमरी पद्धर ते, मिडल पद्धर ते, सैकेंडरी पद्धर ते, कॉलेज पद्धर ते, यूनिवर्सिटियां दे पद्धर ते ते होर जिहड़े विद्यक अदारे ने, चाहे टैक्नीकल ने ते चाहे वोकेशनल ने, उन्हां सारियां दे विच हज़ारां लखां दे करीब अध्यापक ने जिहड़े लगातार किसी न किसी रूप दे विच इन्हां विद्यक मुकाबलियां दे नाल जुड़दे ने। यूनिवर्सिटी पद्धर ते यूथ फैसटीवल हुंदे ने, बहुत तरह के मुकाबले हुंदे ने। कॉलेज दे पद्धर ते, स्कूल दे पद्धर ते पंजाब स्कूल सिक्ख्या बोर्ड यूथ फैसटीवल दे पैटर्न ते लगातार मुकाबले करवाउंदा है ते उहदे नाल नाल बहुत सारे तिथ त्योहार, बहुत सारे दिन, बहुत सारे फैसटीवल लगातार जिहड़े आउंदे रहिंदे ने, उन्हां दे नाल संबंधित विद्यक मुकाबले बच्चों के चलते रहिंदे ने ते इस बहाने बच्चे ते टीचर लगातार इस प्रक्रिया दे विच शामिल हुंदे ने। पर दोस्तों, इस प्रोग्राम नूं करन दा मकसद ये है कि भावें बहुत लंबे समय तो यह सारा वरतारा चल रहा है, पर इन्हां सारे वरतारियां बारे, सारे मुकाबलियां बारे बहुत सारे जिहड़े शंके, बहुत सारे शक, बहुत सारियां अस्पष्टतावां इन्हां मुकाबलियां बारे अक्सर प्रबंधकां दे मनां दे विच
ਅਕਸਰ ਜੱਜਸ ਦੇ ਮਨਾਂ ਦੇ ਵਿੱਚ ਤੇ ਅਕਸਰ ਜਿਹੜੇ ਤਿਆਰ ਕਰਾਉਣ ਵਾਲੇ ਟੀਚਰ ਨੇ ਉਹਨਾਂ ਦੇ ਮਨਾਂ ਦੇ ਵਿੱਚ ਰਹਿੰਦੀਆਂ ਨੇ। ਭਾਵੇਂ ਕੋਈ ਵੀ ਮਨੁੱਖ ਸੰਪੂਰਨ ਨਹੀਂ, ਮੈਂ ਜੇ ਕਿਸੇ ਮੁਕਾਬਲੇ ਬਾਰੇ ਗੱਲ ਕਰਦਾ ਮੈਂ ਵੀ ਸੰਪੂਰਨ ਨਹੀਂ, ਤੇ ਜੇ ਪ੍ਰਗਟ ਸਿੰਘ ਕਿਸੇ ਮੁਕਾਬਲੇ ਬਾਰੇ ਗੱਲ ਕਰਦੇ ਨੇ ਇਹ ਵੀ ਸੰਪੂਰਨ ਨਹੀਂ ਹੈਗੇ, ਜਾਂ ਤਜਿੰਦਰ ਕਿਸੇ ਮੁਕਾਬਲੇ ਬਾਰੇ ਗੱਲ ਕਰੇਗਾ ਤਾਂ ਉਹ ਵੀ ਸੰਪੂਰਨ ਨਹੀਂ। ਪਰ ਫਿਰ ਵੀ ਇੱਕ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਲੰਮੇ ਸਮੇਂ ਤੋਂ ਆਪੋ ਆਪਣੇ ਖੇਤਰਾਂ ਦੇ ਵਿੱਚ ਮਾਹਰ ਦੇ ਤੌਰ ਤੇ ਕੰਮ ਕਰਦੇ ਨੇ, ਜਿਨ੍ਹਾਂ ਦੀਆਂ ਪ੍ਰਾਪਤੀਆਂ ਬਹੁਤ ਵੱਡੀਆਂ ਨੇ ਆਪੋ ਆਪਣੇ ਖੇਤਰ ਦੇ ਵਿੱਚ, ਅਸੀਂ ਉਹਨਾਂ ਦੇ ਅਨੁਭਵਾਂ ਦਾ ਫਾਇਦਾ ਉਠਾਈਏ। ਤੇ ਪਿਛਲੇ ਸਾਰੇ ਐਪੀਸੋਡ ਇਸ ਮੁਕਾਬਲੇ 'ਚ ਇਸ ਮਾਮਲੇ 'ਚ ਬਹੁਤ ਕਾਮਯਾਬ ਰਹੇ ਨੇ ਕਿ ਅਸੀਂ ਸਾਡੇ ਐਕਸਪਰਟਸ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ, ਤੇ ਅੱਜ ਵੀ ਜਿਹੜੇ 2 ਐਕਸਪਰਟ ਅਸੀਂ ਲਏ ਨੇ ਉਹ ਆਪੇ ਆਪਣੇ ਖੇਤਰ ਦੇ ਬਹੁਤ ਸੱਚਮੁੱਚ ਐਕਸਪਰਟ ਨੇ, ਸੱਚਮੁੱਚ ਵਿਸ਼ੇਸ਼জ্ञ ਨੇ। ਪਹਿਲੇ ਨੇ ਪ੍ਰਗਟ ਸਿੰਘ। ਮੈਂ ਇਹਨਾਂ ਨੂੰ ਜਦੋਂ ਦਾ ਪਟਿਆਲੇ ਆਇਆ ਉਦੋਂ ਦਾ ਜਾਣਦਾ, ਤੇ ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਤੇ ਖੁਸ਼ੀ ਵੀ ਹੈ ਕਿ ਸਾਡੇ ਦੋਹਾਂ ਦੀ ਕਰਮ ਭੂਮੀ ਬੋਹਾ ਦੇ ਨਾਲ ਜੁੜੀ ਹੋਈ ਹੈ, ਪਰ ਦੋਨੇ ਹੀ ਵਾਇਆ ਪਟਿਆਲਾ ਮਿਲ ਰਹੇ ਹਾਂ। ਅਸੀਂ ਬੋਹਾ ਦੇ ਵਿੱਚ ਕਦੇ ਨਹੀਂ ਮਿਲੇ ਹੈਗੇ, ਪਟਿਆਲੇ ਦੇ ਵਿੱਚ ਆ ਕੇ ਅਸੀਂ ਮਿਲੇ ਹਾਂ ਇੱਕ ਦੂਜੇ ਨੂੰ। ਤੇ ਮੈਂ ਜਦੋਂ ਇਹਨਾਂ ਮੁਕਾਬਲਿਆਂ ਦੇ ਵਿੱਚ ਕਿਤੇ ਵੀ ਜਾਣਾ ਤੇ ਅਕਸਰ ਮੈਨੂੰ ਉੱਥੇ ਪ੍ਰਗਟ ਸਿੰਘ ਮਿਲਦੇ ਨੇ। ਤੇ ਪ੍ਰਗਟ ਸਿੰਘ ਨੇ ਮਿਊਜ਼ਿਕ ਦੇ ਖੇਤਰ ਦੇ ਵਿੱਚ ਬਹੁਤ ਕਮਾਲ ਦਾ ਕੰਮ ਕੀਤਾ ਹੈ। ਜਦੋਂ ਤੁਸੀਂ ਇਹਨਾਂ ਦੇ ਤਿਆਰ ਕੀਤੇ ਹੋਏ ਬੱਚਿਆਂ ਨੂੰ ਸੁਣਦੇ ਹੋ, ਇਹਨਾਂ ਨੂੰ ਮਾਣਦੇ ਹੋ, ਤਾਂ ਤੁਹਾਨੂੰ ਸੱਚਮੁੱਚ ਪ੍ਰਗਟ ਸਿੰਘ ਤੇ ਬਹੁਤ ਮਾਣ ਮਹਿਸੂਸ ਹੋਣ ਲੱਗਦਾ ਹੈ ਕਿ ਇਸ ਬੰਦੇ ਨੇ ਮਤਲਬ ਆਪਣੀਆਂ ਫਿਜ਼ੀਕਲ ਸੀਮਤਾਵਾਂ ਦੇ ਬਾਵਜੂਦ ਆਪਣੇ ਖੇਤਰ ਦੇ ਵਿੱਚ ਇੰਨਾ ਐਕਸਲ ਕੀਤਾ, ਤੇ ਉਹ ਆਪਣੀ ਸਾਰੀ ਕਲਾ ਨੂੰ ਆਪਣੇ ਬੱਚਿਆਂ ਤੱਕ ਇਹ ਲੈ ਕੇ ਗਏ। ਉਹ ਬਾਕਮਾਲ ਹੈ। ਮੈਂ ਤਾਂ ਸਲੂਟ ਕਰਦਾ ਹੋਣਾ ਇਹਨਾਂ ਨੂੰ, ਚਾਹੇ ਮੁਕਾਬਲਾ ਕਵਿਸ਼ਰੀ ਦਾ ਹੋਵੇ, ਚਾਹੇ ਮੁਕਾਬਲਾ ਵਾਰ ਦਾ ਹੋਵੇ, ਚਾਹੇ ਲੰਮੀ ਹਿੱਕ ਦੇ ਗੀਤ ਹੋਣ, ਚਾਹੇ ਲੋਕ ਗੀਤ ਹੋਵੇ, ਚਾਹੇ ਗੀਤ ਹੋਵੇ। ਇਹ ਜਿਹੜੀਆਂ ਮਿਊਜ਼ਿਕ ਦੀਆਂ ਸਾਰੀਆਂ ਫਾਰਮਸ ਨੇ ਅਲੱਗ-ਅਲੱਗ, ਇਹਨਾਂ ਸਾਰੀਆਂ ਦੇ ਵਿੱਚ ਹੀ ਪ੍ਰਗਟ ਸਿੰਘ ਦੇ ਬੱਚੇ ਲਗਾਤਾਰ ਪੋਜੀਸ਼ਨਾਂ ਪ੍ਰਾਪਤ ਕਰਦੇ ਨੇ। ਤੇ ਕਈ ਵਾਰੀ ਤਾਂ ਇਹ ਕੋਈ ਪੋਜੀਸ਼ਨ ਕਿਸੇ ਹੋਰ ਲਈ ਛੱਡਦੇ ਹੀ ਨਹੀਂ ਹੈਗੇ। ਮਿਊਜ਼ਿਕ ਦੀਆਂ ਸਾਰੀਆਂ ਪੋਜੀਸ਼ਨਾਂ ਹੀ ਇਹਨਾਂ ਦੇ ਬੱਚਿਆਂ ਦੀਆਂ ਹੁੰਦੀਆਂ ਨੇ। ਤੇ ਇਹਨਾਂ ਦੇ ਬੱਚੇ ਮੁੜ ਕੇ ਫਿਰ ਖਾਲਸਾ ਕਾਲਜ ਪਟਿਆਲੇ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ ਜਦੋਂ ਉੱਥੇ ਜਾਂਦੇ ਨੇ ਤਾਂ ਭਾਵੇਂ ਉਹ ਵੀ ਆਪਣੀ ਸਟੈਂਪ ਲਾ ਲੈਂਦੇ ਨੇ ਕਿ ਅਸੀਂ ਤਿਆਰ ਕੀਤੇ ਨੇ, ਪਰ ਬੱਚੇ ਅਸਲ ਦੇ ਵਿੱਚ ਪ੍ਰਗਟ ਸਿੰਘ ਦੇ ਤਿਆਰ ਕੀਤੇ ਹੁੰਦੇ ਨੇ। ਮੈਂ ਬਹੁਤ ਸਾਰੇ ਇਹੋ ਜਿਹੇ ਬੱਚਿਆਂ ਨੂੰ ਜਾਣਦਾ ਜਿਨ੍ਹਾਂ ਨੇ ਕਾਲਜਾਂ ਦੇ ਯੂਥ ਫੈਸਟੀਵਲਾਂ ਦੇ ਵਿੱਚ ਪੋਜੀਸ਼ਨਾਂ ਲਈਆਂ ਨੇ, ਪਰ ਉਹਨਾਂ ਦੀ ਜਿਹੜੀ ਬੁਨਿਆਦ ਹੈ, ਉਹਨਾਂ ਦੀ ਜਿਹੜੀ ਨੀਂਹ ਹੈ, ਉਹ ਪ੍ਰਗਟ ਸਿੰਘ ਨੇ ਰੱਖੀ ਹੁੰਦੀ ਹੈ। ਸੋ ਪ੍ਰਗਟ ਸਿੰਘ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੀ। ਤੇ ਨਾਲ ਹੀ ਤਜਿੰਦਰ ਇਹ ਵੀ ਮਾਨਸਾ ਤੋਂ ਬਿਲੋਂਗ ਕਰਦੇ ਨੇ, ਤੇ ਤਜਿੰਦਰ ਨੇ ਪਿਛਲੇ ਕੁਝ ਸਾਲਾਂ ਤੋਂ ਡਾਂਸ ਦੇ ਖੇਤਰ ਦੇ ਵਿੱਚ ਬਹੁਤ ਕੰਮ ਕੀਤਾ ਹੈ। ਤੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਬਹੁਤ ਸਾਰੇ ਲੋਕ ਡਾਂਸ ਦੇ ਖੇਤਰ 'ਚ ਕੰਮ ਕਰਦੇ ਨੇ, ਬਹੁਤ ਸਾਰੇ ਪ੍ਰੋਫੈਸ਼ਨਲ ਵੀ ਨੇ, ਬਹੁਤ ਸਾਰੇ ਕਮਰਸ਼ੀਅਲ ਵੀ ਨੇ, ਬਹੁਤ ਸਾਰੇ ਬੰਦੇ ਡਾਂਸ ਨੂੰ, ਮਿਊਜ਼ਿਕ ਨੂੰ ਕਿੱਤੇ ਦੇ ਤੌਰ ਤੇ ਵੀ ਅਪਣਾਉਂਦੇ ਨੇ। ਪਰ ਕਿੱਤੇ ਦੇ ਤੌਰ ਤੇ ਅਪਣਾ ਕੇ ਵੀ ਤੁਸੀਂ ਜੇ ਸਕੂਲਾਂ ਦੇ ਬੱਚਿਆਂ ਨਾਲ, ਕਾਲਜਾਂ ਦੇ ਬੱਚਿਆਂ ਨਾਲ, ਛੋਟੇ-ਛੋਟੇ ਨੰਨੇ ਮੁੰਨਿਆਂ ਦੇ ਨਾਲ ਜੁੜੇ ਹੋਏ ਹੋ ਤੇ ਉਹਨਾਂ ਨੂੰ ਲਗਾਤਾਰ ਤਿਆਰੀਆਂ ਕਰਾਉਂਦੇ ਹੋ, ਤਾਂ ਇਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੁੰਦੀ ਹੈ। ਤਜਿੰਦਰ ਨੇ ਪਿਛਲੇ ਸਮੇਂ ਦੇ ਵਿੱਚ ਬਹੁਤ ਖੂਬਸੂਰਤ ਕੰਮ ਕੀਤਾ ਹੈ। ਮਾਨਸਾ ਦੇ ਵਿੱਚ ਬਹੁਤ ਸਾਰੇ ਬੱਚਿਆਂ ਨੂੰ ਡਾਂਸ ਦੀਆਂ ਵੱਖ-ਵੱਖ ਫਾਰਮ ਦੇ ਵਿੱਚ ਤਿਆਰ ਕੀਤਾ ਹੈ, ਤੇ ਲਗਾਤਾਰ ਕਰ ਰਹੇ ਨੇ ਇਸ ਖੇਤਰ ਦੇ ਵਿੱਚ ਕੰਮ। ਤੇ ਸ਼ਹੀਦ ਭਗਤ ਸਿੰਘ ਕਲਾ ਮੰਚ ਦੇ ਪਲੇਟਫਾਰਮ ਤੋਂ ਵੀ ਸਾਡੇ ਨਾਲ ਲਗਾਤਾਰ ਮਾਨਸਾ ਦੇ ਵਿੱਚ ਜੁੜੇ ਹੋਏ ਨੇ। ਸੋ ਇਹਨਾਂ ਦੀ ਸਕਿੱਲ ਤੇ ਇਹਨਾਂ ਦਾ ਸ਼ੌਂਕ ਤੇ ਇਹਨਾਂ ਦੀ ਪ੍ਰਤੀਬੱਧਤਾ, ਇਹਨਾਂ ਦੀ ਕਮਿਟਮੈਂਟ, ਇਹ ਤਿੰਨੇ ਚੀਜ਼ਾਂ ਇਹਨਾਂ ਕੋਲੇ ਬਹੁਤ ਖੂਬ ਨੇ। ਸਕਿੱਲ ਵੀ ਉਹਨਾਂ ਕੋਲੇ ਬਹੁਤ ਕਮਾਲ ਦੀ ਹੈ, ਸ਼ੌਂਕ ਵੀ ਇਹਨਾਂ ਦਾ ਬਹੁਤ ਕਮਾਲ ਦਾ ਹੈ, ਤੇ ਨਾਲ-ਨਾਲ ਸਮਾਜ ਪ੍ਰਤੀ ਇਹਨਾਂ ਦੀ ਕਮਿਟਮੈਂਟ ਹੈ ਜਿਹੜੀ, ਉਹ ਵੀ ਬਹੁਤ ਕਮਾਲ ਦੀ ਹੈ। ਤੇ ਜਿਹੜੇ ਬੰਦੇ ਕੋਲੇ 3 ਚੀਜ਼ਾਂ ਹੁੰਦੀਆਂ ਨੇ, ਉਹ ਬੰਦਾ ਲਗਭਗ ਸੰਪੂਰਨਤਾ ਦੇ ਨੇੜੇ ਚਲਾ ਜਾਂਦਾ ਹੈ। ਤਜਿੰਦਰ ਦਾ ਜੀ ਬਹੁਤ ਵੱਡਾ ਕੈਰੀਅਰ ਹੈ, ਇਸਨੇ ਜ਼ਿੰਦਗੀ 'ਚ ਅਜੇ ਬਹੁਤ ਕੰਮ ਕਰਨਾ ਇਸ ਖੇਤਰ ਦੇ ਵਿੱਚ, ਤੇ ਅਸੀਂ ਇਹਦੇ ਲਈ ਬਹੁਤ ਦੁਆਵਾਂ ਵੀ ਕਰਦੇ ਹਾਂ ਤੇ ਇਹਦਾ ਅੱਜ ਸਵਾਗਤ ਵੀ ਕਰਦੇ ਹਾਂ ਕਿ ਅੱਜ ਸਾਡੇ ਕੋਲੇ ਇਹ ਡਾਂਸ ਦੇ ਐਕਸਪਰਟ ਦੇ ਤੌਰ ਤੇ ਆਏ ਨੇ। ਤੇ ਆਪਾਂ ਗੱਲਾਂ ਬਾਤਾਂ ਕਰਾਂਗੇ। ਸਾਹਿਤਕ ਮੁਕਾਬਲੇ ਹੋਣਗੇ, ਚਾਹੇ ਉਹ ਥੀਏਟਰੀਕਲ ਮੁਕਾਬਲੇ ਹੋਣਗੇ, ਚਾਹੇ ਉਹ ਡਾਂਸ ਦੇ ਮੁਕਾਬਲੇ ਹੋਣਗੇ, ਚਾਹੇ ਉਹ ਮਿਊਜ਼ਿਕ ਦੇ ਮੁਕਾਬਲੇ ਹੋਣਗੇ, ਚਾਹੇ ਉਹ ਵਿਜ਼ੂਅਲ ਆਰਟਸ ਦੇ ਮੁਕਾਬਲੇ ਹੋਣਗੇ। ਜਿਹੜੀਆਂ ਵੀ ਕੁਐਰੀਜ਼ ਸਾਡੇ ਸਾਥੀਆਂ ਦੀਆਂ ਹੋਣਗੀਆਂ ਜਾਂ ਸਵਾਲ, ਸਾਡੇ ਬਹੁਤ ਸੀਨੀਅਰ ਐਡਮਿਨ ਗੁਰਨੈਮ ਮੰਘਾਣੀਆਂ ਸਾਡੇ ਸਵਾਲ ਕਰਤਾਵਾਂ ਦੇ ਪੈਨਲ ਦੇ ਵਿੱਚ ਨੇ। ਸਾਡਾ ਥੀਏਟਰ ਦਾ ਬਹੁਤ ਅੱਛਾ ਆਰਟਿਸਟ ਗੁਰਦੀਪ ਗਾਮੀ ਵਾਲਾ, ਉਹ ਵੀ ਸਾਡੇ ਜਿਹੜਾ ਕੁਐਸਚਨੇਅਰ ਹੈ ਉਹਦੇ ਪੈਟਰਨ ਦੇ ਵਿੱਚ ਹੈ। ਤੇ ਨਾਲ ਸਾਡਾ ਇੱਕ ਹੋਰ ਥੀਏਟਰ ਦਾ ਕਲਾਕਾਰ ਜੋ ਸਾਡੇ ਇਸ ਗਰੁੱਪ ਦਾ ਐਡਮਿਨ ਹੈ, ਨਵਨੀਤ ਕੱਕੜ,
ਉਹ ਵੀ ਸਾਡੇ ਇਸ ਪੈਨਲ ਦੇ ਵਿੱਚ ਹੈ, ਜਿਨ੍ਹਾਂ ਨੇ ਸਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਨੇ, ਸਵਾਲ ਜਵਾਬ ਕਰਨੇ ਨੇ। ਮੈਡਮ ਬਲਜਿੰਦਰ ਕੌਰ, ਮੈਡਮ ਮਨਦੀਪ ਰਿੰਪੀ, ਇਹ ਸਾਡੀ ਬਾਕੀ ਐਡਮਿਨ ਟੀਮ ਹੈ, ਇਹ ਵੀ ਸਾਡੇ ਨਾਲ ਹੈ। ਸੋ ਇੱਕ ਵਾਰੀ ਮੈਂ ਸਾਡੇ ਸਾਰੇ ਲਾਣੇ ਦਾ, ਸਾਡੇ ਸਾਰੇ ਟੱਬਰ ਦਾ ਬਤੌਰ ਲਾਣੇਦਾਰ ਸਵਾਗਤ ਕਰਦਾ ਤੇ ਆਸ ਕਰਦਾ ਕਿ ਅੱਜ ਦੀ ਇਹ ਜਿਹੜੀ ਚਰਚਾ ਹੈ ਉਹ ਬਹੁਤ ਖੂਬਸੂਰਤ ਰਹੂਗੀ ਪਹਿਲਾਂ ਦੀਆਂ ਚਰਚਾਵਾਂ ਵਾਂਗੂ। ਇੱਕ ਵਾਰੀ ਫੇਰ ਸਵਾਗਤ ਹੈ ਤੁਹਾਡਾ ਤੇ ਮਾਈਕ ਸੁਖਜੀਵਨ ਦੇ ਹਵਾਲੇ, ਜਾਂ ਇਸ ਤੋਂ ਬਾਅਦ ਗੁਰਨੈਬ ਜਿਨ੍ਹਾਂ ਨੇ ਕਾਰਵਾਈ ਚਲਾਉਣੀ ਹੈ ਜੀ। ਹਾਂਜੀ ਗੁਰਨੈਬ ਸਰ ਆ ਗਏ ਜੀ? ਹਾਂਜੀ ਹਾਂਜੀ ਸਰ। ਹਾਂਜੀ ਸਰ ਕਰ ਲਓ ਜੀ। ਹਾਂਜੀ, ਬਹੁਤ ਹੀ ਸਤਿਕਾਰਯੋਗ ਜੁੜੇ ਸਾਡੇ ਸਿਰਜਣਾਤਮਕ ਸਿੱਖਿਆ ਸੰਸਾਰ ਨਾਲ ਅਧਿਆਪਕ ਸਾਹਿਬਾਨ, ਤੇ ਅੱਜ ਦੀ ਚਰਚਾ ਦਾ ਸਾਡਾ ਪੈਨਲ ਹੈ ਜਿਹੜਾ, ਸੋ ਉਸ ਦੇ ਮੁਤਾਬਕ ਸਰ ਨੇ ਬਹੁਤ ਵਿਸਥਾਰ ਦੇ ਵਿੱਚ ਆਪਾਂ ਨੂੰ ਸਾਡੇ ਮਾਹਰਾਂ ਬਾਰੇ ਜਾਣਕਾਰੀ ਹੈ ਜਿਹੜੀ ਉਹ ਦਿੱਤੀ ਹੈ। ਸੋ ਆਪਣੇ ਆਪਣੇ ਖੇਤਰ ਦੇ ਵਿੱਚ ਸਾਰੇ ਹੀ ਮਾਹਰ ਸਾਡੇ ਬਾਕਮਾਲ ਨੇ, ਤੇ ਅਸੀਂ ਆਸ ਕਰਦੇ ਹਾਂ ਕਿ ਅੱਜ ਦੀ ਚਰਚਾ ਦੇ ਵਿੱਚੋਂ ਸਾਨੂੰ ਕਾਫੀ ਅੱਛੀਆਂ ਚੀਜ਼ਾਂ ਜਿਹੜੀਆਂ ਉਹ ਸਾਡੇ ਅਧਿਆਪਕ ਸਾਹਿਬਾਨ ਨੂੰ, ਸਾਡੇ ਜਿਹੜਾ ਵੀ ਸਾਥੀ ਸਾਡੇ ਨਾਲ ਇਸ ਕਲਚਰਲ ਐਕਟੀਵਿਟੀ ਦੇ ਤੌਰ ਤੇ ਜੁੜੇ ਹੋਏ ਆ, ਉਹਨਾਂ ਨੂੰ ਕਾਫੀ ਫਾਇਦਾ ਜਿਹੜਾ ਇਹਦਾ ਹੋਊਗਾ। ਮੇਰਾ ਸਵਾਲ ਸਰ ਮੈਂ ਸ਼ੁਰੂ ਕਰਨ ਲੱਗਿਆ ਤੁਹਾਡੇ ਤੋਂ ਹੀ, ਡਾਕਟਰ ਦੀਪ ਸਰ ਜੀ, ਕਿ ਜੱਜਮੈਂਟ ਦੇ ਉੱਪਰ ਅਕਸਰ ਹੀ ਸਵਾਲ ਉੱਠਦੇ ਆ ਜੀ। ਜਦੋਂ ਜੱਜਮੈਂਟ ਹੋਣ ਤੋਂ ਬਾਅਦ ਪੋਜੀਸ਼ਨਾਂ ਦੇ ਐਲਾਨ ਕਰ ਦਿੱਤੇ ਜਾਂਦੇ ਆ ਕਿਸੇ ਵੀ ਮੁਕਾਬਲੇ ਦੇ ਵਿੱਚ, ਚਾਹੇ ਉਹ ਸਕੂਲ ਲੈਵਲ ਦੇ ਹੋਣ ਚਾਹੇ ਯੂਨੀਵਰਸਿਟੀ ਲੈਵਲ ਦੇ ਹੋਣ, ਹਰ ਇੱਕ ਨੂੰ ਇਹ ਲੱਗਦਾ ਕਿ ਨਹੀਂ ਯਾਰ ਸਾਡੀ ਆਈਟਮ ਬਣਦੀ ਤਾਂ ਫਸਟ ਸੀਗੀ ਪਰ ਕੱਢਤੀ ਉਹਨਾਂ ਦੀ, ਯਾਰ ਉਹਨਾਂ ਨੇ ਆਹ ਚੀਜ਼ ਨਹੀਂ ਦੇਖੀ, ਉਹਨਾਂ ਨੇ ਉਹ ਚੀਜ਼ ਨਹੀਂ ਦੇਖੀ। ਇੱਕ ਜਰਨਲ ਐਂਗਲ ਦੇ ਤੌਰ ਤੇ ਤੁਸੀਂ ਕੀ ਦੇਖਦੇ ਹੋ ਕਿ ਇਹਨਾਂ ਦੇ ਵਿੱਚ ਕਿਤੇ ਕੋਈ ਗਫਲਤ ਹੋ ਵੀ ਜਾਂਦੀ ਹੈ, ਜਾਂ ਕਿਤੇ ਵੈਸੇ ਹੀ ਨਿੱਕੇ ਨਿੱਕੇ ਨੁਕਤੇ ਹੁੰਦੇ ਨੇ ਜਿਹੜੇ ਜੱਜ ਸਾਹਿਬਾਨ ਦੇ ਧਿਆਨ 'ਚ ਹੁੰਦੇ ਨੇ ਪਰ ਤਿਆਰਕਰਤਾ ਦੇ ਧਿਆਨ 'ਚ ਨਹੀਂ ਹੁੰਦੇ? ਕੀ ਕਿਹੋ ਜਿਹੇ ਹਾਲਾਤ ਹੁੰਦੇ ਨੇ? ਮਗਰ ਅਕਸਰ ਸਵਾਲ ਹਰੇਕ ਕੰਪੀਟੀਸ਼ਨ ਤੋਂ ਬਾਅਦ ਉੱਠਦੇ ਹੀ ਉੱਠਦੇ ਆ ਜੀ। ਬਹੁਤ ਸੋਹਣਾ ਸਵਾਲ ਹੈ ਤੁਹਾਡਾ, ਤੇ ਬਹੁਤ ਮੌਕੇ ਦੀ ਨਜ਼ਾਕਤ ਦੇ ਮੁਤਾਬਕ ਬਹੁਤ ਗੰਭੀਰ ਵੀ ਹੈ। ਜਜਮੈਂਟ ਖਾਸ ਤੌਰ ਤੇ ਥੀਏਟਰੀਕਲ ਮੁਕਾਬਲਿਆਂ ਦੀ ਜਜਮੈਂਟ, ਸਪੋਰਟਸ ਦੇ ਮੁਕਾਬਲੇ, ਇਹ ਬਹੁਤ ਸਬਜੈਕਟਿਵ ਸਬਜੈਕਟ ਹੈ। ਇਸ ਦੇ ਵਿੱਚ ਬਹੁਤ ਤੁਸੀਂ ਨਿੱਜੀ ਤੌਰ ਤੇ ਇਹਦੇ ਨਾਲ ਜੁੜੇ ਹੁੰਦੇ ਹੋ। ਇਹਦੇ ਵਿੱਚ ਬਾਹਰਮੁਖੀ ਜਿਹੜਾ ਆਬਜ਼ਰਵੇਸ਼ਨ ਆ ਉਹ ਘੱਟ ਹੁੰਦੀਆਂ ਨੇ, ਅੰਤਰਮੁਖੀ ਆਬਜ਼ਰਵੇਸ਼ਨਾਂ ਬਹੁਤ ਜ਼ਿਆਦਾ ਹੁੰਦੀਆਂ ਨੇ। ਇੱਕ ਚੀਜ਼ ਇੱਕ ਬੰਦੇ ਨੂੰ ਠੀਕ ਲੱਗ ਸਕਦੀ ਹੈ, ਉਹੀ ਚੀਜ਼ ਦੂਜੇ ਬੰਦੇ ਨੂੰ ਠੀਕ ਨਹੀਂ ਲੱਗ ਸਕਦੀ ਹੈਗੀ। ਇੱਕ ਚੀਜ਼ ਦੇ ਵਿੱਚੋਂ ਇੱਕ ਬੰਦੇ ਨੂੰ ਫੀਲ ਆਉਂਦਾ ਹੈ, ਦੂਜੇ ਬੰਦੇ ਨੂੰ ਉਹਦੇ ਵਿੱਚੋਂ ਫੀਲ ਨਹੀਂ ਆਉਂਦਾ ਹੈਗਾ। ਇਹ ਸਪੋਰਟਸ ਦੇ ਖੇਤਰ ਦੇ ਵਿੱਚ ਜਾਂ ਹੋਰ ਖੇਤਰਾਂ ਦੇ ਮੁਕਾਬਲਿਆਂ ਨਾਲੋਂ ਬਿਲਕੁਲ ਡਿਫਰੈਂਟ ਹੈ। ਉਹਦੇ ਵਿੱਚ ਬਹੁਤ ਕੁਝ ਬਾਹਰਮੁਖੀ ਹੈ, ਜਿਹੜਾ ਫਾਲ ਕੀਤਾ ਉਹ ਸਾਰਿਆਂ ਨੂੰ ਦਿਸਦਾ ਹੁੰਦਾ ਹੈ। ਪਰ ਜਿਹੜੇ ਕਲਚਰਲ ਕੰਪੀਟੀਸ਼ਨ ਨੇ ਇਹਦੇ ਵਿੱਚ ਇਕੱਲਾ ਫਾਲ ਨਹੀਂ ਹੁੰਦਾ, ਜਿਹੜਾ ਤੁਹਾਡਾ ਸਮੁੱਚਾ ਪ੍ਰਭਾਵ ਹੈ ਉਹ ਜੱਜਮੈਂਟ ਦੇ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਸੋ ਇਸ ਐਂਗਲ ਤੋਂ ਜਦੋਂ ਅਸੀਂ ਜੱਜਮੈਂਟ ਦੇ ਮਸਲੇ ਨੂੰ ਵਿਚਾਰਦੇ ਹਾਂ ਤਾਂ ਕਈ ਸਾਰੇ ਪਹਿਲੂ ਨੇ ਇਹਦੇ। ਇੱਕ ਪਹਿਲੂ ਇਹ ਹੁੰਦਾ ਹੈ ਕਿ ਜਿਹੜੇ ਬੰਦਿਆਂ ਨੂੰ ਅਸੀਂ ਜੱਜ ਦੀ ਕੁਰਸੀ ਤੇ ਬਿਠਾਉਂਦੇ ਆ ਉਹ ਐਫੀਸ਼ੀਐਂਟ ਨਾ ਹੋਣ ਬੰਦੇ। ਜੇ ਉਹ ਬੰਦੇ ਆਪਣੇ ਖੇਤਰ ਦੇ ਮਾਹਰ ਨਹੀਂ ਹੈਗੇ, ਜਿਵੇਂ ਅਕਸਰ ਅਸੀਂ ਫੜਫੜਾ ਕੇ ਬਿਠਾ ਲੈਨੇ ਆ ਜੱਜਾਂ, ਜਿਵੇਂ ਅਸੀਂ ਮੁਕਾਬਲਿਆਂ ਦੀ ਪਲੈਨਿੰਗ ਕਰਦੇ ਹਾਂ, ਜੱਜਾਂ ਦੀ ਵੀ ਬਕਾਇਦਾ ਪਲੈਨਿੰਗ ਕਰਨੀ ਹੁੰਦੀ ਹੈ। ਇਹ ਸਾਰੇ ਖੇਤਰ ਬਹੁਤ ਐਕਸਪਰਟ ਓਪੀਨੀਅਨ ਦੀ ਮੰਗ ਕਰਦੇ ਨੇ। ਜਿਵੇਂ ਮਿਊਜ਼ਿਕ ਦੇ ਖੇਤਰ ਦੇ ਵਿੱਚ ਪ੍ਰਗਟ ਸਿੰਘ ਬੈਠੇ ਨੇ, ਕਵਿਸ਼ਰੀ ਬਹੁਤ ਵੱਖਰੀ ਤਰ੍ਹਾਂ ਦੀ ਵਿਧਾ ਹੈ, ਵਾਰ ਬਹੁਤ ਵੱਖਰੀ ਤਰ੍ਹਾਂ ਦੀ ਵਿਧਾ ਹੈ, ਗੀਤ ਵੱਖਰੀ ਤਰ੍ਹਾਂ ਦੀ ਵਿਧਾ ਹੈ, ਲੋਕ ਗੀਤ ਵੱਖਰੀ ਤਰ੍ਹਾਂ ਦੀ ਵਿਧਾ ਹੈ। ਕਈ ਵਾਰੀ ਜ਼ਰੂਰੀ ਨਹੀਂ ਕਿ ਗੀਤ ਵਾਲਾ ਬੰਦਾ ਕਵਿਸ਼ਰੀ ਨਾਲ ਵੀ ਨਾ ਕਰ ਸਕੇ, ਹਾਲਾਂਕਿ ਦੋਨੇ ਮਿਊਜ਼ਿਕ ਦੀਆਂ ਫਾਰਮਸ ਨੇ। ਸੋ ਇੱਕ ਤਾਂ ਮਸਲਾ ਇਹ ਹੈ ਕਿ ਸਾਨੂੰ ਇਹ ਬਹੁਤ ਜ਼ਰੂਰੀ ਤੌਰ ਤੇ ਵਿਚਾਰਨਾ ਚਾਹੀਦਾ ਹੈ ਕਿ ਜਿਹੜਾ ਅਸੀਂ ਮੁਕਾਬਲਾ ਕਰਾ ਰਹੇ ਹਾਂ ਉਹਦੇ ਹਾਣ ਦੇ ਜੱਜ ਹੋਣ, ਉਸ ਖੇਤਰ ਦੇ ਐਕਸਪਰਟ ਜੱਜ ਹੋਣ। ਜੇ ਤੁਸੀਂ ਸੰਮੀ ਦੀ ਜੱਜਮੈਂਟ ਕਰਾਉਣੀ ਹੈ ਤਾਂ ਜ਼ਰੂਰੀ ਨਹੀਂ ਕਿ ਉਹ ਜਿਹੜਾ ਝੁੰਮਰ ਵਾਲਾ ਬੰਦਾ ਉਹ ਜੱਜਮੈਂਟ ਕਰ ਸਕੇ। ਜੇ ਤੁਹਾਡੇ ਕੋਲ ਸੰਮੀ ਦੇ ਐਕਸਪਰਟ ਹੈਗੇ ਨੇ ਸਪੈਸ਼ਲ, ਤਾਂ ਤੁਸੀਂ ਉਹਨਾਂ ਨੂੰ ਬੁਲਾਓ, ਅਦਰਵਾਈਜ਼ ਨਹੀਂ ਹੈਗੇ ਤਾਂ ਨੇੜੇ ਤੇੜੇ ਦੇ ਜਿਹੜੇ ਵਿਧਾਵਾਂ ਵਾਲੇ ਜੱਜ ਨੇ ਉਹ ਬੁਲਾਓ। ਇੱਕ ਤਾਂ ਇਸ਼ੂ ਇਹ ਹੁੰਦਾ ਕਿ ਜੱਜ ਐਫੀਸ਼ੀਐਂਟ ਨਾ ਹੋਣ। ਦੂਜਾ ਇਸ਼ੂ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਜੱਜਮੈਂਟ ਦੇ ਵਿੱਚ ਜਾਂਦੇ ਹੋ ਤਾਂ ਨੇਚਰਲੀ ਹੈ ਕਿ ਹਰੇਕ ਬੰਦਾ ਜਿੱਤਣ ਲਈ ਜਾਂਦਾ ਹੈ। ਹਰੇਕ ਬੰਦੇ ਦੇ ਦਿਮਾਗ ਦੇ ਵਿੱਚ ਇਹ ਹੁੰਦਾ ਕਿ ਮੈਂ ਫਸਟ ਆਉਣਾ ਹੈ, ਮੇਰੀ ਕੋਈ ਪੋਜੀਸ਼ਨ ਆਉਣੀ ਚਾਹੀਦੀ ਹੈ, ਤੇ ਪੋਜੀਸ਼ਨ ਇੱਕ ਬੰਦੇ ਦੀ ਆਉਂਦੀ ਹੈ, ਫਸਟ ਸੈਕੰਡ ਥਰਡ 3 ਪੋਜੀਸ਼ਨਾਂ ਦੀਆਂ ਆਉਂਦੀਆਂ ਨੇ। ਤੇ ਉੱਥੇ ਜਿਹੜੇ ਬੰਦਿਆਂ ਦੀਆਂ ਪੋਜੀਸ਼ਨਾਂ ਨਹੀਂ ਆਉਂਦੀਆਂ ਹੈਗੀਆਂ ਜਾਂ ਜਿਹੜੀਆਂ ਟੀਮਾਂ ਦੀਆਂ ਪੋਜੀਸ਼ਨਾਂ ਨਹੀਂ ਆਉਂਦੀਆਂ ਹੈਗੀਆਂ,
ਉਹਨਾਂ ਦੇ ਵਿੱਚੋਂ ਬਹੁਤਿਆਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਸਾਡੇ ਨਾਲ ਕਿਤੇ ਬੇਇਨਸਾਫੀ ਹੋ ਗਈ, ਕਿਉਂਕਿ ਬਹੁਤ ਨੇੜ ਦਾ ਰਿਸ਼ਤਾ ਜੁੜਿਆ ਹੁੰਦਾ ਉਹਨਾਂ ਨਾਲ, ਬਹੁਤ ਉਹਨਾਂ ਦੀ ਭਾਵਨਾ ਜੁੜੀ ਹੁੰਦੀ ਹੈ ਤੇ ਉਹਨੂੰ ਲੱਗਦਾ ਕਿ ਮੇਰੇ ਬੱਚੇ ਜਾਂ ਮੇਰੀ ਟੀਮ ਹੀ ਵਧੀਆ ਕਰ ਰਹੀ ਹੈ ਤੇ ਇਹਨੇ ਦੂਜਿਆਂ ਦੇ ਮੁਕਾਬਲੇ ਇੱਥੇ ਵਧੀਆ ਕੀਤਾ ਹੈ। ਇਸ ਧਾਰਨਾ ਨੂੰ ਵੀ ਥੋੜਾ ਜਿਹਾ ਤੋੜਨ ਦੀ ਲੋੜ ਹੈ। ਜ਼ਰੂਰੀ ਨਹੀਂ ਹੁੰਦਾ ਕਿ ਹਰ ਬੰਦਾ ਜਿੱਤੇ, ਕਿਉਂਕਿ ਪੋਜੀਸ਼ਨ ਤਾਂ 3 ਦੀ ਆਉਣੀ ਹੁੰਦੀ ਹੈ। ਪਰ ਇਹਦੇ ਨਾਲ ਜਿਹੜੀ ਆਖਰੀ ਗੱਲ ਮੈਂ ਕਹਿਣੀ ਹੈ ਉਹ ਇਹ ਹੈ ਕਿ ਇਹ ਗੱਲਾਂ ਸੁਭਾਵਿਕ ਨੇ। ਸੁਭਾਵਿਕ ਤੌਰ ਤੇ ਹਰ ਬੰਦਾ ਜਿੱਤਣ ਲਈ ਜਾਂਦਾ ਤੇ ਇਸ ਕਰਕੇ ਉਹਦੇ ਕੋਲ ਲੌਜੀਕ ਵੀ ਹੁੰਦੇ ਨੇ ਆਪਣੇ, ਉਹਨੂੰ ਦੂਜੇ ਉਹ ਵੀ ਨਾਲ ਪੈਰਲਲ ਦੇਖ ਰਿਹਾ ਹੁੰਦਾ, ਉਹਨੂੰ ਦੂਜੇ ਦੇ ਨੁਕਸ ਵੀ ਲੱਭਣੇ ਆਉਂਦੇ ਨੇ ਕਿ ਇਹਨੇ ਇੱਥੇ ਗਲਤੀ ਕੀਤੀ, ਇਹਨੇ ਇੱਥੇ ਗਲਤੀ ਕੀਤੀ। ਲੋੜ ਇਸ ਗੱਲ ਦੀ ਹੁੰਦੀ ਹੈ ਕਿ ਜਿਹੜੇ ਜੱਜ ਨੇ ਉਹ ਜੱਜਮੈਂਟ ਤੋਂ ਬਾਅਦ ਉਹਨਾਂ ਦੀਆਂ ਕੁਐਰੀਜ਼ ਦੇ ਜਵਾਬ ਦੇਣ ਤੇ ਉਹ ਬਹੁਤ ਸਹਿਜ ਨਾਲ ਆਪਣੇ ਸ਼ੰਕੇ, ਆਪਣੇ ਸਵਾਲ ਦੱਸਣ ਕਿ ਸਾਨੂੰ ਦੱਸਿਆ ਜਾਵੇ ਜੀ ਕਿਹੜੀਆਂ ਗੱਲਾਂ ਕਰਕੇ ਅਸੀਂ ਪਿੱਛੇ ਰਹੇ ਹਾਂ ਜਾਂ ਅਸੀਂ ਅੱਗੇ ਰਹੇ ਹਾਂ। ਤੇ ਜਿਹੜੇ ਜੱਜਸ ਨੇ ਉਹ ਬਕਾਇਦਾ ਉਹਨਾਂ ਨੂੰ ਦੱਸਣ ਕਿ ਭਾਈ ਆਹ ਚੀਜ਼ਾਂ ਸੀਆਂ ਜਿਹੜੀਆਂ ਅਸੀਂ ਦੇਖੀਆਂ ਨੇ, ਇਹਨਾਂ ਦੇ ਆਧਾਰ ਤੇ ਆਹ ਜਿਹੜੀ ਆਈਟਮ ਹੈ ਥੋੜਾ ਜਿਹਾ ਪਿੱਛੇ ਹੋ ਗਈ, ਆਈਟਮ ਥੋੜਾ ਜਿਹਾ ਅੱਗੇ ਹੋ ਗਈ। ਕਈ ਵਾਰੀ ਇੰਨੀਆਂ ਟੈਕਨੀਕਲ ਗੱਲਾਂ ਹੁੰਦੀਆਂ ਨੇ ਕਿ ਉੱਥੇ ਦਰਸ਼ਕ ਦੀ ਓਪੀਨੀਅਨ ਹੋਰ ਹੁੰਦੀ ਹੈ, ਜੱਜ ਦੀ ਓਪੀਨੀਅਨ ਹੋਰ ਹੁੰਦੀ ਹੈ। ਇਹ ਨਹੀਂ ਕਿ ਜੱਜ ਨਿਆਂ ਨਹੀਂ ਕਰਦਾ ਹੈਗਾ, ਜੱਜ ਵੀ ਨਿਆਂ ਕਰ ਰਿਹਾ, ਦਰਸ਼ਕ ਵੀ ਆਪਣੇ ਪੱਧਰ ਤੇ ਨਿਆਂ ਕਰ ਰਿਹਾ ਹੈ। ਪਰ ਜੱਜ ਕੋਲੇ ਬਹੁਤ ਸਾਰੇ ਟੈਕਨੀਕਲ ਪਹਿਲੂ ਨੇ, ਦਰਸ਼ਕ ਕੋਲੇ ਇਕੱਲੀ ਫੀਲਿੰਗ ਹੈ। ਦਰਸ਼ਕ ਨੂੰ ਵਾਰ ਦੀ ਥਾਂ ਤੇ ਜੇ ਕਵਿਸ਼ਰੀ ਪੇਸ਼ ਕਰ ਦਿੱਤੀ ਜਾਵੇ, ਦਰਸ਼ਕ ਨੂੰ ਕਵਿਸ਼ਰੀ ਵੀ ਚੰਗੀ ਲੱਗ ਸਕਦੀ ਹੈ, ਪਰ ਇਹ ਜੱਜ ਨੇ ਦੇਖਣਾ ਹੈ ਕਿ ਇਹ ਕਵਿਸ਼ਰੀ ਹੈ ਨਹੀਂ, ਜਾਂ ਇਹ ਵਾਰ ਹੈ, ਜਾਂ ਇਹ ਕੋਈ ਹੋਰ ਰੂਪ ਹੈ। ਸੋ ਜੱਜ ਨੇ ਬਹੁਤ ਟੈਕਨੀਕਲ ਤੌਰ ਤੇ ਇਹ ਗੱਲਾਂ ਸਾਰੀਆਂ ਕਰਨੀਆਂ ਹੁੰਦੀਆਂ ਨੇ ਤੇ ਉਹਨੇ ਇਹ ਗੱਲਾਂ ਕਲੀਅਰ ਕਰਨੀਆਂ ਚਾਹੀਦੀਆਂ ਨੇ। ਤੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਵਕਤ ਦੇਣ ਜੱਜ ਨੂੰ 10 ਮਿੰਟ 15 ਮਿੰਟ ਬਾਅਦ ਦੇ ਵਿੱਚ ਬੋਲਣ ਲਈ, ਤਾਂ ਕਿ ਸਾਰਿਆਂ ਦੀ ਸੰਤੁਸ਼ਟੀ ਹੋਵੇ। ਪਰ ਫਿਰ ਵੀ 100% ਸੰਤੁਸ਼ਟੀ ਸੰਭਵ ਨਹੀਂ ਹੁੰਦੀ ਹੈਗੀ, ਪਰ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਇਹਦੇ ਨਾਲ ਜਾਣਕਾਰੀ 'ਚ ਵਾਧਾ ਹੁੰਦਾ ਹੈ, ਇਹਦੇ ਨਾਲ ਉਹ ਟੀਚਰ ਅਗਲੀ ਵਾਰੀ ਆਪਣੀਆਂ ਕਮੀਆਂ ਨੂੰ ਤਰਾਸ਼ ਕੇ ਲੈ ਕੇ ਆਉਂਦੇ ਨੇ ਤੇ ਅਗਲੀ ਵਾਰੀ ਹੋਰ ਵਧੀਆ ਮੁਕਾਬਲੇ ਸਾਨੂੰ ਦੇਖਣ ਨੂੰ ਮਿਲ ਸਕਦੇ ਨੇ। ਸੋ ਇਹ 3 ਪਹਿਲੂ ਜੱਜਮੈਂਟ ਦੇ ਮੁਕਾਬਲੇ ਦੇ ਵਿੱਚ ਆਪਾਂ ਨੂੰ ਧਿਆਨ 'ਚ ਰੱਖਣੇ ਚਾਹੀਦੇ ਨੇ ਜੀ। ਹਾਂਜੀ ਸਰ। ਸਰ ਪ੍ਰਗਟ ਸਿੰਘ ਜੀ ਨੂੰ ਮੇਰਾ ਸਵਾਲ ਸੀਗਾ ਇਸ ਤੋਂ ਅਗਲਾ। ਹਾਂਜੀ ਸਰ। ਹਾਂਜੀ ਸਰ ਸਾਡੇ ਕੋਲੇ 2 ਤਰੀਕਿਆਂ ਦੇ ਆਮ ਤੌਰ ਤੇ ਫੰਕਸ਼ਨ ਆਪਾਂ ਨੂੰ ਜਾਂ ਮੁਕਾਬਲੇ ਜਾਂ ਕਲਚਰ ਮੁਕਾਬਲੇ ਜਾਂ ਵਿਦਿਅਕ ਮੁਕਾਬਲੇ ਆਪਾਂ ਕਹਿ ਸਕਦੇ ਹਾਂ ਦੇਖਣ ਨੂੰ ਮਿਲਦੇ ਆ। ਇੱਕ ਮੁਕਾਬਲੇ ਤਾਂ ਜਿਹੜੀਆਂ ਕਿ ਸਾਡੀਆਂ ਸਰਕਾਰੀ ਤੰਤਰ ਸਾਡਾ ਜਾਂ ਸਰਕਾਰ ਵੱਲੋਂ ਜਾਂ ਸਾਡੇ ਡਿਪਾਰਟਮੈਂਟ ਵੱਲੋਂ ਸਾਡੇ ਮਹਿਕਮੇ ਵੱਲੋਂ ਕਰਵਾਏ ਜਾਂਦੇ ਆ। ਇੱਕ ਕੰਪੀਟੀਸ਼ਨ ਹੁੰਦੇ ਆ ਜਿਹੜੇ ਨਿੱਜੀ ਸੰਸਥਾਵਾਂ ਕਰਾਉਂਦੀਆਂ, ਕੋਈ ਕਲੱਬ ਕਰਾ ਰਿਹਾ, ਕੋਈ ਗਰੁੱਪ ਬਣਿਆ ਹੋਇਆ ਉਹ ਕਰਾ ਰਿਹਾ। ਦੋਨਾਂ ਦੇ ਨਿਯਮ ਹੁੰਦੇ ਆ ਜਿਹੜੇ ਆਪਾਂ ਜਿਨ੍ਹਾਂ ਦੇ ਬਾਰੇ ਆਪਾਂ ਗੱਲ ਕਰਨ ਬੈਠੇ ਆ ਅੱਜ। ਦੋਨਾਂ ਦੇ ਵਿੱਚ ਕਿਤੇ ਨਾ ਕਿਤੇ ਹੇਰ ਫੇਰ ਵੀ ਹੁੰਦਾ ਕਿ ਸਰਕਾਰੀ ਤੌਰ ਤੇ ਕੁਝ ਹੋਰ ਨਿਯਮ ਬਣਾਏ ਜਾਂਦੇ ਆ ਕਿਸੇ ਆਈਟਮ ਦੇ, ਕੋਈ ਪ੍ਰਾਈਵੇਟ ਸੰਸਥਾ ਉਹਦੇ ਕੁਝ ਹੋਰ ਤਰੀਕੇ ਦੇ ਬਣਾ ਲੈਂਦੀ ਹੈ। ਇਹਨਾਂ ਕਰਕੇ ਕਿੰਨਾ ਕੁ ਘਚੋਲਾ ਆਪਾਂ ਨੂੰ ਦੇਖਣ ਨੂੰ ਮਿਲਦਾ ਸਰ ਫੀਲਡ 'ਚ? ਸਰ ਇਹਨਾਂ ਦਾ ਬਹੁਤ ਮਤਲਬ ਕਿ ਆਪਾਂ ਕਹਿ ਸਕਦੇ ਹਾਂ, ਜਿਵੇਂ ਹੁਣ ਅਸੀਂ ਸਾਡੇ ਸਰਕਾਰੀ ਲਾ ਲਓ ਸੀ ਵਿਦਿਅਕ ਮੁਕਾਬਲੇ ਸਾਡੇ ਹੁੰਦੇ ਨੇ ਸਕੂਲਾਂ ਦੇ ਨਾ ਜੀ, ਉਹਨਾਂ 'ਚ ਅਸੀਂ ਮਤਲਬ ਕਿ ਸਾਰੇ ਰੂਲ ਫੋਲੋ ਕਰੇ ਹੁੰਦੇ ਨੇ। ਸਪੋਜ਼ ਕਰੋ ਜਿਵੇਂ ਲੋਕ ਗੀਤ ਆ, ਉਹਦਾ 3 ਤੋਂ 5 ਟਾਈਮ ਰੱਖਣਾ ਜੀ, ਹੈਨਾ। ਜਾਂ ਪਹਿਲਾਂ ਸਾਡੇ ਜਿਹੜੇ ਹੁਣ ਕੰਪੀਟੀਸ਼ਨ ਹੁੰਦੇ ਸੀਗੇ ਅੱਜ ਤੋਂ 5-6 ਸਾਲ ਪਹਿਲਾਂ ਪੰਜਾਬ ਬੋਰਡ ਦੇ, ਉਹਦੇ ਵਿੱਚ ਕੀ ਹੁੰਦਾ ਸੀਗਾ, ਲੋਕ ਗੀਤ ਇੱਕੋ ਕੈਟਾਗਰੀ 'ਚ ਪਾਏ ਹੋਏ ਸੀਗੇ ਤੇ ਉੱਥੇ ਬੜਾ ਚੱਕਰ ਪੈਂਦਾ ਸੀ। ਹੁਣ ਜਿਹੜਾ ਫੋਕ ਹੈ ਉਹ ਫੋਕ ਸਭ ਨੂੰ ਵਧੀਆ ਲੱਗਦਾ, ਤੇ ਇੱਕ ਕੋਈ ਸਿੰਪਲ ਗੀਤ ਹੈ ਉਹਦਾ ਅਲੱਗ ਆਪਣਾ ਚੀਜ਼ ਹੈ ਨਾ, ਉਹਦਾ ਬੜਾ ਚੱਕਰ ਪੈਂਦਾ ਸੀ। ਪਹਿਲਾਂ ਤਾਂ ਅਸੀਂ ਕਹਿ ਕੇ ਸਿਰਫ ਇਕੱਲਾ ਫੋਕ ਕਰਾਇਆ ਸੀ ਜੀ। ਹੁਣ ਜਿਵੇਂ ਸਪੋਜ਼ ਕਰੋ ਆਪਣੇ ਰੂਲਾਂ ਦੀ ਗੱਲ ਆ ਗਈ, ਹੁਣ ਆਪਣੇ ਜਿਹੜੇ ਸਰਕਾਰੀ ਨੇ ਇਹਨਾਂ ਦੇ ਜਿਹੜੇ ਰੂਲ ਹੁੰਦੇ ਨੇ ਉਹ ਸਾਨੂੰ ਸਭ ਨੂੰ ਪਤਾ ਹੀ ਹੈ। ਜਿਵੇਂ ਹੁਣ ਪ੍ਰਾਈਵੇਟ ਕਰਾਉਂਦੇ ਨੇ ਕਈ ਸੰਸਥਾਵਾਂ, ਹੈ ਨਾ, ਉਹ ਸਾਨੂੰ ਕਹਿੰਦੇ ਨੇ ਜੀ ਇਹ 11 ਬੰਦੇ ਰੱਖ ਲਓ ਜੀ ਸ਼ਬਦ ਦੀ ਟੀਮ ਵਿੱਚ, ਜਾਂ ਕਵੀਸ਼ਰੀ 4 ਬੰਦੇ ਗਾਉਣਗੇ ਜੀ, ਉਹਨਾਂ ਨੇ ਆਪਣੇ ਬਣਾਏ ਹੁੰਦੇ ਨੇ। ਇਹ ਖਾਸਾ ਸਾਨੂੰ ਮਿਲ ਕੇ ਸਾਨੂੰ ਵੀ ਦਿੱਕਤ ਆਉਂਦੀ ਹੈ। ਮੈਨੂੰ ਘੱਟੋ ਘੱਟ 15 ਸਾਲ ਹੋ ਗਏ ਇਸ ਫੀਲਡ 'ਚ ਕੰਮ ਕਰਦੇ ਹੋਏ, ਤੇ ਰੱਬ ਦੀ ਕਿਰਪਾ ਨਾਲ ਹਰੇਕ ਮਤਲਬ ਕਿ ਮੇਰੀ ਕੋਈ ਐਸੀ ਆਈਟਮ ਨਹੀਂ ਜਿਹੜੀ ਸਟੇਟ 'ਚੋਂ ਪ੍ਰਾਈਜ਼ ਨਾ ਲਿਆਈ ਹੋਵੇ। ਪਰ ਇੱਥੇ ਸਾਨੂੰ ਚੱਕਰ ਬਹੁਤ ਪੈਂਦਾ ਇਹ ਚੀਜ਼ ਦਾ, ਵੀ ਜਿਹੜੇ ਪ੍ਰਾਈਵੇਟ ਸੰਸਥਾ ਵਾਲੇ ਨੇ ਜਾਂ ਹੋਰ ਉਹਨਾਂ ਨੇ ਆਪਣੇ ਅਲੱਗ ਰੂਲ ਬਣਾਏ ਹੁੰਦੇ ਨੇ ਵੀ ਸਾਡੇ ਜੀ ਇੰਨੇ ਬੰਦੇ ਕਰ ਦਿਓ, ਕਿ ਉਹਨਾਂ ਨੇ ਇਕੱਠ ਦਿਖਾਉਣਾ ਹੁੰਦਾ ਜ਼ਿਆਦਾ। ਤੇ ਆਪਣੇ ਜਿਹੜੇ ਸਰਕਾਰੀ ਨੇ ਇਹਦਾ ਕੀ ਹੈ, ਇਹਦੇ ਵਿੱਚ ਹੁਣ ਤਾਂ ਮੇਰੇ ਹਿਸਾਬ ਨਾਲ ਬਹੁਤ ਵਧੀਆ ਬੱਚੇ ਕਰ ਰਹੇ ਨੇ। ਪਹਿਲਾਂ ਅੱਜ ਤੋਂ 8-10 ਸਾਲ ਪਹਿਲਾਂ ਇੰਨਾ ਲੋਕਾਂ 'ਚ ਹੈ ਨਹੀਂ ਸੀ ਰੁਝਾਵ, ਪਰ ਇਹ ਤੁਹਾਡੀ ਗੱਲ ਸਹੀ ਹੈ ਕਿ ਇਹਦਾ ਦਿੱਕਤ ਆਉਂਦੀ ਹੈ ਜੀ ਕਾਫੀ। ਹਾਂਜੀ ਹਾਂਜੀ ਗੁਰਦੀਪ ਸਰ ਤੁਸੀਂ ਕਰੋ ਸਵਾਲ ਅਗਲਾ ਜੀ। ਸਰ ਤੁਹਾਡਾ ਮਾਈਕ
ਮਾਈਕ ਚਲਾਓ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਬਹੁਤ ਸਾਰੇ ਸਵਾਲ ਪਿਛਲੀਆਂ ਜਿਹੜੀਆਂ ਸਾਡੀਆਂ ਲੜੀਆਂ ਨੇ ਇਸ ਸਮਾਗਮ ਦੀ ਉਹਦੇ ਵਿੱਚ ਪੁੱਛੇ ਗਏ ਨੇ, ਪਰ ਫੀਲਡ ਦੇ ਵਿੱਚੋਂ ਬਹੁਤ ਸਾਰੇ ਸੁਝਾਅ ਜਾਂ ਬਹੁਤ ਸਾਰੇ ਕੁਐਸਚਨ ਦੁਬਾਰਾ ਸਾਡੇ ਕੋਲ ਆਏ ਨੇ, ਫੋਨ ਤੇ ਵੀ ਦੱਸੇ ਗਏ ਨੇ, ਤੇ ਹੋ ਸਕਦਾ ਪਹਿਲਾਂ ਉਹ ਸਵਾਲ ਪੁੱਛੇ ਗਏ ਹੋਣ ਤੇ ਮੈਂ ਉਹ ਦੁਬਾਰਾ ਦੁਹਰਾ ਰਿਹਾ ਜਾਂ ਕਿਤੇ ਨਾ ਕਿਤੇ ਮਿਲਦੇ ਹੋ ਸਕਦੇ ਨੇ ਉਹ ਸਵਾਲ ਦੁਬਾਰਾ। ਤੇ ਮੈਂ ਪਹਿਲਾ ਸਵਾਲ ਪੁੱਛਣਾ ਚਾਹੂੰਗਾ ਲੇਖ ਮੁਕਾਬਲੇ ਬਾਰੇ, ਜਿਹੜਾ ਸਾਹਿਤਕ ਮੁਕਾਬਲੇ ਆਪਾਂ ਗਿਣਦੇ ਆ ਜਿਨ੍ਹਾਂ ਨੂੰ, ਉਹਦੇ ਵਿੱਚ ਮੇਰਾ ਪਹਿਲਾ ਸਵਾਲ ਹੈ ਜੀ ਕਿ ਲੇਖ ਰਚਨਾ ਲਈ ਵਿਸ਼ੇ ਨੇ ਜਿਹੜੇ ਪਹਿਲਾਂ ਦੇ ਦੇਣੇ ਚਾਹੀਦੇ ਨੇ, ਕਿਉਂਕਿ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਸ ਤਰ੍ਹਾਂ ਹੋਇਆ ਵੀ ਉਹਨਾਂ ਨੇ ਜਿਹੜੇ ਲੇਖ ਦੇ ਮੁਕਾਬਲੇ ਦੇ ਵਿਸ਼ੇ ਨੇ ਇੱਕ ਦਿਨ ਪਹਿਲਾਂ ਗਰੁੱਪਾਂ ਦੇ ਵਿੱਚ ਪਾਤੇ, ਸਰਕੂਲੇਟ ਕਰਤੇ, ਬੱਚੇ ਕੱਲ ਨੂੰ ਇਸ ਵਿਸ਼ੇ ਤੇ ਲਿਖਣਗੇ। ਪਹਿਲਾ ਸਵਾਲ ਇਹ ਹੈ ਜੀ, ਤੇ ਪਹਿਲਾਂ ਆਪਾਂ ਇਸ ਤੇ ਚਰਚਾ ਕਰ ਲਈਏ, ਅਗਲਾ ਸਵਾਲ ਆਪਾਂ ਫੇਰ ਕਰਦੇ ਹਾਂ ਜੀ। ਪਹਿਲਾਂ ਆਪਾਂ ਲੇਖ ਮੁਕਾਬਲੇ ਸੰਬੰਧੀ। ਹਾਂ, ਇਹਦੇ ਵਿੱਚ ਗੁਰਦੀਪ ਮੈਂ ਤੁਹਾਨੂੰ ਬਸ ਸੰਖੇਪ ਵਿੱਚ ਗੱਲ ਕਲੀਅਰ ਕਰੂੰਗਾ। ਇਹ ਦੋ ਮੁਕਾਬਲੇ ਹੁੰਦੇ ਨੇ ਸਾਡੇ ਕੋਲੇ ਕ੍ਰੀਏਟਿਵ ਰਾਈਟਿੰਗ ਦੇ। ਇੱਕ ਲੇਖ ਮੁਕਾਬਲਾ ਹੁੰਦਾ, ਇੱਕ ਮੌਲਿਕ ਲਿਖਤ ਦਾ ਮੁਕਾਬਲਾ ਹੁੰਦਾ ਹੈ। ਦੋਨੇ ਮੁਕਾਬਲਿਆਂ ਦੇ ਵਿੱਚ ਹੀ ਕੰਪੋਜੀਸ਼ਨ ਚੈੱਕ ਕੀਤੀ ਜਾਂਦੀ ਹੈ ਕਿ ਬੱਚੇ ਨੂੰ ਕਿਸੇ ਇੱਕ ਸਬਜੈਕਟ ਤੇ ਮੈਟਰ ਕੰਪੋਜ਼ ਕਰਨਾ ਆਉਂਦਾ ਕਿ ਨਹੀਂ ਆਉਂਦਾ ਹੈਗਾ। ਪਰ ਦੋਨਾਂ 'ਚ ਇੱਕ ਬੁਨਿਆਦੀ ਫਰਕ ਇਹ ਹੈ, ਮੌਲਿਕ ਲਿਖਤ ਦਾ ਜਿਹੜਾ ਮੁਕਾਬਲਾ ਹੈ ਉਹਦੇ ਵਿੱਚ ਅਸੀਂ ਮੌਕੇ ਤੇ ਵਿਸ਼ੇ ਦਿੰਦੇ ਹਾਂ, ਪਰ ਲੇਖ ਰਚਨਾ ਦੇ ਵਿੱਚ ਅਸੀਂ ਜਿਹੜੇ ਵਿਸ਼ੇ ਉਹ ਪਹਿਲਾਂ ਦਿੱਤੇ ਹੁੰਦੇ ਨੇ। ਇੱਥੇ ਦੋਨਾਂ ਦਾ ਉਦੇਸ਼ ਦਾ ਵੀ ਫਰਕ ਪੈ ਜਾਂਦਾ ਹੈ। ਜਿਹੜਾ ਮੌਲਿਕ ਲਿਖਤ ਦੇ ਵਿੱਚ ਅਸੀਂ ਇਹ ਦੇਖਾਂਗੇ ਕਿ ਬੱਚੇ ਨੇ ਮੌਕੇ ਤੇ ਆਪਣੀ ਕ੍ਰੀਏਟੀਵਿਟੀ ਕਿੰਨੀ ਕੁ ਲਿਆਂਦੀ ਆ ਉਹਦੇ ਵਿੱਚ। ਮੰਨ ਲਓ ਆਪਾਂ ਟੌਪਿਕ ਦਿੱਤਾ ਮਾਂ, ਹੁਣ ਮਾਂ ਤੇ ਬੱਚਾ ਕਵਿਤਾ ਲਿਖਦਾ ਹੈ, ਮਾਂ ਤੇ ਬੱਚਾ ਲੇਖ ਲਿਖਦਾ ਹੈ, ਮਾਂ ਤੇ ਬੱਚਾ ਨਾਟਕ ਲਿਖਦਾ ਹੈ, ਇਕਾਂਗੀ ਲਿਖਦਾ ਹੈ, ਕੁਛ ਵੀ ਲਿਖਦਾ ਹੈ ਨਾ। ਇੱਥੇ ਉਹਦੀ ਕ੍ਰੀਏਟੀਵਿਟੀ, ਉਹਦੀ ਸਿਰਜਣਾਤਮਕਤਾ, ਉਹਦੀ ਮੌਲਿਕਤਾ ਸਾਹਮਣੇ ਆਉਣੀ ਹੈ। ਪਰ ਜਿਹੜਾ ਲੇਖ ਦੇ ਵਿਸ਼ੇ ਹੁੰਦੇ ਨੇ, ਇਹ ਆਮ ਤੌਰ ਤੇ ਜਿਹੜੇ ਵਿਸ਼ੇ ਹੁੰਦੇ ਨੇ ਉਹ ਹੁੰਦੇ ਨੇ ਬੌਧਿਕਤਾ ਨਾਲ ਜੁੜੇ ਹੋਏ, ਜਿੱਥੇ ਤੁਸੀਂ ਬਹੁਤ ਸਾਰੇ ਫੈਕਟ, ਬਹੁਤ ਸਾਰੇ ਤੱਥ ਲੱਭ ਕੇ ਲਿਆਉਣੇ ਹੁੰਦੇ ਨੇ। ਜਿਵੇਂ ਉਦਾਹਰਨ ਦੇ ਤੌਰ ਤੇ ਆਪਾਂ ਕਹਿ ਲਈਏ ਕਿ ਹਿੰਦੁਸਤਾਨ ਦਾ ਚੋਣ ਪ੍ਰਬੰਧ, ਇਹ ਇੱਕ ਸਬਜੈਕਟ ਹੈ। ਮਤਲਬ ਇਹ, ਜਾਂ ਇਹ ਕਹਿ ਲਓ ਕਿ ਜਿਹੜੀਆਂ ਸਮਾਜਿਕ ਬੁਰਾਈਆਂ ਨੇ, ਇਹਨਾਂ 'ਚ ਆਪਾਂ ਕਿਸੇ ਦੇ ਵੀ ਟੌਪਿਕ ਦੇ ਦਈਏ, ਅਨੁਸ਼ਾਸਨ ਦੀ ਸਮੱਸਿਆ, ਤਾਂ ਅਸੀਂ ਪਹਿਲਾਂ ਤਿਆਰੀ ਕਰਨੀ ਹੁੰਦੀ ਹੈ ਉਹਨਾਂ ਵਿਸ਼ਿਆਂ ਦੇ ਉੱਤੇ। ਪਹਿਲਾਂ ਤਿਆਰੀ ਕਰਕੇ ਅਸੀਂ ਬਹੁਤ ਸਾਰੇ ਫੈਕਟ ਲੱਭਣੇ ਹੁੰਦੇ ਨੇ, ਤੇ ਜਿਹੜੇ ਬੱਚੇ ਦੇ ਫੈਕਟ ਜ਼ਿਆਦਾ ਵਧੀਆ ਹੋਣਗੇ ਉਹ ਬੱਚਾ ਉਹਦੇ ਵਿੱਚੋਂ ਪੋਜੀਸ਼ਨ ਲਊਗਾ, ਤੇ ਉਹਦੇ ਵਿਸ਼ੇ ਪਹਿਲਾਂ ਦਿੱਤੇ ਹੋ ਸਕਦੇ ਨੇ ਤੇ ਦੇਣੇ ਚਾਹੀਦੇ ਨੇ। ਲੇਖ ਮੁਕਾਬਲੇ ਦੇ ਵਿਸ਼ੇ ਪਹਿਲਾਂ ਦੇਣੇ ਚਾਹੀਦੇ ਨੇ ਕਿ ਆਹ 3 ਵਿਸ਼ੇ ਨੇ ਜਾਂ ਆਹ 4 ਵਿਸ਼ੇ ਨੇ, ਉਹਨੂੰ ਉਹਦੀ ਮਰਜ਼ੀ ਤੇ ਨਹੀਂ ਛੱਡਣਾ ਚਾਹੀਦਾ ਕਿ ਉਹ ਜਿਹੜੇ ਵਿਸ਼ੇ ਦੀ ਮਰਜ਼ੀ ਲਿਖੇ। ਅਸੀਂ ਉਹਨੂੰ 5 ਵਿਸ਼ੇ ਦੇ ਸਕਦੇ ਹਾਂ, 4 ਵਿਸ਼ੇ ਦੇ ਸਕਦੇ ਹਾਂ, 3 ਵਿਸ਼ੇ ਦੇ ਸਕਦੇ ਹਾਂ, 1 ਵਿਸ਼ਾ ਵੀ ਦੇ ਸਕਦੇ ਹਾਂ। ਵੱਡੇ ਟੈਸਟਾਂ ਦੇ ਵਿੱਚ, IAS ਵਰਗੇ ਇਮਤਿਹਾਨਾਂ ਦੇ ਵਿੱਚ ਜਿਹੜੇ ਵਿਸ਼ੇ ਦਿੱਤੇ ਹੁੰਦੇ ਨੇ, ਪਹਿਲਾਂ ਵੀ ਦਿੱਤੇ ਹੁੰਦੇ ਨੇ ਕਿ ਆਹ 10 ਟੌਪਿਕ ਨੇ, 10 ਟੌਪਿਕਾਂ ਦੇ ਵਿੱਚ ਤੁਸੀਂ ਤਿਆਰੀ ਕਰਨੀ ਹੈ। ਸੋ ਕਹਿਣ ਦਾ ਭਾਵ ਇਹ ਹੈ ਕਿ ਮੌਲਿਕ ਲਿਖਤ ਦੇ ਮੁਕਾਬਲੇ 'ਚ ਟੌਪਿਕ ਮੌਕੇ ਤੇ ਦਿੱਤੇ ਜਾਂਦੇ ਨੇ ਤੇ ਮੌਕੇ ਤੇ ਉਹਨਾਂ ਨੂੰ ਲਿਖਣ ਵਾਸਤੇ ਕਿਹਾ ਜਾਂਦਾ ਹੈ, ਜਦੋਂ ਕਿ ਲੇਖ ਮੁਕਾਬਲੇ ਦਾ ਬੇਸਿਕ ਨੇਚਰ ਇਹ ਹੈ ਕਿ ਉਹਦੇ ਵਿੱਚ ਟੌਪਿਕ ਪਹਿਲਾਂ ਦਿੱਤੇ ਹੋਣੇ ਚਾਹੀਦੇ ਨੇ, ਤੇ ਪਹਿਲਾਂ ਦਿੱਤੇ ਹੋਏ ਟੌਪਿਕਾਂ ਦੇ ਉੱਤੇ ਬੱਚੇ ਬਕਾਇਦਾ ਰਿਸਰਚ ਕਰਕੇ, ਬੱਚੇ ਸੋਚ ਕੇ, ਡਿਸਕਸ਼ਨ ਕਰਕੇ ਉਹਨਾਂ ਤੇ ਜਿਹੜੀ ਜਾਣਕਾਰੀ ਹੈ ਉਹ ਲੱਭ ਕੇ ਲਿਆਉਣਗੇ, ਤੇ ਇਹਦੇ ਵਿੱਚ ਉਹਨਾਂ ਦੀ ਕੰਪੋਜ਼ ਕਰਨ ਦੀ ਕਲਾ ਤੇ ਉਸ ਵਿਸ਼ੇ ਤੇ ਉਹਨਾਂ ਦੀ ਪਕੜ, 2 ਚੀਜ਼ਾਂ ਮਤਲਬ ਇਹਦੇ ਵਿੱਚ ਲੇਖ ਮੁਕਾਬਲੇ ਦੇ ਵਿੱਚ ਦੇਖੀਆਂ ਜਾਂਦੀਆਂ ਨੇ। ਸੋ ਇਹ ਬਹੁਤ ਬੁਨਿਆਦੀ ਜਿਹਾ ਫਰਕ ਹੈ, ਪਰ ਕੰਪੋਜੀਸ਼ਨ ਦੋਨਾਂ ਦੇ ਵਿੱਚ ਸੇਮ ਹੈ। ਦੋਨਾਂ 'ਚ ਇਹ ਦੇਖਿਆ ਜਾਂਦਾ ਕਿ ਬੱਚੇ ਨੂੰ ਕੰਪੋਜ਼ ਕਰਨਾ ਆਉਂਦਾ ਕਿ ਨਹੀਂ ਆਉਂਦਾ ਹੈਗਾ, ਬੱਚੇ ਨੂੰ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨਾ ਆਉਂਦਾ ਕਿ ਨਹੀਂ ਆਉਂਦਾ ਹੈਗਾ, ਉਹ ਕਿੰਨੇ ਕੁ ਸੋਹਣੇ ਸ਼ਬਦਾਂ ਦੇ ਵਿੱਚ ਆਪਣੇ ਅੰਦਰਲੇ ਵਿਚਾਰਾਂ ਦਾ ਪ੍ਰਗਟਾਵਾ ਕਰਦਾ। ਪਰ ਸਾਡੇ ਸਮੱਸਿਆ ਇਹ ਹੈ ਕਿ ਅਸੀਂ ਚੀਟਿੰਗ ਕਰਨਾ ਜਾਣਦੇ ਹਾਂ, ਸਾਡੇ ਸੁਭਾਅ ਚੀਟਿੰਗ ਹੈ, ਇਸ ਕਰਕੇ ਪਹਿਲਾਂ ਅਸੀਂ ਬੱਚੇ ਨੂੰ ਰੱਟਾ ਲਵਾ ਦਿੰਦੇ ਹਾਂ। ਅਸੀਂ ਬੱਚੇ ਨੂੰ ਆਪ ਲਿਖ ਕੇ ਦੇ ਦੇਣਾ ਤੇ ਬੱਚਾ ਹੂਬਹੂ ਰੱਟਾ ਲਾ ਲੈਂਦਾ। ਉਹ ਫਿਰ ਜਿਹੜੀ ਲੇਖ ਦੀ ਮੂਲ ਭਾਵਨਾ ਹੈ ਇਹਦੇ ਨਾਲ ਉਹ ਮਰ ਜਾਂਦੀ ਹੈ। ਬੱਚੇ ਦੀ ਤਿਆਰੀ ਕਰਾਉਣੀ ਚਾਹੀਦੀ ਹੈ ਟੌਪਿਕਾਂ ਦੀ, ਉਹਨਾਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ, ਪਰ ਬੱਚਾ ਕੰਪੋਜ਼ ਆਪ ਕਰੇ, ਆਪਣੀ ਭਾਸ਼ਾ ਦੇ ਵਿੱਚ, ਆਪਣੀ ਸ਼ਬਦਾਵਲੀ 'ਚ ਕੰਪੋਜ਼ ਕਰੇ, ਉਹ ਹੂਬਹੂ ਰੱਟਾ ਲਾ ਕੇ ਨਾ ਆਵੇ। ਈਵਨ ਮਤਲਬ ਵੈਸੇ ਤਾਂ ਇਹ ਹੋਣਾ ਚਾਹੀਦਾ ਹੈ ਕਿ ਕੰਪੋਜ਼ ਕਰਨ ਤੋਂ ਬਾਅਦ ਉਹ ਤੇ ਕੁਝ ਨਾ ਕੁਝ ਕੁਐਸਚਨ ਵੀ ਹੋਣੇ ਚਾਹੀਦੇ ਨੇ। ਲੇਖ ਤੋਂ ਬਾਅਦ ਉਹ ਤੇ 2 ਸਵਾਲ ਵੀ ਕੀਤੇ ਜਾਣੇ ਚਾਹੀਦੇ ਨੇ ਜੱਜਸ ਵੱਲੋਂ ਕਿ ਇਹ ਸੱਚਮੁੱਚ ਰੱਟਾ ਤਾਂ ਨਹੀਂ ਲੈ ਕੇ ਆਇਆ ਹੈਗਾ, ਕਿ ਇਹਨੂੰ ਪਤਾ ਹੈ ਇਸ ਕ੍ਰੀਏਟੀਵਿਟੀ ਦਾ। ਜਿਵੇਂ ਸਾਇੰਸ ਦਾ ਮਾਡਲ ਕੋਈ ਬੱਚਾ ਬਣਾ ਲੈਂਦਾ ਹੈ, ਟੀਚਰ ਮਾਡਲ ਬਣਾ ਕੇ ਧਰ ਦਿੰਦਾ ਉਹਦੀ ਥਾਂ ਤੇ ਜੇ ਬੱਚੇ ਨੂੰ ਇੱਕ ਸਵਾਲ ਪੁੱਛਿਆ ਜਾਂਦਾ, ਬੱਚਾ ਸਵਾਲ ਦਾ ਜਵਾਬ ਨਹੀਂ ਦੇ ਸਕਦਾ ਹੈਗਾ ਕਿਉਂਕਿ ਉਹਨੇ ਆਪ ਕੁਝ ਕੀਤਾ ਹੀ ਨਹੀਂ ਹੁੰਦਾ ਹੈਗਾ। ਸੋ ਇਸੇ ਤਰ੍ਹਾਂ ਹੀ ਲੇਖ ਦੇ ਵਿੱਚੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਹੋਣਾ ਚਾਹੀਦਾ ਹੈ ਕਿ ਜੱਜ ਉਹਨੂੰ 2 ਸਵਾਲ ਕਰਕੇ ਟੈਸਟ ਵੀ ਕਰ ਸਕੇ
ਕਿਉਂਕਿ ਪਤਾ ਲੱਗੇ ਕਿ ਇਹ ਬੱਚੇ ਨੇ ਕੰਪੋਜ਼ ਆਪ ਕੀਤਾ ਹੈ, ਇਸ ਬੱਚੇ ਨੂੰ ਇਸ ਵਿਸ਼ੇ ਦੀ ਸਮਝ ਹੈ, ਇਹ ਲੇਖ ਦਾ ਪਰਪਸ ਹੈ, ਇਹ ਲੇਖ ਦਾ ਉਦੇਸ਼ ਹੁੰਦਾ ਹੈ। ਬਹੁਤ ਬਹੁਤ ਧੰਨਵਾਦ ਸਰ। ਕਿਉਂਕਿ ਮੁਕਾਬਲਾ ਇਹ ਸਿਰਫ ਟੀਚਰ ਦਾ ਰਹਿ ਜਾਂਦਾ ਜਦੋਂ ਪਹਿਲਾਂ ਵਿਸ਼ੇ ਆ ਜਾਂਦੇ ਨੇ। ਤੁਹਾਡੀ ਹਾਂ, ਗੱਲ ਬਿਲਕੁਲ ਬਿਲਕੁਲ। ਵਾਜਬ ਆ ਜੀ, ਕਿਉਂਕਿ ਚੀਟਿੰਗ ਦਾ ਮਸਲਾ ਸਾਡੇ ਸਮਾਜ ਦੇ ਵਿੱਚ ਜ਼ਿਆਦਾ ਫੈਲਿਆ ਹੋਇਆ ਜੀ। ਹੂੰ ਤੇ ਦੂਸਰਾ ਸਵਾਲ ਮੇਰਾ ਤੇਜਿੰਦਰ ਸਰ ਨੂੰ ਹੈ ਜੀ। 2 ਸਵਾਲ ਨੇ ਭੰਗੜੇ ਸੰਬੰਧੀ ਮੇਰੇ। ਤੇ ਉਹਦੇ ਵਿੱਚ ਪਹਿਲਾ ਸਵਾਲ ਇਹ ਹੈ ਤੇਜਿੰਦਰ ਸਰ, ਤੁਹਾਨੂੰ ਸੁਣ ਰਹੇ ਨੇ ਸਰ? ਜੀ ਜੀ ਹਾਂਜੀ ਹਾਂਜੀ ਹਾਂਜੀ। ਹਾਂ ਸਰ, ਪਹਿਲਾ ਸਵਾਲ ਇਹ ਹੈ ਜੀ ਵੀ ਜਿਹੜੀਆਂ ਭੰਗੜੇ ਦੀਆਂ ਕੰਪੋਜੀਸ਼ਨਾਂ ਹੁੰਦੀਆਂ ਨੇ, ਵੀ ਉਹਦੇ ਵਿੱਚ ਔਖੀਆਂ ਕੰਪੋਜੀਸ਼ਨਾਂ ਜਿਹੜੀਆਂ ਹੁੰਦੀਆਂ ਨੇ ਕਈ ਵਾਰ ਕਰਨ ਦੇ ਵਿੱਚ, ਕੀ ਉਹਨਾਂ ਦੇ ਕੋਈ ਸਪੈਸ਼ਲ ਨੰਬਰ ਜੱਜਸ ਵੱਲੋਂ ਦਿੱਤੇ ਜਾਂਦੇ ਨੇ ਜਾਂ ਉਹਨਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਜੱਜਮੈਂਟ ਕਰਨ ਵੇਲੇ? ਔਖੀਆਂ ਕੰਪੋਜੀਸ਼ਨ ਦਾ ਮਤਲਬ ਕਰਨ ਦੇ ਵਿੱਚ ਜਿਹੜੀਆਂ ਆਪਾਂ ਕਹਿੰਦੇ ਆਂਗੇ ਵੀ ਉਹਨਾਂ ਦਾ ਸਪੈਸ਼ਲ ਨੰਬਰ ਹੁੰਦੇ ਨੇ ਜਾਂ ਕੋਈ ਪ੍ਰਭਾਵ ਪਾਉਂਦੀਆਂ ਨੇ ਉਹ ਜੱਜਮੈਂਟ ਦੇ ਉੱਪਰ? ਤੇ ਦੂਸਰਾ ਸਵਾਲ ਇਹ ਹੈ ਜੀ, ਨਾਲ ਹੀ ਆਪਾਂ ਕਰ ਲੈਂਦੇ ਹਾਂ ਇਕੱਠੇ 2 ਸਵਾਲ। ਤੇ ਦੂਜਾ ਸਵਾਲ ਇਹ ਹੈ ਜੀ, ਜੋ ਭੰਗੜੇ ਦੇ ਵਿੱਚ ਬੋਲੀਆਂ ਪਾਈ ਜਾਂਦੀਆਂ ਨੇ ਜੀ ਪਿੱਛੋਂ, ਕੀ ਉਹਨਾਂ ਬੋਲੀਆਂ ਦੀ ਵੱਖਰਤਾ, ਵੀ ਮੰਨ ਲਓ ਬੋਲੀਆਂ ਸਾਰਿਆਂ ਤੋਂ ਅਲੱਗ ਨੇ ਕਿਸੇ ਟੀਮ ਦੀਆਂ, ਕੀ ਉਹਨਾਂ ਬੋਲੀਆਂ ਦਾ ਕੋਈ ਵਿਸ਼ੇਸ਼ ਪ੍ਰਭਾਵ ਪੈਂਦਾ ਜੀ ਭੰਗੜੇ ਦੀ ਪਰਫਾਰਮੈਂਸ ਤੇ, ਜਾਂ ਕੋਈ ਵਿਸ਼ੇਸ਼ ਨੰਬਰ ਹੁੰਦੇ ਨੇ ਵੀ ਉਹਨਾਂ ਨੇ ਬੋਲੀਆਂ ਅਲੱਗ ਨੇ, ਬੋਲੀਆਂ ਕਿਸੇ ਨਾਲ ਮਿਲਦੀਆਂ ਨਹੀਂ? ਇਹ 2 ਸਵਾਲ ਨੇ ਸਰ ਤੁਹਾਡੇ ਲਈ, ਕਿਰਪਾ ਕਰਕੇ ਇਹਨਾਂ ਨੂੰ ਐਕਸਪਲੇਨ ਕਰੋ ਸਾਡੇ ਦਰਸ਼ਕਾਂ ਦੇ। ਹਾਂਜੀ, ਪਹਿਲੀ ਗੱਲ ਤਾਂ ਤੁਸੀਂ ਜਿਹੜਾ ਪਹਿਲਾ ਕੁਐਸਚਨ ਆਪਣਾ ਕਿ ਕੰਪੋਜੀਸ਼ਨ, ਦਰਅਸਲ ਇਹ ਤੇ ਇੱਕ ਨਾਚ ਦਾ, ਇੱਕ ਨੱਚਣ ਦੀ ਕਲਾ ਦਾ, ਇੱਕ ਤੁਹਾਡੀ ਕਲਾ ਦਾ ਪ੍ਰਦਰਸ਼ਨ ਹੈ, ਨਾ ਕਿ ਕੋਈ ਇਹ ਜਿਮਨਾਸਟਿਕ ਮੁਕਾਬਲਾ ਕਿ ਜਿਹਦੇ ਵਿੱਚ ਤੁਸੀਂ ਔਖੇ ਐਕਸ਼ਨ ਕਰੋਗੇ ਤਾਂ ਤੁਹਾਡੇ ਵੱਧ ਮਾਰਕਸ ਲੱਗਣਗੇ। ਇਹ ਪ੍ਰਭਾਵ ਦੇਖੋ ਹੁੰਦਾ ਹੈ ਕਿ ਕਈ ਚੀਜ਼ਾਂ ਦਾ ਪ੍ਰਭਾਵ ਪੈਂਦਾ, ਬਟ ਇਹ ਨਹੀਂ ਹੁੰਦਾ ਜਿੰਨਾ ਤੁਸੀਂ ਸਿੰਪਲ ਸੋਬਰ ਲੋਕ ਤੱਥਾਂ ਨਾਲ, ਲੋਕ ਨਾਚਾਂ ਨਾਲ ਮਿਲਦੇ ਲਚਕਤਾ ਨਾਲ ਜਿਹੜੇ ਤੁਸੀਂ ਐਕਸ਼ਨ ਕਰੋਗੇ ਉਹਨਾਂ ਦਾ ਪ੍ਰਭਾਵ ਜੱਜਮੈਂਟ ਤੇ ਪਊਗਾ। ਅਦਰਵਾਈਜ਼ ਇਹ ਕੋਈ ਇਹਦੇ ਵਿੱਚ ਕੋਈ ਰੂਲ ਨਹੀਂ ਹੈ ਕਿ ਤੁਸੀਂ ਔਖੇ ਐਕਸ਼ਨ ਕਰੋਗੇ ਤਾਂ ਤੁਹਾਡੇ ਜਿਹੜੀ ਜੱਜਮੈਂਟ ਤੇ ਪ੍ਰਭਾਵ ਪਏਗਾ। ਇਹ ਮੈਨੂੰ ਨਹੀਂ, ਮੇਰੇ ਹਿਸਾਬ ਨਾਲ ਇਹ ਹੋਣਾ ਵੀ ਨਹੀਂ ਚਾਹੀਦਾ। ਇਹ ਉਹਨਾਂ ਦੀ ਆਪਸ ਦੇ ਵਿੱਚ ਜਿਹੜੀ ਇੱਕ ਕੈਮਿਸਟਰੀ ਆ ਉਹਨੂੰ ਦੇਖਣਾ, ਉਹਨਾਂ ਦੇ ਆਪਸੀ ਜਿਹੜੇ ਐਕਸ਼ਨ ਆ ਉਹਨਾਂ ਦੇ ਮਿਲਦਿਆਂ ਨੂੰ ਦੇਖਣਾ, ਜਾਂ ਉਹਨਾਂ ਦੇ ਕਰਨ ਦੇ ਤਰੀਕੇ ਨੂੰ ਦੇਖਣਾ। ਕਿਉਂਕਿ ਅੱਜ ਅਸੀਂ ਜਿਹੜੇ ਕਈ ਐਕਸ਼ਨ ਤਾਂ ਅਜਿਹੇ ਨੇ ਕਿ ਜਿਨ੍ਹਾਂ ਦੇ ਅਸੀਂ ਮੂਲ ਰੂਪ ਨੂੰ ਬਿਲਕੁਲ ਹੀ ਭੁੱਲ ਚੁੱਕੇ ਹਾਂ। ਜਦੋਂ ਅੱਜ ਅਸੀਂ ਉਹਨਾਂ ਨੂੰ ਦੇਖਦੇ ਹਾਂ ਐਕਸ਼ਨਾਂ ਨੂੰ, ਤਾਂ ਉਹ ਲੱਗਦੇ ਨਹੀਂ ਹੈਗੇ ਕਿ ਜਿਵੇਂ ਆਪਾਂ ਅੱਜ ਕੱਲ੍ਹ ਘੁੰਮਣੀਆਂ ਮਿਰਜ਼ਾ, ਜੇ ਉਹਨਾਂ ਦੇ ਅੱਜ ਦੇ ਅਸੀਂ ਰੂਪ ਨੂੰ ਦੇਖਦੇ ਹਾਂ ਤਾਂ ਸਾਨੂੰ ਇਹ ਲੱਗਦਾ ਹੀ ਨਹੀਂ ਕਿ ਉਹ ਮਿਰਜ਼ਾ ਕਰ ਰਹੇ ਆ ਜਾਂ ਘੁੰਮਣੀਆਂ ਕਰ ਰਹੇ ਆ। ਤਾਂ ਜਿਹੜੇ ਉਹ ਪੁਰਾਤਨ ਸਮੇਂ ਤੋਂ ਚੱਲਦੇ ਆ ਰਹੇ ਐਕਸ਼ਨ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮੋਲਡ ਕਰਕੇ ਉਹਨਾਂ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਕਿ ਉੱਥੇ ਸਾਨੂੰ ਉਹਦੀ ਜਿਹੜੀ ਸੁੰਦਰਤਾ ਹੈਗੀ ਉਹ ਉਹਦੀ ਖੋਈ ਜਾ ਰਹੀ। ਤਾਂ ਮੈਨੂੰ ਨਹੀਂ ਲੱਗਦਾ ਕਿ ਜੱਜਮੈਂਟ ਦਾ ਇਹਦਾ ਕੋਈ ਪ੍ਰਭਾਵ ਹੋਣਾ ਚਾਹੀਦਾ। ਦੂਜੀ ਗੱਲ ਇਹ ਹੈ ਕਿ ਬੋਲੀਆਂ ਦਾ ਵਖਰੇਵੇਂ ਵਾਲੀ ਗੱਲ ਨਹੀਂ, ਬੋਲੀਆਂ ਢੁਕਵੀਆਂ ਹੋਣੀਆਂ ਚਾਹੀਦੀਆਂ ਨੇ। ਜੇ ਤੁਸੀਂ ਮਿਰਜ਼ੇ ਦੇ ਐਕਸ਼ਨ ਕਰ ਰਹੇ ਹੋ ਤਾਂ ਹਾਂ, ਉਹਦੇ ਉੱਪਰ ਬੋਲੀ ਢੁਕਦੀ ਹੋਵੇ, ਕੋਈ ਵਖਰੇਵੇਂ ਵਾਲੀ ਗੱਲ ਨਹੀਂ। ਉਹਨੂੰ ਪੇਸ਼ ਕਰਨ ਦਾ ਤਰੀਕਾ ਵਧੀਆ ਹੋਵੇ, ਉਹਨੂੰ ਗਾਉਣ ਦਾ ਤਰੀਕਾ ਵਧੀਆ ਹੋਵੇ, ਤੇ ਉਹਦਾ ਇੰਜੋਇਮੈਂਟ, ਇੱਕ ਰਸ ਜਿਹੜਾ ਤੁਹਾਨੂੰ ਉਹਦਾ ਆਨੰਦ ਹੈ ਜਿਹੜੀ ਉਹ ਪ੍ਰਾਪਤੀ ਹੋਣੀ ਚਾਹੀਦੀ ਹੈ। ਇਸ ਤੋਂ ਬਿਨਾਂ ਮੈਨੂੰ ਨਹੀਂ ਲੱਗਦਾ ਕਿ ਵੀ ਤੁਸੀਂ ਨਵੀਆਂ ਬੋਲੀਆਂ ਪਾਓਗੇ। ਹਾਂ, ਹੋ ਸਕਦਾ ਹੈ ਕਿਸੇ ਨਾ ਕਿਸੇ ਤਰੀਕੇ ਤੇ ਇਹ ਹੋ ਜਾਏ ਕਿ ਹਾਂ ਕਿ ਇਹਨੇ ਬੱਚੇ ਨੇ ਇੱਕ ਨਵੀਂ ਜਿਹੜੀਆਂ ਨੇਗੀਆਂ ਬੋਲੀਆਂ ਕ੍ਰੀਏਟ ਕੀਤੀਆਂ ਨੇ, ਪਰ ਮੈਨੂੰ ਤਾਂ ਜ਼ਿਆਦਾਤਰ ਇਹ ਲੱਗਦਾ ਹੁੰਦਾ ਕਿ ਜਿੰਨਾ ਅਸੀਂ ਫੋਕ ਨਾਲ ਜੁੜਾਂਗੇ, ਕਿਉਂਕਿ ਅਸੀਂ ਅਗਲੇ ਬੱਚਿਆਂ ਨੂੰ, ਅਗਲੀਆਂ ਪੀੜ੍ਹੀਆਂ ਨੂੰ ਅਸੀਂ ਆਪਣੇ ਸੱਭਿਆਚਾਰ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਜ਼ਿਆਦਾ ਇਹਦੇ ਵਿੱਚ ਮਾਡਰਨਾਈਜੇਸ਼ਨ ਹੋਣੀ ਚਾਹੀਦੀ ਹੈ। ਇਹਦਾ ਤਾਂ ਬਸ ਇਹੀ ਹੋਣਾ ਚਾਹੀਦਾ ਕਿ ਉਸੇ ਪੁਰਾਣੇ ਸਮੇਂ ਨੂੰ ਚੱਕੋ, ਉਸ ਲੋਕ ਸਾਜ਼ਾਂ ਨੂੰ ਚੱਕੋ, ਉਹਨਾਂ ਲੋਕ ਬੋਲੀਆਂ ਨੂੰ ਚੱਕੋ ਜਿਹੜੀਆਂ ਕਿ ਉਸ ਸਮੇਂ ਉਸ ਐਕਸ਼ਨ ਦੇ ਉੱਪਰ, ਉਸ ਨਾਚ ਦੇ ਉੱਪਰ ਢੁਕਦੀਆਂ ਹੋਣ। ਬਹੁਤ ਵਧੀਆ, ਬਹੁਤ ਬਹੁਤ ਧੰਨਵਾਦ ਜੀ। ਚਲੋ ਨੈਕਸਟ ਸਵਾਲ ਆਪਾਂ ਚੱਲਦੇ ਰਹਾਂਗੇ ਜੀ ਨਾਲੋਂ ਨਾਲ। ਤੇ ਮੈਂ ਬੇਨਤੀ ਕਰੂੰਗਾ ਸਾਡੇ ਐਡਮਿਨ ਪੈਨਲ ਨੂੰ ਤੇ ਕਿ ਪ੍ਰੋਗਰਾਮ ਨੂੰ ਅੱਗੇ ਵਧਾਉਣ ਜੀ। ਹਾਂਜੀ ਨਵਨੀਤ ਸਰ। ਨਵਨੀਤ ਸਰ ਤੁਹਾਡੇ ਸਵਾਲ ਕੋਈ? ਹਾਂ ਕਰ ਦਿਓ, ਅਨਮਿਊਟ ਕਰ ਲਓ। हेलो मेरे बहुत ही अरब ते सत्कार ਦੇ ਪਾਤਰ ਸਾਡੇ ਵਿਸ਼ਾ ਮਾਹਰ ਡਾਕਟਰ ਦੀਪ ਜੀ, ਪ੍ਰਗਟ ਸਿੰਘ ਜੀ ਤੇ ਤੇਜੀ ਜੀ। ਪਹਿਲਾ ਸਵਾਲ ਮੈਂ ਡਾਕਟਰ ਸਾਹਿਬ ਮੇਰੇ ਜੋ ਗੁਰੂ ਨੇ ਉਹਨਾਂ ਤੋਂ ਲੈਣਾ ਚਾਹੂੰਗਾ। ਇੱਕ ਬਹੁਤ ਹੀ ਕਨਫਿਊਜ਼ਨ ਹੈ ਥੀਏਟਰ ਦੀ ਆਈਟਮ ਬਾਰੇ। ਸਕਿੱਟ ਤੇ ਵਨ ਐਕਟ ਪਲੇ ਦਾ ਵਿਚਲਾ ਜਿਹੜਾ ਡਿਫਰੈਂਸ ਹੈ, ਮਤਲਬ ਸਕਿੱਟ ਦਾ ਹਾਸ ਰਸ ਨਾਲ ਕਿੰਨਾ ਕੁ ਸੰਬੰਧ ਹੈ
ਤੇ ਅੱਜ ਕੱਲ ਜੋ ਸਕਿੱਟ ਦੀਆਂ ਸਕ੍ਰਿਪਟਸ ਨੇ ਜਿਹਦੇ ਵਿੱਚ ਹਾਸ ਰਸ ਨਦਾਰਦ ਹੈ ਬਿਲਕੁਲ, ਤੇ ਮੈਨੂੰ ਲੱਗਦਾ ਆਪਾਂ ਵਨ ਐਕਟ ਪਲੇ ਵਰਗੀ ਸਕਿੱਟਸ ਕੀਤੀਆਂ ਜਾਂਦੀਆਂ। ਕਿਰਪਾ ਕਰਕੇ ਦਰਸ਼ਕਾਂ ਨੂੰ ਇਹ ਡਿਫਰੈਂਸ ਕਲੀਅਰ ਕੀਤਾ ਜਾਵੇ। ਇਹ ਸਵਾਲ ਤੁਹਾਡਾ ਬਹੁਤ ਵਾਜਿਬ ਹੈ ਤੇ ਇਹ ਲਗਾਤਾਰ ਹੋ ਵੀ ਰਿਹਾ। ਮੇਰੇ ਖਿਆਲ ਦੇ ਪਿਛੇ 3 ਪ੍ਰੋਗਰਾਮਾਂ ਦੇ ਵਿੱਚ ਇਹ ਸਵਾਲ ਰਿੜਕਿਆ ਗਿਆ ਤੇ ਇਹਨਾਂ ਪ੍ਰੋਗਰਾਮਾਂ ਤੋਂ ਬਿਨਾਂ ਵੀ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਕੰਪੀਟੀਸ਼ਨ ਚੱਲ ਰਹੇ ਨੇ, ਖਾਸ ਤੌਰ ਤੇ 75 ਸਾਲਾ ਆਜ਼ਾਦੀ ਦੇ ਜਿਹੜੇ ਮੁਕਾਬਲੇ ਨੇ, ਉਹਨਾਂ ਦੇ ਵਿੱਚ ਸਕਿੱਟ ਦੇ ਮੁਕਾਬਲੇ 'ਚ ਜਿਹੜੇ ਜੱਜਮੈਂਟ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਨੇ। ਬੇਸਿਕਲੀ ਖਾਸ ਤੌਰ ਤੇ ਜੇ 75 ਸਾਲਾ ਪ੍ਰਸੰਗ ਦੇ ਵਿੱਚ ਮੈਂ ਦੇਖਾਂ ਕਿ ਬੰਦਿਆਂ ਨੂੰ ਇਹ ਲੱਗਦਾ ਹੈ ਕਿ ਇੱਥੇ ਹਾਸਾ ਮਜ਼ਾਕ ਨਹੀਂ ਹੋ ਸਕਦਾ ਹੈਗਾ। ਇੱਕ ਧਾਰਨਾ ਮਤਲਬ ਅਸੀਂ ਬਣਾ ਲਈ ਕਿ ਆਜ਼ਾਦੀ ਬਹੁਤ ਸੀਰੀਅਸ ਕਿਸਮ ਦੀ ਆਈਟਮ ਹੈ ਤੇ ਇਹ ਤੇ ਬਹੁਤ ਸੀਰੀਅਸ ਕਿਸਮ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਨੇ। ਰੋਣੇ ਧੋਣੇ ਹੋ ਸਕਦੇ ਨੇ, ਜੋਸ਼ ਹੋ ਸਕਦਾ ਹੈ, ਪਰ ਹਾਸਾ ਨਹੀਂ ਹੋ ਸਕਦਾ, ਸਟਾਇਰ ਨਹੀਂ ਹੋ ਸਕਦਾ। ਇਹ ਜਿਹੜੀ ਇੱਕ ਪਹਿਲਾਂ ਹੀ ਧਾਰਨਾ ਅਸੀਂ ਬਣਾ ਲਈ, ਇਹ ਧਾਰਨਾ ਸਾਨੂੰ ਬਹੁਤ ਤੰਗ ਕਰ ਰਹੀ ਹੈ। ਹੁਣ ਕੰਪੀਟੀਸ਼ਨ ਤਾਂ ਅਸੀਂ ਕਰ ਰਹੇ ਹਾਂ ਸਕਿੱਟ ਦਾ, ਪੇਸ਼ਕਾਰੀ ਉਹਦੇ ਵਿੱਚ ਕਰ ਰਹੇ ਹਾਂ ਸ਼ਾਰਟ ਪਲੇ ਦੀ। ਇਹ ਦੋ ਚੀਜ਼ਾਂ ਦਾ ਜਿਹੜਾ ਘਾਲਾ ਮਾਲਾ ਹੋ ਗਿਆ, ਇਹਨੇ ਬਹੁਤ ਗੜਬੜ ਪੈਦਾ ਕੀਤੀ ਹੈ। ਇਹਦੇ ਨਾਲ ਹੋਰ ਕੋਈ ਨੁਕਸਾਨ ਹੋਵੇ ਨਾ ਹੋਵੇ, ਇੱਕ ਵਿਧਾ ਦਾ ਨੁਕਸਾਨ ਹੋ ਰਿਹਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਹ ਪ੍ਰਭਾਵ ਬਣ ਜਾਣਾ ਹੈ ਕਿ ਸਕਿੱਟ ਵੀ ਸ਼ਾਰਟ ਪਲੇ ਹੀ ਹੁੰਦੀ ਹੈ। ਹੁਣ ਹਜ਼ਾਰਾਂ ਟੀਚਰ ਜਿਹੜੇ ਇਸ ਵੇਲੇ ਇਨਵੋਲਵ ਨੇ ਸਕਿੱਟ ਦੇ ਮੁਕਾਬਲੇ 'ਚ, ਤੇ ਉਹ ਸਕਿੱਟ ਦੇ ਵਿੱਚ ਉਹੀ ਸ਼ਾਰਟ ਪਲੇ ਹੀ ਕਰ ਰਹੇ ਨੇ, ਉਹੀ ਜਿਵੇਂ ਸੀਰੀਅਸ ਮਸਲਿਆਂ ਤੇ ਅਸੀਂ ਨਾਟਕ ਕਰਦੇ ਹਾਂ ਉਵੇਂ ਹੀ ਖੇਡ ਰਹੇ ਨੇ। ਤੇ ਉਹਨਾਂ ਨੇ ਅਗਲੇ ਸਾਲਾਂ ਦੇ ਵਿੱਚ ਜਦੋਂ ਵੀ ਕਿਤੇ ਸਕਿੱਟ ਤਿਆਰ ਕਰਾਉਣੀ ਹੈ ਤਾਂ ਉਹਨਾਂ ਨੇ ਸ਼ਾਰਟ ਪਲੇ ਸਮਝ ਕੇ ਕਰਾਉਣੀ ਹੈ। ਅਸੀਂ ਇੱਕ ਦਹਾਕਿਆਂ ਦਾ ਨੁਕਸਾਨ ਕਰ ਰਹੇ ਹਾਂ। ਸਾਡੇ ਟੀਚਰਾਂ ਦੇ ਮਨਾਂ ਦੇ ਵਿੱਚ ਅਸੀਂ ਮਿਸਕਨਸੈਪਸ਼ਨ ਪੈਦਾ ਕਰ ਰਹੇ ਹਾਂ ਕਿ ਸਕਿੱਟ ਸ਼ਾਰਟ ਪਲੇ ਹੁੰਦੀ ਹੈ। ਸੋ ਬਹੁਤ ਜ਼ਰੂਰੀ ਹੈ ਇਹ ਸਵਾਲ ਕਿ ਜੇ ਮੇਰੀ ਅੱਜ ਦੀ ਗੱਲ ਨੂੰ ਜੱਜ ਸੁਣ ਰਹੇ ਹੋਣ ਜਾਂ ਅਧਿਆਪਕ ਸੁਣ ਰਹੇ ਹੋਣ ਜਾਂ ਪ੍ਰਬੰਧਕ ਸੁਣ ਰਹੇ ਹੋਣ ਤਾਂ ਉਹ ਸਕਿੱਟ ਦਾ ਸਤਿਆਨਾਸ਼ ਨਾ ਕਰਨ। ਸਕਿੱਟ ਬਹੁਤ ਵੱਖਰੀ ਤਰ੍ਹਾਂ ਦੀ ਵਿਧਾ ਹੈ ਸਾਡੇ ਸਾਰੀਆਂ ਥੀਏਟਰੀਕਲ ਐਟਮਾਂ ਦੇ ਵਿੱਚ। ਨਾਟਕ ਦੇ ਵਿੱਚ ਤੁਸੀਂ ਕੁਝ ਵੀ ਕਰ ਸਕਦੇ ਹੋ, ਨਾਟਕ ਦੇ ਵਿੱਚ ਬੇਅੰਤ ਸੰਭਾਵਨਾਵਾਂ ਨੇ, ਪਰ ਸਕਿੱਟ ਦਾ ਪਰਪਸ ਹੀ ਇਹ ਹੈ ਕਿ ਸਕਿੱਟ ਨੇ ਆਪਣੀ ਗੱਲ ਹਾਸਰਸੀ ਫਾਰਮ ਦੇ ਵਿੱਚ ਕਹਿਣੀ ਹੁੰਦੀ ਹੈ। ਉਹਦੀ ਪੂਰੀ ਦੀ ਪੂਰੀ ਸ਼ੈਲੀ ਹਾਸਰਸ ਦੀ ਸ਼ੈਲੀ ਹੈ। ਉਹਦੇ ਵਿੱਚ ਤੁਸੀਂ ਕੋਈ ਇੱਕ ਅੱਧਾ ਮਿੰਟ ਦੇ ਵਿੱਚ ਕੋਈ ਸੀਰੀਅਸ ਗੱਲ ਕੋਈ ਕਰਨੀ ਚਾਹੁੰਦੇ ਹੋ, ਕੋਈ ਡਾਇਲਾਗ ਕੋਈ ਕਿਸੇ ਇੱਕ ਪਾਤਰ ਦਾ ਕੋਈ ਸੀਰੀਅਸ ਆ ਗਿਆ, ਵੱਖਰੀ ਗੱਲ ਹੈ। ਤਾਂ ਅਦਰਵਾਈਜ਼ ਸਕਿੱਟ ਸ਼ਾਇਰ ਦੀ ਸ਼ੈਲੀ ਦੇ ਵਿੱਚ ਵਿਅੰਗ ਕਰਦੀ ਹੈ ਬਹੁਤ ਸਾਰੇ ਇਸ਼ੂਜ਼ ਤੇ ਵਿਅੰਗ ਨਾਲ ਵੀ ਉੱਡੇ ਵੱਡੇ ਮੈਸੇਜ ਦਿੱਤੇ ਜਾ ਸਕਦੇ ਨੇ, ਜਿੱਡੇ ਸੀਰੀਅਸ ਤਰੀਕੇ ਨਾਲ ਮੈਸੇਜ ਦਿੱਤੇ ਜਾ ਸਕਦੇ ਨੇ। ਜਿਹੜੀ ਸਭ ਤੋਂ ਖਤਰਨਾਕ ਧਾਰਨਾ ਸਾਨੂੰ ਇਹ ਬਣੀ ਹੈ, ਸਾਨੂੰ ਇਹ ਲੱਗਦਾ ਹੁੰਦਾ ਹੈ ਕਿ ਹਾਸ ਵਿਅੰਗ ਦੇ ਵਿੱਚ ਕੋਈ ਮੈਸੇਜ ਨਹੀਂ ਹੁੰਦਾ ਹੈਗਾ, ਜਾਂ ਹਾਸ ਵਿਅੰਗ ਰਾਹੀਂ ਮੈਸੇਜ ਦਿੱਤਾ ਨਹੀਂ ਜਾ ਸਕਦਾ ਹੈਗਾ। ਸਾਡੇ ਕੋਲੇ ਕਿੱਡੀਆਂ ਵੱਡੀਆਂ ਪਰੰਪਰਾਵਾਂ ਨੇ, ਜਿਹੜੇ ਮਤਲਬ ਇਸ ਵੇਲੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਕਰ ਲਈਏ, ਉਹਨਾਂ ਨੇ ਸਾਰੀ ਉਮਰ ਕੀਤਾ ਹੀ ਹੈ ਕਿ ਹਾਸ ਵਿਅੰਗ ਰਾਹੀਂ ਆਪਣੇ ਮੈਸੇਜ ਦਿੱਤੇ ਨੇ। ਸਾਡੇ ਕੋਲੇ ਇਸ ਤੋਂ ਪਹਿਲਾਂ ਹੋਰ ਕਿੰਨੇ ਲੋਕ ਨੇ ਜਿਨ੍ਹਾਂ ਨੇ ਹਾਸ ਵਿਅੰਗ ਦੀ ਸ਼ੈਲੀ ਦੇ ਵਿੱਚ ਬਹੁਤ ਗੰਭੀਰ ਗੱਲਾਂ ਕੀਤੀਆਂ ਨੇ। ਪੂਰੀ ਦੁਨੀਆ ਦੇ ਵਿੱਚ ਬਹੁਤ ਵੱਡੇ ਵੱਡੇ ਹਾਸਰਸੀ ਐਕਟਰ ਹੋਏ ਨੇ ਜਿਨ੍ਹਾਂ ਨੇ ਬਹੁਤ ਕਮਾਲ ਦੀਆਂ ਗੱਲਾਂ ਕੀਤੀਆਂ ਨੇ। ਸੋ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਸਕਿੱਟ ਦਾ ਸਭ ਤੋਂ ਪਹਿਲਾ ਤੇ ਬੇਸਿਕ ਨਿਯਮ ਇਹ ਹੈ ਕਿ ਤੁਸੀਂ ਆਪਣੇ ਥੀਮ ਨੂੰ ਪਾਤਰਾਂ ਦੀ ਮਦਦ ਨਾਲ, ਕਲਾਕਾਰਾਂ ਦੀ ਮਦਦ ਨਾਲ ਹਾਸਰਸੀ ਸ਼ੈਲੀ ਦੇ ਵਿੱਚ ਪੇਸ਼ ਕਰਨਾ ਹੁੰਦਾ ਹੈ। ਜੇ ਕੋਈ ਇਹ ਨਹੀਂ ਕਰਦਾ, ਉਹ ਚਾਹੇ ਕਿੰਨਾ ਹੀ ਵਧੀਆ ਕਰ ਰਿਹਾ ਹੈ, ਤਾਂ ਉਹ ਸਕਿੱਟ ਦੇ ਮਾਮਲੇ 'ਚ ਡਿਸਕੁਆਲੀਫਾਈ ਹੋ ਜਾਊਗਾ ਤੇ ਉਹਨੂੰ ਡਿਸਕੁਆਲੀਫਾਈ ਕਰ ਦੇਣਾ ਚਾਹੀਦਾ ਉਸ ਨੂੰ। ਨਹੀਂ ਤਾਂ ਅਸੀਂ ਇੱਕ ਵਿਧਾ ਦਾ ਸਤਿਆਨਾਸ਼ ਕਰ ਰਹੇ ਹੋਵਾਂਗੇ, ਇੱਕ ਵਿਧਾ ਦਾ ਨੁਕਸਾਨ ਕਰ ਰਹੇ ਹੋਵਾਂਗੇ। ਮਤਲਬ ਮੇਰੇ ਕੋਲ ਬਹੁਤ ਸਾਰੇ ਫੋਨ ਆਉਂਦੇ ਨੇ, ਪਹਿਲਾਂ ਵੀ ਆਉਂਦੇ ਨੇ ਮੁਕਾਬਲਿਆਂ ਤੋਂ ਤੇ ਜੱਜਮੈਂਟ ਤੋਂ ਬਾਅਦ 'ਚ ਵੀ ਆਉਂਦੇ ਨੇ। ਪਹਿਲਾਂ ਉਹ ਇਹ ਡਿਸਕਸ ਕਰਨ ਵਾਸਤੇ ਆਉਂਦੇ ਨੇ ਕਿ ਸਰ ਸਾਨੂੰ ਸਕਿੱਟ ਦੱਸੋ ਕਿਹੋ ਜਿਹੀ ਹੁੰਦੀ ਹੈ। ਉਹਨਾਂ ਨੂੰ ਮੈਂ ਦੱਸ ਦਿੰਦਾ ਕਿ ਇਹਦੇ ਵਿੱਚ ਭਾਈ ਹਾਸਰਸ ਹੋਣਾ ਚਾਹੀਦਾ ਹੈ, ਸਟਾਇਰ ਹੋਣਾ ਚਾਹੀਦਾ ਹੈ। ਉਹ ਟਰਾਈ ਕਰਦੇ ਨੇ ਕਿ ਉਸ ਤੋਂ ਬਾਅਦ ਜੱਜਮੈਂਟ ਆਉਂਦੀ ਹੈ, ਜੱਜਮੈਂਟ ਦੇ ਵਿੱਚ ਉਹਨਾਂ ਦੀ ਕੋਈ ਪੋਜੀਸ਼ਨ ਨਹੀਂ ਆਉਂਦੀ ਹੈਗੀ। ਉੱਥੇ ਮਤਲਬ ਇਹ ਹੁੰਦਾ ਕਿ ਜਿਹੜੀਆਂ ਬਹੁਤ ਗੰਭੀਰ ਇੱਕ ਕਿਸਮ ਦੇ ਸ਼ਾਰਟ ਪਲੇ ਨੇ ਜਿਹੜੇ, ਉਹਨਾਂ ਦੀ ਪੋਜੀਸ਼ਨ ਕੱਢ ਦਿੱਤੀ ਜਾਂਦੀ ਹੈ। ਹੁਣ ਜਿਨ੍ਹਾਂ ਦੀ ਪੋਜੀਸ਼ਨ ਨਹੀਂ ਆਉਂਦੀ, ਉਹਨਾਂ ਨੂੰ ਇਹ ਲੱਗੂਗਾ ਕਿ ਨਹੀਂ ਜੀ ਅਸੀਂ ਗਲਤ ਹਾਂ, ਸਾਡੀ ਸਕਿੱਟ ਜਿਹੜੇ ਸੀ ਵਿੱਚ ਹਾਸਾ ਠੱਠਾ ਪਾਤਾ, ਅਸੀਂ ਗਲਤ ਹਾਂ ਤੇ ਉਹਨਾਂ ਦੀ ਸਕਿੱਟ ਠੀਕ ਸੀ। ਇਹ ਜਿਹੜੀ ਮਿਸਕਨਸੈਪਸ਼ਨ ਅਸੀਂ ਪੈਦਾ ਕਰ ਰਹੇ ਹਾਂ ਬਹੁਤ ਖਤਰਨਾਕ ਹੈ। ਸਾਨੂੰ ਇਹ ਸਮਝਣੀ ਚਾਹੀਦੀ ਹੈ ਗੱਲ ਕਿ ਸਕਿੱਟ ਬਹੁਤ ਵੱਖਰੀ ਤਰ੍ਹਾਂ ਦੀ ਵਿਧਾ ਹੈ, ਜਿਹਦੇ ਵਿੱਚ ਅਸੀਂ ਪੂਰੇ ਦੇ ਪੂਰੇ ਆਪਣੇ ਥੀਮ ਨੂੰ, ਪੂਰੇ ਦੇ ਪੂਰੇ ਆਪਣੇ ਕੰਟੈਂਟ ਨੂੰ ਅਸੀਂ ਹਾਸਰਸੀ ਸ਼ੈਲੀ ਦੇ ਵਿੱਚ ਪੇਸ਼ ਕਰਨਾ ਹੁੰਦਾ ਹੈ। ਇਹ ਬਹੁਤ ਵੱਡੀ ਚੁਣੌਤੀ ਹੈ, ਬਹੁਤ ਵੱਡੀ ਚੁਣੌਤੀ ਹੈ, ਤੇ ਆਜ਼ਾਦੀ ਦੇ 75 ਸਾਲਾਂ ਦੇ ਮਾਮਲੇ 'ਚ ਹੋਰ ਵੱਡੀ ਚੁਣੌਤੀ ਹੈ।
ਪਰ ਕੋਈ ਵੀ ਚੁਣੌਤੀ ਇਹੋ ਜਿਹੀ ਨਹੀਂ ਹੁੰਦੀ ਜਿਹੜੀ ਨਾਮੁਮਕਿਨ ਹੋਵੇ ਜਾਂ ਅਸੰਭਵ ਹੋਵੇ। ਉਸ ਚੁਣੌਤੀ ਨੂੰ ਸਵੀਕਾਰ ਕਰਕੇ ਬਹੁਤ ਸਾਰੀਆਂ ਸਕ੍ਰਿਪਟਾਂ ਪਹਿਲਾਂ ਲਿਖਾਈਆਂ ਜਾਣੀਆਂ ਚਾਹੀਦੀਆਂ ਸੀਆਂ। ਅਸੀਂ ਇੰਨੀਆਂ ਕਿਤਾਬਾਂ ਸਕੂਲਾਂ ਦੀਆਂ ਲਾਇਬ੍ਰੇਰੀਆਂ 'ਚ ਦਿੰਦੇ ਹਾਂ, ਅਸੀਂ 6 ਮਹੀਨੇ ਪਹਿਲਾਂ ਕਾਹਤੋਂ ਨਹੀਂ ਕਿਤਾਬਾਂ ਤਿਆਰ ਕਰ ਸਕੇ? ਕਿਸੇ ਬੰਦਿਆਂ ਦੇ ਇੱਥੇ ਮੇਰੇ ਵਰਗੇ ਬੰਦੇ ਡਿਊਟੀ ਲਾਉਂਦੇ ਵੀ ਲਓ ਜੀ ਤੁਸੀਂ ਇੱਕ ਕਿਤਾਬ ਐਡਿਟ ਕਰੋ ਸਕਿੱਟਾਂ ਦੀ, ਤੇ ਕਿੰਨੇ ਥੀਏਟਰ ਵਾਲੇ ਬੰਦੇ ਨੇ, ਕਿੰਨੇ ਨਾਟਕਕਾਰ ਨੇ ਪੰਜਾਬੀ ਦੇ, ਆਪਾਂ 20 ਸਕਿੱਟਾਂ ਘੱਟੋ ਘੱਟ ਲਿਖਾ ਕੇ ਕਿਤਾਬ ਭੇਜਦੇ ਫੀਲਡ ਦੇ ਵਿੱਚ, ਤੇ ਟੀਚਰ ਤਿਆਰ ਕਰਦੇ। ਇੱਕ ਵਿਧਾ ਨਾਲ ਇਨਸਾਫ ਹੁੰਦਾ ਤੇ ਟੀਚਰਾਂ ਨੂੰ ਕੰਟੈਂਟ ਮਿਲਦਾ। ਹੁਣ ਕਿਉਂ ਨੇਰੇ 'ਚ ਤੀਰ ਮਾਰਦੇ ਨੇ? ਜੱਜ ਵੀ ਨੇਰੇ 'ਚ ਤੀਰ ਮਾਰਨ ਵਾਲੇ ਨੇ, ਟੀਚਰ ਵੀ ਨੇਰੇ 'ਚ ਤੀਰ ਮਾਰਨ ਵਾਲੇ ਨੇ, ਪ੍ਰਬੰਧਕ ਵੀ ਨੇਰੇ 'ਚ ਤੀਰ ਮਾਰਨ ਵਾਲੇ ਨੇ। ਪੁੱਛਦਾ ਕੋਈ ਹੈ ਨਹੀਂਗਾ, ਅੰਨੇ ਨੂੰ ਬੋਲਾ ਘੜੀਸੀ ਫਿਰਦਾ ਹੈ। ਜਿੱਥੇ ਕੋਈ ਜੱਜ ਜਿਹੋ ਜਿਹੀ ਨੇਚਰ ਦਾ ਬਹਿ ਗਿਆ, ਉਹ ਉਹੀ ਜਿਹੀ ਪੋਜੀਸ਼ਨ ਕੱਢ ਕੇ ਆ ਜਾਂਦਾ ਹੈ। ਤੇ ਜਿਹੜੇ ਸੀਰੀਅਸ ਬੰਦੇ ਨੇ, ਜਿਨ੍ਹਾਂ ਨੇ ਸੱਚਮੁੱਚ ਸਕਿੱਟ ਨੂੰ ਸਕਿੱਟ ਸਮਝ ਕੇ ਤਿਆਰ ਕਰਾਇਆ ਹੁੰਦਾ ਹੈ, ਉਹਨਾਂ ਦਾ ਬਹੁਤ ਨੁਕਸਾਨ ਹੋ ਜਾਂਦਾ ਹੈ। ਸਰ ਇੱਕ ਛੋਟਾ ਸਵਾਲ ਹੋਰ, ਕਿਉਂਕਿ ਮੈਂ ਵੈਸੇ ਤਾਂ ਹੋਰ ਸਵਾਲ ਵੀ ਨੇ, ਪਰ ਤੁਹਾਡੇ ਲਈ ਸਵਾਲ ਇਹ ਹੈ ਜੀ ਕਿ ਭਾਸ਼ਣ ਜੋ ਕਲਾ ਹੈ, ਇਹਦੇ ਵਿੱਚ ਦੋ ਤਰ੍ਹਾਂ ਦੇ ਭਾਸ਼ਣ। ਇੱਕ ਤਾਂ ਸਾਡਾ ਇੱਕ ਕਾਮਨ ਜਿਹਾ ਟ੍ਰੈਂਡ ਇਹ ਬਣ ਗਿਆ ਕਿ ਆਪਾਂ ਸ਼ੇਅਰ ਵਿੱਚ ਵੜਨੇ ਨੇ, ਹਨਾ। ਉਹਨੂੰ ਕਾਵਿਕ ਮਤਲਬ ਸ਼ੇਅਰ ਦੀ ਪ੍ਰਸੰਗਤਾ ਮਤਲਬ ਕਿਹੋ ਜਿਹੀ ਹੋਵੇ, ਕਿੰਨੇ ਕੁ ਸ਼ੇਅਰ ਆਪਾਂ ਵੜ ਸਕਦੇ ਹਾਂ, ਜਾਂ ਆਪਾਂ ਇਹਦੀ ਸ਼ੈਲੀ ਕਾਵਿਕ ਰੱਖੀਏ, ਵਾਰਤਕ ਰੱਖੀਏ, ਮਤਲਬ ਇਹਦੇ ਬਾਰੇ ਕਿਹੜਾ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ? ਕਿਉਂਕਿ ਤੁਸੀਂ ਬਹੁਤ ਅਨੇਕਾਂ ਜੱਜਮੈਂਟਸ ਕੀਤੀਆਂ ਨੇ ਇਹਦੇ ਬਾਰੇ, ਤਾਂ ਕਿਹੋ ਜਿਹਾ ਭਾਸ਼ਣ ਤੇ ਉਹਦੀ ਕਿਹੋ ਜਿਹੀ ਸ਼ੈਲੀ, ਤੇ ਜਿਹੜੇ ਆਪਾਂ ਸ਼ੇਅਰ ਵਰਤਦੇ ਹਾਂ। ਇੱਕ ਹੋਰ ਇਹਦੇ ਵਿੱਚ ਛੋਟਾ ਕੁਐਸਚਨ ਐਡ ਕਰਨਾ ਕਿ ਸ਼ੇਅਰ ਇੱਕ ਲਗਾਤਾਰ ਉਹੀ ਸ਼ੇਅਰ ਵਾਰੀ ਰਿਪੀਟ ਹੋ ਰਹੇ ਨੇ ਭਾਸ਼ਣਾਂ ਦੇ ਵਿੱਚ, ਜਿਵੇਂ ਉੱਲੂ ਤੋਂ ਇੱਕ ਹੀ ਕਾਫੀ ਦਾ ਇਹੋ ਜਿਹੇ ਸ਼ੇਅਰ ਨੇ। ਜਿਵੇਂ ਇੱਕ ਉਹਦੇ ਬਾਰੇ, ਇੱਕ ਭਾਸ਼ਣ ਦੇ ਡਿਬੇਟ ਵਿਚਲਾ ਜੋ ਬੇਸਿਕ ਡਿਫਰੈਂਸ ਹੈ ਨਾਲ ਦੀ ਨਾਲ ਉਹ ਵੀ ਕਲੀਅਰ ਕਰਦੀ ਹੈ। ਦੇਖੋ, ਭਾਸ਼ਣ ਬਹੁਤ ਸਪੈਸੀਫਿਕ ਕਲਾ ਹੈ, ਬਹੁਤ ਵੱਖਰੀ ਤਰ੍ਹਾਂ ਦੀ ਕਲਾ ਹੈ ਤੇ ਬਹੁਤ ਬੌਧਿਕ ਕਲਾ ਹੈ। ਭਾਸ਼ਣ ਦੇ ਵਿੱਚ ਇੱਕ ਤਾਂ ਇਹ ਹੈ ਕਿ ਭਾਸ਼ਣ ਲਿਖਦਾ ਕੋਈ ਵੀ ਹੋਰ ਹੋਵੇ, ਅਸੀਂ ਉਹਦੇ ਵਿੱਚ ਬੇਸਿਕਲੀ ਉਹਦਾ ਬੋਲਣ ਦਾ ਇਮਤਿਹਾਨ ਲੈਣਾ ਹੁੰਦਾ ਹੈ ਕਿ ਉਹਨੂੰ ਭਾਸ਼ਣ ਕਰਨਾ ਆਉਂਦਾ ਹੈ। ਭਾਸ਼ਣ ਕਰਨ ਦੀ ਕਲਾ ਹੈ ਕਿ ਕਿਸੇ ਬੱਚੇ ਨੂੰ ਨਰੇਟ ਕਰਨਾ ਆਉਂਦਾ ਹੈ ਕਿ ਨਹੀਂ ਆਉਂਦਾ, ਆਪਣੀ ਗੱਲ ਕਹਿਣੀ ਆਉਂਦੀ ਹੈ ਕਿ ਨਹੀਂ ਆਉਂਦੀ ਹੈਗੀ। ਉਹ ਸਕ੍ਰਿਪਟ ਭਾਵੇਂ ਕਿਸੇ ਹੋਰ ਦੀ ਲਿਖੀ ਹੋਵੇ, ਉਹਦਾ ਕੰਟੈਂਟ ਭਾਵੇਂ ਕਿਸੇ ਹੋਰ ਦਾ ਲਿਖਿਆ ਹੋਵੇ। ਹੁਣ ਮਸਲਾ ਜਦੋਂ ਸਾਡੇ ਸਾਹਮਣੇ ਜੱਜਮੈਂਟ ਦਾ ਮਸਲਾ ਆਉਂਦਾ, ਸਭ ਤੋਂ ਪਹਿਲਾਂ ਤਾਂ ਅਸੀਂ ਇਹ ਦੇਖਣਾ ਹੁੰਦਾ ਹੈ ਕਿ ਜਿਹੜੇ ਟੌਪਿਕ ਭਾਸ਼ਣ ਦੇ ਦਿੱਤੇ ਹੋਏ ਨੇ, ਉਹਦਾ ਕੰਟੈਂਟ ਉਹਦੇ ਨਾਲ ਨਿਆਂ ਕਰਦਾ ਹੈ ਕਿ ਨਹੀਂ ਕਰਦਾ ਹੈਗਾ। ਜੇ ਤਾਂ ਸ਼ੇਅਰ ਉਹਦੀ ਭਾਵਨਾ ਦੇ ਨਾਲ ਨਿਆਂ ਕਰਦੇ, ਉਹਦੇ ਕੰਟੈਂਟ ਨੂੰ ਐਲੈਬੋਰੇਟ ਕਰਦੇ ਨੇ ਜਾਂ ਕੰਟੈਂਟ ਨੂੰ ਪ੍ਰਭਾਵਸ਼ਾਲੀ ਬਣਾਉਂਦੇ ਨੇ। ਦੋ ਤਰੀਕੇ ਦਾ ਸ਼ੇਅਰ ਦੀ ਭੂਮਿਕਾ ਹੁੰਦੀ ਹੈ, ਜਾਂ ਤਾਂ ਕੰਟੈਂਟ ਨੂੰ ਐਲੈਬੋਰੇਟ ਕਰਦਾ ਹੋਵੇ ਜਾਂ ਕੰਟੈਂਟ ਨੂੰ ਪ੍ਰਭਾਵਸ਼ਾਲੀ ਬਣਾਉਂਦਾ ਹੋਵੇ। ਤੇ ਜੇ ਦੋਨਾਂ ਦੀ ਥਾਂ ਤੇ ਸਿਰਫ ਉਹ ਕਵਿਤਾ ਦਾ ਪ੍ਰਭਾਵ ਜਾਂ ਸ਼ੇਅਰ ਦਾ ਪ੍ਰਭਾਵ ਪਾਉਣ ਵਾਸਤੇ ਸ਼ੇਅਰ ਬੋਲ ਦਿੱਤਾ ਜਾਂਦਾ, ਫਿਰ ਉਹਦੀ ਕੋਈ ਵੈਲਿਊ ਨਹੀਂ ਹੁੰਦੀ। ਇਹ ਜੱਜਾਂ ਨੂੰ ਦੇਖਣਾ ਚਾਹੀਦਾ ਹੁੰਦਾ ਹੈ। ਉਸ ਤੋਂ ਬਾਅਦ ਅਗਲੀ ਗੱਲ ਹੁੰਦੀ ਹੈ, ਚਾਹੇ ਉਹ ਕਵਿਤਾ ਚਾਹੇ ਭਾਸ਼ਣ, ਉਹ ਚੀਖ ਨਹੀਂ ਬਣਨੀ ਚਾਹੀਦੀ ਹੁੰਦੀ। ਅਸੀਂ ਇੰਨਾ ਲਾਊਡ ਕਰਦੇ ਨੇ ਆਪਣੀਆਂ ਗੱਲਾਂ ਨੂੰ, ਚੀਖ ਕੇ ਕਹਿਣ ਲੱਗ ਜਾਂਦੇ ਆ, ਸਾਨੂੰ ਲੱਗਦਾ ਹੁੰਦਾ ਕਿ ਜੱਜ ਇਹਦੇ ਨਾਲ ਹੀ ਪ੍ਰਭਾਵਿਤ ਹੋ ਜਾਣਗੇ। ਜਾਂ ਕਈ ਵਾਰੀ ਅਸੀਂ ਬਹੁਤ ਡਾਇਰੈਕਟਲੀ ਜੱਜਾਂ ਨੂੰ ਐਡਰੈਸ ਕਰਨ ਲੱਗ ਜਾਂਦੇ ਆ ਕਿ ਜੱਜ ਸਾਹਿਬਾਨ ਮੈਂ ਇਹ ਕਹਿਣਾ ਚਾਹੁੰਦਾ, ਜੱਜ ਸਾਹਿਬਾਨ ਮੈਂ ਉਹ ਕਹਿਣਾ ਚਾਹੁੰਦਾ। ਤੁਸੀਂ ਜੱਜਾਂ ਨੂੰ ਭਾਸ਼ਣ ਨਹੀਂ ਦੇ ਰਹੇ ਹੈਗੇ, ਤੁਸੀਂ ਤਾਂ ਲੋਕਾਂ ਨੂੰ ਭਾਸ਼ਣ ਦੇ ਰਹੇ ਹੋ। ਤੁਹਾਡੇ ਸਾਹਮਣੇ ਆਡੀਅנס ਹੈ, ਤੁਸੀਂ ਆਡੀਅנס ਦੀ ਅੱਖ 'ਚ ਅੱਖ ਪਾ ਕੇ ਗੱਲ ਕਰਨੀ ਹੈ। ਸੋ ਜਿਹੜਾ ਤੁਹਾਡਾ ਕੰਟੈਂਟ ਹੈ, ਉਸ ਕੰਟੈਂਟ ਨੂੰ ਤੁਸੀਂ ਕਿੰਨੇ ਪ੍ਰਭਾਵਸ਼ਾਲੀ ਸ਼ਬਦਾਂ ਦੇ ਨਾਲ ਤੇ ਕਿੰਨੇ ਪ੍ਰਭਾਵਸ਼ਾਲੀ ਅੰਦਾਜ਼ ਦੇ ਨਾਲ, ਉਹਦੀ ਹਾਵ ਭਾਵ ਦੇ ਨਾਲ, ਉਹਦੇ ਰਸ ਦੇ ਨਾਲ, ਜੇ ਵੀਰਸੀ ਕੰਟੈਂਟ ਹੈ ਤੁਸੀਂ ਕਿੰਨਾ ਕੁ ਨੂੰ ਵੀਰਸੀ ਤਰੀਕੇ ਨਾਲ ਪੇਸ਼ ਕਰਦੇ ਹੋ, ਜੇ ਉਹ ਬੌਧਿਕ ਕੰਟੈਂਟ ਹੈ ਤਾਂ ਕਿੰਨਾ ਕੁ ਬੌਧਿਕਤਾ ਨਾਲ ਤੁਸੀਂ ਉਸ ਨੂੰ ਪੇਸ਼ ਕਰਦੇ ਹੋ। ਸੋ ਇਹਦੀ ਕੋਈ ਇੱਕ ਪੈਰਾਮੀਟਰ ਨਹੀਂ ਹੈਗਾ। ਪੈਰਾਮੀਟਰ ਇਹ ਹੈ ਕਿ ਤੁਹਾਡੇ ਕੋਲੇ ਸਬਜੈਕਟ ਕਿਹੜੇ ਨੇ, ਉਹਨਾਂ ਸਬਜੈਕਟਾਂ ਦੇ ਨਾਲ ਨਿਆਂ ਕਰਦੀ ਤੁਹਾਡੇ ਕੋਲ ਸਕ੍ਰਿਪਟ ਕਿਹੋ ਜਿਹੀ ਹੈ, ਤੇ ਉਸ ਸਕ੍ਰਿਪਟ ਨੂੰ ਬੋਲਣ ਦਾ ਤੁਹਾਡਾ ਅੰਦਾਜ਼ ਕਿਹੋ ਜਿਹਾ ਹੈ। ਤੁਸੀਂ ਉਸ ਨੂੰ ਪ੍ਰੋਪਰ ਤਰੀਕੇ ਨਾਲ ਬੋਲ ਸਕਦੇ ਹੋ, ਉਹਦਾ ਉਚਾਰਨ ਠੀਕ ਕਰ ਸਕਦੇ ਹੋ, ਉਹਦੀ ਜਿਹੜੀ ਭਾਵਨਾ ਹੈ ਉਹਨਾਂ ਸ਼ਬਦਾਂ ਦੀ, ਉਸ ਭਾਵਨਾ ਨੂੰ ਢੁਕਵੇਂ ਅੰਦਾਜ਼ ਦੇ ਵਿੱਚ ਕਹਿ ਸਕਦੇ ਹੋ। ਤੁਹਾਡਾ ਕੌਨਫੀਡੈਂਸ ਕਿੰਨਾ ਹੈ, ਤੁਸੀਂ ਦਰਸ਼ਕਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ ਹੈਗੇ। ਵੱਡੇ ਲੈਵਲ ਤੇ ਅਸੀਂ ਦੇਖਦੇ ਹਾਂ ਜਿਹੜੇ ਵੱਡੇ ਲੀਡਰ ਨੇ ਉਹ ਭਾਸ਼ਣ ਕਰਦੇ ਨੇ, ਉਹਨਾਂ 'ਚੋਂ ਕੋਈ ਲੀਡਰ ਤਾਂ ਇਹੋ ਜਿਹਾ ਹੁੰਦਾ ਹੈ ਜਿਹੜਾ ਘੰਟਾ ਬੋਲੀ ਜਾਵੇ ਲੋਕ ਤਾਂ ਵੀ ਸੁਣੀ ਜਾਂਦੇ ਨੇ, ਤੇ ਕੋਈ ਲੀਡਰ ਇਹੋ ਜਿਹਾ ਹੁੰਦਾ ਪਹਿਲੇ 5 ਮਿੰਟਾਂ ਤੋਂ ਬਾਅਦ ਆਵਾਸੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇਹੀ ਕਲਾ ਹੈ ਭਾਸ਼ਣ ਦੀ ਬੇਸਿਕਲੀ, ਕਿ ਤੁਸੀਂ ਆਪਣਾ ਸੀਰੀਅਸ ਤੋਂ ਸੀਰੀਅਸ ਕੰਟੈਂਟ ਚੰਗੇ ਤੋਂ ਚੰਗੇ ਅੰਦਾਜ਼ ਦੇ ਵਿੱਚ, ਪ੍ਰਭਾਵਸ਼ਾਲੀ ਅੰਦਾਜ਼ ਦੇ ਵਿੱਚ ਪੇਸ਼ ਕਰਨਾ ਹੁੰਦਾ ਹੈ। ਉਹਦੇ ਵਿੱਚ ਕੋਈ 1 2 3 ਸ਼ੇਅਰ ਪਾ ਲੈਣੇ ਹੋ, ਕੋਈ ਐਡੀ ਗੱਲ ਨਹੀਂ ਹੈਗੀ, ਉਹਦੇ ਨਾਲ ਤੁਹਾਡਾ ਪ੍ਰਭਾਵ ਵੱਧਦਾ ਹੈ। ਪਰ ਜੇ ਤੁਸੀਂ ਇਹ ਸੋਚੋ ਕਿ ਇਕੱਲੇ ਸ਼ੇਅਰਾਂ ਨਾਲ ਹੀ ਅਸੀਂ ਮੁਕਾਬਲਾ ਜਿੱਤ ਜਾਾਂਗੇ, ਫਿਰ ਇਹ ਗਲਤ ਹੈ। ਇਹ ਅਸਲ ਦੇ ਵਿੱਚ ਇੱਥੇ ਵੀ ਜੱਜਮੈਂਟ ਦਾ ਇਮਤਿਹਾਨ ਵੱਧ ਹੁੰਦਾ ਹੈ, ਜੱਜਸ ਦਾ ਇਮਤਿਹਾਨ ਵੱਧ ਹੁੰਦਾ ਹੈ। ਜੱਜਾਂ ਨੂੰ ਇਹ ਦੇਖਣਾ ਚਾਹੀਦਾ ਹੁੰਦਾ ਹੈ ਕਿ ਅਸੀਂ ਜੱਜਮੈਂਟ ਕਿਸ ਚੀਜ਼ ਦੀ ਕਰਨੀ ਹੈ। ਅਸੀਂ ਸ਼ੇਅਰਾਂ ਦੀ ਜੱਜਮੈਂਟ ਕਰਨੀ ਹੈ, ਜਾਂ ਉਹਦੀ ਲਾਊਡਨੈਸ ਦੀ ਜੱਜਮੈਂਟ ਕਰਨੀ ਹੈ, ਜਾਂ ਉਹਦੇ ਕੰਟੈਂਟ ਦੀ ਜੱਜਮੈਂਟ ਕਰਨੀ ਹੈ, ਜਾਂ ਉਹਦੇ ਅੰਦਾਜ਼ ਦੀ ਜੱਜਮੈਂਟ ਕਰਨੀ ਹੈ,
ਜਿਹੜਾ ਜਿਹੜਾ ਜੱਜ ਠੀਕ ਹੈ, ਜਿਹੜੇ ਜੱਜ ਕੋਲ ਤਜਰਬਾ ਹੈ ਕਿ ਭਾਸ਼ਣ ਦੇ ਵਿੱਚ ਦੇਖਿਆ ਕੀ ਜਾਣਾ ਚਾਹੀਦਾ ਹੁੰਦਾ ਹੈ, ਜਿਹੜਾ ਉਹਨੂੰ ਸੋਚ ਕੇ ਜੱਜਮੈਂਟ ਕਰਦਾ ਹੈ, ਉਹ ਜੱਜਮੈਂਟ ਠੀਕ ਹੁੰਦੀ ਹੈ। ਉਹਦੇ ਨਾਲ ਇੱਕ ਨਵੇਂ ਟ੍ਰੈਂਡ ਸੈੱਟ ਹੁੰਦੇ ਨੇ, ਤੇ ਨਹੀਂ ਤਾਂ ਜੱਜ ਵੀ ਗਲਤ ਟ੍ਰੈਂਡ ਸੈੱਟ ਕਰ ਆਉਂਦੇ ਨੇ, ਤੇ ਉਸ ਤੋਂ ਬਾਅਦ ਉਹ ਪਰੰਪਰਾਵਾਂ ਚੱਲਦੀਆਂ ਰਹਿੰਦੀਆਂ ਨੇ। ਜਿਵੇਂ ਲਾਊਡਨੈਸ ਦੀ ਬਹੁਤ ਵੱਡੀ ਪਰੰਪਰਾ ਸਾਡੇ ਚੱਲਦੀ ਹੈ ਕਿ ਉੱਚੀ ਉੱਚੀ ਚੀਖਾਂ ਮਾਰ ਕੇ ਬੋਲੋ ਤੁਸੀਂ, ਉਹਦੇ ਨਾਲ ਪ੍ਰਭਾਵ ਬਹੁਤ ਪੈਂਦਾ ਹੈ। ਤੇ ਅਕਸਰ ਇਹਨੂੰ ਇਗਨੋਰ ਕਰਨਾ ਚਾਹੀਦਾ, ਇਸ ਗੱਲ ਨੂੰ ਕਿ ਲਾਊਡ ਨਹੀਂ ਹੋਣਾ ਚਾਹੀਦਾ, ਸਹਿਜ ਹੋਣਾ ਚਾਹੀਦਾ ਤੁਹਾਡੇ ਭਾਸ਼ਣ ਦੇ ਵਿੱਚ। ਤੁਸੀਂ ਆਪਣੀ ਸਾਰੀ ਗੱਲ ਬਹੁਤ ਸਹਿਜ ਤਰੀਕੇ ਨਾਲ ਕਹਿ ਸਕੋ। ਹਾਂ, ਕਿਤੇ ਕੁਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਨੂੰ ਲਾਊਡ ਥੋੜਾ ਬਹੁਤ ਕਰਨੀਆਂ ਪੈਂਦੀਆਂ ਨੇ, ਪਰ ਉਹ ਇੰਨਾ ਲਾਊਡ ਨਹੀਂ ਹੋਣਾ ਚਾਹੀਦਾ ਕਿ ਤੁਹਾਡਾ ਭਾਸ਼ਣ ਚੀਖ ਬਣ ਜੇ। ਥੈਂਕ ਯੂ ਸਰ। ਜੀ। ਇੱਕ ਛੋਟਾ ਸਵਾਲ ਕੋਈ ਨੈਟਵਰਕ ਇਸ਼ੂ ਹੈਗਾ ਨਵਨੀਤ ਦਾ, ਸ਼ਾਇਦ ਅੱਗੇ ਤੋਰ ਲਓ ਜੀ ਪਲੀਜ਼। ਹਾਂਜੀ ਸਰ, ਚਲੋ ਮੈਂ ਕੱਲ ਕਰਦਾ ਜੀ, ਇੰਨੇ ਨਵਨੀਤ ਸਰ ਦੁਬਾਰਾ ਜੁੜਦੇ ਆ। ਮੇਰੇ ਇੱਕ ਗੱਲ ਮਜ਼ਾਕ ਵਾਲੀ ਯਾਦ ਆ ਰਹੀ ਸੀਗੀ। ਪਿਛਲੇ ਸੈਸ਼ਨ ਦੌਰਾਨ ਖੇਡਾਂ ਦੇ ਵਿੱਚ ਕੀ ਹੋਇਆ ਕਿ ਕੁਝ ਟੀਚਰ ਸਟੇਟ ਪੱਧਰ ਤੇ ਕੁਝ ਟੀਚਰ ਏਦਾਂ ਦੀਆਂ ਆਈਟਮਾਂ ਚੁਣ ਲੈਂਦੇ ਆ ਕਿ ਉਹ ਦੇਖਦੇ ਆ ਕਿ ਇਸ ਆਈਟਮ ਦੇ ਵਿੱਚ ਕੰਪੀਟੀਸ਼ਨ ਬਹੁਤ ਘੱਟ ਹੋਊਗਾ, ਕਿ ਜ਼ਿਆਦਾ ਸਖਤ ਨਹੀਂ ਹੋਣਾ ਪੈਣਾ ਆਪਾਂ ਨੂੰ। ਸਾਡੇ ਇੱਕ ਟੀਚਰ ਨੇ ਮਤਲਬ ਤੈਰਾਕੀ ਦੀ ਆਈਟਮ ਚੁਣ ਲਈ ਕਿ ਤੈਰਾਕੀ ਦੇ ਵਿੱਚ ਯਾਰ ਬੱਚੇ ਬਹੁਤ ਘੱਟ ਆਉਂਦੇ, ਆਪਾਂ ਇੱਕ ਬੱਚਾ ਲੈ ਕੇ ਜਾਂਦੇ ਹਾਂ ਨਾ। ਉਹ ਬੱਚਾ ਲੈ ਕੇ ਚਲੋ ਜ਼ਿਲ੍ਹੇ ਚੋਂ ਵੀ ਇਕੱਲਾ ਹੀ ਸੀਗਾ, ਸਟੇਟ ਤੇ ਪਹੁੰਚ ਗਿਆ। ਸਟੇਟ ਤੇ ਜਦੋਂ ਲੈ ਕੇ ਗਏ, ਹੁਣ ਸਟੇਟ ਦੀ ਕੰਪੀਟੀਸ਼ਨ ਦੇ ਵਿੱਚ ਉਹਨਾਂ ਨੇ ਕੀ ਕੀਤਾ ਕਿ ਉਹ ਸਵੀਮਿੰਗ ਪੂਲ ਤੇ ਲੈ ਗਏ ਬੱਚਿਆਂ ਨੂੰ ਵੀ ਚਲੋ ਜਿਹੜੇ ਜਿਹੜੇ ਤੈਰਨ ਜਾਣਦੇ। ਹੁਣ ਉਹ ਬੱਚਾ ਤੈਰਨ ਜਾਣਦਾ ਨਹੀਂ ਸੀ, ਵਗ ਗਿਆ ਸਟੇਟ ਤੇ ਸਟੇਟ ਤੇ ਜਿਹੜਾ ਉਹਦਾ ਕੋਚ ਸੀਗਾ, ਟੀਚਰ ਲਾਇਆ ਹੋਇਆ ਨਾਲ, ਉਹ ਵੀ ਨਾਲ ਹੀ ਸੀਗਾ। ਜਦੋਂ ਬੱਚੇ ਨੂੰ ਉਹਨਾਂ ਨੇ ਸਵੀਮਿੰਗ ਪੂਲ 'ਚ ਛੱਡਿਆ, ਬੱਚਾ ਡੁੱਬਣ ਲੱਗ ਗਿਆ। ਉਹ ਫਟਾਫਟ ਕਹਿੰਦੇ ਵੀ ਕੋਚ ਕੌਣ ਹੈ, ਕੋਚ ਕੌਣ ਹੈ? ਉਹ ਕਹਿੰਦੇ ਵੀ ਮੈਂ ਆ ਕੋਚ। ਤਾਂ ਕਹਿੰਦੇ ਫਿਰ ਕੱਢ ਬੱਚੇ ਨੂੰ, ਤੇਰਾ ਬੱਚਾ ਡੁੱਬੀ ਜਾਂਦਾ। ਕਹਿੰਦਾ ਜੀ ਤੈਰਨਾ ਤਾਂ ਮੈਨੂੰ ਵੀ ਨਹੀਂ ਆਉਂਦਾ। ਕਹਿੰਦਾ ਵੀ ਤੁਸੀਂ ਕੱਢੋ ਜੀ, ਤੈਰਨਾ ਤਾਂ ਮੈਨੂੰ ਵੀ ਨਹੀਂ ਆਉਂਦਾ। ਮਤਲਬ ਏਦਾਂ ਦੀਆਂ ਸਿਚੁਏਸ਼ਨ ਆਪਣੇ ਹੁਣ ਜੱਜਮੈਂਟ ਦੇ ਐਂਗਲ ਤੋਂ ਟੀਚਰਾਂ ਦੀਆਂ, ਐਵੇਂ ਕੋਈ ਉੱਥੇ ਚੱਲ ਗਿਆ, ਉਹਨੂੰ ਕਹਿੰਦਾ ਤੂੰ ਬਹਿ ਜਾ, ਤੂੰ ਇਹਦੀ ਜੱਜਮੈਂਟ ਕਰਦੇ, ਤੂੰ ਇੱਥੇ ਬਹਿ ਕੇ ਇਹਦੀ ਕਰਦੇ, ਜਦੋਂ ਕਿ ਉਹਨੂੰ ਆਪ ਨੂੰ ਨਹੀਂ ਵਿਧਾ ਬਾਰੇ ਕੋਈ ਜਾਣਕਾਰੀ ਹੁੰਦੀ। ਇਸ ਕੱਚਘਰ ਕਿਸਮ ਦੀਆਂ ਜਿਹੜੀਆਂ ਜੱਜਮੈਂਟਸ ਹੁੰਦੀਆਂ, ਜਾਂ ਟੀਚਰਾਂ ਦੀ ਵੈਸੇ ਅਸੀਂ ਫਾਰਮੈਲਿਟੀ ਦੇ ਤੌਰ ਤੇ ਡਿਊਟੀ ਲਾ ਦਿੰਦੇ ਆ, ਮੈਨੂੰ ਲੱਗਦਾ ਕਿ ਕਾਫੀ ਵੱਡੇ ਪੱਧਰ ਤੇ ਇਹਦੀਆਂ ਸਮੱਸਿਆਵਾਂ ਸਾਡੇ ਫੀਲਡ 'ਚ ਹੁਣ ਆ ਰਹੀਆਂ। ਪ੍ਰਗਟ ਸਰ, ਤੁਸੀਂ ਇਸ ਵਿਸ਼ੇ ਨੂੰ ਕਿਵੇਂ ਦੇਖਦੇ ਹੋ ਕਿ ਏਦਾਂ ਦੀਆਂ ਦਿੱਕਤਾਂ, ਇਹਨਾਂ ਦੇ ਕੀ ਹੱਲ ਹੋ ਸਕਦੇ ਆ? ਸਰ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਜੀ ਮੈਂ। ਇਹ ਸਾਡੇ ਨਾਲ ਹੁਣ ਪਿੱਛੇ ਜਿਹਾ ਹੁਣ ਜਿਹੜਾ ਆਜ਼ਾਦੀ ਦਾ 75 ਵਰ੍ਹੇਗੰਢ ਦੇ ਸੰਬੰਧ 'ਚ ਕੰਪੀਟੀਸ਼ਨ ਹੋ ਰਹੇ ਨੇ ਸਕੂਲਾਂ ਦੇ, ਸਾਡੇ ਨਾਲ ਹੁਣੀ ਹੋ ਕੇ ਹਟਿਆ ਜੀ। ਇਹ ਜੱਜਮੈਂਟ ਤੇ ਉਹ ਬੰਦੇ ਲਾਤੇ ਜਿਹੜੇ ਵਿਚਾਰਿਆਂ ਨੂੰ ਮਿਊਜ਼ਿਕ ਨਾਲ ਕੋਈ ਲੈਣਾ ਦੇਣਾ ਨਹੀਂਗਾ, ਜਿਨ੍ਹਾਂ ਨੂੰ ਕੋਈ ਸੁਰ ਤਾਲ ਦਾ, ਰਿਦਮ ਦਾ ਕੁਝ ਪਤਾ ਨਹੀਂ, ਉਹ ਬੰਦੇ ਜੱਜਮੈਂਟ ਤੇ ਲਾਤੇ। ਸਗੋਂ ਇੱਕ ਲੜਕੀ ਸੀ ਇੱਥੇ ਸਾਡੇ ਕਿਸੇ ਹੋਰ ਸਕੂਲ ਦੀ, ਉਹ ਫਸਟ ਬਣਦੀ ਸੀ, ਉਹਨੂੰ ਸੈਕੰਡ ਕੱਢਿਆ। ਜਿਹੜੀ ਕੁੜੀ ਨੇ ਮਤਲਬ ਕਿ ਕਹਿਣ ਤੋਂ ਭਾਵ ਨਾ ਉਹਦਾ ਸੁਰ ਨਾ ਤਾਲ ਕੁਝ ਵੀ ਨਹੀਂ, ਉਹ ਬੱਚਾ ਫਸਟ ਕੱਢਤਾ ਉਹਨਾਂ ਨੇ, ਉਹਦੇ ਸਿਰਫ ਬੋਲ ਸੁਣ ਕੇ ਵੀ ਆ ਬੜੀ ਅੱਛੀ ਵਰਡਿੰਗ ਹੈ। ਮੈਂ ਚੀਜ਼ ਦਾ ਪਹਿਲੀ ਜੱਜਮੈਂਟ ਦੱਸਤੀ, ਬੱਚੇ ਬੈਠੇ, ਟੀਚਰ ਮੈਂ ਕਿਹਾ ਜੀ ਇਹ ਬੱਚੇ ਨੂੰ ਫਸਟ ਕੱਢਣਗੇ, ਦੇਖ ਲਿਓ। ਕਹਿੰਦਾ ਸਰ ਤੁਹਾਨੂੰ ਕੋਈ ਪਤਾ? ਮੈਂ ਦੇਖ ਲਿਓ, ਇਹਨਾਂ ਨੂੰ ਪਤਾ ਹੀ ਨਹੀਂ ਹੈਗਾ। ਮੈਂ ਫਿਰ ਉਹਨਾਂ ਨੂੰ ਕਿਹਾ, ਫਿਰ ਮੈਂ ਕਹਿ ਕੇ ਵੀ ਆਇਆ, ਮੈਂ ਕਿਹਾ ਜੀ ਤੁਸੀਂ ਜੇ ਇਹ ਕੰਪੀਟੀਸ਼ਨ ਕਰਾਉਣੇ ਜਾਂ ਕਰਾਓ ਨਾ, ਜੇ ਕਰਾਉਣੇ ਨੇ ਤਾਂ ਵਿਸ਼ਾ ਮਾਹਰ ਹੋਵੇ ਪੂਰਾ, ਇੱਕ ਬੰਦਾ ਰਿਦਮ ਵਾਲਾ ਹੋਵੇ, ਹੈਨਾ ਜੀ, ਇੱਕ ਸੁਰ ਦੇਖਣ ਵਾਲਾ ਹੋਵੇ, ਇੱਕ ਪੋਇਟਰੀ ਦੇਖਣ ਵਾਲਾ ਹੋਵੇ ਵੀ ਵਰਡਿੰਗ ਕੀ ਬੋਲ ਰਿਹਾ ਬੱਚਾ। ਵੀ ਹਰ 3 ਜੱਜ ਆਪਾਂ ਲਾਉਣੇ ਆ ਵੀ ਤੁਸੀਂ ਇਹ ਕੰਪਿਊਟਰ, ਸਾਡੇ ਕੋਲ ਜੱਜ ਨਹੀਂ ਹੈਗੇ। ਮੈਂ ਕਿਹਾ ਤੁਸੀਂ ਸਾਨੂੰ ਦੱਸੋ, ਅਸੀਂ ਪ੍ਰੋਵਾਈਡ ਕਰਾਉਣੇ ਆ। ਬਥੇਰੇ ਮਿਊਜ਼ਿਕ ਟੀਚਰ ਮੈਨੂੰ ਜਾਣਦੇ ਨੇ, ਸਕੂਲਾਂ 'ਚ ਆਪਣੇ ਬਹੁਤ ਹੈਗੇ ਨੇ, ਜਿਹੜੇ ਟੀਮਾਂ ਨਹੀਂ ਲੈ ਕੇ ਆਉਂਦੇ, ਆਪਾਂ ਉਹਨਾਂ ਤੋਂ ਪਾਰਟੀਸਪੇਟ ਕਰਾ ਲਓ, ਉਹ ਜੱਜ ਬਣਨ ਨੂੰ ਤਿਆਰ ਨੇ। ਇੱਥੇ ਸਾਨੂੰ ਦਿੱਕਤ ਬਹੁਤ ਆ ਰਹੀ ਹੈ ਜੀ ਆਪਣੇ। ਚਲੋ ਇਹ ਤਾਂ ਛੋਟਾ ਜਿਹਾ ਕੰਪੀਟੀਸ਼ਨ, ਬਹੁਤ ਸਾਨੂੰ ਮੈਨੂੰ ਖੁਦ ਦਿੱਕਤ ਆਉਂਦੀ ਹੈ ਕਿ ਜਦੋਂ ਅਸੀਂ ਇੰਨੇ ਬੱਚੇ ਦੀ ਇੰਨੀ 3-3 ਮਹੀਨੇ ਲਾ ਕੇ ਤਿਆਰੀ ਕਰਾਉਣੇ ਆ, ਉੱਥੇ ਜਾ ਕੇ ਪਤਾ ਲੱਗਦਾ ਵੀ ਇਹ ਤਾਂ ਕੁਝ ਹੋਰ ਹੀ ਕਰ ਗਏ ਜੀ। ਬਿਲਕੁਲ ਇਹ ਸਾਡੇ ਨਾਲ ਵੀ ਹੁੰਦਾ ਸਰ ਜੀ, ਇਹ ਹੋ ਰਿਹਾ। ਪਰ ਇਹਦੇ ਲਈ ਸੋਚਣਾ ਚਾਹੀਦਾ ਵੀ ਬੱਚਾ ਜਿਹੜਾ ਰਿਜੀਵਾਲ ਹੈ, ਇੰਨੀ ਮਿਹਨਤ ਕਰ ਰਿਹਾ ਹੈ, ਟੀਚਰ ਦਿਨ ਰਾਤ ਮਿਹਨਤ ਕਰਾ ਰਿਹਾ ਹੈ, ਉਹ ਆਪਣੀ ਪੜ੍ਹਾਈ ਦਾ ਨੁਕਸਾਨ ਵੀ ਕਰ ਰਿਹਾ ਬੱਚਾ, ਕਿਉਂਕਿ ਜਿਹੜਾ ਬੱਚਾ ਸਕੂਲ 'ਚ ਤਿਆਰੀ ਕਰਾਉਣੇ ਆ, ਉਸ ਬੱਚੇ ਨੂੰ ਐਕਸਟਰਾ ਟਾਈਮ ਵੀ ਦੇਣਾ ਪੈਂਦਾ। ਮੇਰੇ ਵਰਗੇ ਜਿਹੜੇ ਥੋੜਾ ਬਹੁਤਾ ਕੰਮ ਕਰਦੇ ਨੇ, ਉਹਨਾਂ ਨੂੰ ਸੰਡੇ ਨੂੰ ਵੀ ਕਲਾਸ ਲਾਉਣੀ ਪੈਂਦੀ ਜਾ ਕੇ, ਚਲੋ ਬੱਚੇ ਨੂੰ ਕੁਝ ਕਰਾ ਦਈਏ। ਤੇ ਇਸ ਗੱਲ ਦਾ ਫਿਰ ਜੱਜਮੈਂਟ ਤੇ ਜਾ ਕੇ ਉੱਥੇ ਬਿਲਕੁਲ ਜਿਹੜੀ ਬੱਚੇ ਦੀ ਕਰੀ ਕਰਾਈ ਮਿਹਨਤ ਤੇ ਪਾਣੀ ਫਿਰ ਜਾਂਦਾ। ਤੇ ਸਾਡਾ ਇੱਕ ਵਾਰੀ ਦਿਲ ਟੁੱਟ ਜਾਂਦਾ ਮੇਰੇ ਵਰਗੇ ਦਾ ਵੀ ਨਾ, ਮੈਂ ਕੋਈ ਲੋੜ ਨਹੀਂ ਮਿਹਨਤ ਕਰਾਉਣ ਦੀ, ਜੱਜ ਤਾਂ ਇਹੋ ਜਿਹੇ ਹੋਣਗੇ ਉੱਥੇ। ਇਹ ਚੀਜ਼ ਦੀ ਸਰ ਤੁਹਾਡਾ ਬਹੁਤ ਵਧੀਆ ਸਵਾਲ ਹੈ, ਇਹ ਚੀਜ਼ ਤੇ ਆਪਾਂ ਨੂੰ ਵਿਚਾਰ ਕਰਨਾ ਚਾਹੀਦਾ ਕਿ ਜੱਜ ਨੇ ਜਿਹੜੇ
ਆਪਣੇ ਵਿਸ਼ੇ ਦੇ ਮਾਹਰ ਹੋਣ। ਸਪੋਜ਼ ਕਰੋ ਮੇਰੇ ਵਰਗਾ ਚਲੋ ਮਿਊਜ਼ਿਕ ਵਾਲਾ ਬੰਦਾ ਹੈ, ਉਹਨੂੰ ਕਿਸੇ ਗਿੱਧੇ ਦੀ ਜਜਮੈਂਟ ਤੇ ਬਿਠਾਦਾ, ਮੈਨੂੰ ਕੀ ਪਤਾ ਕਿਹੜੇ ਐਕਸ਼ਨ ਕੀ ਨੇ, ਜਿਵੇਂ ਤਾਂ ਆਪਣੇ ਮਿਊਜ਼ਿਕ ਬਾਰੇ ਸੁਰ ਤਾਲ ਦੇਖ ਲੂੰਗਾ ਵੀ ਬੱਚੇ ਨੇ ਬੋਲੀਆਂ ਠੀਕ ਹੈ ਜੀ, ਵਧੀਆ ਸੁਰ ਚ ਤਾਲ ਚ ਗਾ ਰਿਹਾ। ਹੁਣ ਮੈਨੂੰ ਐਕਸ਼ਨਾਂ ਬਾਰੇ ਕੀ ਪਤਾ? ਇਹ ਵੀ ਆਪਾਂ ਨੂੰ ਮਤਲਬ ਕਿ ਚੀਜ਼ ਦਾ ਵਿਚਾਰ ਕਰਨਾ ਚਾਹੀਦਾ ਜੀ। ਇਹਦੇ ਵਿੱਚ ਮੈਂ ਜੀ। ਇੱਕ ਗੁਰਨੈਬ ਸੁਜੈਸ਼ਨ ਦੇਣਾ ਚਾਹੁੰਦਾ। ਮੈਂ ਪਹਿਲੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਕੀਤੀ ਸੀ ਇਸ ਇਸ਼ੂ ਤੇ ਕਿ ਹਾਂਜੀ ਇੱਕ ਤਾਂ ਮਤਲਬ ਇਹ ਹੋਣਾ ਚਾਹੀਦਾ ਕਿ ਜਿਵੇਂ ਡਿਸਟ੍ਰਿਕਟ ਦੇ ਵਿੱਚ ਸਪੋਰਟਸ ਦੇ ਵਿੱਚ ਡਿਸਟ੍ਰਿਕਟ ਸਪੋਰਟਸ ਅਫਸਰ, ਬਲਾਕ ਸਪੋਰਟਸ ਅਫਸਰ, ਸਟੇਟ ਸਪੋਰਟਸ ਅਫਸਰ, ਇਹ ਜਿਹੜੇ ਪਰਮਾਨੈਂਟ ਅਹੁਦੇ ਨੇ। ਇਸੇ ਤਰ੍ਹਾਂ ਹੀ ਕਲਚਰਲ ਮੁਕਾਬਲਿਆਂ ਦੇ ਵਿੱਚ ਆਰਟ ਐਂਡ ਕਲਚਰ ਆਫੀਸਰ ਸਟੇਟ ਲੈਵਲ ਤੇ ਵੀ ਹੋਣਾ ਚਾਹੀਦਾ ਹੈ, ਆਰਟ ਐਂਡ ਕਲਚਰ ਆਫੀਸਰ ਡਿਸਟ੍ਰਿਕਟ ਲੈਵਲ ਤੇ ਵੀ ਹੋਣਾ ਚਾਹੀਦਾ ਹੈ, ਆਰਟ ਐਂਡ ਕਲਚਰ ਆਫੀਸਰ ਬਲਾਕ ਲੈਵਲ ਤੇ ਵੀ ਹੋਣਾ ਚਾਹੀਦਾ ਹੈ। ਤੇ ਸਕੂਲਾਂ ਦੇ ਵਿੱਚ ਵੀ ਜਿੱਥੇ ਕੋਈ ਮਤਲਬ ਇਹ ਜੇ ਸੰਭਵ ਹੈ ਪੋਸਟ ਆਰਟ ਐਂਡ ਕਲਚਰ ਦੀ ਪੋਸਟ ਹੋਣੀ ਚਾਹੀਦੀ ਹੈ। ਉਹਦੇ ਨਾਲ ਕੀ ਹੋਊਗਾ, ਉਸ ਬੰਦੇ ਨੂੰ, ਜਿਹੜਾ ਬੰਦਾ ਆਰਟ ਐਂਡ ਕਲਚਰ ਆਫੀਸਰ ਹੈ ਡਿਸਟ੍ਰਿਕਟ ਲੈਵਲ ਤੇ, ਉਹਨੂੰ ਪਤਾ ਹੈ ਕਿ ਮੈਂ ਇਹ ਕੰਮ ਕਰਨਾ ਹੈ, ਮੇਰੀ ਜੌਬ ਹੈ। ਤਾਂ ਫਿਰ ਉੱਥੇ ਕੀ ਹੋਊਗਾ, ਉੱਥੇ ਸਾਨੂੰ ਰਿਜ਼ਰਵ ਪੂਲ ਤਿਆਰ ਕਰਨੇ ਚਾਹੀਦੇ ਨੇ। ਮੰਨ ਲਓ ਇੱਕ ਡਿਸਟ੍ਰਿਕਟ ਹੈ, ਪਟਿਆਲਾ ਡਿਸਟ੍ਰਿਕਟ ਹੈ, ਜਿਹੜਾ ਪਟਿਆਲੇ ਡਿਸਟ੍ਰਿਕਟ ਦਾ ਆਰਟ ਐਂਡ ਕਲਚਰ ਆਫੀਸਰ ਹੋਊਗਾ, ਉਹਨੂੰ ਇਹ ਪਤਾ ਹੋਊਗਾ ਕਿ ਮੇਰੇ ਜ਼ਿਲ੍ਹੇ ਦੇ ਵਿੱਚ ਥੀਏਟਰ ਨਾਲ ਸੰਬੰਧ ਬੰਦੇ ਕਿਹੜੇ ਨੇ, ਮਿਊਜ਼ਿਕ ਨਾਲ ਸੰਬੰਧ ਬੰਦੇ ਕਿਹੜੇ ਨੇ, ਵਿਜ਼ੂਅਲ ਆਰਟਸ ਨਾਲ ਸੰਬੰਧ ਬੰਦੇ ਕਿਹੜੇ ਨੇ। ਉਹ ਉਹਨਾਂ ਦਾ ਇੱਕ ਬਕਾਇਦਾ ਪੂਲ ਤਿਆਰ ਕਰਕੇ ਰੱਖੂਗਾ ਵੀ ਆਹ ਲਓ ਜੀ, ਆਹ 5 ਬੰਦੇ 10 ਬੰਦੇ ਆਪਣੇ ਕੋਲੇ ਥੀਏਟਰ ਨਾਲ ਸੰਬੰਧ ਨੇ, ਆਹ 10 ਬੰਦੇ ਆਪਣੇ ਜ਼ਿਲ੍ਹੇ ਦੇ ਵਿੱਚ ਮਿਊਜ਼ਿਕ ਨਾਲ ਸੰਬੰਧ ਨੇ, ਆਹ 10 ਬੰਦੇ ਆਪਣੇ ਕੋਲੇ ਵਿਜ਼ੂਅਲ ਆਰਟਸ ਨਾਲ ਸੰਬੰਧ ਨੇ, ਆਹ 10 ਬੰਦੇ ਲਿਟਰੇਰੀ ਆਰਟਸ ਨਾਲ ਸੰਬੰਧ ਨੇ। ਉਦੋਂ ਬਾਅਦ ਜਿਸ ਲੈਵਲ ਤੇ ਵੀ ਉਹਨੂੰ ਲੋੜ ਹੈ ਜੱਜਸ ਦੀ, ਤਾਂ ਉਹਦੇ ਵਿੱਚੋਂ ਰਿਜ਼ਰਵ ਪੂਲ ਦੇ ਵਿੱਚ ਉਹ ਪਹਿਲੇ ਨੂੰ, ਦੂਜੇ ਨੂੰ, ਤੀਜੇ ਨੂੰ, ਚੌਥੇ ਨੂੰ ਇਨਵਾਈਟ ਕਰੂਗਾ। ਉਹਨਾਂ ਚੋਂ ਇੱਕ ਨਹੀਂ ਮਿਲੂਗਾ, ਦੂਜਾ ਮਿਲ ਜੂ, ਦੂਜੇ ਨੇ ਮਿਲੂਗਾ, ਤੀਜਾ ਮਿਲੂ, ਤੀਜੇ ਨੂੰ ਮਿਲੂ, ਚੌਥਾ ਮਿਲੂਗਾ। ਪਰ ਸਾਨੂੰ ਉਹਨੂੰ ਪਤਾ ਹੋਊਗਾ ਕਿ ਬੰਦੇ ਥੀਏਟਰ ਨਾਲ ਜੁੜੇ ਹੋਏ ਨੇ। ਉੱਥੇ ਫਿਰ ਜਿਹੜੀ ਜੱਜਮੈਂਟ ਦੇ ਵਿੱਚ ਇਨਸਾਫ ਮਿਲਣ ਦੀ ਸੰਭਾਵਨਾ ਹੋਊਗੀ। ਸਟੇਟ ਵਾਲਾ ਬੰਦਾ ਸਟੇਟ ਦਾ ਪੂਲ ਤਿਆਰ ਕਰੇ, ਡਿਸਟ੍ਰਿਕਟ ਵਾਲਾ ਬੰਦਾ ਡਿਸਟ੍ਰਿਕਟ ਦਾ ਪੂਲ ਤਿਆਰ ਕਰੇ, ਬਲਾਕ ਵਾਲਾ ਬੰਦਾ ਬਲਾਕ ਦਾ ਪੂਲ ਤਿਆਰ ਕਰੇ। ਉਹਨੂੰ ਪਤਾ ਹੋਵੇ ਕਿ ਮੇਰੇ ਬਲਾਕ ਦੇ ਵਿੱਚ ਆਹ ਬੰਦੇ ਨੇ, ਜਾਂ ਮੈਂ ਦੂਜੇ ਬਲਾਕ ਦੇ ਵਿੱਚੋਂ ਆਹ ਬੰਦੇ ਲਾਉਣੇ ਨੇ ਆਪਣੇ ਇਸ ਜੱਜਮੈਂਟ ਦੇ ਵਿੱਚ। ਤਾਂ ਜਿੰਨੀ ਦੇਰ ਤੱਕ ਅਸੀਂ ਕੈਜੂਅਲ ਅਪਰੋਚ ਨਹੀਂ ਛੱਡਦੇ ਹੈਗੇ, ਸਪੋਰਟਸ ਜਿਹੜੀ 2 ਵਾਰੀ ਹੋਣੀ ਆ ਸਾਲ ਦੇ ਵਿੱਚ, ਉਹਦਾ ਹਰ ਸਕੂਲ ਦੇ ਵਿੱਚ ਵੀ ਟੀਚਰ ਹੈ, ਉਹਦਾ ਡਿਸਟ੍ਰਿਕਟ ਲੈਵਲ ਤੇ ਵੀ ਸਪੋਰਟਸ ਅਫਸਰ ਹੈ, ਬਲਾਕ ਲੈਵਲ ਤੇ ਵੀ ਸਪੋਰਟਸ ਅਫਸਰ ਹੈ, ਤੇ ਸਟੇਟ ਲੈਵਲ ਤੇ ਵੀ ਹੈ। ਪਰ ਜਿਹੜੇ ਮੁਕਾਬਲੇ ਰੋਜ਼ ਹੁੰਦੇ ਨੇ, ਸਾਲ ਦੇ ਵਿੱਚ ਘੱਟੋ ਘੱਟ ਵੀ 100-150 ਦਿਨ ਮੁਕਾਬਲਿਆਂ ਦਾ ਹੁੰਦਾ ਸਾਡਾ। ਕਦੇ ਵਾਤਾਵਰਣ ਦਿਵਸ ਆ ਗਿਆ, ਕਦੇ ਅਧਿਆਪਕ ਦਿਵਸ ਆ ਗਿਆ, ਕਦੇ ਵਿਦਿਆਰਥੀ ਦਿਵਸ ਆ ਗਿਆ, ਕਦੇ ਮਹਿਲਾ ਦਿਵਸ ਆ ਗਿਆ। ਮਤਲਬ ਹਰੇਕ ਤੇ ਅਸੀਂ ਕੰਪੀਟੀਸ਼ਨ ਕਰਾਉਨੇ ਆ, ਅਸੀਂ ਸਕੂਲ ਮੈਗਜ਼ੀਨ ਕੱਢਦੇ ਆ, ਅਸੀਂ ਐਨੂਅਲ ਫੈਸਟੀਵਲ ਕਰਦੇ ਆ। ਮਤਲਬ ਕਲਚਰ ਲੈਵਲ ਤੇ ਇੰਨਾ ਕੰਮ ਅਸੀਂ ਕਰ ਰਹੇ ਆ, ਪਰ ਅਸੀਂ ਬੰਦੇ ਫੜ ਕੇ ਲਾਉਨੇ ਆ ਵੀ ਲਓ ਜੀ ਫਲਾਣੇ ਬੰਦੇ ਨੂੰ ਲਾ ਦਿਓ, ਨੋਡਲ ਅਫਸਰ ਲਾ ਦਿਓ ਜੀ, ਉਹ ਕਰ ਲੂਗਾ। ਉਹ ਵਿਚਾਰਾ ਆਪਣੇ ਸਕੂਲ ਦੀ ਜੌਬ ਵੀ ਕਰ ਰਿਹਾ ਹੁੰਦਾ ਹੈ ਤੇ ਨਾਲ ਪਾਰਟ ਟਾਈਮ ਜਾ ਕੇ ਨੋਡਲ ਅਫਸਰ ਵੀ ਹੁੰਦਾ ਹੈ। ਉਹਨੂੰ ਕੀ ਪਤਾ ਹੋਊਗਾ ਮੈਂ ਕਿਹਨੂੰ ਜੱਜਮੈਂਟ ਲਾਉਣੀ ਹੈ। ਫਿਰ ਐਂ ਹੋਊਗਾ ਕਿ ਮੌਕੇ ਤੇ ਜਿਹੜੇ ਆ ਗਏ ਉਹਨਾਂ ਨੂੰ ਲਾ ਦਿਓ। ਜਦੋਂ ਇੱਕ ਬੰਦੇ ਨੂੰ ਤੁਸੀਂ ਜ਼ਿੰਮੇਵਾਰੀ ਲਾਈ ਹੋਈ ਹੈ ਕਿ ਆਰਟ ਐਂਡ ਕਲਚਰ ਆਫੀਸਰ ਹੈ, ਡਿਸਟ੍ਰਿਕਟ ਆਰਟ ਐਂਡ ਕਲਚਰ ਆਫੀਸਰ, ਉਹਦੀ ਪੋਸਟ ਹੈ, ਉਹ ਬੰਦਾ ਕਲਾਮਾਂ ਨਾਲ ਜੁੜਿਆ ਹੋਊਗਾ, ਜਿਹੜਾ ਉਸ ਪੋਸਟ ਤੇ ਜਾਊਗਾ ਬੰਦਾ। ਤੇ ਉਹ ਜਿਵੇਂ ਹੁਣ ਜਿਹੜਾ ਡਿਸਟ੍ਰਿਕਟ ਸਪੋਰਟਸ ਅਫਸਰ ਹੈ, ਉਹਨੂੰ ਸਾਰੇ ਜ਼ਿਲ੍ਹੇ ਦੇ ਡੀਪੀਆਂ ਬਾਰੇ ਪਤਾ ਹੁੰਦਾ ਹੈ, ਸਾਰੇ ਜ਼ਿਲ੍ਹੇ ਦੇ ਖਿਡਾਰੀਆਂ ਬਾਰੇ ਪਤਾ ਹੁੰਦਾ ਹੈ। ਉੱਥੇ ਜੇ ਮਤਲਬ ਉਹ ਜਿਹਦਾ ਉਹਦਾ ਬੇਈਮਾਨੀ ਕਰਨ ਦਾ ਵੱਖਰੀ ਗੱਲ ਹੈ, ਪਰ ਜੇ ਸੱਚਮੁੱਚ ਉਹ ਲਾਉਣਾ ਚਾਹੇ, ਉਹਦੇ ਕੋਲੇ ਬੰਦਿਆਂ ਦੀ ਘਾਟ ਨਹੀਂ ਹੁੰਦੀ, ਉਹਨੂੰ ਬਹੁਤ ਪਤਾ ਹੁੰਦਾ ਹੈ। ਜਦੋਂ ਅਸੀਂ ਪਰਮਾਨੈਂਟਲੀ ਬੰਦੇ ਭਰਤੀ ਕਰਾਂਗੇ ਤਾਂ ਉਦੋਂ ਉਹਨਾਂ ਬੰਦਿਆਂ ਨੂੰ ਪਤਾ ਹੋਊਗਾ ਕਿ ਭਾਈ ਪ੍ਰਗਟ ਸਿੰਘ ਹੈ ਪਟਿਆਲੇ ਦੇ ਵਿੱਚ, ਉਹਨੂੰ ਤੁਸੀਂ ਜੱਜਮੈਂਟ ਤੇ ਲਾਓ, ਜਾਂ ਫਲਾਣਾ ਬੰਦਾ ਮਾਨਸਾ ਦੇ ਵਿੱਚ ਡਾਂਸ ਵਾਲਾ, ਉਹਨੂੰ ਬੁਲਾਓ। ਆਹ 5 ਬੰਦੇ ਡਾਂਸ ਵਾਲੇ ਨੇ, ਆਹ 5 ਬੰਦੇ ਮਿਊਜ਼ਿਕ ਵਾਲੇ ਨੇ, ਵਿਜ਼ੂਅਲ ਆਰਟਸ ਵਾਲੇ ਨੇ, ਲਿਟਰੇਰੀ ਆਰਟਸ ਵਾਲੇ ਨੇ, ਉਹਨਾਂ ਨੂੰ ਲਾਓ। ਫਿਰ ਕੋਈ ਰੌਲਾ ਹੀ ਨਹੀਂ ਪੈਣਾ ਹੈਗਾ। ਇਹ ਜਿਹੜੀ ਕੈਜੂਅਲ ਅਪਰੋਚ ਹੈ, ਮੌਕੇ ਤੇ ਨੋਡਲ ਅਫਸਰ ਲਾਤਾ, ਮੌਕੇ ਤੇ ਜੱਜ ਲਾਤਾ, ਮੌਕੇ ਤੇ ਪ੍ਰਬੰਧਕ, ਮੌਕੇ ਤੇ ਕਿਸੇ ਸਕੂਲ ਨੂੰ ਕਹਤਾ ਲਓ ਜੀ ਕਰਾ ਦਿਓ ਕੋਰੀਓਗ੍ਰਾਫੀ ਦਾ ਮੁਕਾਬਲਾ, ਉਹਨਾਂ ਕੋਲ ਸਾਊਂਡ ਸੈਟ ਹੀ ਨਹੀਂ ਹੁੰਦਾ ਹੈਗਾ, ਉਹਨਾਂ ਕੋਲ ਸਟੇਜ ਹੀ ਨਹੀਂ ਹੁੰਦੀ ਹੈਗੀ। ਉਹ ਇੱਕ ਕਮਰੇ ਦੇ ਵਿੱਚ ਹੀ ਕੋਰੀਓਗ੍ਰਾਫੀ ਕਰਾਉਂਦੇ ਨੇ, ਕਮਰੇ ਦੇ ਵਿੱਚ ਹੀ ਸਕਿੱਟ ਕਰਾਉਂਦੇ ਨੇ, ਕਮਰੇ ਦੇ ਵਿੱਚ ਹੀ ਨਾਟਕ ਕਰਾਉਂਦੇ ਨੇ। ਕੋਈ ਉੱਥੇ ਆਡੀਅנס ਨਹੀਂ ਹੁੰਦੀ, ਕੋਈ ਉਹਦਾ ਫੈਸਟੀਵਲ ਦਾ ਪ੍ਰਭਾਵ ਨਹੀਂ ਹੁੰਦਾ ਹੈਗਾ। ਮਤਲਬ ਅਸੀਂ ਚਾਹੁੰਦੇ ਤਾਂ ਇਹ ਆ ਕਿ ਕਾਗਜ਼ਾਂ ਦੇ ਵਿੱਚ ਸਾਰਾ ਕੁਝ ਹੋ ਜੇ, ਪਰ ਉਹਦੇ ਵਾਸਤੇ ਇਨਫਰਾਸਟ੍ਰਕਚਰ, ਉਹਦੇ ਵਾਸਤੇ ਅਪਰੋਚ, ਉਹਦੇ ਵਾਸਤੇ ਸਮਝ, ਉਹਦੇ ਵਾਸਤੇ ਵਿਜ਼ਨ ਸਾਡੇ ਕੋਲੇ ਨਹੀਂ ਹੈਗਾ। ਇਹ ਕ੍ਰੀਏਟ ਕਰਨਾ ਪੈਣਾ, ਪਰਮਾਨੈਂਟਲੀ ਸੋਚਣਾ ਪੈਣਾ ਇਹ ਤੇ, ਕਿਉਂਕਿ ਇੱਕ ਦਿਨ ਦਾ ਕੰਮ ਨਹੀਂ ਹੈਗਾ, ਇਹ ਫਾਰਐਵਰ ਹੈ। ਹੁਣ ਮੁਕਾਬਲਿਆਂ ਦਾ ਕੰਮ ਰੋਜ਼ ਮੁਕਾਬਲੇ ਹੁੰਦੇ ਨੇ, ਰੋਜ਼ ਕੋਈ ਨਾ ਕੋਈ ਦਿਨ। ਅਸੀਂ ਗੁਰੂ ਤੇਗ ਬਹਾਦਰ ਸਾਹਿਬ, ਅਸੀਂ ਗੁਰੂ ਨਾਨਕ ਦੇਵ, ਅਸੀਂ ਆਜ਼ਾਦੀ ਦਾ 75 ਸਾਲਾ, ਹਰ ਸਾਲ ਐਡੇ ਵੱਡੇ ਇਵੈਂਟ ਕਰਾਉਣੇ ਆ, ਪਰ ਇਵੈਂਟ ਪ੍ਰਤੀ ਅਪਰੋਚ ਸਾਡੀ ਕੈਜੂਅਲ ਹੈ ਕਿ ਮੌਕੇ ਤੇ ਫੜਫੜਾ ਕੇ ਸਾਰਾ ਕੁਝ ਕਰ ਲਓ। ਸੋ ਪਰਮਾਨੈਂਟ ਅਪਰੋਚ ਨਾਲ, ਪਰਮਾਨੈਂਟ ਵਿਜ਼ਨ ਨਾਲ, ਪਰਮਾਨੈਂਟ ਪ੍ਰਬੰਧ ਕਰਨੇ ਪੈਣਗੇ ਸਾਨੂੰ। ਹਾਂਜੀ ਸਰ, ਬਿਲਕੁਲ ਜੀ। ਮੇਰਾ ਅਗਲਾ ਸਵਾਲ ਸੁਖਜੀਵਨ, ਤੁਸੀਂ ਜਿਹੜੇ ਸਵਾਲ ਆਪਣੇ ਕੋਲੇ ਆਨਲਾਈਨ ਆਏ ਆ ਜਾਂ ਚੈਟ ਚ ਆ ਰਹੇ ਆ, ਉਹਨਾਂ ਬਾਰੇ ਗੱਲਬਾਤ ਕਰ ਲਿਓ ਬਾਅਦ ਚੋਂ। ਮੇਰਾ ਤੇਜੀ ਸਰ ਤੁਹਾਨੂੰ ਇੱਕ ਸਵਾਲ ਹੈ
ਹੈਲੋ, ਆ ਰਹੀ ਹੈ ਆਵਾਜ਼ ਸਰ ਮੇਰੀ? ਹਾਂਜੀ 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 ਬੋਲੋ। ਫੋਨ ਆ ਗਿਆ ਸੀ। ਤੇ ਜੀ ਸਰ, ਸਵਾਲ ਇਹ ਹੈ ਕਿ ਭੰਗੜੇ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਹਾਂਜੀ ਤਾਂ ਆਪਾਂ ਸੁਣਨ ਨੂੰ ਮਿਲਦਾ ਜਾਂ ਦੇਖਣ ਨੂੰ ਮਿਲਦਾ ਜਾਂ ਆਪਾਂ ਜਾਣਦੇ ਹਾਂ ਕਿ ਭੰਗੜੇ ਦਾ ਜਿਹੜਾ ਕਲਚਰ ਸੀਗਾ ਹਾਂਜੀ ਜਾਂ ਜਿਹੜਾ ਸਾਡਾ ਪੁਰਾਤਨ ਭੰਗੜਾ ਸੀਗਾ, ਉਸ ਨੂੰ ਜੇ ਅਸੀਂ ਦੇਖੀਏ ਤਾਂ ਉਸ ਤਰੀਕੇ ਨਾਲ ਦੇਖੀਏ ਤਾਂ ਭੰਗੜਾ ਬਹੁਤ ਤਰੀਕਿਆਂ ਦੇ ਨਾਲ ਮਿਕਸ ਹੋ ਗਿਆ। ਉਹਦੇ ਚ ਪਤਾ ਨਹੀਂ ਕਿੱਦਾਂ ਕਿੱਦਾਂ ਦੇ ਐਕਸ਼ਨ ਲੋਕਾਂ ਨੇ ਆਪਣੇ ਬਣਾ ਕੇ ਕਿੱਦਾਂ ਕਰ ਲਏ, ਕੀ ਹੋ ਗਿਆ। ਸੋ ਤੁਸੀਂ ਇਸ ਐਂਗਲ ਤੋਂ ਜਦੋਂ ਜੱਜਮੈਂਟ ਕਰਦੇ ਹੋ ਜਾਂ ਦੇਖਦੇ ਹੋ ਜਾਂ ਸਾਡੇ ਕੋਈ ਹੋਰ ਜੱਜਮੈਂਟ ਕਰਦਾ, ਤੁਸੀਂ ਕੰਪੀਟੀਸ਼ਨ ਦੇ ਵਿੱਚ ਭਾਗ ਲੈਂਦੇ ਹੋ, ਇਹਨਾਂ ਚੀਜ਼ਾਂ ਨੂੰ ਕੋਈ ਵੇਟੇਜ ਮਿਲਦੀ ਹੈ ਜਾਂ ਨਹੀਂ ਮਿਲਦੀ, ਜਾਂ ਕੀ ਇਸ਼ੂ ਹੈ ਇਹ, ਜਾਂ ਬਸ ਵੀ ਜਿਹੜਾ ਕੁਝ ਚੱਲੀ ਜਾਂਦਾ ਚੱਲੀ ਜਾਂਦਾ? ਦਰਅਸਲ ਜੀ ਪਹਿਲਾਂ ਇਹੀ ਕੁਐਸਚਨ ਪਹਿਲਾਂ ਹੋਇਆ ਸੀਗਾ, ਉਹਦੇ ਵਿੱਚ ਮੈਂ ਇਹੀ ਗੱਲ ਕਹੀ ਸੀ ਕਿ ਹਾਂ, ਜਿਹੜੀ ਨਵੇਂ ਲੋਕ ਨੇ ਉਹਨਾਂ ਨੂੰ ਇਹ ਲੱਗਦਾ ਕਿ ਜੇ ਅਸੀਂ ਕੁਝ ਐਂ ਕਰਾਂਗੇ। ਹੁਣ ਤੁਸੀਂ ਅੱਜ ਕੱਲ ਜਿਹੜਾ ਆਪਾਂ ਆਮ ਸੋਸ਼ਲ ਮੀਡੀਆ ਤੇ ਦੇਖਦੇ ਹਾਂ, ਤੇ ਉਹਦੇ ਉੱਪਰ ਜਿਹੜੀਆਂ ਮੰਨ ਲਓ ਰੀਲਸ, ਜਿਵੇਂ ਮੰਨ ਲਓ ਇੰਸਟਾ, ਐਕਸਟਰਾ ਜਿਹੜੇ ਸੋਸ਼ਲ ਨੈਟਵਰਕਸ ਹੈਗੇ ਨੇ, ਉਹਦੇ ਉੱਤੇ ਭੰਗੜਿਆਂ ਦੇ ਐਕਸ਼ਨ ਤੁਸੀਂ ਇਹ ਦੇਖ ਲਓ ਕਿ ਉਹਨਾਂ ਨੇ ਬਹੁਤ ਜ਼ਿਆਦਾ ਉਹਨਾਂ ਨੂੰ ਮੋਲਡ ਕੀਤਾ ਹੁੰਦਾ। ਤੇ ਉਹੀ ਚੀਜ਼ਾਂ ਤੁਸੀਂ ਐਂ ਲਾਓ ਵੀ ਫੈਸਟੀਵਲ ਦੇ ਵਿੱਚ ਵੀ ਸਾਨੂੰ ਕਈ ਵਾਰ ਦੇਖਣ ਨੂੰ ਮਿਲਦੀਆਂ ਨੇ ਕਿ ਯਾਰ ਇਹ ਕੀ ਸੀ। ਦਰਅਸਲ ਜਿਹੜਾ ਭੰਗੜਾ ਸੀ ਇਹ ਲੋਕ ਨਾਚਾਂ ਦਾ ਸੁਮੇਲ ਸੀ। ਹਰ ਇੱਕ ਲੋਕ ਨਾਚ ਦੇ ਵਿੱਚੋਂ ਕੁਝ ਸਮਾਂ ਜਿਹੜਾ ਗਾ ਉਹਨੂੰ ਦੇ ਕੇ ਤੇ ਇੱਕ ਪੂਰੀ ਵਿਧਾ ਜਿਹੜੀ ਭੰਗੜਾ ਤਿਆਰ ਹੋਈ ਸੀ। ਤੇ ਪਰ ਉਸ ਦੇ ਵਿੱਚ ਸਾਨੂੰ ਉਹ ਲੋਕ ਨਾਚ ਜਿਹੜੇ ਰੰਗ ਸੀਗੇ, ਜਿਹੜਾ ਉਹਦਾ ਆਨੰਦ ਸੀਗਾ, ਜਿਹੜਾ ਉਹਦਾ ਰਸ ਸੀਗਾ, ਜਾਂ ਜਿਹੜੀ ਉਹਦੀ ਲਚਕ ਸੀ, ਜਾਂ ਜਿਹੜੇ ਉਹਨੂੰ ਕਰਨ ਦਾ ਤਰੀਕਾ ਸੀਗਾ, ਉਹ ਅੱਜ ਕੱਲ ਦੇ ਟਾਈਮ ਦੇ ਵਿੱਚ ਜਿਹੜਾ ਗਾ ਉਹ ਖੋਇਆ ਜਾ ਰਿਹਾ ਹੈ। ਅਸੀਂ ਇਹ ਸੋਚ ਰਹੇ ਹਾਂ ਕਿ ਸ਼ਾਇਦ ਜੇ ਕੁਝ ਔਖਾ ਕਰਾਂਗੇ ਤਾਂ ਠੀਕ ਹੋਵੇਗਾ। ਪਹਿਲਾ ਕੁਐਸਚਨ ਵੀ ਇਹੀ ਸੀ। ਪਰ ਜੱਜਮੈਂਟ ਦੇ ਉੱਪਰ ਪ੍ਰਭਾਵ ਇਹਨਾਂ ਚੀਜ਼ਾਂ ਦਾ ਨਹੀਂ ਪੈਂਦਾ। ਤੁਹਾਡੀ ਲਚਕ ਹੋਣੀ ਚਾਹੀਦੀ ਹੈ, ਤੁਹਾਡੀ ਵਿਧਾ ਸਹੀ ਹੋਣੀ ਚਾਹੀਦੀ ਹੈ, ਤੁਹਾਡੀ ਤਾਲ, ਤੁਹਾਡਾ ਸੁਰ, ਜਿਵੇਂ ਬੋਲੀਆਂ ਦੇ ਬਾਰੇ ਕੁਐਸਚਨ ਸੀ, ਬੋਲੀ ਉਸ ਨਾਲ ਢੁਕਦੀ ਵੀ ਹੋਵੇ, ਸੁਰ ਚ ਹੋਵੇ, ਹਨਾ, ਤਾਲ ਨਾਲ ਮੇਲ ਖਾਂਦੀ ਹੋਵੇ, ਉਹ ਤੁਹਾਨੂੰ ਇੱਕ ਜੋਸ਼ ਦੇਣ ਲਈ ਨਾਲ ਆ ਜਿਹੜੀ ਉਹ ਬੋਲੀ ਪਾਈ ਜਾਂਦੀ ਹੈਗੀ। ਨਹੀਂ ਤਾਂ ਸਾਡੇ ਢੋਲ ਦੀ ਤਾਲ ਹੀ ਬਹੁਤ ਹੁੰਦੀ ਹੈ ਸਾਡੇ ਨੱਚਣ ਲਈ। ਠੀਕ ਹੈ ਜੀ। ਤਾਂ ਮੈਂ ਇਹੀ ਗੱਲ ਕਹਿਣੀ ਚਾਹੁੰਦਾਗਾ ਕਿ ਜਿਹੜੀ ਇਹ ਤੁਸੀਂ ਸਵਾਲ ਕੀਤਾ ਸੀਗਾ, ਜਿਵੇਂ ਮੰਨ ਲਓ ਪਹਿਲਾ ਸਵਾਲ ਸੀਗਾ ਕਿ ਵੀ ਕੋਈ ਵੀ ਇਹੋ ਜਿਹੇ ਐਕਸ਼ਨ ਨਹੀਂ ਪਾਉਣੇ ਚਾਹੀਦੇ ਜਿਹੜੇ ਪੁਰਾਤਨ ਭੰਗੜੇ ਆ ਉਹਨੂੰ ਜਿਹੜਾ ਉਹ ਖਰਾਬ ਕਰਦੇ ਹੋ। ਤੇ ਜੱਜਮੈਂਟ ਦੇ ਉੱਪਰ ਮੈਂ ਬਹੁਤ ਜਗ੍ਹਾ ਦੇਖਿਆਗਾ, ਹਾਂ ਕਿਸੇ ਜਗ੍ਹਾ ਰੇਅਰ ਚਾਂਸ ਹੁੰਦੇ ਆ ਕਿ ਇਹਨਾਂ ਚੀਜ਼ਾਂ ਨੂੰ ਪ੍ਰੈਫਰੈਂਸ ਦਿੱਤੀ ਜਾਵੇ, ਬਟ ਜਿਹੜੇ ਜੱਜਮੈਂਟ ਤੇ ਬੈਠਦੇ ਆ, ਮੈਂ ਬਹੁਤ ਵਾਰ ਦੇਖਿਆਗਾ ਕਿ ਸਹੀ ਜੱਜਮੈਂਟ ਹੀ ਹੁੰਦੀ ਹੈ। ਅਸੀਂ ਉੱਥੇ ਦੇਖਦੇ ਹਾਂ ਕਿ ਹਾਂ ਇਹ ਚੀਜ਼ ਠੀਕ ਸੀ ਤਾਂ ਇਹਨੂੰ ਜਿਹੜਾ ਗਾ ਉਹ ਪ੍ਰੈਫਰੈਂਸ ਦਿੱਤੀ ਗਈ ਹੈ ਜਾਂ ਇਹਦੀ ਪੋਜੀਸ਼ਨਸ ਆਈਆਂ ਨੇ। ਉੱਥੇ ਜਿਹੜੇ ਦੂਸਰੇ ਹੁੰਦੇ ਆ ਵੀ ਅਸੀਂ ਇੰਨਾ ਤੇਜ਼ ਨੱਚੇ, ਜਾਂ ਅਸੀਂ ਤਾਂ ਇਹ ਚੀਜ਼ਾਂ ਪਾਈਆਂ, ਅਸੀਂ ਇੰਨੇ ਸਿੱਕੇ ਪਾਏ ਜੀ, ਅਸੀਂ 8 ਦੇ 8 ਸਿੱਕੇ ਵਜਾਏ, ਅਸੀਂ ਕਾਟੂਆਂ ਨਾਲ ਵੀ ਨੱਚੇ, ਅਸੀਂ ਇਹ ਚੀਜ਼ਾਂ ਵੀ ਯੂਜ਼ ਕੀਤੀਆਂ। ਦਰਅਸਲ ਜਿਹੜੀ ਪ੍ਰੋਪਰਟੀ ਹੁੰਦੀ ਹੈ, ਪ੍ਰੋਪਰਟੀ ਵੀ ਯੂਜ਼ ਅਸੀਂ ਕਿਸੇ ਲੈਵਲ ਤੱਕ ਹੀ ਕਰਨੀ ਹੁੰਦੀ ਹੈ ਜਿੱਥੇ ਸਾਨੂੰ ਲੋੜ ਹੁੰਦੀ ਹੈ। ਅਸੀਂ ਆਮ ਸੋਲੋ ਡਾਂਸ ਦੇ ਵਿੱਚ ਵੀ ਦੇਖਦੇ ਹਾਂ ਕਿ ਕੁੜੀ ਜਾ ਮੇਲੇ 'ਚ ਰਹੀ ਹੈ, ਗਾਣਾ ਗਾ ਕਿਵੇਂ ਮੱਸਿਆ ਦੇ ਮੇਲੇ ਨੂੰ ਜਾਵਾਂ, ਚੰਨਾ ਵੇ ਮੇਰਾ ਦਿਲ ਕਰਦਾ, ਤੇ ਪ੍ਰੋਪਰਟੀ ਉਹਦੇ ਵਿੱਚ ਕੀ ਯੂਜ਼ ਕਰਾਈ ਜਾਂਦੀ ਹੈ? ਘੜਾ ਤੇ ਬੰਬੀਹਾ ਚਕਾ ਦਿੱਤਾ ਜਾਂਦਾ ਕਿ ਬਸ ਵੀ ਆਪਾਂ ਗਿੱਧੇ ਦੇ ਐਕਸ਼ਨ ਪਾ ਦੋ, 2-4 ਬੰਬੀਹਾ ਵਜਾ ਦੋ ਨਾਲ, ਚਲੋ ਜੀ ਜੱਜਮੈਂਟ ਤੇ ਪ੍ਰਭਾਵ ਪੈ ਜਾਏਗਾ ਕਿ ਹਾਂ ਇਹਨੇ ਬੰਬੀਹਾ ਵਜਾਇਆ ਕੁੜੀ ਨੇ, ਨਾਲ ਇਹਨੇ ਛੱਜ ਕੁੱਟਿਆ। ਯਾਰ ਉਹ ਮੇਲੇ ਜਾ ਰਹੀ ਹੈ, ਉੱਥੇ ਨਾ ਉਹਦੇ ਕੋਈ ਛੱਜ ਕੁੱਟਣ ਦਾ ਕੰਮ ਹੈ, ਨਾ ਉਹਦਾ ਕੋਈ ਬੰਬੀਹਾ ਵਜਾਉਣ ਦਾ ਕੰਮ ਹੈ। ਬੰਬੀਹਾ ਜਿਹੜਾ ਉਹ ਜਾਗੋ ਦੇ ਵਿੱਚ ਹੀ ਵੱਜਦਾ, ਜਾਂ ਨਾ ਉੱਥੇ ਉਹ ਘੜਾ ਲੈ ਕੇ ਜਾਂਦੀ ਹੈ, ਕੌਣ ਆਪਣਾ ਬੰਦਾ। ਤਾਂ ਉਸ ਤਰੀਕੇ ਨਾਲ ਘੱਟੋ ਘੱਟ ਸਾਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕਿਹੜੀ ਪ੍ਰੋਪਰਟੀ ਕਿਹੜੇ ਟਾਈਮ ਤੇ ਯੂਜ਼ ਕਰਦੇ ਹਾਂ, ਨਾ ਕਿ ਇਹ ਨਹੀਂ ਕਿ ਅਸੀਂ ਸਿਰਫ ਦਿਖਾਵੇ ਲਈ ਐਕਸ਼ਨਾਂ ਨੂੰ ਮੋਲਡ ਕਰੀ ਜਾਈਏ ਜਾਂ ਉਹਨਾਂ ਨੂੰ ਔਖੇ ਬਣਾਈ ਜਾਈਏ। ਤੁਹਾਡੀ ਲਚਕ, ਤੁਹਾਡੀ ਕਰਨ ਦਾ ਤਰੀਕਾ, ਤੁਹਾਡੀ ਜੱਜਮੈਂਟ ਨਾਲ, ਤੁਹਾਡੀ ਆਡੀਅנס ਨਾਲ ਆਈ ਕੰਟੈਕਟ, ਉਹਨਾਂ ਨੂੰ ਆਪਣੇ ਵੱਲ ਖਿੱਚਣਾ, ਤੁਹਾਡੀ ਉਹੀ ਚੀਜ਼ਾਂ ਤੋਂ ਪ੍ਰਭਾਵ ਕਰ ਦਿੰਦੀਆਂ ਨੇ। ਮੈਨੂੰ ਨਹੀਂ ਲੱਗਦਾ ਕਿ ਕੋਈ ਇਹਨਾਂ ਚੀਜ਼ਾਂ ਦਾ ਪ੍ਰਭਾਵ ਪੈਂਦਾ ਜੱਜਮੈਂਟ ਤੇ। ਹਾਂ ਕਦੇ ਹੋ ਜਾਂਦਾ ਫਿਰ ਉਹ ਜੱਜਮੈਂਟ ਦੀ ਗਲਤੀ ਜਿਹੜੀ ਆਪਾਂ ਪਹਿਲਾਂ ਹੀ ਕਰਕੇ ਹਟੇ ਹਾਂ ਕਿ ਜਿਹੜੇ ਬੰਦੇ ਟਾਈਮ ਟੂ ਟਾਈਮ ਜੱਜ ਲਾਏ ਜਾਂਦੇ ਉਹਨਾਂ ਨੂੰ ਕਿਸੇ ਚੀਜ਼ ਦਾ ਪਤਾ ਨਹੀਂ ਹੁੰਦਾ, ਤਾਂ ਉੱਥੇ ਜਾ ਕੇ ਇਹ ਜਿਹੜਾ ਇਹ ਦਿੱਕਤ ਆਉਂਦੀ ਹੈ। ਜਿਵੇਂ ਕਿ ਕੰਪੀਟੀਸ਼ਨ ਅਸੀਂ ਵਿਦਿਅਕ ਮੁਕਾਬਲਿਆਂ 'ਚ ਆਮ ਦੇਖਦੇ ਹਾਂ, ਤਾਂ ਉੱਥੇ ਜ਼ਿਆਦਾਤਰ ਜਿਹੜੀਆਂ ਕੁੜੀਆਂ ਸੋਲੋ ਡਾਂਸ ਦੇ ਵਿੱਚ ਪਾਰਟਿਸਿਪੇਟ ਕਰਦੀਆਂ ਤੇ ਉੱਥੇ ਜੱਜਮੈਂਟ ਸਾਰੀ ਜੈਂਟਸ ਹੁੰਦੀ ਹੈ। ਮੈਂ ਇਹ ਨਹੀਂ ਕਹਿ ਸਕਦਾ ਕਿਉਂਕਿ ਜਿਵੇਂ ਮੈਂ ਗਿੱਧਾ ਤਿਆਰ ਕਰਾਉਣਾ ਮੈਨੂੰ ਨੌਲੇਜ ਹੋਊਗੀ, ਪਰ ਜਿਹੜੀ ਕੁੜੀ ਹੈਗੀ ਉਹਦੀ ਜੱਜਮੈਂਟ ਮੈਨੂੰ ਲੱਗਦਾ ਜ਼ਿਆਦਾ ਵਧੀਆ ਤਰੀਕੇ ਨਾਲ ਕਰ ਸਕਦੀ ਹੈ। ਭੰਗੜੇ ਵਾਲਾ ਬੰਦਾ ਜਦੋਂ ਤੁਸੀਂ ਜੱਜਮੈਂਟ ਤੇ ਲਾਉਂਦੇ ਹੋ ਤਾਂ ਉਹਨੂੰ ਇਹ ਨਹੀਂ ਪਤਾ ਕਿ ਮੇਕਅਪ ਕਿਹੋ ਜਿਹਾ ਹੋਣਾ ਚਾਹੀਦਾ, ਜਾਂ ਉਹਦੀ ਡਰੈਸ ਅਪ ਕਿਹੋ ਜਿਹਾ ਹੋਣਾ ਚਾਹੀਦਾ, ਜਾਂ ਇੱਕ ਅੱਜ ਕੱਲ ਹੋਰ ਵੀ ਟ੍ਰੈਂਡ ਚੱਲਿਆ ਹੋਇਆ ਕਿ ਜਿੰਨਾ ਤੁਸੀਂ
ਦੇਖ ਲਓ YouTube ਚੱਲੀ ਜਾਂਦਾ, ਉੱਥੋਂ ਸੋਲੋ ਡਾਂਸ ਦੇਖੋ, ਉਹਦੀ ਕਾਪੀ ਕਰੋ, ਚਲਾਓ। ਇਹ ਵੀ ਜੱਜਮੈਂਟ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਕਿ ਕਿਹੜਾ ਬੰਦਾ ਨਵੀਂ ਕ੍ਰੀਏਟਿਵ ਚੀਜ਼ ਲੈ ਕੇ ਆ ਰਿਹਾ, ਕਿ ਜਿਹੜਾ ਗਾ ਵੀ ਪਿਛਲੀ ਉਹ ਦੇਖ ਲਈ ਵੀਡੀਓ, ਉਹ ਬੱਚੇ ਨੂੰ ਘਰੇ ਭੇਜਤੀ, ਚਲੋ ਜੀ ਕਰੀ ਜਾਓ, ਪ੍ਰੈਕਟਿਸ ਕਰੀ ਜਾਓ, ਉਹ ਬੱਚਾ ਉਵੇਂ ਹੀ ਕਰੀ ਜਾਂਦਾ। ਨਾ ਤਾਂ ਉਹਨੂੰ ਕੋਈ ਉਹਦੀ ਸਮਝ ਹੁੰਦੀ ਹੈ, ਨਾ ਕੋਈ ਉਹਦੇ ਵਿੱਚ ਨਵੀਂ ਉਹਦਾ ਕ੍ਰੀਏਟਿਵ ਹੁੰਦੀ ਹੈ। ਤਾਂ ਇਹ ਚੀਜ਼ ਵੀ ਜੱਜਮੈਂਟ ਨੂੰ ਦੇਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਜਿਹੜੇ ਜੱਜਮੈਂਟ ਬੰਦੇ ਲਾ ਰਹੇ ਹੋ, ਘੱਟੋ ਘੱਟ ਉਹ ਇਹਨਾਂ ਸੋਸ਼ਲ ਮੀਡੀਆ ਨਾਲ ਜੁੜੇ ਹੋਣ ਜਿੱਥੋਂ ਕਿ ਉਹ ਕਾਪੀ ਨਾ ਹੋਣ। ਇੰਨਾ ਕਿ ਇਹਦੇ ਬਾਰੇ ਮੈਨੂੰ ਬਹੁਤ ਅੱਛੀ ਗੱਲ ਜੀ ਸਰ, ਬਹੁਤ ਸੋਹਣਾ। ਹਾਂਜੀ ਗੁਰਦੀਪ ਜੀ, ਤੁਹਾਡੇ ਸਵਾਲ। ਹਾਂਜੀ ਸਰ, ਕਰਨੈਲ ਦੀ ਤੈਰਾਕੀ ਵਾਲੀ ਗੱਲ ਤੋਂ ਮੈਨੂੰ ਵੀ ਇੱਕ ਗੱਲ ਯਾਦ ਆਈ ਹੈ ਜੀ। ਤੇ ਅਸੀਂ ਵੀ ਜਦੋਂ ਸਕੂਲ ਦੇ ਵਿੱਚ ਕੰਪੀਟੀਸ਼ਨ ਤੇ ਜਾਂਦੇ ਹੁੰਦੇ ਸੀ ਜੀ, ਉਸ ਵਕਤ ਨਾ ਅਸੀਂ 2-3 ਸਕੂਲ ਇਕੱਠੇ ਹੋ ਕੇ ਜਾਂਦੇ ਹੁੰਦੇ ਸੀਗੇ, ਇੱਕ ਬੈਨ ਕਰਾ ਲੈਂਦੇ ਸੀਗੇ। ਤੇ ਕੁਛ ਇੱਥੋਂ ਸਕੂਲ ਤੋਂ ਚੜ ਜਾਂਦੇ ਬੱਚੇ, ਕੁਛ ਅੱਗੇ ਤੋਂ। ਤੇ ਅਸੀਂ ਜਦੋਂ ਦੂਸਰੇ ਸਕੂਲ ਦੇ ਟੀਚਰ ਚੜੇ ਸਾਡੇ ਨਾਲ, ਅਸੀਂ ਉਹਨਾਂ ਨੂੰ ਕਿਹਾ ਜੀ ਤੁਸੀਂ ਬੁਢਲਾਡੇ ਵਿੱਚ ਦੀ ਲੈ ਚੱਲੋ ਬੈਨ। ਉਹ ਕਹਿੰਦੇ ਕਿਉਂ, ਆਪਾਂ ਨੂੰ ਮਾਨਸਾ ਇੱਧਰ ਦੀ ਨੇੜੇ ਪਊਗਾ। ਤੇ ਅਸੀਂ ਆਖਿਆ ਜੀ ਮਜੀਸ਼ੀਅਨ ਚੜਾਉਣੇ ਨੇ ਜੀ, ਉੱਥੋਂ ਗੀਤ ਦਾ ਕੰਪੀਟੀਸ਼ਨ ਆ ਜੀ। ਤੇ ਉਹ ਕਹਿੰਦੇ ਯਾਰ ਮਿਊਜ਼ੀਸ਼ੀਅਨ ਦਾ ਤੁਸੀਂ ਕੱਲ ਲੈ ਕੇ ਰੱਖਣੇ ਸੀ, ਇਹ ਜਿਹੀਆਂ ਚੀਜ਼ਾਂ ਦਾ ਮਾੜੀਆਂ ਮੋਟੀਆਂ ਦਾ ਬੈਗ ਚ ਪਾ ਕੇ ਰੱਖਿਆ ਕਰੋ। ਤੇ ਹੈਲੋ, ਹਾਂਜੀ 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 ਹਾਂਜੀ। ਤੇ ਮਤਲਬ ਉਹੀ ਮਜੀਸ਼ੀਅਨ ਤੋਂ ਹੀ ਗੱਲ ਯਾਦ ਆਈ ਹੈ ਜੀ, ਵੀ ਮੇਰਾ ਸਵਾਲ ਹੈ ਜੀ ਪ੍ਰਗਟ ਸਰ ਨੂੰ। ਤੇ ਗੀਤ ਮੁਕਾਬਲੇ ਦੇ ਵਿੱਚ ਜੀ ਆਪਾਂ ਜਦੋਂ ਜੱਜਮੈਂਟ ਕਰਦੇ ਹਾਂ, ਕੋਈ ਬੱਚੇ ਦੀ ਵੋਕਲ ਬਹੁਤ ਜ਼ਿਆਦਾ ਹੈ, ਵਧੀਆ ਹੈਗੀ, ਬਹੁਤ ਜ਼ਿਆਦਾ ਵਧੀਆ ਵੋਕਲ ਉਹਦੀ, ਪਰ ਉਹਦੇ ਕੋਲੇ ਸਾਜ਼ ਨਹੀਂ ਹੈ, ਮਤਲਬ ਕੋਈ ਵੀ ਇੰਸਟਰੂਮੈਂਟ ਨਹੀਂ ਉਹਦੇ ਨਾਲ ਵੱਜਿਆ ਹੋਇਆ। ਤੇ ਦੂਸਰੀ ਸਾਈਡ ਕਿਸੇ ਬੱਚੇ ਦੀ ਵੋਕਲ ਨਹੀਂ ਵਧੀਆ, ਆਵਾਜ਼ ਉਹਦੀ ਨਹੀਂ ਵਧੀਆ ਮੰਨ ਲਓ, ਤੇ ਪਰ ਉਹਦੇ ਨਾਲ ਸਾਜ਼ ਨੇ, ਮੰਨ ਲਓ ਆਪ ਨਹੀਂ ਪਲੇ ਕਰ ਰਿਹਾ, ਦੂਸਰਾ ਸਾਥੀ ਪਲੇ ਕਰ ਰਿਹਾ ਹੈ। ਕਈ ਇਸ ਦਾ ਕੋਈ ਮੁਕਾਬਲੇ ਦੀ ਜੱਜਮੈਂਟ ਦੇ ਵਿੱਚ ਪ੍ਰਭਾਵ ਪੈਂਦਾ ਵੀ ਅਸੀਂ ਜੱਜਮੈਂਟ ਬੱਚੇ ਦੀ ਵੋਕਲ ਦੀ ਕਰਨੀ ਆ ਜਾਂ ਉਹਦੇ ਨਾਲ ਜਿਹੜੇ ਸਾਥੀ ਵਜਾ ਰਹੇ ਨੇ ਉਹਨੂੰ ਜ਼ਿਆਦਾ ਪ੍ਰੈਫਰੈਂਸ ਦੇਣੀ ਹੈ ਜੀ। ਇਹ ਸਵਾਲ ਤੁਹਾਡੇ ਲਈ ਹੈ ਜੀ। ਹਾਂਜੀ ਸਰ, ਹਾਂਜੀ ਮੈਂ ਦੱਸਦਾ ਜੀ। ਜਿਹੜਾ ਨਾ ਆਪਣੇ ਜੋ ਜੱਜਮੈਂਟ ਪੈਨਲ ਤਿਆਰ ਹੁੰਦਾ ਜੀ, ਇਹਦੇ ਵਿੱਚ ਇਹਨਾਂ ਨੇ ਨੰਬਰ ਵੰਡੇ ਹੁੰਦੇ ਨੇ, ਸਾਜ਼ਾਂ ਨਾਲ ਤਾਲਮੇਲ। ਜਦੋਂ ਬਸ ਉਹ ਜਿਹੜਾ ਬੱਚਾ ਅੱਛਾ ਵੋਕਲ, ਆਪਾਂ ਕਹਿੰਦੇ ਬੱਚਾ ਬਹੁਤ ਵਧੀਆ ਗਾ ਰਿਹਾ ਹੈ ਪਰ ਇੰਸਟਰੂਮੈਂਟ ਨਹੀਂ ਹੈਗੇ, ਉਹਦੇ ਸਿਰਫ ਇੱਥੋਂ ਹੀ ਨੰਬਰ ਕੱਟੇ ਜਾਂਦੇ ਨੇ, ਜੋ ਸਾਜ਼ੇ ਨਾਲ ਤਾਲਮੇਲ। ਕਿਉਂਕਿ ਇਹਦੇ ਵਿੱਚ ਆਪਾਂ ਨੇ ਰੱਖਿਆ ਹੁੰਦਾ ਵੀ ਨਾਲ 2 ਸਾਜ਼ੀ ਹੋਣੇ ਚਾਹੀਦੇ ਨੇ, ਬਸ ਉੱਥੋਂ ਬੱਚੇ ਨੂੰ ਮਾਰ ਪੈਂਦੀ ਹੈ। ਬਾਕੀ ਉਹਨੂੰ ਕੋਈ ਉਹ ਮਤਲਬ ਕਿ ਜੇ ਮੈਂ ਵੀ ਜੱਜਮੈਂਟ ਤੇ ਆਵਾਂ ਤਾਂ ਉਸ ਬੱਚੇ ਨੇ ਜਿਹਨੂੰ ਹੌਸਲਾ ਵਜਾਈ ਵੀ ਦਵਾ ਕੇ ਆਉਣੇ ਆ। ਹਾਂ, ਜੇ ਸਾਨੂੰ ਲੱਗੇ ਵੀ ਦੂਜੇ ਬੱਚੇ ਬਿਲਕੁਲ ਕੁਛ ਕਰ ਰਹੇ, ਉੱਥੇ ਅਸੀਂ ਫਸ ਵੀ ਜਾਂਦੇ ਵੀ ਆਹ ਬੱਚਾ ਬਹੁਤ ਵਧੀਆ, ਵੀ ਇਹਨੂੰ ਅੱਗੇ ਜਾਣਾ ਚਾਹੀਦਾ, ਜ਼ਿਲ੍ਹੇ ਦਾ ਕੰਮ ਹੈ। ਫਿਰ ਅਸੀਂ ਉਸ ਸਕੂਲ ਨੂੰ ਵੀ ਜਿਹੜੇ ਬੱਚੇ ਹੁੰਦੇ ਨੇ, ਟੀਚਰ ਲੈ ਕੇ ਆਉਂਦੇ ਸੀ, ਕਹਿਣੇ ਆ ਬੱਚਾ ਇੰਨਾ ਅੱਛਾ ਹੈ, ਤੁਸੀਂ ਸਕੂਲ ਦੇ ਕਿਸੇ ਵੀ ਫੰਡ 'ਚ ਪਾ ਦਿਓ, ਕਲਚਰ ਐਕਟੀਵਿਟੀ ਫੰਡ ਚੱਲਦਾ, ਬਹੁਤ ਫੰਡ ਚੱਲਦੇ ਨੇ, ਪੈਸੇ ਪਾਓ। ਤਾਂ ਉੱਥੇ ਕਈ ਬੱਚਿਆਂ ਨੂੰ ਮਾਰ ਪੈਂਦੀ ਹੈ, ਪਰ ਨੰਬਰ ਨਾ ਜੁੜਦੇ ਹੋਣ, ਜਿਵੇਂ ਸਾਜ਼ਾਂ ਨਾਲ ਤਾਲਮੇਲ, ਫਿਰ ਉਹ ਬੱਚੇ ਨੂੰ ਆਪਾਂ ਅੱਗੇ ਕਹਿ ਸਕਦਾ ਵੀ ਹਾਂ ਬੱਚਾ ਇਹ ਜਾ ਸਕਦਾ। ਹਾਂਜੀ ਠੀਕ ਹੈ ਸਰ। ਤੇ ਇਹਦੇ ਨਾਲ ਹੀ ਸਰ ਅਗਲਾ ਸਵਾਲ ਹੈ ਜੀ, ਜਿਵੇਂ ਸਕਿੱਟ ਦੀ ਬਹੁਤ ਜ਼ਿਆਦਾ ਗੱਲ ਹੋ ਗਈ ਵੀ ਜਿਵੇਂ 10 ਮਿੰਟ ਦੀ ਸਕਿੱਟ ਹੈ, 10 ਮਿੰਟ ਦਾ ਟਾਈਮ ਦਿੱਤਾ, ਜੇ ਇੱਕ ਵਾਰ ਵੀ ਹਾਸਾ ਨਹੀਂ ਆਉਂਦਾ ਤਾਂ ਉਹ ਰੱਦ। ਪਹਿਲੀ ਸਰ ਨੇ ਗੱਲ ਕੀਤੀ ਹੈ ਇਸ ਬਾਰੇ। ਤੇ ਦੂਸਰਾ ਸਵਾਲ ਇਹ ਹੈ ਵੀ ਸਕਿੱਟ ਦੇ ਵਿੱਚ ਕਿੰਨਾ ਕੁ ਹਾਸਾ ਹੋਣਾ ਚਾਹੀਦਾ, ਉਹ ਵੀ ਸਰ ਨੇ ਜਵਾਬ ਦਿੱਤਾ ਹੈ ਵੀ ਚਲੋ 1-2 ਥਾਂ ਤੇ ਸੀਰੀਅਸ ਗੱਲ ਹੋ ਸਕਦੀ ਹੈ, ਪਰ ਕੰਪਲੀਟਲੀ ਉਹ ਹਾਸੇ ਦੀ ਫਾਰਮ ਦੇ ਵਿੱਚ ਹੀ ਹੋਣਾ ਚਾਹੀਦਾ ਹੈ। ਤੇ ਤੀਸਰਾ ਸਰ ਜਿਹੜਾ ਸਵਾਲ ਹੈ ਮੇਰਾ, ਉਹ ਇਹ ਹੈ ਜੀ, ਕਮੇਡੀ ਨਾਟਕ ਤੇ ਸਕਿੱਟ, ਇਹਨਾਂ ਦੋਨਾਂ ਦੇ ਵਿਚਕਾਰ ਜਿਹੜਾ ਅੰਤਰ ਹੈ, ਇੱਕ ਤਾਂ ਉਹ ਸਪਸ਼ਟ ਕੀਤਾ ਜਾਵੇ ਜੀ। ਤੇ ਦੂਜਾ ਸਕਿੱਟ ਲਈ ਜੀ ਵਿਭਾਗੀ ਨਿਯਮ ਸੀ ਜੀ ਇਸ ਵਾਰ, ਵੀ ਜਿਹੜੇ ਪ੍ਰਤੀਯੋਗੀ ਨੇ ਉਹਨਾਂ ਦੀ ਗਿਣਤੀ 10 ਤੱਕ ਹੋ ਸਕਦੀ ਹੈ, ਪਰ ਜੱਜਮੈਂਟ ਦੇ ਵਿੱਚ ਬਹੁਤ ਸਾਰੇ ਫੀਲਡ ਦੇ ਵਿੱਚ ਇਹ ਗੱਲਾਂ ਆਈਆਂ ਨੇ ਵੀ ਉਹਨਾਂ ਨੇ ਇਹ ਕਹਿ ਕੇ ਉਹ ਕਰਤਾ ਵੀ ਇਹਨਾਂ ਦੀ ਗਿਣਤੀ 5 ਹੈ ਪਾਤਰਾਂ ਦੀ, ਜਿਹੜੇ ਪ੍ਰਤੀਯੋਗੀ ਨੇ। ਵੀ ਕੀ ਇਹ ਨਿਯਮ ਲਾਗੂ ਹੁੰਦਾ ਹੈ ਜਦੋਂ ਵਿਭਾਗ ਨੇ ਪਹਿਲਾਂ ਇਹ ਦਿਸ਼ਾ ਨਿਰਦੇਸ਼ ਦੇਤੇ ਵੀ ਵੱਧ ਤੋਂ ਵੱਧ 10 ਹੋ ਸਕਦੇ ਨੇ, ਜੇ ਕੋਈ ਬੰਦਾ 5 ਲੈ ਆਉਂਦਾ ਕੀ ਉਹ ਇਸ ਗੱਲ ਤੇ ਡਿਸਕੁਆਲੀਫਾਈ ਹੋ ਜਾਊਗਾ, ਇਹਨਾਂ ਦਾ ਪਾਤਰ ਘੱਟ ਨੇ। ਤੇ ਤੀਸਰਾ ਸਾਰਾ ਜਿਹੜਾ ਹੁਣੇ ਇੱਕ ਮੈਸੇਜ ਆਇਆ ਵੀ ਕੀ ਸਟੇਜ ਖਾਲੀ ਹੋਣਾ
ਕਿਸੇ ਸਕਿੱਟ ਦੇ ਚੱਲਦੇ ਦੌਰਾਨ ਕੀ ਇਹ ਇਸ਼ੂ ਹੈ, ਇਹ ਨੰਬਰ ਕੱਟਣ ਦਾ ਇਸ਼ੂ ਹੈ ਜਾਂ ਇਹ ਤੇ ਕੋਈ ਆਬਜੈਕਸ਼ਨ ਲਾਇਆ ਜਾ ਸਕਦਾ ਹੈ? ਇਹ ਦੋ ਸਵਾਲ ਨੇ ਸਰ ਡਾਕਟਰ ਸਾਹਿਬ ਕੁਲਦੀਪ ਸਰ ਨੂੰ। ਜੀ 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 ਪਹਿਲਾਂ ਆਪਾਂ ਪਾਤਰ ਵਾਲੀ ਗੱਲ ਕਰਦੇ ਹਾਂ। ਹਾਂਜੀ ਜੇ ਕੋਈ ਇਸ ਆਧਾਰ ਤੇ ਕਿਸੇ ਨੇ ਡਿਸਕੁਆਲੀਫਾਈ ਕਰਤੀ, ਕੁਝ 5 ਨੇ, ਤਾਂ ਉਹ ਬਿਲਕੁਲ ਸਰਾਸਰ ਗਲਤ ਹੈ। ਇਹ 10 ਤੋਂ ਵੱਧ ਨਹੀਂ ਹੋਣੇ ਚਾਹੀਦੇ ਹੁੰਦੇ, 10 ਤੋਂ ਘੱਟ 8 7 6 5 4, ਇੱਕ ਪਾਤਰੀ ਵੀ ਨਹੀਂ ਚਲੋ ਹੋਣੀ ਚਾਹੀਦੀ ਹੈਗੀ, ਇੱਕ ਪਾਤਰੀ ਵੀ ਬਣਦੀ ਨਹੀਂ ਹੈਗੀ ਸਕਿੱਟ। ਪਰ ਜੇ 3 4 5 6 7 8 ਪਾਤਰ ਹੈਗੇ ਨੇ ਤਾਂ ਉਹਨੂੰ ਡਿਸਕੁਆਲੀਫਾਈ ਨਹੀਂ ਕੀਤਾ ਜਾ ਸਕਦਾ। ਘੱਟ ਦੀ ਕੋਈ ਬੰਦਿਸ਼ ਨਹੀਂ ਹੁੰਦੀ ਹੈਗੀ, ਵੱਧ ਦੀ ਬੰਦਿਸ਼ ਹੁੰਦੀ ਹੈ। ਜੇ ਆਪਾਂ ਕਹੇ ਕਿ ਵੱਧ ਤੋਂ ਵੱਧ 10 ਹੋ ਸਕਦੇ ਨੇ, ਇਹਦਾ ਮਤਲਬ 10 ਨਹੀਂ 9 ਵੀ ਹੋ ਸਕਦੇ ਨੇ, 8 ਵੀ ਹੋ ਸਕਦੇ ਨੇ, 7 ਵੀ ਹੋ ਸਕਦੇ ਨੇ। ਸੋ ਇੱਕ ਤਾਂ ਸਵਾਲ ਮਤਲਬ ਪਹਿਲਾ ਇਹ ਹੈ। ਦੂਜਾ ਸਵਾਲ ਜਿਹੜਾ ਤੁਸੀਂ ਅਖੀਰ ਤੇ ਕੀਤਾ, ਜਿਹੜਾ ਕੀ ਸੀ ਤੁਹਾਡਾ, ਉਹ ਖਾਲੀ ਸਟੇਜ ਵਾਲਾ। ਹਾਂ, ਸਟੇਜ ਖਾਲੀ ਹੋ ਸਕਦੀ ਕਿ ਨਹੀਂ ਹੋ ਸਕਦੀ ਹੈਗੀ। ਸਟੇਜ ਖਾਲੀ ਤੇ ਭਰਨ ਦੇ ਅਲੱਗ-ਅਲੱਗ ਮਾਪਦੰਡ ਹੁੰਦੇ ਨੇ। ਸਟੇਜ ਖਾਲੀ ਹੋਣਾ ਤੁਸੀਂ ਕਿਸ ਚੀਜ਼ ਨੂੰ ਮੰਨਦੇ ਹੋ? ਜੇ ਤਾਂ ਕੰਪਲੀਟਲੀ ਸਾਰਾ ਕੁਝ ਬੰਦ ਹੋ ਗਿਆ, ਨਾ ਤੁਹਾਡਾ ਕੋਈ ਮਿਊਜ਼ਿਕ ਚੱਲਦਾ ਹੈ, ਨਾ ਤੁਹਾਡਾ ਕੋਈ ਸਟੇਜ ਤੇ ਐਕਟਰ ਹੈ, ਫਿਰ ਤਾਂ ਉਹ ਕਿਤੇ ਨਾ ਕਿਤੇ ਦੋਸ਼ ਮੰਨਿਆ ਜਾਂਦਾ ਹੈ, ਕਿਉਂਕਿ ਉਹਦੇ ਨਾਲ ਤੁਹਾਡਾ ਜਿਹੜਾ ਗਤੀ ਹੈ ਜਿਹੜੀ ਉਹਦੀ ਸਕਿੱਟ ਦੀ, ਉਹ ਟੁੱਟਦੀ ਹੈ। ਜੇ ਮਤਲਬ ਇਹ ਹੈ ਕਿ ਸਟੇਜ ਤੇ ਭਾਵੇਂ ਪਾਤਰ ਨਹੀਂ ਹੈਗਾ, ਪਰ ਕੋਈ ਤੁਸੀਂ ਮਿਊਜ਼ਿਕ ਨਾਲ ਉਹਦੀ ਕੰਟੀਨਿਊਟੀ ਬਣਾਉਂਦੇ ਹੋ, ਜਾਂ ਕੋਈ ਆਵਾਜ਼ ਆ ਰਹੀ ਹੈ ਪਲੇਬੈਕ ਤੇ ਉਹਦੇ ਨਾਲ ਕੰਟੀਨਿਊਟੀ ਬਣਾਉਂਦੇ ਹੋ, ਜਾਂ ਉਹਦੀ ਪਾਤਰ ਨਾਲ ਕੰਟੀਨਿਊਟੀ ਬਣਾਉਂਦੇ ਹੋ। ਮਤਲਬ ਕਹਿਣ ਦਾ ਭਾਵ ਹੈ ਕਿ ਕੰਟੈਂਟ ਦੀ ਕੰਟੀਨਿਊਟੀ ਬਣਨੀ ਚਾਹੀਦੀ ਹੈ। ਉਹ ਕੰਟੀਨਿਊਟੀ ਬਣਾਉਣ ਦੇ ਬਹੁਤ ਸਾਰੇ ਤਰੀਕੇ ਹੋ ਸਕਦੇ ਨੇ। ਤੁਸੀਂ ਮਤਲਬ ਕੋਈ ਇੱਕ ਪਾਤਰ ਤੁਹਾਡਾ ਸਟੇਜ ਤੇ ਖੜਾ ਰਹਿ ਸਕਦਾ ਸਟਿਲ ਮੋਡ ਦੇ ਵਿੱਚ, ਤਾਂ ਵੀ ਤੁਹਾਡੀ ਕੰਟੀਨਿਊਟੀ ਹੈ। ਪਿੱਛੋਂ ਕੋਈ ਆਵਾਜ਼ ਆ ਰਹੀ ਹੈ, ਉਹ ਵੀ ਕੰਟੀਨਿਊਟੀ ਹੈ। ਕੋਈ ਮਿਊਜ਼ਿਕ ਨਾਲ ਅਟੈਚ ਹੈ, ਉਹ ਵੀ ਕੰਟੀਨਿਊਟੀ ਹੈ। ਕੰਟੀਨਿਊਟੀ ਨਹੀਂ ਟੁੱਟਣੀ ਚਾਹੀਦੀ ਹੈਗੀ ਸਕਿੱਟ ਦੇ ਵਿੱਚ। ਇਕਾਂਗੀ ਦੇ ਵਿੱਚ ਵੀ ਜਿਹੜਾ ਫੁੱਲ ਲੈਂਥ ਪਲੇ ਹੈ, ਉਹਦੇ ਵਿੱਚ ਇਹ ਸੰਭਾਵਨਾਵਾਂ ਹੁੰਦੀਆਂ ਨੇ। ਉਹਦੇ ਵਿੱਚ ਤੁਸੀਂ ਸੀਨ ਚੇਂਜ ਕਰਨੇ ਹੁੰਦੇ ਨੇ, ਤੇ ਇੱਕ ਸੀਨ ਤੋਂ ਦੂਜੇ ਸੀਨ ਦੇ ਵਿਚਕਾਰ ਤੁਸੀਂ ਬਿਲਕੁਲ ਬੰਦ ਕਰਕੇ ਵੀ ਮਤਲਬ ਤੁਸੀਂ ਨਾਟਕ ਅੱਗੇ ਤੋਰ ਸਕਦੇ ਹੋ। ਜੇ 1 ਮਿੰਟ ਦਾ ਗੈਪ ਹੈ, 1.5 ਮਿੰਟ ਦਾ ਗੈਪ ਹੈ, ਅੱਜ ਕੱਲ੍ਹ ਤਾਂ ਵੈਸੇ ਉਹ ਵੀ ਉਵੇਂ ਨਹੀਂ ਹੁੰਦਾ ਨਹੀਂ ਹੈਗਾ। ਬਹੁਤ ਸਾਰੇ ਤਰੀਕੇ ਨੇ, ਮਿਊਜ਼ਿਕ ਪਿੱਛੇ ਚੱਲਦਾ ਰਹਿੰਦਾ ਜਾਂ ਗੀਤ ਪਿੱਛੇ ਚੱਲਦਾ ਰਹਿੰਦਾ ਹੈ, ਪਰ ਫਿਰ ਵੀ ਫੁੱਲ ਲੈਂਥ ਪਲੇ ਦੇ ਵਿੱਚ ਇਹ ਗੁੰਜਾਇਸ਼ ਹੁੰਦੀ ਹੈ। ਇਕਾਂਗੀ ਦੇ ਵਿੱਚ ਤੇ ਸਕਿੱਟ ਦੇ ਵਿੱਚ ਇਹ ਗੁੰਜਾਇਸ਼ ਹੁੰਦੀ ਨਹੀਂ ਹੈਗੀ, ਤੇ ਇਹਨੂੰ ਮਤਲਬ ਕਿਤੇ ਨਾ ਕਿਤੇ ਨੁਕਸ ਮੰਨ ਲਿਆ ਜਾਂਦਾ ਹੈ। ਜਿਹੜੀ ਤੀਜੀ ਗੱਲ ਤੁਸੀਂ ਕਿਹਾ ਸੀ ਕਿ ਹਾਸ ਵਿਅੰਗ ਨਾਟਕ ਤੇ ਸਕਿੱਟ ਦੇ ਵਿੱਚ ਕੀ ਫਰਕ ਹੈ, ਦੋਨਾਂ ਦੀ ਨੇਚਰ ਤਾਂ ਇੱਕੋ ਹੀ ਹੈ ਕਿ ਦੋਨਾਂ ਨੇ ਆਪਣੀ ਗੱਲ ਹਾਸਰਸੀ ਸ਼ੈਲੀ ਦੇ ਵਿੱਚ ਕਹਿਣੀ ਹੁੰਦੀ ਹੈ। ਹਾਸ ਵਿਅੰਗ ਨਾਟਕ ਨੇ ਵੀ ਉਸ ਤਰੀਕੇ ਨਾਲ ਕਹਿਣੀ ਹੁੰਦੀ ਹੈ ਤੇ ਸਕਿੱਟ ਨੇ ਵੀ ਕਹਿਣੀ ਹੁੰਦੀ ਹੈ। ਪਰ ਦੋਨਾਂ ਦੇ ਵਿੱਚ ਜਿਹੜਾ ਮੇਜਰ ਫਰਕ ਹੈ, ਜਿਹੜਾ ਨਾਟਕ ਹੈ ਉਹ ਜ਼ਿੰਦਗੀ ਦੇ ਬਹੁਤ ਵੱਡੇ ਸਪੈਨ ਨੂੰ ਕਵਰ ਕਰਦਾ ਹੁੰਦਾ ਹੈ। ਉਹਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਹੋ ਸਕਦੀਆਂ ਨੇ, ਉਹਦੀਆਂ ਬਹੁਤ ਸਾਰੀਆਂ ਥਾਵਾਂ, ਉਹਦੇ ਬਹੁਤ ਸਾਰੇ ਵੈਨਿਊਜ਼, ਉਹਦੇ ਵਿੱਚ ਸਮੇਂ ਦਾ ਗੈਪ, ਉਹਦੇ ਵਿੱਚ ਸਥਾਨ ਦਾ ਗੈਪ। ਇੱਕ ਨਾਟਕ ਦੇ ਵਿੱਚ ਤੁਸੀਂ 5 ਥਾਵਾਂ 7 ਥਾਵਾਂ ਵੀ ਚੁਣ ਸਕਦੇ ਹੋ। ਇੱਕ ਸੀਨ ਕਿਸੇ ਘਰ ਦਾ ਹੈ, ਇੱਕ ਸੀਨ ਦਫ਼ਤਰ ਦਾ ਹੈ, ਇੱਕ ਸੀਨ ਕਿਤੋਂ ਹੋਰ ਦਾ ਹੈ, ਇੱਕ ਸੀਨ ਕਿਤੋਂ ਹੋਰ ਦਾ ਹੈ, ਕਿਉਂਕਿ ਉਹ ਤੁਹਾਡੇ ਕੋਲੇ ਅੱਧੇ ਪੌਣੇ ਘੰਟੇ ਦੇ ਵਿੱਚ ਇੱਕ ਬਹੁਤ ਜ਼ਿਆਦਾ ਸਪੇਸ ਹੁੰਦੀ ਹੈ ਇਸ ਗੱਲ ਦੀ ਕਿ ਤੁਸੀਂ ਸਮੇਂ ਦਾ ਗੈਪ, ਸਥਾਨ ਦਾ ਗੈਪ ਤੇ ਐਕਸ਼ਨ ਦਾ ਗੈਪ, ਤਿੰਨੇ ਗੈਪ ਉਹਦੇ ਵਿੱਚ ਪਾ ਸਕਦੇ ਹੋ। ਪਰ ਸਕਿੱਟ ਦੇ ਵਿੱਚ ਇਹ ਗੁੰਜਾਇਸ਼ ਨਹੀਂ ਹੁੰਦੀ ਹੈਗੀ। ਸਕਿੱਟ ਦੇ ਵਿੱਚ ਤੁਸੀਂ ਬਹੁਤ ਵੱਡੀ ਘਟਨਾ ਨਹੀਂ ਲੈ ਸਕਦੇ ਹੁੰਦੇ। ਤੁਸੀਂ ਲਾਈਫ ਦਾ ਕੋਈ ਇੱਕ ਘਟਨਾ, ਇੱਕ ਕੋਈ ਇਹੋ ਜਿਹਾ ਐਲੀਮੈਂਟ ਆਪਾਂ ਲੈ ਲਈਏ ਜਿੱਥੇ ਆਪਾਂ ਗੱਲ ਕਰਨੀ ਹੈ, ਜਿੱਥੇ ਆਪਾਂ ਸਟੈਰ ਕਰਨਾ ਚਾਹੁੰਦੇ ਹਾਂ, ਉਸ ਜਿਹੜੀ ਉਹ ਛੋਟੀ ਘਟਨਾ ਹੈ ਉਹਦੇ ਆਲੇ ਦੁਆਲੇ ਹੀ ਤੁਹਾਡੀ ਸਾਰੀ ਬੁਣਤੀ ਹੁੰਦੀ ਹੈ। ਬਹੁਤ ਕੰਪੈਕਟਨੈਸ ਹੁੰਦੀ ਹੈ ਉਹਦੇ ਵਿੱਚ ਸੀਨ ਚੇਂਜ ਕਰਨ ਦੀ ਕੋਈ ਬਹੁਤ ਜ਼ਿਆਦਾ ਗੁੰਜਾਇਸ਼ ਨਹੀਂ ਹੁੰਦੀ ਹੈਗੀ। ਉਹਦੇ ਵਿੱਚ ਸਮੇਂ ਦਾ ਗੈਪ ਪਾਉਣ ਦੀ ਕੋਈ ਬਹੁਤ ਜ਼ਿਆਦਾ ਗੁੰਜਾਇਸ਼ ਨਹੀਂ ਹੁੰਦੀ। ਇਹ ਸਮਝ ਲਓ ਕਿ ਹਾਸ ਵਿਅੰਗ ਨਾਟਕ ਦਾ ਬਹੁਤ ਕੰਪੈਕਟ ਰੂਪ ਹੈ ਸਕਿੱਟ, ਜਿਹਦੇ ਵਿੱਚ ਇਹ ਗੁੰਜਾਇਸ਼ ਨਹੀਂ ਹੁੰਦੀ ਹੈਗੀ ਕਿ ਤੁਸੀਂ ਬਹੁਤ ਵੱਡਾ ਸਪੈਨ, ਬਹੁਤ ਵੱਡਾ ਕਾਰਜਕਾਲ, ਬਹੁਤ ਵੱਡਾ ਏਰੀਆ ਕਵਰ ਕਰ ਲਓ ਕਿ 1947 ਤੋਂ ਲੈ ਕੇ 2022 ਤੱਕ ਦਾ ਸਪੈਨ ਕਵਰ ਕਰ ਲਓ। ਕੋਈ ਤੁਸੀਂ ਇੱਕ ਛੋਟਾ ਸਪੈਨ ਦੀ ਘਟਨਾ ਲੈਣੀ ਹੁੰਦੀ ਹੈ ਤੇ ਉਸ ਘਟਨਾ ਨੂੰ ਹਾਸ ਵਿਅੰਗ ਸ਼ੈਲੀ ਦੇ ਵਿੱਚ ਪੇਸ਼ ਕਰਨਾ ਹੁੰਦਾ ਹੈ। ਇਹ ਸਕਿੱਟ ਹੈ ਤੇ ਹਾਸ ਵਿਅੰਗ ਤਾਂ ਹੋਣਾ ਹੀ ਚਾਹੀਦਾ ਹੈ, ਹਾਸਰਸੀ ਸ਼ੈਲੀ ਤਾਂ ਹੋਣੀ ਹੀ ਚਾਹੀਦੀ ਹੈ। ਇੱਥੇ ਤੁਸੀਂ ਡਿਸਕੁਆਲੀਫਾਈ ਵੀ ਕਰ ਸਕਦੇ ਹੋ ਜਿਹੜਾ ਇਸ ਨਿਯਮ ਤੇ ਪੂਰਾ ਨਹੀਂ ਉਤਰਦਾ ਹੈਗਾ। ਬਾਕੀ ਨਿਯਮਾਂ ਦੇ ਵਿੱਚ ਥੋੜਾ ਬਹੁਤ ਚਲੋ ਅੱਗੇ ਪਿੱਛੇ ਹੁੰਦਾ ਹੈ। ਉਹ ਇੱਕ ਐਟਮ ਦੀ ਦੂਜੇ ਐਟਮ ਨਾਲ ਜਦੋਂ ਆਪਾਂ ਕੰਪੈਰੀਜ਼ਨ ਕਰਦੇ ਹਾਂ, ਉੱਥੇ ਕੁਝ ਗੱਲਾਂ ਨੂੰ ਦੇਖ ਲੈਂਦੇ ਆ ਕਿ ਇਹਦੇ ਕੋਲੇ ਚਲੋ ਜੇ ਇਹਦੇ ਵਿੱਚ ਆਹ ਘਾਟ ਹੈ ਤਾਂ ਦੂਜੇ ਕੋਲੇ ਇਹਦੇ ਕੋਲੇ ਆਹ ਪਲੱਸ ਪੁਆਇੰਟ ਵੀ ਹੈਗਾ। ਉੱਥੇ ਤੁਸੀਂ ਜਮਾ ਘਟਾਓ ਕਰਕੇ ਉਹਦੀ ਪੋਜੀਸ਼ਨ ਕੱਢ ਸਕਦੇ ਹੋ। ਪਰ ਜਿਹੜਾ ਬੇਸਿਕ ਰੂਲ ਹੈ ਇਹਦਾ ਹਾਸਰਸੀ, ਉਹ ਹੋਣਾ ਬਹੁਤ ਜ਼ਰੂਰੀ ਹੈ। ਹਾਂਜੀ ਸਰ, ਤੇ ਇੱਕ ਸਰ ਟਾਈਮ ਦੇ ਨਾਲ ਸੰਬੰਧਿਤ ਆ ਜਿਹੜਾ ਸਵਾਲ ਜੀ ਮੇਰਾ, ਤੇ ਟਾਈਮ ਦੇ ਵਿੱਚ ਮਤਲਬ
ਕਿਸੇ ਟੀਮ ਦੇ 15 ਸੈਕਿੰਡ ਉੱਪਰ ਲੈ ਜਾਂਦਾ ਹੈ ਜਾਂ ਕੋਈ ਟੀਮ 15 ਸੈਕਿੰਡ ਹੇਠਾਂ ਰਹਿ ਜਾਂਦੀ ਹੈ ਟਾਈਮ ਤੋਂ। ਕੀ ਇਹ ਕੋਈ ਛੋਟ ਹੈ ਸਰ 15 ਸੈਕਿੰਡ ਦੀ, ਕਿਤੇ ਪਹਿਲਾਂ ਹੁੰਦੀ ਹੋਵੇ ਜਾਂ ਦੇਖੋ, ਹਾਂ, ਅੱਗੇ ਬਿਲਕੁਲ, ਇਸ ਕਿਸਮ ਬਿਲਕੁਲ। ਜਿਹੜੇ ਦਾ ਨਿਯਮ ਹੈ ਸਰ ਜਿਹੜੇ 15 ਪ੍ਰਗਟ ਸਿੰਘ ਸੈਕਿੰਡ? ਨੂੰ ਪਤਾ ਹੈ ਕਿ ਜਿਹੜੇ ਬੋਰਡ ਦੇ ਕਿਤਾਬ 'ਚ ਸਾਡੇ ਕੋਲੇ ਆਉਂਦੇ ਨੇ ਨਾ, ਜੇ ਹੁਣ ਵੀ ਕਿਸੇ ਕੋਲੇ ਘਰ ਪਏ ਹੋਣੇ, ਮੇਰੇ ਕੋਲ ਤਾਂ ਬਹੁਤ ਸਾਰੇ ਪਏ ਨੇ। ਲਗਭਗ ਹਰ ਸਾਲ ਜਿਹੜੇ ਸਾਡੇ ਖੇਤਰੀ ਦਫ਼ਤਰ ਨੇ, ਵੈਸੇ ਮੈਂ ਜਾਣਕਾਰੀ 'ਚ ਵਾਧਾ ਕਰਦਾ ਤੁਹਾਡੇ ਸਾਰਿਆਂ ਦੇ, ਮਤਲਬ ਪਹਿਲਾਂ ਇਹ ਜਿਹੜੇ ਕਿਤਾਬ ਜਿਸ ਸਕੂਲਾਂ ਦੇ ਵਿੱਚ ਆਉਂਦੇ ਹੁੰਦੇ ਸੀ, ਅੱਜ ਤੋਂ ਜਦੋਂ ਮੈਂ ਤੁਹਾਨੂੰ ਮੁਕਾਬਲਿਆਂ 'ਚ ਲੈ ਕੇ ਜਾਂਦਾ ਹੁੰਦਾ ਸੀ, ਉਦੋਂ ਮਤਲਬ ਡਾਕ ਰਾਹੀਂ ਸਿੱਧਾ ਬੋਰਡ ਸਕੂਲਾਂ 'ਚ ਭੇਜਦਾ ਹੁੰਦਾ ਸੀ। ਉਹਦੇ ਨਾਲ ਕੀ ਸੀ, ਹਰੇਕ ਸਕੂਲ 'ਚ ਕਿਤਾਬਚਾ ਪਹੁੰਚ ਜਾਂਦਾ ਸੀ ਤੇ ਹਰੇਕ ਟੀਚਰ ਨੂੰ ਇਨਫੋਰਮੇਸ਼ਨ ਮਿਲ ਜਾਂਦੀ ਸੀ ਤੇ ਰੂਲ ਮਿਲ ਜਾਂਦੇ ਸੀ। ਉਦੋਂ ਬਾਅਦ ਇਹਨਾਂ ਨੇ ਆਪਦੀ ਸੌਖ ਕਰਕੇ ਬੋਰਡ ਵਾਲੇ ਨੇ ਕੀ ਕਰਤਾ, ਇਹਨਾਂ ਨੇ ਖੇਤਰੀ ਦਫ਼ਤਰਾਂ ਦੇ ਵਿੱਚ ਭੇਜਦੇ ਨੇ। ਹੁਣ ਇਹ ਖੇਤਰੀ ਦਫ਼ਤਰਾਂ ਦੇ ਵਿੱਚ ਇਕੱਠੇ 30-30 40 ਜਿਹੜੀ 50-50 100-100 ਜਿਹੜੇ ਸਕੂਲਾਂ ਦੇ ਵੱਡੇ ਜ਼ਿਲ੍ਹਿਆਂ 'ਚ ਵੱਧ ਭੇਜ ਦਿੰਦੇ ਨੇ। ਹੁਣ ਜਿਹੜੇ ਟੀਚਰ ਦਾ ਇੰਟਰਸਟ ਹੈ ਉਹ ਖੇਤਰੀ ਦਫ਼ਤਰ ਜਾ ਕੇ ਲੈ ਆਉਂਦਾ ਹੈ, ਜਿਹੜੇ ਟੀਚਰ ਦਾ ਕੋਈ ਇੰਟਰਸਟ ਨਹੀਂ, ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਬੋਰਡ ਦੇ ਮੁਕਾਬਲੇ ਕਦੋਂ ਆ ਗਏ। ਸੋ ਬੋਰਡ ਦੇ ਮੁਕਾਬਲਿਆਂ ਦਾ ਬਕਾਇਦਾ ਇੱਕ ਕਿਤਾਬਚਾ ਸ਼ਬਦ ਹੈ, ਬਕਾਇਦਾ ਇੱਕ ਨਿਯਮਾਵਲੀ ਹੈ। ਉਹ ਮੁਕਾਬਲੇ ਕਾਫੀ ਹੱਦ ਤੱਕ ਨਿਯਮ ਉਹਦੇ ਬਹੁਤ ਕਲੀਅਰ ਵੀ ਨੇ ਤੇ ਉਹ ਰੋਲ ਮਾਡਲ ਵੀ ਹੈ ਸਾਡੇ ਵਾਸਤੇ ਕਿ ਸਕੂਲਾਂ ਦੇ ਵਿੱਚ ਜਿਹੜੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਪੀਟੀਸ਼ਨਾਂ ਦੇ ਨਾਰਮ ਨੇ ਉਹ ਲਗਭਗ ਫਾਲੋ ਹੋਣੇ ਚਾਹੀਦੇ ਨੇ। ਜੇ ਕੋਈ ਮੁਕਾਬਲਾ ਹੀ ਚਲੋ ਵੱਖਰਾ ਆ ਗਿਆ, ਉਹਨਾਂ 'ਚ ਹੈ ਨਹੀਂਗਾ, ਉਹਦੇ ਤਾਂ ਰੂਲ ਆਪਾਂ ਨੂੰ ਨਵੇਂ ਫਾਰਮ ਕਰਨੇ ਪੈਣਗੇ। ਅਦਰਵਾਈਜ਼ ਸਾਨੂੰ ਇਹ ਸਟੈਂਡਰਡ ਕਰ ਦੇਣਾ ਚਾਹੀਦਾ ਹੈ, ਉਹਨਾਂ ਤੇ ਹੋਰ ਵਰਕ ਕਰ ਲੈਣਾ ਚਾਹੀਦਾ ਹੈ। ਜੇ ਕਿਤੇ ਕਮੀ ਲੱਗਦੀ ਹੈ ਉਹ ਤੇ ਹੋਰ ਐਕਸਪਰਟ ਓਪੀਨੀਅਨ ਲੈ ਲੈਣਾ ਚਾਹੀਦਾ ਹੈ। ਪਰ ਇੱਕ ਮਤਲਬ ਜਨਰਲ ਫਾਰਮੈਟ ਬਣਾ ਦੇਣਾ ਚਾਹੀਦਾ ਹੈ ਕਿ ਭਾਈ ਜੇ ਅਸੀਂ ਸ਼ਾਰਟ ਪਲੇ ਕਰਨਾ ਹੈ ਤਾਂ ਉਹਦਾ ਆਹ ਸਮਾਂ ਹੋਊਗਾ, ਜੇ ਅਸੀਂ ਸਕਿੱਟ ਕਰਨੀ ਹੈ ਉਹਦਾ ਆਹ ਸਮਾਂ ਹੋਊਗਾ। ਉਹਨੂੰ ਅਸੀਂ ਵਾਰ-ਵਾਰ ਚੇਂਜ ਨਾ ਕਰੀਏ ਅਸੀਂ, ਕਿਉਂਕਿ ਵਿਦਾ ਦੇ ਰੂਲ ਲਗਭਗ ਸੇਮ ਹੁੰਦੇ ਨੇ। ਇਹ 'ਚ ਬਹੁਤੀ ਚੇਂਜ ਕਰਨ ਦੀ ਗੁੰਜਾਇਸ਼ ਹੁੰਦੀ ਨਹੀਂ ਹੈਗੀ। ਜਿਹੜੀ ਗੱਲ ਤੁਸੀਂ ਕਹੀ ਹੈ ਕਿ 15 ਸੈਕਿੰਡ ਪੜ੍ਹੀਏ, ਬਿਲਕੁਲ ਉਹਨਾਂ ਕਿਤਾਬਾਂ ਦੇ ਵਿੱਚ ਬਕਾਇਦਾ ਤੁਸੀਂ ਬਹੁਤ ਸਾਲਾਂ ਦੇ ਵਿੱਚ, ਮੈਂ ਤਾਂ ਲਗਾਤਾਰ ਹਰ ਵਾਰੀ ਪੜ੍ਹਦਾ, ਮੈਂ ਬਹੁਤ ਸਟੱਡੀ ਕਰਦਾ ਉਸਨੂੰ, 15 ਸੈਕਿੰਡ ਦਾ ਗ੍ਰੇਸ ਸਪੀਡ ਹੁੰਦਾ ਹੈ ਕਿ 15 ਸੈਕਿੰਡ ਜੇ ਤੁਸੀਂ ਕ੍ਰਾਸ ਕਰ ਜਾਂਦੇ ਹੋ ਤਾਂ ਵੀ ਤੁਸੀਂ ਡਿਸਕੁਆਲੀਫਾਈ ਨਹੀਂ ਹੁੰਦੇ, 15 ਸੈਕਿੰਡ ਪਹਿਲਾਂ ਖਤਮ ਕਰ ਦਿੰਦੇ ਹੋ ਤਾਂ ਵੀ ਤੁਸੀਂ ਡਿਸਕੁਆਲੀਫਾਈ ਨਹੀਂ ਹੁੰਦੇ ਹੈਗੇ। ਪਰ ਇਸ ਨੂੰ ਹੁਣ ਕੋਈ, ਜਿਵੇਂ ਆਜ਼ਾਦੀ ਦੇ 75 ਸਾਲ ਹੈ, ਇਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੰਡਰ ਨਹੀਂ ਹੋ ਰਹੇ, ਇਸੇ ਦਾ ਸਿੱਖਿਆ ਮਹਿਕਮਾ ਕਰਾ ਰਿਹਾ ਹੈ। ਉੱਥੇ ਹੁਣ ਉਹਨਾਂ ਨਿਯਮਾਂ ਨੂੰ ਮੰਨਣਾ ਜਾਂ ਨਾ ਮੰਨਣਾ ਇਹ ਜੱਜਾਂ ਦੀ ਮਰਜ਼ੀ ਤੇ ਹੋ ਗਿਆ। ਜਾਂ ਤਾਂ ਬੋਰਡ ਚਿੱਠੀ, ਜਾਂ ਤਾਂ ਮਹਿਕਮਾ ਚਿੱਠੀ ਜਾਰੀ ਕਰੇ ਕਿ ਜਿਹੜੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਰੂਲ ਨੇ ਉਹਨਾਂ ਨੂੰ ਮੋਟੇ ਤੌਰ ਤੇ ਫਾਲੋ ਕੀਤਾ ਜਾਵੇ, ਉਹ ਰੂਲ ਅਲਟੀਮੇਟ ਨੇ, ਫਿਰ ਤਾਂ ਇਹ ਸਾਰਿਆਂ ਵਾਸਤੇ ਲਾਜ਼ਮੀ ਹੋ ਜਾਊਗਾ। ਫਿਰ ਤਾਂ 15 ਸੈਕਿੰਡ ਦਾ ਗ੍ਰੇਸ ਸਪੀਡ ਮਿਲਣਾ ਚਾਹੀਦਾ ਤੇ ਮੈਨੂੰ ਇਹ ਲੱਗਦਾ, ਨਿੱਜੀ ਤੌਰ ਤੇ ਮੇਰੀ ਰਾਏ ਹੈ ਕਿ ਮਿਲਣਾ ਚਾਹੀਦਾ ਹੈ, ਕਿਉਂਕਿ ਇਹ ਕੋਈ ਮਸ਼ੀਨ ਨਹੀਂ ਹੁੰਦਾ ਹੈਗਾ, ਕਲਾਮਾਂ ਮਕੈਨੀਕਲ ਨਹੀਂ ਹੁੰਦੀਆਂ ਹੈਗੀਆਂ। ਚਲੋ ਗੀਤ ਦੇ ਵਿੱਚ ਜਾਂ ਡਾਂਸ ਦੇ ਵਿੱਚ ਤਾਂ ਕੰਪੋਜੀਸ਼ਨਾਂ ਫਿਕਸ ਹੁੰਦੀਆਂ ਨੇ ਕਿ ਤੁਸੀਂ ਓਨਾ ਹੀ ਨੱਚਣਾ ਹੁੰਦਾ ਹੈ, ਤੁਸੀਂ ਉਸ ਰਿਦਮ ਤੋਂ ਬਾਹਰ ਨਹੀਂ ਜਾ ਸਕਦੇ ਹੈਗੇ। ਪਰ ਨਾਟਕ ਦੇ ਵਿੱਚ, ਕਵਿਤਾ ਦੇ ਵਿੱਚ ਕਿਤੇ ਨਾ ਕਿਤੇ 5 ਸੈਕਿੰਡ 10 ਸੈਕਿੰਡ ਦੀ ਇਹ ਮਤਲਬ ਹੋ ਜਾਂਦਾ ਹੈ। ਹਿਊਮਨ ਬੀਇੰਗ ਹੈ, ਉਹ ਕਿਸੇ ਗੱਲ ਨੂੰ ਕਈ ਵਾਰੀ ਸਪੀਡ ਉਹਦੀ ਬੱਚੇ ਦੀ ਤੇਜ਼ ਹੋ ਸਕਦੀ ਹੈ, ਕਈ ਵਾਰੀ ਸਲੋ ਹੋ ਸਕਦੀ ਹੈ, ਕਈ ਵਾਰੀ ਰਿਹਰਸਲ 'ਚ ਹੋਰ ਹੁੰਦੀ ਹੈ, ਸਟੇਜ ਤੇ ਜਾ ਕੇ ਹੋਰ ਹੁੰਦੀ ਹੈ। ਨਾਟਕ ਦੇ ਵਿੱਚ ਕੀ ਹੁੰਦਾ ਹੈਗਾ, ਜੇ ਤੁਸੀਂ ਨਾਟਕ ਨੂੰ ਵੱਡੀ ਸਟੇਜ ਤੇ ਕਰਾ ਦਿਓ, ਖੁੱਲੀ ਸਟੇਜ ਤੇ ਕਰਾ ਦਿਓ, ਮੰਨ ਲਓ 30 ਫੁੱਟ ਚੌੜੀ ਸਟੇਜ ਹੈ ਤਾਂ ਤੁਹਾਡੇ 5 ਮਿੰਟ ਵੈਸੇ ਹੀ ਵੱਧ ਜਾਣਗੇ। ਜੇ ਤੁਸੀਂ ਕਮਰੇ 'ਚ ਕਰਾਉਣਾ ਹੈ ਤਾਂ 5 ਮਿੰਟ ਤੁਹਾਡੇ ਵੈਸੇ ਹੀ ਘਟ ਜਾਣਗੇ, ਜਿੱਥੇ ਤੁਸੀਂ ਤੁਰਨਾ ਹੀ ਨਹੀਂ ਹੈਗਾ। ਸੋ ਇਹਦੇ ਵਿੱਚ ਇਹ ਗੁੰਜਾਇਸ਼ ਹੁੰਦੀ ਹੈ। ਉੱਥੇ 15 ਸੈਕਿੰਡ ਮੈਨੇ ਨਹੀਂ ਰੱਖਦੀ ਹੈਗੀ ਗੱਲ। ਜੇ ਤੁਸੀਂ ਗ੍ਰੇਸ ਸਪੀਡ ਦੇ ਦੋਗੇ ਤਾਂ ਇਹ ਚੰਗੀ ਗੱਲ ਹੈ, ਦੇ ਦੇਣਾ ਚਾਹੀਦਾ ਹੈ। ਮੈਂ ਘੱਟੋ ਘੱਟ ਹਿਊਮਨ ਬੀਇੰਗ ਜਿੱਥੇ ਵੀ ਜਾਣਾ, ਭਾਵੇਂ ਨਹੀਂ ਰੂਲ ਹੈਗਾ, ਮੈਂ ਕਿਸੇ ਨੂੰ 15 ਸੈਕਿੰਡ ਕਰਕੇ ਡਿਸਕੁਆਲੀਫਾਈ ਨਹੀਂ ਕਰਦਾ, ਚਾਹੇ ਮੈਨੂੰ ਇਹਦੇ ਖਿਲਾਫ ਕਿੱਡਾ ਵੱਡਾ ਸਟੈਂਡ ਕਿਉਂ ਨਾ ਲੈਣਾ ਪੈ ਜੇ। ਕਿਉਂਕਿ ਜੇ ਹਿਊਮਨ ਟੱਚ ਤੁਸੀਂ ਛੱਡ ਦੋਗੇ ਫਿਰ ਤਾਂ ਕੰਮ ਹੀ ਖਰਾਬ ਹੋ ਜਾਊਗਾ ਨਾ। ਇਹ ਤਾਂ ਕਲਾਮਾਂ ਨੇ, ਕਲਾਮਾਂ ਦੇ ਵਿੱਚ ਤਾਂ ਤੁਹਾਡੀ ਨਿੱਜਤਾ ਕਿਤੇ ਨਾ ਕਿਤੇ ਰਹਿੰਦੀ ਹੈ। ਥੋੜਾ ਬਹੁਤ 5 ਸੈਕਿੰਡ 10 ਸੈਕਿੰਡ ਇੱਧਰ ਉੱਧਰ ਹੋ ਸਕਦਾ ਹੁੰਦਾ ਹੈ। ਜੇ ਤੁਹਾਡੀ ਆਈਟਮ ਬਹੁਤ ਅੱਛੀ ਹੈ, ਤੁਸੀਂ ਉਹਨੂੰ 10 ਸੈਕਿੰਡ ਵਾਸਤੇ ਕੁਆਲੀਫਾਈ ਕਰਦੇ ਹੋ ਤਾਂ ਇਹ ਰੋਂਗ ਹੈ, ਇਹ ਨਹੀਂ ਹੋਣਾ ਚਾਹੀਦਾ। ਤੇ ਸਾਡੇ ਕੋਲ ਰੂਲ ਵੀ ਪਏ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ, ਤੁਸੀਂ ਉਹ ਕਿਤਾਬ ਤੇ ਦੇਖ ਸਕਦੇ ਹੋ। ਹਾਂਜੀ ਸਰ, ਨੈਕਸਟ ਮੈਂ ਗੁਰਨੈਵਨ ਜੀ ਨੂੰ ਬੇਨਤੀ ਕਰੂੰਗਾ ਕਿ ਅੱਗੇ ਤੋਰਨ ਜੀ ਪ੍ਰੋਗਰਾਮ ਨੂੰ। ਹਾਂਜੀ ਨਵਨੀਤ ਸਰ, ਜੇ ਤੁਹਾਡਾ ਸਵਾਲ ਹੈ ਕੋਈ ਤਾਂ ਕਰ ਲਓ, ਨਹੀਂ ਫਿਰ ਆਪਾਂ ਸੁਖਜੀਵਨ ਜੀ ਕੋਲੇ ਜਿਹੜੇ ਆਨਲਾਈਨ ਕੁਝ ਆਏ ਆ ਲਾਈਵ ਆਪਣੇ ਕੋਲੇ, ਉਹਨਾਂ ਤੇ ਗੱਲ ਕਰ ਲਈ। ਹਾਂਜੀ, ਦੋ ਛੋਟੇ ਸਵਾਲ ਨੇ। ਇੱਕ ਤਾਂ ਤੇਜੀ ਲਈ ਹੈ, ਤੇਜੀ ਜੀ ਹੈ ਇੱਥੇ? ਬਿਲਕੁਲ। ਤੇਜੀ ਸਰ, ਆਪਾਂ ਜਦੋਂ ਬੱਚਿਆਂ ਦੀ ਚੋਣ ਕਰਦੇ ਹਾਂ, ਮੈਂ ਐਜ਼ ਏ ਜੱਜ ਨਹੀਂ ਐਜ਼ ਏ ਕੋਚ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਕਿ ਜਿਵੇਂ ਸਰ ਥੀਏਟਰ ਨੂੰ ਡਾਇਰੈਕਟ ਕਰਦੇ ਤਾਂ ਥੀਏਟਰ ਲਈ ਉਹਨਾਂ ਨੂੰ ਬੱਚਾ ਦੇਖ ਕੇ ਪਤਾ ਲੱਗ ਜਾਂਦਾ ਕਿ ਇਹ ਥੀਏਟਰ ਲਈ ਕਾਬਲ ਹੈ ਬੱਚਾ, ਇਹ ਥੀਏਟਰ 'ਚ ਕੁਛ ਕਰ ਸਕਦਾ ਹੈ। ਭਾਸ਼ਣ ਵਾਲਾ ਬੱਚਾ ਦੂਰੋਂ ਪਛਾਣ ਲੈਂਦੇ ਨੇ, ਕਵਿਤਾ ਵਾਲਾ ਪਛਾਣ ਲੈਂਦੇ ਨੇ। ਤਾਂ ਭੰਗੜੇ ਲਈ ਜਦੋਂ ਬੱਚੇ ਦੀ ਪਹਿਚਾਣ ਕਰਦੇ ਹੋ ਤਾਂ ਉਹਦੇ ਲਈ ਤੁਹਾਡੇ ਕੋਲ ਕੀ ਮਤਲਬ ਕਿਸ ਤਰ੍ਹਾਂ ਤੁਸੀਂ ਪਹਿਚਾਣ ਕਰਦੇ ਹੋ ਕਿ ਬੱਚਾ ਭੰਗੜਾ ਪਾ ਸਕਦਾ ਹੈ? ਤੇ ਦੂਸਰੀ ਗੱਲ ਹੈ ਕਿ ਭੰਗੜਾ ਇੱਕ ਬਹੁਤ ਸਟੈਮਿਨਾ ਵਾਲੀ ਵਿਧਾ ਹੈ, ਮਤਲਬ ਸਟੈਮਿਨਾ ਕਾਫੀ ਚਾਹੀਦਾ ਭੰਗੜਾ ਪਾਉਣ ਨੂੰ। ਤਾਂ
ਕਿ ਅੱਜ ਕੱਲ ਤੁਹਾਨੂੰ ਇਹ ਦਿੱਕਤਾਂ ਨਹੀਂ ਆ ਰਹੀ ਨਵੇਂ ਬੱਚਿਆਂ ਦੇ ਵਿੱਚ ਵੀ ਟਾਈਮ ਨਾਲ ਪਹਿਲਾਂ ਨਾਲ ਕੰਪੇਅਰ ਕਰੀਏ ਆਪਾਂ, ਜਾਂ ਸੇਮ ਚੀਜ਼ ਚੱਲ ਰਹੀ ਹੈ, ਕੋਈ ਦਿੱਕਤ ਨਹੀਂ ਹੈ ਕੋਈ? ਹਾਂਜੀ, ਦਰਅਸਲ ਇਹ ਹੈ ਜੀ ਗੱਲ, ਜਿਵੇਂ ਆਪਾਂ ਕਹਿੰਦੇ ਆ ਕਿ ਅਸੀਂ, ਮੇਰੀ ਜਿਹੜੀ ਹੁੰਦੀ ਹੈ ਗੱਲ, ਮੈਂ ਬੱਚਿਆਂ ਨੂੰ ਬੁਲਾਉਣਾ ਤੇ ਉਸ ਤੋਂ ਬਾਅਦ ਮੈਂ 2-3 ਦਿਨ ਉਹਨਾਂ ਦੀ ਨਾ ਵਰਕਸ਼ਾਪ ਟਾਈਪ ਲਾਉਂ, ਗਿੱਧੇ ਦੀ ਤਿਆਰੀ ਵੀ ਮੈਂ ਕਰਾਉਣਾ ਤੇ ਭੰਗੜੇ ਦੀ ਵੀ ਕਰਾਉਣਾ। ਤਾਂ ਉਦੋਂ ਮੈਂ ਹੁੰਦਾ ਮੈਨੂੰ ਕਿ ਮੈਂ ਉਹਨਾਂ ਦੀ 2-3 ਦਿਨ ਵਰਕਸ਼ਾਪ ਲਾਵਾਂ, ਕਿਉਂਕਿ ਕਈ ਬੱਚੇ ਅਜਿਹੇ ਹੁੰਦੇ ਆ ਜਿਹੜੇ ਗॉड ਗਿਫਟਡ ਹੀ ਹੁੰਦੇ ਆ। ਉਹਨਾਂ ਨੂੰ ਇਹ ਨਹੀਂ ਹੁੰਦਾ ਕਿ ਉਹ ਸਿੱਖੇ ਹੋਏ, ਜ਼ਰੂਰੀ ਨਹੀਂ ਕਿ ਸਿੱਖੇ ਹੋਏ ਬੱਚੇ ਹੀ ਵਧੀਆ ਪਰਫਾਰਮ ਕਰਦੇ ਆ। ਕਈ ਬੱਚੇ ਅਜਿਹੇ ਹੁੰਦੇ ਆ ਉਹਨਾਂ ਦੇ ਵਿੱਚ ਜਿਹੜੀ ਜੈਨੇਟਿਕ ਜਾਂ ਗॉड ਗਿਫਟਡ ਲਾ ਲਓ, ਜਾਂ ਉਹਨਾਂ ਦੀ ਜਿਹੜੀ ਲਚਕ ਆ ਉਹ ਬਹੁਤ ਜ਼ਿਆਦਾ ਹੁੰਦੀ ਹੈ, ਜਿਹੜੇ ਕਿ ਛੇਤੀ ਕੈਚ ਕਰ ਲੈਂਦੇ ਆ ਗੱਲ। ਤੇ ਅਸੀਂ ਉੱਥੇ ਇਹ ਦੇਖਦੇ ਹਾਂ ਕਿ ਉਹ 2-3 ਦਿਨਾਂ ਦੇ ਵਿੱਚ ਜਿਹੜੇ ਬੱਚੇ ਸਾਨੂੰ ਅੱਛੇ ਲੱਗਦੇ ਆ ਉਹਨਾਂ ਨੂੰ ਲੈਂਦੇ ਆ। ਤਾਂ ਉਸ ਤਰੀਕੇ ਨਾਲ ਮੇਰਾ ਜਿਹੜਾ ਹੈਗਾ ਸਿਲੈਕਸ਼ਨ ਕਰਨ ਦਾ ਜ਼ਰੀਆ ਹੁੰਦਾ। ਉਸ ਤੋਂ ਬਾਅਦ ਅਸੀਂ ਇਹ ਨਹੀਂ ਹੁੰਦਾ ਕਿ ਪਹਿਲੇ 2 ਦਿਨਾਂ ਦੇ ਵਿੱਚ ਹੀ ਜਾਂ 3 ਦਿਨਾਂ ਦੇ ਵਿੱਚ ਹੀ ਜਾਂ ਉਹਨੂੰ ਕਰ ਲਈਏ। ਕਈ ਇਹ ਵੀ ਹੁੰਦਾ ਬੱਚਿਆਂ ਦੀ ਇਹ ਵੀ ਦੇਖਣੀ ਹੁੰਦੀ ਹੈ ਕਿ ਬੱਚੇ ਕਿੰਨਾ ਕੁ ਸਹਿਣ ਕਰ ਸਕਦੇ ਆ। ਜਿਵੇਂ ਕਿ ਤੁਸੀਂ ਸਟੈਮਿਨਾ ਦੀ ਗੱਲ ਕਰ ਰਹੇ ਕਿ ਬੱਚਾ ਕੀ ਕੈਪੇਬਲ ਹੈ, ਕਿੰਨਾ ਕਰ ਸਕੂਗਾ, ਜਾਂ ਕਈ ਫੈਮਿਲੀ ਇਸ਼ੂਜ਼ ਆ ਜਾਂਦੇ ਨੇ ਬਾਅਦ ਦੇ ਵਿੱਚ, ਤਾਂ ਵੀ ਸਾਨੂੰ ਦਿੱਕਤ ਆਉਂਦੀ ਹੈ। ਤਾਂ ਇਸ ਕਰਕੇ ਅਸੀਂ ਘੱਟੋ ਘੱਟ ਉਹਨਾਂ ਨੂੰ 10-15 ਦਿਨ ਦਾ ਟਾਈਮ ਅਸੀਂ ਉਹਨਾਂ ਨੂੰ ਦਿੰਦੇ ਹਾਂ। ਮੋਸਟਲੀ ਇੰਨਾ ਕੁ ਤਾਂ ਆਪਣੇ ਕੋਲ ਜਦੋਂ ਵੀ ਹੁੰਦਾ ਸੀ ਮਹੀਨੇ ਵਾਂਗੂ, ਜਿਵੇਂ ਯੂਥ ਫੈਸਟੀਵਲਸ ਲਾ ਲਓ ਜਾਂ ਵਿਦਿਅਕ ਮੁਕਾਬਲੇ ਲਾ ਲਓ, ਇਹਨਾਂ ਵਾਸਤੇ ਜਿਹੜਾ ਸਾਨੂੰ ਟਾਈਮ ਲਾਉਣਾ ਹੀ ਪੈਂਦਾ। ਤਾਂ ਇਸ ਕਰਕੇ ਅਸੀਂ ਉਹਨਾਂ ਦਿਨਾਂ ਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਬੱਚਾ ਹਰ ਇੱਕ ਸਾਡੇ ਜਿਹੜਾ ਹੈਗਾ ਸਾਡੀ ਜਿਹੜੀ ਮਿਆਰ ਤੇ ਖਰਾ ਉਤਰੇ, ਹਰੇਕ ਜਗ੍ਹਾ ਤੇ ਸਾਡੇ ਨਾਲ ਖੜਦਾ ਹੋਵੇ। ਦੂਜੀ ਗੱਲ ਜਿਹੜੀ ਤੁਸੀਂ ਸਟੈਮਿਨਾ ਦੀ ਗੱਲ ਕਹਿ ਰਹੇ ਹੋ, ਹਾਂ ਅੱਜ ਕੱਲ ਦੇ ਖਾਣ ਪੀਣ ਦੇ ਜਿਹੜੇ ਤਰੀਕੇ ਨੇ ਜਾਂ ਰਹਿਣ ਸਹਿਣ ਹੈ ਬੱਚਿਆਂ ਦਾ, ਉਸ ਨਾਲ ਸਟੈਮਿਨਾ ਦਾ ਫਰਕ ਤਾਂ ਜ਼ਰੂਰ ਪੈਂਦਾ, ਪਰ ਇਹ ਨਹੀਂ ਹੁੰਦਾ ਕਿ ਉਹ ਸਟੈਮਿਨਾ ਬਿਲਡ ਨਹੀਂ ਕਰ ਸਕਦੇ। ਤਾਂ ਉਹਨਾਂ ਨੂੰ ਉਸ ਤਰੀਕੇ ਦੇ ਇੰਸਟਰਕਸ਼ਨਸ ਦਿੱਤੀਆਂ ਜਾਂਦੀਆਂ ਨੇ, ਜਾਂ ਉਸ ਤਰੀਕੇ ਨਾਲ ਉਹਨਾਂ ਨੂੰ ਟਰੀਟ ਕੀਤਾ ਜਾਂਦਾ, ਉਹਨਾਂ ਨੂੰ ਉਸ ਤਰੀਕੇ ਦੀ ਰਿਹਰਸਲ ਕਰਾਈ ਜਾਂਦੀ ਹੈ। ਖਾਣ ਪੀਣ ਲਈ ਉਹੋ ਜਿਹੇ ਸੁਜੈਸ਼ਨ ਦਿੱਤੇ ਜਾਂਦੇ ਆ, ਜਾਂ ਜਿਹੜੀਆਂ ਜੰਕ ਫੂਡਸ ਵਗੈਰਾ ਨੇ ਉਹਨਾਂ ਤੋਂ ਉਹਨਾਂ ਨੂੰ ਅਵੋਇਡ ਕਰਾਇਆ ਜਾਂਦਾ, ਤਾਂ ਕਿ ਜਿਵੇਂ ਮੰਨ ਲਓ ਗਿੱਧੇ ਦੇ ਵਿੱਚ ਕਿਹਾ ਜਾਂਦਾ ਕਿ ਜਿਹੜੀਆਂ ਤਲੀਆਂ ਚੀਜ਼ਾਂ ਨੇ ਜਾਂ ਕੁਛ ਇਹੋ ਜਿਹੀਆਂ ਚੀਜ਼ਾਂ ਨਹੀਂ ਖਾਣੀਆਂ, ਠੰਡੀਆਂ ਚੀਜ਼ਾਂ ਨਹੀਂ ਖਾਣੀਆਂ, ਤਾਂ ਕਿ ਗਲਾ ਠੀਕ ਰਹੇ। ਤੇ ਜਿਵੇਂ ਸਵੇਰੇ ਆਪਾਂ ਖਾਣ ਪੀਣ, ਜਿਵੇਂ ਆਪਾਂ ਆਮ ਹੀ ਪਿੰਡਾਂ ਦੇ ਵਿੱਚ ਕਹਿੰਦੇ ਆ ਕਿ ਛੋਲੇ ਭਿਓ, ਸੋਇਆਬੀਨ ਭਿਓ ਖਾਓ, ਜਿਹਦੇ ਨਾਲ ਕਿ ਤੁਹਾਡਾ ਸਟੈਮਿਨਾ ਬਿਲਡ ਹੋਵੇ। ਤਾਂ ਅਜਿਹੀਆਂ ਚੀਜ਼ਾਂ ਦੀ ਵੀ ਇੰਸਟਰਕਸ਼ਨ ਦਿੱਤੀ ਜਾਂਦੀ ਹੈ। ਬਾਕੀ ਜਦੋਂ ਬੱਚਾ ਹੋ ਜਾਂਦਾ ਰਿਹਰਸਲ ਦੇ ਵਿੱਚ ਹੋ ਜਾਂਦਾ, ਤਾਂ ਮੈਨੂੰ ਨਹੀਂ ਲੱਗਦਾ ਕਿ ਸਟੈਮਿਨਾ ਦੀ ਉਨੀ ਪ੍ਰੋਬਲਮ ਆਉਂਦੀ ਹੈ। ਹਾਂ ਥੋੜਾ ਬਹੁਤ ਤਾਂ ਜਿਹੜਾ ਹੈਗਾ ਫਰਕ ਉਹ ਪਹਿਲਾਂ ਵਾਲੇ ਬੱਚਿਆਂ ਨਾਲੋਂ ਤੇ ਅੱਜ ਕੱਲ੍ਹ ਦੇ ਬੱਚਿਆਂ ਨਾਲੋਂ ਉਹ ਹੁੰਦਾ ਹੀ ਹੈ। ਜੀ, ਛੋਟਾ ਸਵਾਲ ਪ੍ਰਗਟ ਸਿੰਘ ਜੀ ਲਈ। ਧੰਨਵਾਦ ਤੁਹਾਡਾ, ਬਹੁਤ ਮਤਲਬ ਕਲੈਰਿਟੀ ਹੋਈ ਇਸ ਵਿਸ਼ੇ ਬਾਰੇ। ਪ੍ਰਗਟ ਸਿੰਘ ਜੀ, ਇੱਕ ਛੋਟਾ ਸਵਾਲ ਇਹ ਹੈ ਕਿ ਤੁਸੀਂ ਮਿਊਜ਼ਿਕ ਦੀਆਂ ਵੱਖ-ਵੱਖ ਵਿਧਾਵਾਂ ਜਦੋਂ ਤਿਆਰ ਕਰਾਉਂਦੇ ਹੋ ਤੇ ਤੁਹਾਡੇ ਕੋਲ ਵੱਖ-ਵੱਖ ਸੁਰੀਲੀਆਂ ਆਵਾਜ਼ਾਂ ਵਾਲੇ ਬੱਚੇ ਵੀ ਹੋਣਗੇ, ਤਾਂ ਕਿਹੜਾ ਬੱਚੇ ਦੀ ਆਵਾਜ਼ ਕਿਸ ਵਿਧਾ ਨੂੰ ਸੂਟ ਕਰਦੀ ਹੈ? ਮਤਲਬ ਇਹਦਾ ਕੋਈ ਹੈ ਜੋ ਤੁਸੀਂ ਗਾਈਡ ਕਰ ਸਕੋ, ਤਾਂ ਜੋ ਦੂਜੇ ਸਕੂਲਾਂ ਨੂੰ ਜਾਣਕਾਰੀ ਮਿਲ ਸਕੇ ਕਿ ਫਲਾਣਾ ਬੱਚਾ ਲੋਕ ਗੀਤ ਦੇ ਫਿੱਟ ਹੈ, ਫਲਾਣਾ ਬੱਚਾ ਕਵਿਸ਼ਰੀ ਦੇ ਫਿੱਟ ਹੈ। ਕਿਹੋ ਜਿਹੀ ਆਵਾਜ਼, ਕਿਹੋ ਜਿਹਾ ਉਹਦੇ ਵਿੱਚ ਸੁਰਤਾਲ, ਮੰਨ ਲਓ ਕੀ ਕੁਛ ਦੇਖਦੇ ਹੋ ਉਹਦੇ ਲਈ ਤੁਸੀਂ? ਸਰ ਹਾਂ ਇਹ ਜ਼ਰੂਰੀ ਹੈ ਜੀ। ਮੈਂ ਨਾ ਸਪੋਜ਼ ਕਰੋ ਹੁਣ ਮੇਰੇ ਕੋਲੇ ਘੱਟੋ ਘੱਟ 700 ਬੱਚੇ ਨੇ ਮਿਊਜ਼ਿਕ ਲਿਆ ਹੋਇਆ ਮੇਰੇ ਸਕੂਲ ਜੀ। 6ਵੀਂ ਤੋਂ 10ਵੀਂ ਤੱਕ 515 ਦੇ ਨੇੜੇ ਦੇ ਬੱਚੇ ਨੇ, ਤੇ +1 +2 ਚ ਮੇਰੇ ਕੋਲ 200 ਨੇੜੇ ਤੇ ਬੱਚੇ ਨੇ ਜੀ। ਉਹਨਾਂ ਸਾਰੇ ਤਾਂ ਨਹੀਂ ਹੁੰਦੇ ਗਾਉਣ ਵਾਲੇ ਜਾਂ ਵਜਾਉਣ ਵਾਲੇ। ਮੈਂ ਕੀ ਕਰਦਾ, ਪੂਰੀ ਕਲਾਸ ਦੇ ਵਿੱਚ, ਜਿਵੇਂ ਕਈ ਤਾਂ ਟੀਚਰ ਕਰਦੇ ਆ ਰਾਗ ਗਵਾ ਕੇ ਬੱਚੇ ਨੂੰ ਸਰਗਮ, ਕੁਛ ਨਹੀਂ ਕਰਦੇ। ਮੈਂ ਸਪੋਜ਼ ਕਰੋ ਗੀਤ ਗਵਾਉਣਾ ਤਾਂ ਸਿੰਪਲ ਜਿਹਾ ਗੀਤ ਲੈ ਲੈਣਾ ਇੱਕ, ਜਿਵੇਂ ਸੂਹੇ ਵੇ ਚੀਰੇ ਵਾਲੇ, ਮੈਂ ਕਹਿਣੀ ਹੈ ਨਾ ਏਦਾਂ, ਜੇ ਸਿੱਧੇ ਗੀਤ ਨੇ ਉਹ ਫਿਰ ਮੈਂ ਗਰੁੱਪ ਚ ਗਵਾਉਣਾ ਪਹਿਲਾਂ ਬੱਚਾ ਤੋਂ, ਮੈਂ ਸਾਰੀ ਕਲਾਸ ਤੋਂ। ਜਦੋਂ ਗਰੁੱਪ ਸਾਰੀ ਕਲਾਸ ਗਾਉਂਦੀ ਹੈ, ਮਤਲਬ ਕਿ ਏਦਾਂ 2-3 ਦਿਨ ਲਗਾਤਾਰ ਕਰਦਾ ਸਾਰੀ ਕਲਾਸਾਂ ਚੋਂ, ਫਿਰ ਮੇਰੇ ਨਿਗਾਹ ਬੱਚੇ ਚੜੇ ਜਾਂਦੇ ਨੇ ਵੀ ਉਹਨਾਂ ਨੂੰ ਛਾਂਟੀ ਕਰ ਲੈਣਾ। ਮੈਂ 50-60 ਬੱਚੇ ਕੱਢ ਲੈਣੇ ਸਾਰੇ ਬੱਚਿਆਂ ਚੋਂ। ਫਿਰ ਉਹਨਾਂ ਚ ਮੈਂ ਦੇਖਦਾ ਵੀ ਕਿਹੜਾ ਬੱਚਾ ਫੋਕ ਲਈ ਜਾ ਸਕਦਾ, ਕਿਹੜਾ ਕਵੀਸ਼ਰੀ, ਕਿਹੜਾ ਵਾਰ ਗਾਇਨ। ਹੁਣ ਕੋਈ ਬੱਚਾ ਐਸਾ ਹੁੰਦਾ ਹੈ ਜਿਹੜਾ ਜਿਵੇਂ ਵਾਰ ਗਾਇਨ ਲਈ ਆਪਾਂ ਲੈਕਚਰ ਵਾਸਤੇ ਬੱਚੇ ਦੀ ਬਹੁਤ ਜੋਸ਼ ਨਾਲ ਬੱਚਾ ਬੋਲਣ ਵਾਲਾ ਚਾਹੀਦਾ ਹੈ। ਫਿਰ ਕੁਦਰਤੀ ਨਿਗਾਹ ਪੈ ਜਾਂਦੀ ਹੈ। ਮੈਂ ਮਤਲਬ ਕਿ ਜੇ ਮੇਰਾ ਇਕੱਲਾ ਮੈਂ ਆਪਣਾ ਪੀਰੀਅਡ ਨਹੀਂ, ਜਦੋਂ ਕਿ ਉਹ ਕਲਾਸਾਂ ਲੱਗਦੀਆਂ ਨਾ, ਕੋਈ ਮੈਡਮਾਂ ਬੱਚਿਆਂ ਤੋਂ ਜਿਵੇਂ ਲੈ ਬੇਟੇ ਕਿਤਾਬ ਪੜ੍ਹ, ਉਹ ਮੈਨੂੰ ਪਤਾ ਲੱਗ ਜਾਂਦਾ ਵੀ ਆਹ ਤਾਂ ਬੱਚਾ ਮੇਰੇ ਕੰਮ ਦਾ ਹੈ, ਕਿੱਥੇ ਫਿਰਦਾ, ਤੇ ਮੈਂ ਲੱਭ ਲੈਣਾ। ਜੇ ਮੇਰੀ ਐਡਜਸਟਮੈਂਟ ਲੱਗਦੀ ਹੈ ਮੇਰੀ ਕਲਾਸਾਂ 'ਚ, ਮੈਂ ਉੱਥੋਂ ਵੀ ਬੱਚੇ ਲੱਭ ਲੈਣਾ ਵੀ ਇਹ ਬੱਚਾ ਮੇਰੇ ਫੋਕ ਲਈ ਕੰਮ ਆਊਗਾ, ਇਹ ਬੱਚਾ ਕਲਾਸੀਕਲ ਕਰ ਸਕਦਾ, ਇਹ ਬੱਚਾ ਗੁਰਪਤ ਸ਼ਬਦ, ਜਾਂ ਉਹ ਕੁਦਰਤੀ ਉਹ ਮਤਲਬ ਕਿ ਬੱਚਾ ਜੋ ਲੱਭ ਜਾਂਦੇ। ਫਿਰ ਉਹਨੂੰ ਤਿਆਰੀ ਕਰਾਉਣੇ ਆ। ਪਹਿਲਾਂ ਮੈਂ ਸਿੱਧੇ ਗੀਤ, ਜਿਵੇਂ ਸਿੱਧੂ ਮੂਸੇਵਾਲੇ ਦੇ ਗੀਤ ਨੇ, ਸਿੱਧੇ ਜਿਹੇ ਗੀਤ ਨੇ, ਮੈਂ ਬੱਚਿਆਂ ਨੂੰ ਮੈਂ ਕਿਹਾ ਪੁੱਤ ਗਾਓ, ਉਹ ਸਾਰਿਆਂ ਨੂੰ ਯਾਦ ਵੀ ਹੁੰਦੇ ਨੇ। ਉਹ ਜਦੋਂ ਗਾਉਂਦੇ ਨੇ ਉਹਨਾਂ ਨੂੰ ਪਤਾ ਲੱਗਦਾ ਵੀ ਆਹ ਬੱਚੇ ਦੀ ਆਵਾਜ਼। ਫਿਰ ਮੈਂ ਕਹਿਣਾ ਪੁੱਤਾ ਕਿਹੜਾ ਬੱਚਾ ਗਾ ਰਿਹਾ ਸੀਗਾ,
ਉਹ ਬੱਚੇ ਕਹਿੰਦੇ ਆਹ ਕਰ ਰਿਹਾ ਸੀ, ਫਿਰ ਉਹਨੂੰ ਇਕੱਲੇ ਨੂੰ ਸੁਣਦਾ, ਫਿਰ ਉਹਦੇ ਨਾਲ ਮੈਂ ਵਿੱਚੋਂ ਲੱਭ ਲੈਣਾ, ਫਿਰ ਉਹਨਾਂ ਚੋਂ ਹੌਲੀ ਹੌਲੀ ਕਰੀਮ ਇਕੱਠੀ ਕਰ ਲੈਣਾ ਵੀ ਆਹ ਬੱਚੇ ਕਰ ਸਕਦੇ ਨੇ। ਦੂਜਿਆਂ ਨੂੰ ਜਿਵੇਂ ਇੱਕ ਟੀਮ ਤਿਆਰ ਕਰ ਰਹੇ ਮੈਂ ਸਪੋਜ਼ ਕਰੋ ਮੈਂ ਗਰੁੱਪ ਸ਼ਬਦ ਤਿਆਰ ਕਰਾ ਰਿਹਾ, ਉਹਦੇ ਵਿੱਚ 5 ਬੱਚੇ ਹੁੰਦੇ ਨੇ, ਤਾਂ ਮੈਂ 12-13 ਨੂੰ ਤਿਆਰੀ ਕਰਾਉਣਾ ਕਿ ਇਹ ਬੱਚੇ ਵੀ ਨਾਲ ਕਰੀ ਜਾਣ। ਜੇ ਕੱਲ ਨੂੰ ਕੋਈ ਐਸੀ ਗੱਲਬਾਤ ਹੋ ਜੇ, ਕੋਈ ਬੱਚਾ ਨਾ ਆਏ ਮੌਕੇ, ਤਾਂ ਦੂਜੇ ਨੂੰ ਪਾਰਟਿਸਿਪੇਟ ਕਰਾ ਲਈਏ। ਤੇ ਉਹਦੇ ਕਰਕੇ ਮੈਨੂੰ ਕੁਦਰਤੀ ਪਤਾ ਲੱਗ ਜਾਂਦਾ ਫਿਰ ਵੀ ਇਹ ਬੱਚਾ ਗਰੁੱਪ Song ਕਰ ਸਕਦਾ ਹੈ, ਇਹ ਬੱਚਾ ਗਰੁੱਪ ਸ਼ਬਦ ਹੈ, ਇਹ ਬੱਚਾ ਫੋਕ Song ਵਾਸਤੇ ਵਧੀਆ ਹੈ ਨਾ। ਉਹ ਆਪੇ ਲੱਭ ਜਾਂਦੇ ਨੇ। ਉਹਦੇ ਪਿੱਛੇ ਫਿਰ ਗਿੱਧੇ ਵਾਸਤੇ ਬੋਲੀਆਂ ਲਈ ਕੁੜੀ ਲੱਭ ਲੈਣੀ ਆ ਵੀ ਆਹ ਕੁੜੀ ਸਿੱਧਾ ਕਰ ਸਕਦੀਆਂ ਨੇ, ਉਹਦੇ ਵਿੱਚ ਪਤਾ ਲੱਗਦਾ ਇਹ ਲੰਮੀ ਹੇਕ ਵਾਲੇ ਬੱਚੇ। ਹੁਣ ਅੱਜ ਜਿਵੇਂ ਸਰ ਕਹਿ ਰਹੇ ਸੀ ਸਟੈਮਿਨਾ ਦੀ ਬਹੁਤ ਸਾਰੀ ਪ੍ਰੋਬਲਮ ਬੱਚਿਆਂ ਦੇ, ਸਾਹ ਬਹੁਤ ਚੜ੍ਹਦੇ ਨੇ ਅੱਜ ਕੱਲ੍ਹ, ਇਹ ਸਿੰਗਿੰਗ ਵਿੱਚ ਵੀ ਸਾਹ ਦੀ ਬਹੁਤ ਲੋੜ ਹੁੰਦੀ ਹੈ। ਫਿਰ ਇਹਦੇ ਲਈ ਪ੍ਰੋਪਰ ਬੱਚਿਆਂ ਨੂੰ ਰਿਆਜ਼ ਕਰਾਉਣਾ ਪੈਂਦਾ। ਫਿਰ ਮੈਂ ਦੇਖ ਲੈਣਾ ਉਸ ਅਲੱਗ-ਅਲੱਗ ਰਿਆਜ਼ ਹੁੰਦੇ ਨੇ ਸਰ ਇਹਨਾਂ ਦੇ ਜੀ। ਜਿਹੜਾ ਫੋਕ ਵਾਲਾ ਬੱਚਾ ਉਹਨੂੰ ਅਲੱਗ ਸਕੇਲ ਤੇ ਰਿਆਜ਼ ਕਰਾਉਣਾ ਪੈਂਦਾ ਹੈ, ਜਿਹੜਾ ਬੱਚਾ ਸਪੋਜ਼ ਕਰੋ ਗਰੁੱਪ ਦੇ ਵਿੱਚ ਨੇ ਉਹਨਾਂ ਨੂੰ ਇਕੱਠਿਆਂ ਨੂੰ ਅਲੱਗ ਸਕੇਲ ਤੋਂ। ਤੇ ਹੁਣ ਜਿਵੇਂ ਅਸੀਂ ਕੋਈ ਗਰੁੱਪ ਦੀ ਆਈਟਮ ਤਿਆਰ ਕਰ ਰਹੇ ਹਾਂ, ਉਹਦੇ ਵਿੱਚ ਕੁਛ ਕੁ ਮਤਲਬ ਕਿ ਜਿਵੇਂ ਆਪਾਂ ਕੋਈ ਅੰਤਰਾ ਹੁੰਦਾ ਹੈ, ਉਹ ਅੰਤਰਾ ਕੁਛ ਥੱਲੇ ਨੂੰ ਵੀ ਜਾਂਦਾ। ਜਿਵੇਂ ਆਪਾਂ ਕਹਿੰਦੇ ਮੰਦਰ ਸਪਤਕ ਚ ਸਾਡੇ ਸੰਗੀਤ ਦੇ ਵਿੱਚ ਕਹਿੰਦੇ ਨੇ ਗ੍ਰਾਮ ਦੇ ਵਿੱਚ ਕੁਛ ਉਹਦਾ ਭਾਗ ਜਾਂਦਾ ਉੱਪਰਲੇ ਸੁਰਾਂ ਤੇ, ਉਹਨੂੰ ਤਾਰ ਸਪਤਕ ਕਹਿੰਦੇ ਨੇ ਹਾਈ ਪਿਚ ਤੇ। ਫਿਰ ਉਹਦੇ ਲਈ ਅਸੀਂ ਕੀ ਕਰਦੇ ਹਾਂ, ਜਿਹੜੇ ਬੱਚੇ ਕੁਛ ਆਵਾਜ਼ ਬੇਸਦਾਰ ਵਜਨਦਾਰ ਹੁੰਦੀ ਹੈ ਉਹਨਾਂ ਨੂੰ ਵੀ ਰੱਖ ਲੈਂਦੇ ਹਾਂ ਗਰੁੱਪ ਦੇ ਵਿੱਚ। ਜਿਹੜੇ ਥੋੜੇ ਪਤਲੀ ਆਵਾਜ਼ ਵਾਲੇ ਤਿੱਖੀ ਆਵਾਜ਼ ਚ ਗਾ ਲੈਂਦੇ ਬੱਚੇ ਉਹ ਵੀ, ਫਿਰ ਉਹਨਾਂ ਨੂੰ ਮਤਲਬ ਕਿ ਮਿਕਸ ਕਰਕੇ ਫਿਰ ਆਈਟਮ ਤਿਆਰ ਕਰੀ ਜਾਂਦੀ ਹੈ। ਜਿਵੇਂ ਕਵੀਸ਼ਰੀ ਹੈ, ਕਵੀਸ਼ਰੀ ਲਈ ਬੱਚੇ ਨੂੰ ਬਹੁਤ ਮਤਲਬ ਕਿ ਉਹਦੇ ਲਈ ਕੋਈ ਜ਼ਿਆਦਾ ਸੁਰ ਦੀ ਲੋੜ ਨਹੀਂ ਪੈਂਦੀ। ਜਦੋਂ ਬੱਚਾ ਗਾਈ ਜਾਂਦਾ ਇੱਕੋ ਸਕੇਲ ਤੇ 2-4 ਸੁਰਾਂ ਤੇ ਹੁੰਦੀ ਹੈ ਕਵੀਸ਼ਰੀ, ਉਹ ਬੰਦਾ ਕਰ ਲੈਂਦਾ। ਵਾਰ ਗਾਇਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ, ਉਹਦੇ ਲਈ ਬੱਚੇ ਹੋਰ ਉਹਨਾਂ ਤੋਂ ਵਧੀਆ ਲੱਭਣੇ ਪੈਂਦੇ ਨੇ। ਤੋ ਉਹ ਇਹਦੇ ਚ ਹੈ ਤਾਂ ਹੈ ਹੀ, ਬੱਚੇ ਦੀ ਆਵਾਜ਼ ਮਤਲਬ ਕਿ ਪਛਾਣਨੀ ਜ਼ਰੂਰੀ ਹੈ ਵੀ ਬੱਚਾ ਕੀ ਕਰ ਸਕਦਾ ਹੈ। ਉਹਦੇ ਲਈ ਤੁਹਾਨੂੰ ਆਪ ਖੁਦ ਮਿਹਨਤ ਕਰਨੀ ਪੈਂਦੀ ਹੈ। ਬੱਚਿਆਂ ਨਾਲ ਕੋਲ ਕਲਾਸਾਂ ਦੇ ਵਿੱਚ ਜਾ ਕੇ ਲੱਭਣੇ ਪੈਂਦੇ ਨੇ ਵੀ ਬੇਟੇ ਆਓ ਕੋਈ ਮੇਰੇ ਕੋਲ ਸੁਣਾਓ ਜਿਹਨੂੰ ਕੁਛ ਆਉਂਦਾ ਹੈ। ਤਾਂ ਮੇਰੀ ਤਾਂ ਆਦਤ ਹੈ ਮੈਂ ਸ਼ੁਰੂ ਤੋਂ ਬੱਚਿਆਂ ਨੂੰ ਪਹਿਲੀ ਦੂਜੀ ਸਾਡੇ ਨਰਸਰੀ ਵਾਲਾ ਸਕੂਲ ਹੈ, ਪਹਿਲੀ ਦੂਜੀ ਨਿਗਾਹ ਰੱਖ ਲੈਣਾ ਵੀ ਆਹ ਬੱਚਾ ਕੀ ਕਰ ਸਕਦਾ ਹੈ। ਉਹਨਾਂ ਨੂੰ ਫਿਰ ਹੌਲੀ ਹੌਲੀ ਮੋਟੀਵੇਟ ਕਰਦਾ ਵੀ ਪੁੱਤ ਮੇਰੇ ਕੋਲ ਮਿਊਜ਼ਿਕ ਚ ਆਓ। ਫਿਰ ਏਦਾਂ ਕਰਕੇ ਅਸੀਂ ਬੱਚੇ ਲੱਭ ਲੈਂਦੇ ਹਾਂ ਜੀ। ਹਾਂਜੀ ਬਹੁਤ ਜੀ ਥੈਂਕ ਯੂ। ਤੇ ਜਾਂਦੇ ਇੱਕ ਛੋਟੀ ਜਿਹੀ ਗੱਲ ਤੇ ਛੋਟਾ ਸਵਾਲ ਕਿ ਗੁਰਨੈਬ ਸਰ ਨੇ ਕਿਹਾ ਕਿ ਕੋਚ ਨੂੰ ਵੀ ਤੈਰਨਾ ਆਉਣਾ ਚਾਹੀਦਾ ਹੈ। ਮਤਲਬ ਕੋਚ ਇਹ ਨਹੀਂ ਤੈਰਦਾ, ਜੱਜ ਘੱਟੋ ਘੱਟ ਜੱਜ ਦਾ ਤੈਰਨਾ ਜਾਣਦਾ ਹੋਵੇ ਉਹ ਕੱਢ ਲਏ ਹਨਾ। ਤੇ ਵੀ ਜੇ ਜੱਜ ਨੂੰ ਵੀ ਤੈਰਨਾ ਆਉਂਦਾ ਫਿਰ ਜਮੀ ਖਤਰਨਾਕ ਪੋਜੀਸ਼ਨ ਆਪਣੀ। ਤੇ ਡਾਕਟਰ ਸਾਹਿਬ ਜਾਂਦਿਆਂ ਇੱਕ ਛੋਟਾ ਸਵਾਲ ਸਕਿੱਟ ਬਾਰੇ ਹੈ, ਫਿਰ ਲੈ ਦੇ ਕੇ ਗੱਲ ਸਕਿੱਟ ਤੇ ਆ ਜਾਂਦੀ ਹੈ। ਸਕਿੱਟ ਬਾਰੇ ਆਪਾਂ ਸਪੈਨ ਬਾਰੇ ਕਹੇ ਕਿ ਲਾਈਫ ਦਾ ਸਪੈਨ ਮਤਲਬ ਛੋਟਾ ਹੁੰਦਾ ਵੱਡਾ ਹੁੰਦਾ, ਇਹ ਗੱਲ ਆਪਾਂ ਬਹੁਤ ਸਪਸ਼ਟ ਹੋਈਆਂ ਤੇ ਬਹੁਤ ਫਾਇਦਾ ਹੋਇਆ ਇਹਨਾਂ ਗੱਲਾਂ ਨਾਲ। ਇੱਕ ਛੋਟਾ ਕਿ ਕੀ ਸਕਿੱਟ ਦੇ ਵਿੱਚ ਕੋਈ ਮੈਸੇਜ ਹੋਣਾ ਜ਼ਰੂਰੀ ਹੈ? ਦੇਖੋ ਛੋਟਾ ਮੋਟਾ ਮੈਸੇਜ ਤਾਂ ਹਰੇਕ ਕਮੇਟੀ ਚ ਆਪਣੇ ਆਪ ਆ ਜਾਂਦਾ ਹੈ, ਕੋਈ ਬਹੁਤ ਵੱਡਾ ਮੈਸੇਜ ਹੋਣਾ ਸਕਿੱਚ ਦੇ ਵਿੱਚ ਜ਼ਰੂਰੀ ਹੈ ਵੀ ਸਟਾਇਰ ਦੇ ਰੂਪ ਚ ਹੋਵੇ ਜਾਂ ਨਿਰੋਲ ਹਾਸ ਰੂਪ ਵੀ ਚੱਲ ਸਕਦਾ ਇਹਦਾ? ਹਾਂ, ਇਹ ਕੰਪੀਟੀਸ਼ਨ ਦੀ ਨੇਚਰ ਤੇ ਡਿਪੈਂਡ ਕਰਦਾ ਹੈ। ਵੈਸੇ ਤਾਂ ਜੇ ਨਰੋਲ ਹਾਸਰਸ ਵੀ ਹੋਵੇ, ਓਪਨ ਜਿਹੜੇ ਸਕਿੱਟ ਦੇ ਮੁਕਾਬਲੇ ਹੁੰਦੇ ਨੇ ਉਹਨਾਂ 'ਚ ਨਰੋਲ ਹਾਸਰਸ ਹੋਵੇ, ਪਰ ਉਹ 'ਚ ਲੱਚਰਤਾ ਜਾਂ ਅਸ਼ਲੀਲਤਾ, ਵਲਗੈਰਿਟੀ ਉਹ ਚੀਜ਼ਾਂ ਨਾ ਹੋਣ, ਤਾਂ ਇਹ ਮਤਲਬ ਸਕਿੱਟ ਦੀ ਕੋਈ ਮਾਈਨਸ ਪੁਆਇੰਟ ਨਹੀਂ ਹੈਗਾ। ਸਕਿੱਟ ਉਹ ਠੀਕ ਹੈ ਜੇ ਮਤਲਬ ਐਕਟਿੰਗ ਦੇ ਪੱਖੋਂ, ਹੋਰ ਸਾਰੀਆਂ ਚੀਜ਼ਾਂ ਦੇ ਪੱਖੋਂ ਉਹ ਦਰਸ਼ਕਾਂ ਨੂੰ ਪ੍ਰੋਪਰ ਹਸਾ ਕੇ ਉਹਨਾਂ ਦਾ ਮਨੋਰੰਜਨ ਕਰਦੀ ਹੈ ਤੇ ਉਹਦੇ ਵਿੱਚ ਲੱਚਰਤਾ, ਫੂੜਤਾ ਸ਼ਾਮਲ ਨਹੀਂ ਹੈਗੀ, ਤਾਂ ਸਕਿੱਟ ਨੂੰ ਸਵੀਕਾਰ ਕੀਤਾ ਜਾ ਸਕਦਾ ਹੈ। ਤੇ ਇੱਕ ਹੁੰਦੇ ਨੇ ਪਰਪੋਜ਼ਫੁਲ ਕੰਪੀਟੀਸ਼ਨ, ਜਿਵੇਂ ਹੁਣ ਕਰਾਏ ਜਾ ਰਹੇ ਨੇ। ਆਜ਼ਾਦੀ ਦਾ 75 ਸਾਲ ਹੈ ਤਾਂ ਇਹ ਇਕੱਲਾ ਹਾਸਰਸੀ ਹੋ ਨਹੀਂ ਸਕਦਾ ਹੈਗਾ, ਤਾਂ ਨੇਚਰਲੀ ਹੈ ਕਿ ਇਹਦੇ ਵਿੱਚ ਇੱਕ ਮੈਸੇਜ ਹੋਣਾ ਜ਼ਰੂਰੀ ਹੈ। ਪਰ ਮੈਸੇਜ ਦਾ ਮਤਲਬ ਹੋਣਾ ਇਹ ਨਹੀਂ ਹੁੰਦਾ ਕਿ ਤੁਸੀਂ ਮੈਸੇਜ ਰੋਕ ਕੇ ਦਿੱਤਾ ਜਾ ਸਕਦਾ ਹੁੰਦਾ ਹੈ, ਜਾਂ ਮੈਸੇਜ ਬਹੁਤ ਸੀਰੀਅਸ ਤਰੀਕੇ ਨਾਲ ਦਿੱਤਾ ਜਾ ਸਕਦਾ ਹੁੰਦਾ ਹੈ। ਬਹੁਤ ਕੰਪੀਟੀਸ਼ਨਾਂ ਦੇ ਵਿੱਚ ਮੈਂ ਦੇਖਿਆ ਸਕਿੱਟ ਦੇ ਵਿੱਚ ਹੁਣ ਇਸ ਵਾਰੀ ਜਿਹੜਾ ਗੁਰਸ਼ਰਨ ਭਾਜੀ ਦਾ ਨਾਟਕ ਹੈ ਬੁੱਤ ਜਾਗ ਪਿਆ, ਉਹਨੂੰ ਸਕਿੱਟ ਬਣਾ ਕੇ ਪੇਸ਼ ਕੀਤਾ ਹੈ। ਹੁਣ ਉਹਦੀ ਆਪਣੀ ਇੱਕ ਸਟਾਈਲ ਦੀ ਸ਼ੈਲੀ ਹੈ, ਉਹ ਕਮੇਡੀ ਤਰੀਕੇ ਨਾਲ ਪੇਸ਼ ਕਰਦਾ ਹੈ। ਬਹੁਤ ਕੁਝ 70 ਸਾਲਾਂ ਦੇ ਇਤਿਹਾਸ ਦੇ ਵਿੱਚ ਆਜ਼ਾਦੀ ਦੇ ਨਾਂ ਤੇ ਅਸੀਂ ਇਹੋ ਜਿਹਾ ਕੁਝ ਕੀਤਾ ਹੈ ਜਿਹਦੇ ਸਟਾਇਰ ਕੀਤਾ ਜਾ ਸਕਦਾ ਹੈ। ਪਰ ਸਾਡੀ ਸਮੱਸਿਆ ਇਹ ਹੁੰਦੀ ਹੈ, ਸਾਡੇ ਦਿਮਾਗ ਦੀ ਜਿਹੜੀ ਕੰਡੀਸ਼ਨਿੰਗ ਇਹ ਹੁੰਦੀ ਹੈ ਕਿ ਅਸੀਂ ਇਹਦੇ ਵਿੱਚ ਕਿਸੇ ਚੀਜ਼ ਤੇ ਤਵਾ ਨਹੀਂ ਲਾਉਣਾ ਜੀ। ਅਸੀਂ ਚੰਗਾ ਹੀ ਬੋਲਣਾ ਹੈ ਕਿ ਸਾਰੇ ਅਸੀਂ ਬੀਬੇ ਬੱਚੇ ਆ, ਬਸ ਆਜ਼ਾਦੀ ਤਾਂ ਆ ਗਈ ਤੇ ਹੁਣ ਬਸ ਉਸ ਆਜ਼ਾਦੀ ਦਾ ਗੁਣ ਗਾਇਨ ਹੀ ਕਰਨਾ ਹੈ, ਅਸੀਂ ਇਕੱਲਾ ਉਹਦੀ ਪ੍ਰਸ਼ੰਸਾ ਹੀ ਕਰਨੀ ਹੈ। 70 ਸਾਲਾਂ ਦੇ ਇਤਿਹਾਸ ਦੇ ਵਿੱਚ
ਇੰਨਾ ਕੁਝ ਸਾਡੇ ਭਾਰਤੀ ਸਿਆਸਤ ਦੇ ਵਿੱਚ ਵਾਪਰਿਆ ਜਿੱਤੇ ਬਹੁਤ ਸਟਾਇਰ ਕੀਤਾ ਜਾ ਸਕਦਾ ਹੈ। ਮਸਲਾ ਤਾਂ ਇਹ ਹੈ ਕਿ ਇਹ ਆਜ਼ਾਦੀ ਮਹਿੰਗੇ ਮੁੱਲ ਨਾਲ ਪ੍ਰਾਪਤ ਕੀਤੀ ਹੈ ਤੇ ਇਸ ਆਜ਼ਾਦੀ ਨੂੰ ਬਚਾਉਣਾ ਹੈ ਤੇ ਇਸ ਆਜ਼ਾਦੀ ਨੂੰ ਖਰਾਬ ਕਰਨ ਵਾਲੇ ਲੋਕਾਂ ਤੇ ਬਹੁਤ ਵਿਅੰਗ ਕੀਤਾ ਜਾ ਸਕਦਾ ਹੈ, ਉਹਨਾਂ ਤੇ ਬਹੁਤ ਹਾਸਾ ਕੱਢਿਆ ਜਾ ਸਕਦਾ ਹੈ। ਸੋ ਉੱਥੇ ਲਿਆਉਣਾ ਚਾਹੀਦਾ ਹੈ, ਉਹੀ ਕੰਟੈਂਟ ਪਿਆ ਅਸਲ ਦੇ ਵਿੱਚ। ਸੋ ਜਿਹੜੀਆਂ ਪਰਪਜ਼ਫੁਲ ਕੰਪੀਟੀਸ਼ਨ ਹੁੰਦੇ ਨੇ ਕਿ ਕਿਸੇ ਖਾਸ ਵਿਸ਼ੇ ਨਾਲ ਜੁੜੇ ਹੁੰਦੇ ਨੇ, ਉੱਥੇ ਤਾਂ ਤੁਹਾਡਾ ਮੈਸੇਜ ਵੀ ਜਾਣਾ ਚਾਹੀਦਾ ਹੈ ਤੇ ਨਾਲ ਸ਼ੈਲੀ ਤੁਸੀਂ ਆਪਣੀ ਛੱਡਣੀ ਨਹੀਂ ਹੁੰਦੀ ਹੈਗੀ। ਹਾਂ, ਜਿਹੜਾ ਕੱਲਾ ਸਕਿੱਟ ਮੁਕਾਬਲਾ ਹੈ ਜਿੱਥੇ ਤੁਹਾਨੂੰ ਕੋਈ ਪਾਬੰਦੀ ਨਹੀਂ ਹੈਗੀ, ਕੰਟੈਂਟ ਕਿਹੋ ਜਿਹਾ ਮਰਜ਼ੀ ਹੋਵੇ, ਉੱਥੇ ਕੱਲੀਆਂ ਹਾਸਰਸੀ ਸਕਿੱਟਾਂ ਵੀ ਹੋ ਸਕਦੀਆਂ ਨੇ, ਬਸ਼ਰਤੇ ਕਿ ਉਹਦੇ ਵਿੱਚ ਕੋਈ ਲੱਚਰਤਾ, ਕੋਈ ਵਲਗੈਰਿਟੀ, ਕੋਈ ਡਿਊਲ ਮੀਨਿੰਗ ਚੀਜ਼ਾਂ ਨਾ ਹੋਣ, ਜਿਹੜੀਆਂ ਸਾਨੂੰ ਮਤਲਬ ਸਾਡੀ ਜਿਹੜੀ ਇੱਕ ਕਾਮਨ ਜਿਹੜੀ ਨੈਤਿਕਤਾ ਹੁੰਦੀ ਹੈ, ਮੋਰੈਲਿਟੀ ਹੈ, ਉਹਨੂੰ ਉਹ ਚੀਜ਼ਾਂ ਭੰਗ ਨਾ ਕਰਨ। ਥੈਂਕ ਯੂ ਸਰ, ਥੈਂਕ ਯੂ। ਹਾਂਜੀ ਗੁਰਨੈਬ ਜੀ। ਹਾਂਜੀ ਸਰ, ਸੁਖਜੀਵਨ ਜੀ ਕੋਈ ਵਿਸ਼ੇਸ਼ ਸਵਾਲ ਜੋ ਰਿਪੀਟ ਨਾ ਹੋਇਆ ਹੋਵੇ, ਤੁਹਾਡੇ ਕੋਲੇ ਆਇਆ ਹੋਵੇ ਆਨਲਾਈਨ, ਤਾਂ ਉਹ ਸਾਂਝਾ ਕਰੋ ਤੇ ਫਿਰ ਆਪਾਂ ਕੁਝ ਸਵਾਲ ਸਾਡੇ ਕੋਲੇ ਆਏ ਨੇ, ਪਰ ਉਹ ਸਾਰੇ ਸਵਾਲ ਨਾ ਗਿੱਧੇ ਬਾਰੇ ਨੇ। ਅਸਲ ਦੇ ਵਿੱਚ ਅਸੀਂ ਪਿਛਲੇ ਜਿਹੜੇ 3 ਪ੍ਰੋਗਰਾਮ ਹੋਏ ਨੇ ਉਹਨਾਂ ਦੇ ਵਿੱਚ ਗਿੱਧੇ ਬਾਰੇ ਕੋਈ ਡਿਟੇਲਡ ਗੱਲਬਾਤ ਨਹੀਂ ਕਰ ਸਕੇ। ਥੋੜੀ ਬਹੁਤ ਗੱਲਬਾਤ ਜਦੋਂ ਬਾਕੀ ਨਾਚਾਂ ਬਾਰੇ ਹੋਈ ਤਾਂ ਗਿੱਧੇ ਬਾਰੇ ਹੋਈ ਸੀ। ਤਾਂ ਅਸੀਂ ਚਾਹਾਂਗੇ ਕਿ ਤੇਜੀ ਸਾਨੂੰ ਗਿੱਧੇ ਦੇ ਮੁਕਾਬਲੇ ਬਾਰੇ ਥੋੜਾ ਡਿਟੇਲ ਦੇ ਵਿੱਚ ਦੱਸਣ ਕਿ ਇਹਦੇ ਵਿੱਚ ਕੀ ਹੁੰਦਾ ਹੈ, ਕਿਵੇਂ ਹੁੰਦਾ ਹੈ, ਕੀ ਇਹਦੇ ਨਿਯਮ ਨੇ ਤੇ ਕੀ ਕੀ ਦੇਖਿਆ ਜਾਂਦਾ ਹੈ। ਹਾਂਜੀ, ਗਿੱਧੇ ਦੀ ਮੈਂ ਕੋਚਿੰਗ ਮੈਨੂੰ ਪਿਛਲੇ 10 ਸਾਲ ਤੋਂ ਦੇ ਕਰੀਬ ਹੈ ਜਿਹੜੀ ਮੈਂ ਕਰ ਰਿਹਾ, ਤੇ ਪਿਛਲੇ ਜ਼ੋਨਲ ਦੇ ਵਿੱਚ ਸਾਡੀਆਂ ਪੋਜੀਸ਼ਨਸ ਵੀ ਨੇ ਇੱਥੋਂ ਮਾਨਸਾ ਜ਼ੋਨ ਦੇ ਵਿੱਚ। ਤਾਂ ਜਿਹੜੀਆਂ ਗਿੱਧੇ ਦੀਆਂ ਵਿਧਾਵਾਂ ਨੇ, ਜਿਵੇਂ ਇਹਦੇ ਵਿੱਚ ਇੱਕ ਲਿਖਿਆ ਹੋਇਆ ਸੀ ਕੁਐਸਚਨ ਕਿ ਜਿਹੜੀ ਗਿੱਧੇ ਦੀ ਹੈਗੀ ਕਿ ਬੱਚੇ ਮਿਹਨਤ ਕਰਦੇ ਆ ਤੇ ਲਾਸਟ ਦੇ ਵਿੱਚ ਜਾ ਕੇ ਉਹਨਾਂ ਦੀ ਡਰੈਸਅਪ ਨੂੰ ਦੇਖ ਕੇ ਉਹ ਜੱਜਮੈਂਟ ਕੀਤੀ ਜਾਂਦੀ ਹੈ। ਇਹ ਨਹੀਂ ਹੁੰਦੀ ਗੱਲ, ਇਹ ਕਦੇ ਵੀ ਨਹੀਂ ਹੁੰਦੀ ਗੱਲ ਕਿ ਉਹਨਾਂ ਦੀ ਡਰੈਸਅਪ ਨੂੰ ਦੇਖ ਕੇ ਜੱਜਮੈਂਟ ਹੁੰਦੀ ਹੈ। ਤੁਸੀਂ ਜਿੰਨੀਆਂ ਵੀ ਤੁਸੀਂ ਯੂਥ ਫੈਸਟੀਵਲਸ ਦੀਆਂ ਵੀਡੀਓਜ਼ ਤੁਹਾਨੂੰ YouTube ਵਗੈਰਾ ਤੇ ਮਿਲ ਜਾਣਗੀਆਂ, ਉੱਥੇ ਤੁਸੀਂ ਦੇਖੋਗੇ ਉਹ ਕਦੇ ਵੀ ਜੱਜਮੈਂਟ ਉਸਦੇ ਦੇਖ ਕੇ ਨਹੀਂ ਹੁੰਦੀ। ਅਸੀਂ ਖੁਦ ਜਦੋਂ ਵੀ ਮੈਂ ਯੂਨੀਫਾਰਮ ਜਾਂ ਡਰੈਸਅਪ ਤਿਆਰ ਕਰਾਉਣਾ ਤਾਂ ਉਹ ਇਹ ਹੁੰਦਾ ਕਿ ਸਿੰਪਲ ਹੋਣ, ਕਿਸੇ ਬਾਹਲੀ ਤਾਮਝਾਮ ਨਾ ਹੋਵੇ, ਕਿਸੇ ਤਰੀਕੇ ਦਾ ਕੋਈ ਨੰਗੇਜ਼ ਨਾ ਚੱਲ ਕੇ, ਕੁੜੀਆਂ ਨੇ ਜਿਹੜੀਆਂ ਪ੍ਰੋਪਰ ਉਹਦੇ ਵਿੱਚ ਸੋਹਣੀਆਂ ਲੱਗਣ, ਠੀਕ ਹੈ, ਉਹਨਾਂ ਦਾ ਜਿਹੜਾ ਪਾਉਣ ਦਾ ਤਰੀਕਾ ਉਹ ਬਹੁਤ ਵਧੀਆ ਹੋਵੇ, ਘੱਗਰੇ ਆ ਜਿਹੜੇ ਉਹ ਬਹੁਤ ਹੈਵੀ ਹੋਣ, ਇਹ ਨਹੀਂ ਕਿ ਤੁਸੀਂ ਹਲਕੇ ਪਾਓ ਤੇ ਘੱਗਰਿਆਂ ਦੇ ਨੀਚੋਂ ਹੀ ਜਿਹੜੀਆਂ ਨੇ ਉਹ ਵਰਤੀਆਂ ਜਾਣ। ਇਹ ਜਿਹੜੇ ਨਿਯਮ ਨੇ ਉਹ ਸਾਰੇ ਜਿਹੜੇ ਹੈਗੇ ਆ ਉਹ ਸਾਡੀਆਂ ਜਿਹੜੀਆਂ ਆਪਣੀਆਂ ਬੁੱਕਸ ਜਿਹੜੀਆਂ ਆਪਾਂ ਨੂੰ ਬੁੱਕਲੈਟ ਪਹਿਲਾਂ ਸਰ ਨੇ ਦੱਸਿਆ ਬੋਰਡ ਵੱਲੋਂ ਜਾਂ ਯੂਨੀਵਰਸਿਟੀ ਵੱਲੋਂ ਪ੍ਰੋਵਾਈਡ ਕਰਾਈ ਆ, ਉਹਨਾਂ ਦੇ ਵਿੱਚ ਹੁੰਦੇ ਆ। ਤਾਂ ਇਹਨਾਂ ਚੀਜ਼ਾਂ ਬਾਰੇ ਤਾਂ ਕੋਈ ਜ਼ਿਆਦਾ ਡਿਟੇਲ ਦੇਣ ਦੀ ਲੋੜ ਨਹੀਂ। ਹਾਂ, ਪਰ ਜਿਹੜੇ ਗਿੱਧੇ ਹੁੰਦੇ ਨਾ, ਕਈ ਜਿਹੜੀਆਂ ਨੇਗੀਆਂ ਬੋਲੀਆਂ ਦੇ ਤਰੀਕੇ, ਤੁਸੀਂ ਜਿਹੜਾ ਇੱਕ ਭੰਗੜਾ ਹੈਗਾ, ਭੰਗੜੇ ਦੇ ਵਿੱਚ ਕੀ ਹੈਗਾ, ਅਸੀਂ ਕੀ ਕਰਦੇ ਹਾਂ, ਮੰਨ ਲਓ ਜਿੱਥੋਂ ਸ਼ੁਰੂ ਕਰ ਲਿਆ ਉਹ ਅਲੱਗ-ਅਲੱਗ ਉਹਦੇ ਵਿੱਚ ਆਉਂਦੇ ਰਹਿੰਦੇ ਆ, ਵੀ ਮਿਰਜ਼ਾ ਆ ਗਿਆ, ਜੁਗਨੀ ਆ ਗਈ, ਉਹ ਇੱਕ ਬਣਿਆ ਹੋਇਆ ਇਸ ਤਰੀਕੇ ਦਾ। ਪਰ ਗਿੱਧਾ ਇੱਕ ਅਜਿਹੀ ਵਿਧਾ ਕਿ ਜਿਹੜਾ ਤੁਸੀਂ ਇੱਕ ਟੌਪਿਕ ਚੱਕ ਲਿਆ, ਇੱਕ ਟੌਪਿਕ ਤੇ ਇੱਕ ਖਾਸ ਮੌਕੇ ਤੇ ਗਿੱਧਾ, ਜੇ ਤੁਸੀਂ ਜਾਗੋ ਦਾ ਗਿੱਧਾ ਚੱਕਦੇ ਹੋ ਤਾਂ ਉਹਦੇ ਵਿੱਚ ਬੋਲੀਆਂ ਦਾ ਤਰੀਕਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਬੋਲੀ ਉੱਥੇ ਇਹੀ ਪਾਉਣੀ ਹੈ, ਨਾ ਕਿ ਤੁਸੀਂ ਉੱਥੇ ਬੋਲੀ ਪਾ ਦੋ ਕਿ ਮੋਰਾਂ ਵਾਲਾ ਰੱਥ ਅੱਗੇ ਬਲਦਾਂ ਦੀ ਜੋੜੀ, ਉੱਤੇ ਲਾਲ ਬਾਗ ਪਾ ਕੇ ਆਈ ਵੇ, ਮੇਰਾ ਲੈਣ ਮੁਕਲਾਵਾ, 5 ਭਾਦੋਂ ਨੂੰ ਆਈ ਵੇ। ਇਹ ਬੋਲੀ ਲੱਗਦੀ ਇੱਕ ਦੇਖਣ ਨੂੰ ਸੋਹਣੀ ਹੈ, ਪਰ ਗਿੱਧੇ ਵਿੱਚ ਜੇ ਤੁਸੀਂ ਇਹ ਕਿਸੇ ਜਾਗੋ ਦੇ ਸੈੱਟ ਦੇ ਵਿੱਚ ਪਾ ਦਿੰਦੇ ਹੋ ਤਾਂ ਇਹ ਉੱਥੇ ਗਲਤ ਹੋ ਜਾਂਦੀ ਹੈ। ਅਸੀਂ ਉਹਨਾਂ ਚੀਜ਼ਾਂ ਨੂੰ ਸਾਨੂੰ ਬਚਣ ਦੀ ਬਹੁਤ ਜ਼ਿਆਦਾ ਲੋੜ ਹੈ, ਕਿਉਂਕਿ ਇਹ ਬੋਲੀ ਇੱਕ ਤੀਆਂ ਦੇ ਗਿੱਧੇ ਦੀ ਹੈ, ਇੱਕ ਤਰਿੰਜਣ ਦੇ ਗਿੱਧੇ ਦੀ ਹੈ, ਜਿਹੜੇ ਸਾਉਣ ਦੇ ਮਹੀਨੇ ਦੀਆਂ ਕੁੜੀਆਂ ਨੇ ਉਹਨਾਂ ਨਾਲ ਰਿਲੇਟਡ ਹੈ। ਤਾਂ ਇਹ ਚੀਜ਼ਾਂ ਜਿਹੜੀਆਂ ਸਾਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਉਸ ਨਾਲ ਜੁੜਨਾ ਚਾਹੀਦਾ। ਅੱਜ ਕੱਲ੍ਹ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਇਮੋਸ਼ਨਲੀ ਕਰਨ ਵਾਸਤੇ ਜਿਹੜੇ ਹੈਗੇ ਕੁੜੀ ਨੂੰ ਤੋਰਨ ਵਾਲੇ ਗਿੱਧੇ ਦਾ ਸੈੱਟ ਲਾ ਲੈਂਦੇ ਆ, ਪਰ ਜਿਹੜਾ ਉਹ ਸੈੱਟ ਆ ਉਹਨੂੰ ਨਿਭਾਉਣਾ ਇੱਕ ਬਹੁਤ ਹੀ ਔਖੀ ਜਿਹੜੀ ਇੱਕ ਚੀਜ਼ ਹੈ, ਕਿਉਂਕਿ ਉਸ ਤਰੀਕੇ ਦਾ ਕ੍ਰੀਏਟ ਕਰਨਾ ਮਾਹੌਲ, ਪਹਿਲਾਂ ਤਾਂ ਉਹਨੂੰ ਪੂਰਾ ਇੰਨਾ ਸੀਰੀਅਸ ਕਰ ਦੇਣਾ, ਕਿਉਂਕਿ ਜਦੋਂ ਇੱਕ ਕੁੜੀ ਤੁਰਦੀ ਆ ਤਾਂ ਉਹਦੇ ਮਾਪਿਓ ਦਾ, ਉਹਦੇ ਸਹੇਲੀਆਂ ਦਾ, ਉਹਦੇ ਭਾਈ ਭੈਣ ਦਾ ਕੀ ਹਾਲ ਆ ਉਹ ਕ੍ਰੀਏਟ ਕਰਨਾ। ਉਸ ਤੋਂ ਬਾਅਦ ਹੌਲੀ ਹੌਲੀ ਉਹਨੂੰ ਇਸ ਵਿਧਾ ਨੂੰ ਚੱਕ ਕੇ ਅਸੀਂ ਪੂਰਾ ਤੇਜ਼ ਗਿੱਧੇ ਦੇ ਵਿੱਚ ਲੈ ਕੇ ਤਾਂ ਉਹਨੂੰ ਇੱਕ ਤਰੀਕੇ ਨਾਲ ਬਹੁਤ ਹੌਲੀ ਤਰੀਕੇ ਨਾਲ ਉਸ ਵਿਧਾ ਦੇ ਵਿੱਚ ਲਿਜਾਣਾ ਪੈਂਦਾ, ਉਸ ਨਾਚ ਦੇ ਵਿੱਚ ਲਿਜਾਣਾ ਪੈਂਦਾ। ਤਾਂ ਅਜਿਹੀਆਂ ਜਿਹੜੇ ਟੈਕਨੀਕਲ ਚੀਜ਼ਾਂ ਹੁੰਦੀਆਂ ਨੇ ਇਹ ਕਿਤੇ ਨਾ ਕਿਤੇ ਕਿਸੇ ਦੇ ਕਿਸੇ ਪ੍ਰਭਾਵ ਪਾ ਦਿੰਦੀਆਂ ਨੇ। ਉਹ ਸਾਨੂੰ ਲੱਗਦਾ ਕਿ ਸ਼ਾਇਦ ਉਹਨਾਂ ਦਾ ਡਰੈਸਅਪ ਦੇਖ ਕੇ
ਜਾਂ ਉਹਨਾਂ ਦੇ ਇਹ ਦੇਖ ਕੇ ਸਾਡੀ ਮੇਰੀ ਆਪਣੇ ਗਿੱਧੇ ਦੀਆਂ ਤੁਸੀਂ ਵੀਡੀਓਜ਼ ਦੇਖੋਗੇ ਤਾਂ ਕੋਈ ਡਰੈਸ ਅਪ ਕੋਈ ਜ਼ਿਆਦਾ ਹਾਈ ਲੈਵਲ ਹਾਂ ਹੋਣਾ ਚਾਹੀਦਾ, ਠੀਕ ਹੋਣਾ ਚਾਹੀਦਾ, ਰੰਗ ਹੈ ਜਿਹੜੇ ਖਿੜਵੇਂ ਹੋਣ, ਇਹ ਨਾ ਹੋਵੇ ਤੁਸੀਂ ਭੱਦੇ ਕੱਪੜੇ ਪਾਏ ਆ, ਰੰਗ ਖਿੜਵੇਂ ਹੋਣ, ਫੋਕ ਰੰਗ ਹੋਣ, ਕੋਈ ਅਜਿਹੇ ਜਿਵੇਂ ਸਕਿਨ ਸ਼ੇਡ ਪਾਉਂਦੇ ਆ ਜ਼ਿਆਦਾ ਬਲੈਕ ਪਾ ਲੈਂਦੇ ਆ, ਜੇ ਕਾਫੀ ਸ਼ੇਡ ਵੀ ਪਾਉਣਾ ਤਾਂ ਉਹਨੂੰ ਵੀ ਇਸ ਤਰੀਕੇ ਨਾਲ ਪਾਓ ਕਿ ਉਹ ਉੱਠੇ। ਜੀ ਇਸ ਤਰੀਕੇ ਦਾ ਮੇਕਅਪ ਤੁਹਾਡਾ ਇੰਨਾ ਲਾਊਡ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਜਿਹੜੇ ਹੈਗੇ ਉਹ ਕਿਸੇ ਕੱਥਕ ਡਾਂਸਰ ਵਾਂਗੂ ਲੱਗੋ। ਤੁਹਾਡਾ ਜਿਹੜਾ ਇੱਕ ਪੰਜਾਬਣ ਦੀ ਦਿੱਖ ਹੋਣੀ ਚਾਹੀਦੀ ਹੈ, ਇਹ ਨਾ ਹੋਵੇ ਗੁਜਰੀਆਂ ਲੱਗੂ, ਜਿਵੇਂ ਕਿ ਅਸੀਂ ਦੇਖਦੇ ਹਾਂ ਕ੍ਰਿਸ਼ਨ ਡਾਂਸ ਦੇ ਵਿੱਚ ਦੇਖਦੇ ਹਾਂ, ਉੱਥੇ ਮੇਕਅਪ ਬਹੁਤ ਜ਼ਿਆਦਾ ਲਾਊਡ ਹੁੰਦਾ ਹੈ, ਤਾਂ ਤੁਸੀਂ ਉਸ ਨੂੰ ਉਹ ਚੀਜ਼ਾਂ ਵੱਲ ਧਿਆਨ ਦਿਓ। ਕੋਈ ਇਸ ਵਿੱਚ ਕੋਈ ਦਿੱਕਤ ਨਹੀਂ ਹੁੰਦੀ ਕਿ ਤੁਸੀਂ ਮੈਂ ਹਜੇ ਵੀ ਕਹਿਣਾ ਕਈ ਜੱਜਮੈਂਟ ਦੇ ਵਿੱਚ ਹੁੰਦੇ ਆ, ਕੁਐਸਚਨ ਹੋ ਜਾਂਦੇ ਆ, ਬਟ ਫੇਰ ਵੀ ਜੱਜਮੈਂਟ ਤੁਹਾਡੀ ਲਚਕਤਾ, ਤੁਹਾਡਾ ਸੁਰ, ਤੁਹਾਡਾ ਤਾਲ, ਉਹ ਚੀਜ਼ਾਂ ਦੇਖੂਗੀ। ਉੱਪਰੀ ਦਿਖਾਵੇ ਦੇ ਉਨੇ ਨੰਬਰ ਆ ਜਿਹੜੇ ਉਹ ਤੁਹਾਨੂੰ ਨਹੀਂ ਹੁੰਦੇ। ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਉਹ ਕੁੜੀ ਤੋਰਨ ਵਾਲਾ ਸੀਨ, ਜਿਵੇਂ ਕਿ ਇੱਕ ਉਹਦੇ ਵਿੱਚ ਬੋਲੀ ਪਾਈ ਜਾਂਦੀ ਹੈ, ਮੇਰਾ ਕਾਲਜਾ ਖੱਦਰ ਵਾਂਗੂ ਪਾਟੇ ਭੈਣ ਨੂੰ ਮੈਂ ਆਈ ਤੋੜ ਕੇ, ਐਡੀ ਦਰੇਗ ਵਾਲੀ, ਐਡੇ ਵਿਰਾਗ ਵਾਲੀ ਉਹ ਇੱਕ ਬੋਲੀ ਹੈਗੀ। ਤੇ ਜੇ ਤੁਸੀਂ ਉਸ ਦੇ ਉੱਪਰ ਇੱਕ ਫਾਸਟ ਬੀਟ ਦੇ ਨੱਚਦੇ ਹੋ ਤਾਂ ਇਹ ਤੁਹਾਡੀ ਗਲਤੀ ਹੈ ਨਾ, ਤਾਂ ਉਹ ਜੱਜਮੈਂਟ ਨੂੰ ਉਹ ਚੀਜ਼ਾਂ ਪ੍ਰਭਾਵਿਤ ਕਰਦੀਆਂ ਨੇ। ਤੁਸੀਂ ਜਾਗੋ ਦਾ ਗਿੱਧਾ ਪਾ ਰਹੇ ਹੋ, ਜਾਗੋ ਦੀਆਂ ਹੀ ਬੋਲੀਆਂ, ਹੁਣ ਤ੍ਰਿੰਜਣ ਦਾ ਪਾ ਰਹੇ ਹੋ, ਤ੍ਰਿੰਜਣ ਦੀਆਂ, ਹੁਣ ਲੋਹੜੀ ਦਾ ਪਾ ਰਹੇ ਹੋ ਤਾਂ ਲੋਹੜੀ ਨਾਲ ਰਿਲੇਟਡ ਹੋਵੇ। ਹਾਂ, ਉਹਦੇ ਵਿੱਚ ਜਿਹੜਾ ਤੁਸੀਂ ਇੱਕ ਤਮਾਸ਼ਾ ਪਾਉਂਦੇ ਹੋ ਉਹ ਇਸ ਤਰੀਕੇ ਨਾਲ ਉਹਨੂੰ ਸ਼ੁਰੂ ਕੀਤਾ ਜਾਵੇ ਕਿ ਉਹ ਵਿਆਹ ਦੇ ਵਿੱਚ ਹੀ ਲੱਗੇ ਤੇ ਵਿਆਹ ਦੇ ਵਿੱਚ ਹੀ ਖਤਮ ਹੋਵੇ। ਇਹ ਨਾ ਹੋਵੇ ਕਿ ਅਸੀਂ ਬਿਲਕੁਲ ਹੀ ਡਿਫਰੈਂਟ ਤਰੀਕੇ ਦਾ ਉਹਦੇ ਵਿੱਚ ਇੱਕ ਤਮਾਸ਼ਾ ਐਡ ਕਰ ਲਈਏ ਜਿਹੜਾ ਕਿ ਉਸ ਸੈੱਟ ਦੇ ਨਾਲ ਕੁਝ ਮੈਚ ਹੀ ਨਾ ਕਰਦਾ। ਇਹ ਚੀਜ਼ਾਂ ਹੋ ਸਕਦੀਆਂ ਨੇ। ਵੈਸੇ ਹੋਰ ਕੋਈ ਡਰੈਸ ਦਾ ਕੋਈ ਇਸ਼ੂ ਨਹੀਂ ਹੁੰਦਾ। ਜ਼ਿਆਦਾਤਰ ਜਿਹੜਾ ਮੇਕਅਪ ਆ ਉਹ ਤੁਹਾਡੇ ਸੋਬਰ ਹੋਣਾ ਚਾਹੀਦਾ, ਉਹ ਚੀਜ਼ਾਂ ਤੁਹਾਡੀ ਚੀਜ਼ਾਂ ਨੂੰ, ਅਦਰਵਾਈਜ਼ ਕੋਈ ਐਡੀ ਗੱਲ ਨਹੀਂ ਹੁੰਦੀ। ਸੋਬਰ ਚੀਜ਼ਾਂ ਪਾਓ, ਖਿੜਵੇਂ ਰੰਗ ਪਾਓ, ਬਸ। ਹੋਰ ਡਰੈਸ ਅਪ ਦਾ ਕੋਈ ਜੱਜ। ਸ਼ੁਕਰੀਆ ਸਰ। ਤੇ ਸਾਡੇ ਨਾਲ 10-15 ਸਾਥੀ ਹੋਰ ਜੁੜੇ ਹੋਏ ਨੇ। ਇੱਕ ਮਿੰਟ ਜੀ, ਇੱਕ ਮੈਸੇਜ ਆਇਆ ਕਿ ਮੇਰੀਆਂ ਵੀਡੀਓਜ਼ ਮਿਲਣਗੀਆਂ। ਮੇਰੀਆਂ ਵੀਡੀਓਜ਼ ਜੀ ਜ਼ਿਆਦਾਤਰ ਮੈਂ ਕੋਈ ਆਪਣੇ YouTube ਚੈਨਲ ਤੇ ਜ਼ਿਆਦਾ ਪਾਉਂਦਾ ਨਹੀਂ ਹਾਂ। ਯੂਨੀਵਰਸਿਟੀ ਲੈਵਲ ਦੇ ਜਿਹੜੇ ਫੈਸਟੀਵਲ ਨੇ ਉਹਦੇ ਵਿੱਚ SD ਕਾਲਜ ਮਾਨਸਾ ਦੇ ਨਾਲ ਰਿਲੇਟਡ ਉਹਦੇ ਵਿੱਚ ਮਿਲ ਸਕਦੀਆਂ ਨੇ। ਅਦਰਵਾਈਜ਼ ਜਿਹੜੇ ਵੀ ਤੁਸੀਂ ਕਿਤੇ ਦੇਖੋਗੇ ਸਾਰੇ ਠੀਕ ਹੀ ਨੇ। ਉਹਦੇ ਵਿੱਚ ਜਿਹੜੇ ਜ਼ੋਨਲ ਇੰਟਰ ਜ਼ੋਨਲ ਜਾਂਦੇ ਯਾਨੀ ਕਿ ਯੂਨੀਵਰਸਿਟੀ ਲੈਵਲ ਤੇ ਜਾਂਦੇ ਆ, ਉਹ ਸਾਰੇ ਇੱਥੋਂ ਛਾਂਟ ਕੇ ਕਿਤੇ ਗਏ ਹੁੰਦੇ ਆ ਤੇ ਉਹ ਵਧੀਆ ਹੀ ਹੋਣਗੇ, ਉੱਥੇ ਤੁਸੀਂ ਵੀਡੀਓ ਦੇਖ ਸਕਦੇ। ਧੰਨਵਾਦ ਜੀ। ਜੀ ਥੈਂਕ ਯੂ ਸਰ। ਸਾਡੇ ਨਾਲ 10-15 ਸਾਥੀ ਹੋਰ ਜੁੜੇ ਹੋਏ ਨੇ ਜ਼ੂਮ ਰਾਹੀਂ ਤੇ ਕੁਝ ਸਾਥੀ ਫੇਸਬੁੱਕ ਦੇ ਉੱਪਰ ਦੇਖ ਰਹੇ ਨੇ। ਜੇਕਰ ਕਿਸੇ ਵੀ ਸਾਥੀ ਦਾ ਕੋਈ ਸਵਾਲ ਹੈ ਤਾਂ ਉਹ ਇੱਥੇ ਜ਼ੂਮ ਰਾਹੀਂ ਪੁੱਛਿਆ ਜਾ ਸਕਦਾ। ਫੇਸਬੁੱਕ ਵਾਲੇ ਸਾਥੀ ਆਪਣਾ ਮੈਸੇਜ ਟਾਈਪ ਕਰ ਸਕਦੇ ਨੇ, ਬਾਅਦ ਦੇ ਵਿੱਚ ਵੀ ਸਾਡੇ ਮਾਹਿਰ ਉੱਥੇ ਜਵਾਬ ਉਹਦਾ ਤੁਹਾਨੂੰ ਦੇ ਦੇਣਗੇ। ਤੇ ਹੁਣ ਗੁਰਜੰਟ ਚਾਲ ਜੀ ਕੁਝ ਪੁੱਛਣਾ ਚਾਹੁੰਦੇ ਨੇ, ਉਹਨਾਂ ਨੇ ਹੱਥ ਖੜਾ ਕੀਤਾ ਹੋਇਆ ਹੈ। ਗੁਰਜੰਟ ਚਾਲ ਸਰ। ਹਾਂਜੀ ਸਰ, ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਰ, ਮੇਰਾ ਸਵਾਲ ਸਾਡੇ ਮਿੱਤਰ ਨੇ ਤੇਜੀ ਜੀ ਉਹਨਾਂ ਨੂੰ ਹੈ। ਸਰ ਜਦੋਂ ਆਪਾਂ ਅਕਸਰ ਹੀ ਵਿਦਿਅਕ ਮੁਕਾਬਲਿਆਂ ਦੇ ਵਿੱਚ ਮਿਲਦੇ ਰਹਿੰਦੇ ਆਂਗੇ, ਵੀ ਅਸੀਂ ਦੇਖਦੇ ਆਂਗੇ ਵੀ ਜਿਹੜਾ ਮਤਲਬ ਕਿ ਭੰਗੜਾ ਤੇ ਗਿੱਧਾ ਵਰਗੀਆਂ ਵਿਧਾਵਾਂ ਨੇ ਨਾ, ਵੀ ਉਹ ਸਾਨੂੰ ਨਾ ਕਿਤੇ ਨਾ ਕਿਤੇ ਐਂ ਲੱਗਦਾ ਵੀ ਸਾਡੇ ਜਿਹੜੇ ਛੋਟੇ ਸਰਕਾਰੀ ਸਕੂਲ ਹੈ, ਮਿਡਲ ਸਕੂਲ ਕਹਿ ਲਈਏ ਜਾਂ ਹਾਈ ਸਕੂਲ ਕਹਿ ਲਈਏ, ਵੀ ਉਹਨਾਂ ਦੇ ਬੱਸ ਤੋਂ ਬਾਹਰ ਦੀ ਗੱਲ ਲੱਗਦੀ ਹੁੰਦੀ ਹੈ। ਉਹਨਾਂ ਦਾ ਖਰਚਾ ਬੜਾ ਆਉਂਦਾ ਨੇ, ਡਰੈਸਾਂ ਇੰਨੀਆਂ ਮਹਿੰਗੀਆਂ ਨੇ ਵੀ ਆਮ ਤੌਰ ਤੇ ਅਸੀਂ ਇਹ ਦੇਖਦੇ ਹਾਂ ਵੀ ਇਹਨਾਂ ਸਕੂਲਾਂ, ਇਹਨਾਂ ਮੁਕਾਬਲਿਆਂ ਦੇ ਵਿੱਚ ਗਿੱਧਾ ਤੇ ਭੰਗੜੇ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੀ ਮੋਨੋਪੋਲੀ ਹੁੰਦੀ ਹੈ। ਵੀ ਜੇ ਅਸੀਂ ਆਪਦੇ ਸਕੂਲ ਦੇ ਵਿੱਚ, ਜੇ ਛੋਟੇ ਸਕੂਲ ਦੇ ਸਰਕਾਰੀ ਸਕੂਲ ਦੇ ਵਿੱਚ ਭੰਗੜਾ ਜਾਂ ਗਿੱਧਾ ਤਿਆਰ ਕਰਵਾਉਣਾ ਚਾਹੀਏ ਤਾਂ ਕਿੱਡੇ ਕੁ ਖਰਚੇ ਵਾਲਾ ਕੰਮ ਆ ਇਹ, ਵੀ ਕਿੰਨੀ ਕੁ ਇਹਨੂੰ ਸ਼ੁਰੂ ਕਰਨ ਦੇ ਵਿੱਚ ਸਾਨੂੰ ਮਿਹਨਤ ਕਰਨੀ ਪਊ, ਜਾਂ ਫਾਈਨੈਂਸ਼ੀਅਲੀ ਸਾਡਾ ਕਿੰਨਾ ਖਰਚਾ ਆ ਸਕਦਾ, ਵੀ ਕਿੰਨੇ ਘੱਟ ਤੋਂ ਘੱਟ ਖਰਚੇ ਨਾਲ ਅਸੀਂ ਲੰਘ ਸਾਰ ਸਕਦੇ ਹਾਂ। ਦੇਖੋ ਜੀ, ਜਿਹੜੀਆਂ ਫਾਈਨੈਂਸ਼ੀਅਲ ਚੀਜ਼ਾਂ ਹਾਂ ਇਹ ਹੈਗੀਆਂ ਕੋਸਟਲੀ ਚੀਜ਼ਾਂ ਨੇ। ਦੇਖੋ ਅੱਜ ਕੱਲ ਇੱਕ ਟ੍ਰੈਂਡ ਹੋ ਗਿਆ ਕਿ ਕੋਚਿੰਗ, ਕੋਚ ਲਓ, ਹਨਾ, ਉਹ ਟ੍ਰੈਂਡ ਹੋ ਗਿਆ। ਦੂਸਰੀ ਗੱਲ, ਕੋਚਿੰਗ ਵੀ ਬਹੁਤ ਜ਼ਿਆਦਾ ਜਿਹੜੀ ਮਹਿੰਗੀ ਹੋ ਗਈ। ਉਸ ਤੋਂ ਬਿਨਾਂ ਮਜੀਸ਼ੀਅਨ ਨੇ ਜਿਹੜੇ ਉਹ ਵੀ ਜ਼ਿਆਦਾ ਪੇਮੈਂਟ ਆਪਾਂ ਨੂੰ ਕਰਦੇ ਆ। ਪਰ ਇਹ ਅਸੀਂ ਆਪ ਕਰ ਸਕਦੇ ਹਾਂ ਕਿ ਕੁਛ ਇਹਨੂੰ ਮੈਨੇਜ ਕੀਤਾ ਜਾਵੇ। ਜਿਵੇਂ ਕਿ ਆਪਾਂ ਪਹਿਲਾਂ ਜਿਹੜੀ ਤਿਆਰੀ ਆ ਉਹ ਕਿਸੇ ਆਮ ਜਿਹੜੇ ਮਜੀਸ਼ੀਅਨ ਸਾਨੂੰ ਆਮ ਰੇਟ ਤੇ ਮਿਲ ਜਾਂਦੇ ਆ ਉਹਨਾਂ ਨਾਲ ਕਰ ਸਕਦੇ ਆ। ਦੂਸਰੀ ਗੱਲ, ਡਰੈਸਅਪ ਮੈਂ ਪਹਿਲਾਂ ਹੀ ਕਹਿ ਕੇ ਹਟਿਆ, ਕੋਈ ਜ਼ਿਆਦਾ ਐਡਾ ਵੀ ਹਾਈ ਲੈਵਲ ਨਹੀਂ ਹੁੰਦਾ ਡਰੈਸਅਪ ਦਾ। ਤੁਸੀਂ ਜਦੋਂ ਵੀ ਆ ਕੇ ਮੈਨੂੰ ਉਹ ਕਰੋਗੇ ਤਾਂ ਮੈਂ ਕੋਈ ਐਡਾ ਨਹੀਂ, ਲੋਕ ਕਹਿੰਦੇ ਆ 5-5, 6-6 ਹਜ਼ਾਰ ਦੀ ਡਰੈਸ ਬਣਦੀ ਹੈ ਤੇ 3-3 ਹਜ਼ਾਰ ਦੀ ਬਣਦੀ ਹੈ। ਇੰਨੀ ਵੀ ਗੱਲ ਨਹੀਂ ਹੁੰਦੀ। ਸਿਰਫ ਇੱਕ 500 ਦਾ, ਜੇ ਮੰਨ ਲਓ ਗਿੱਧੇ ਦਾ ਆਪਾਂ ਕਹੀਏ 500 ਦਾ ਸੂਟ ਲਓ ਤੇ ਉਹਦੇ ਉੱਪਰ ਗੋਟਾ ਬੱਤੀ ਲਾਉਣ ਦੇ ਤਰੀਕਾ ਹੀ ਆ, ਉਹਨੂੰ ਹੋਰ ਕੁਛ ਨਹੀਂ ਹੈ। ਤੁਸੀਂ 1000 ਰੁਪਏ ਦੇ ਵਿੱਚ ਤੁਸੀਂ ਇੱਕ ਬਹੁਤ ਹਾਈ ਲੈਵਲ ਦੀ ਡਰੈਸ ਹੈ ਜਿਹੜੀ ਉਹ ਗਿੱਧੇ ਦੀ ਤਿਆਰ ਕਰ ਸਕਦੇ ਹੋ ਵਿਦ ਜਵੈਲਰੀ। ਕੋਈ ਇੰਨੀ ਵੀ
ਜ਼ਿਆਦਾ ਕਾਸਟਲੀ ਚੀਜ਼ਾਂ ਨਹੀਂ ਹੈ। ਜ਼ਿਆਦਾ ਡਰੈਸਅਪ ਤੇ ਮੇਕਅਪ ਵਗੈਰਾ ਦਾ ਦੇਖੋ ਤੁਸੀਂ ਆਪਣੇ ਸਕੂਲ ਚੋਂ ਅਰੇਂਜ ਕਰ ਸਕਦੇ ਹੋ। ਉਸ ਤੋਂ ਬਿਨਾਂ ਜਦੋਂ ਵੀ ਤੁਸੀਂ ਕਹੋਗੇ ਤਾਂ ਅਸੀਂ ਹਾਜ਼ਰ ਹਾਂ, ਜਿਵੇਂ ਵੀ ਤੁਸੀਂ 1-2 ਦਿਨ ਜਿਵੇਂ ਵੀ ਕਹੋਗੇ, ਜਦੋਂ ਵੀ ਕਹੋਗੇ। ਬਾਕੀ ਮੇਰਾ ਆਪਣੀ ਅਕੈਡਮੀ ਇੱਥੇ ਲੈ ਕੇ ਆਓ ਬੱਚਿਆਂ ਨੂੰ ਜਦੋਂ ਮਰਜ਼ੀ, ਇਹਦੇ ਵਿੱਚ ਤੁਹਾਨੂੰ ਅਸੀਂ ਸਹਿਯੋਗ ਜਿੰਨਾ ਵੀ ਹੋ ਸਕਿਆ ਉਹ ਦੇਵਾਂਗੇ। ਥੈਂਕ ਯੂ ਸਰ, ਧੰਨਵਾਦ ਸਰ, ਬਹੁਤ ਬਹੁਤ ਧੰਨਵਾਦ। ਜੀ ਸਰ। ਤੇ ਅਗਲਾ ਸਰ ਸਵਾਲ ਹੈ ਡਾਕਟਰ ਕੁਲਦੀਪ ਸਿੰਘ ਦੀਪ ਜੀ ਲਈ, ਇਹ ਵਿਪਨ ਕੁਮਾਰ ਜੀ ਨੇ ਕੀਤਾ ਕਿ ਕੋਰੀਓਗ੍ਰਾਫੀ ਬਾਰੇ ਦੱਸਿਆ ਜਾਵੇ ਕਿ 1 ਜਾਂ 2 ਗੀਤ ਮਿਕਸ ਕਰਕੇ ਜ਼ਿਆਦਾ ਪ੍ਰਭਾਵ ਪਾਉਣਗੇ ਜਾਂ ਜ਼ਿਆਦਾ ਗੀਤ। 7 ਮਿੰਟ ਵਿੱਚ ਕਰਵਾਈ ਜਾ ਰਹੀ ਕੋਰੀਓਗ੍ਰਾਫੀ ਵਿੱਚ 2 ਗੀਤ ਚੰਗੀ ਪੇਸ਼ਕਾਰੀ ਕਰਨਗੇ ਜਾਂ ਜ਼ਿਆਦਾ ਗੀਤ ਚੰਗੀ ਪੇਸ਼ਕਾਰੀ ਕਰਨਗੇ। ਹਾਂ, ਇਹ ਕੋਈ ਗੱਲ ਜ਼ਿਆਦਾ ਮੈਟਰ ਨਹੀਂ ਕਰਦੀ ਹੈਗੀ, 2 ਗੀਤ ਹੋਣ ਜਾਂ 1 ਗੀਤ ਹੋਵੇ ਜਾਂ 3 ਗੀਤ ਹੋਣ ਜਾਂ 5 ਗੀਤ ਹੋਣ। ਮਸਲਾ ਤਾਂ ਇਹ ਹੈ ਕਿ ਜਿਹੜਾ ਤੁਹਾਡਾ ਕੰਟੈਂਟ ਹੈ, ਜਿਹੜਾ ਤੁਹਾਡਾ ਇੱਕ ਸਬਜੈਕਟ ਹੈ, ਉਹਦੀ ਇੱਕ ਲਾਈਨ ਹੁੰਦੀ ਹੈ, ਉਹਦੀ ਇੱਕ ਸਾਂਝੀ ਤੰਦ ਹੁੰਦੀ ਹੈ, ਉਹਦੀ ਕੇਂਦਰੀ ਸੁਰ ਹੁੰਦੀ ਹੈ ਇੱਕ। ਉਹ ਜਿਹੜੇ ਜਿੰਨੇ ਵੀ ਤੁਸੀਂ ਚਾਹੇ 4 ਗੀਤਾਂ ਦੇ ਪੀਸ ਲੈ ਲਓ, ਚਾਹੇ 3 ਗੀਤਾਂ ਦੇ ਪੀਸ ਲੈ ਲਓ, ਚਾਹੇ 2 ਗੀਤਾਂ ਦੇ ਪੀਸ ਲੈ ਲਓ, ਉਹ ਤੁਹਾਡੀ ਜਿਹੜੀ ਸੈਂਟਰ ਲਾਈਨ ਹੈ ਉਸ ਤੋਂ ਪਰੇ ਨਹੀਂ ਹੋਣੇ ਚਾਹੀਦੇ। ਉਹ ਉਸ ਨੂੰ ਅਨਰਿਚ ਕਰਨ ਤੇ ਲਗਾਤਾਰ ਤੁਹਾਡੇ ਕੰਟੈਂਟ ਨੂੰ ਸਿਖਰ ਤੇ ਲੈ ਕੇ ਜਾਣ। ਜਦੋਂ ਅਸੀਂ ਗੀਤ ਚੁਣਦੇ ਹਾਂ ਤਾਂ ਗੀਤ ਚੁਣਨ ਤੋਂ ਪਹਿਲਾਂ ਸਾਡੇ ਦਿਮਾਗ ਦੇ ਵਿੱਚ ਇੱਕ ਥੀਮ ਹੋਣਾ ਚਾਹੀਦਾ। ਸਾਡੀ ਪ੍ਰੋਬਲਮ ਇਹ ਹੁੰਦੀ ਹੈ ਕਿ ਸਾਨੂੰ ਕੁਝ ਗੀਤ ਚੰਗੇ ਲੱਗਦੇ ਨੇ, ਸਾਨੂੰ ਲੱਗਦਾ ਕਿ ਗੁਰਦਾਸ ਮਾਨ ਦਾ ਗੀਤ ਹੈ ਕਿ ਇਹ ਕੈਸੀ ਰੁੱਤ ਆਈ ਨਹੀਂ, ਇਹ ਕੈਸੀ ਰੁੱਤ ਆਈ ਨਹੀਂ। ਹੁਣ ਮਤਲਬ ਇਹ ਗੀਤ ਦੀ ਕੇਂਦਰੀ ਟੋਨ ਕੀ ਹੈ? ਜੇ ਤੁਸੀਂ ਇਸ ਗੀਤ ਨੂੰ ਕੇਂਦਰੀ ਟੋਨ 'ਚ ਰੱਖ ਕੇ ਇਹਦੇ ਵਰਗੇ ਕੁਝ ਹੋਰ ਗੀਤ ਲੱਭਦੇ ਹੋ ਤੇ ਤੁਹਾਨੂੰ ਸੱਚਮੁੱਚ ਲੱਭਣੇ ਆਉਂਦੇ ਨੇ ਜਾਂ ਤੁਹਾਨੂੰ ਸੱਚਮੁੱਚ ਮਿਲ ਜਾਂਦੇ ਨੇ, ਤਾਂ ਤੁਸੀਂ 2 ਗੀਤ 3 ਗੀਤ 4 ਗੀਤ 5 ਗੀਤ ਜਿੰਨੇ ਮਰਜ਼ੀ ਲੈ ਲਓ। ਉਸ ਟਾਈਮ ਦੇ ਵਿੱਚ ਸਵਾਲ ਵੱਡਾ ਇਹੀ ਹੁੰਦਾ ਹੈ ਕਿ ਥੀਮ ਕਲੀਅਰ ਹੋਣਾ ਚਾਹੀਦਾ ਉਹਦਾ, ਉਹ ਥੀਮ ਲਗਾਤਾਰ ਸਿਖਰ ਵੱਲ ਜਾਣਾ ਚਾਹੀਦਾ ਹੈ, ਉਹ ਥੀਮ ਖਿੰਡਣਾ ਨਹੀਂ ਚਾਹੀਦਾ, ਉਸ ਥੀਮ ਤੋਂ ਉਰਾ ਪਰਾ ਨਹੀਂ ਜਾਣਾ ਚਾਹੀਦਾ। ਇਹ ਨਾ ਹੋਵੇ ਕਿ ਅਸੀਂ 7 ਮਿੰਟਾਂ ਦੇ ਵਿੱਚੋਂ 3-4 ਮਿੰਟ ਅਸੀਂ ਉਰਾ ਪਰਾ ਹੋਰ ਚੀਜ਼ਾਂ ਤੇ ਵੇਸਟ ਕਰਦੇ ਤੇ ਅਖੀਰ ਤੇ ਆਪਣੇ ਟੌਪਿਕ ਤੇ ਆਏ। ਸਮਾਂ ਤੁਹਾਡੇ ਕੋਲੇ ਹੁੰਦਾ ਹੀ ਨਹੀਂ ਹੈਗਾ ਅਸਲ ਦੇ ਵਿੱਚ। 7 ਮਿੰਟਾਂ ਦੇ ਵਿੱਚ ਬਹੁਤ ਕੰਪੈਕਟ ਚੀਜ਼ਾਂ ਚਾਹੀਦੀਆਂ ਨੇ। ਸੋ ਤੁਹਾਡੇ ਵਿਜ਼ਨ ਦੀ ਕਲੈਰਿਟੀ, ਤੁਹਾਡੇ ਥੀਮ ਦੀ ਕਲੈਰਿਟੀ, ਤੁਹਾਡੀ ਸੈਂਟਰ ਲਾਈਨ ਤੇ ਤੁਹਾਡੀ ਕੋਰੀਓਗ੍ਰਾਫੀ ਦਾ ਸਿਖਰ ਵੱਲ ਜਾਣਾ, ਤੇ ਉਹਦੇ ਵਿੱਚ ਐਕਟਿੰਗ ਹੋਣੀ ਜ਼ਰੂਰੀ ਹੈ। ਇਹ ਡਾਂਸ ਦੀ ਆਈਟਮ ਨਹੀਂ ਹੈਗੀ ਜਿਹੜੀ ਕੋਰੀਓਗ੍ਰਾਫੀ ਹੈ। ਜਿਹੜੀ ਸਾਡੀ ਫਿਲਮਾਂ ਵਾਲੀ ਕੋਰੀਓਗ੍ਰਾਫੀ ਹੈ ਉਹਦੇ ਨਾਲ ਜਿਹੜੀ ਇਹ ਕੋਰੀਓਗ੍ਰਾਫੀ ਹੈ ਜਿਹੜੀ ਅਸੀਂ ਯੂਨੀਵਰਸਿਟੀਆਂ ਦੇ ਵਿੱਚ ਜਾਂ ਇਹ ਕਹਿ ਲਓ ਕਿ ਸਕੂਲਾਂ ਦੇ ਵਿੱਚ ਇੱਕ ਵੰਨਗੀ ਦੇ ਤੌਰ ਤੇ ਕਰਾ ਰਹੇ ਹਾਂ, ਉਹ ਥੀਏਟਰ ਦੀ ਵੰਨਗੀ ਹੈ। ਉਹਦੇ ਵਿੱਚ ਤੁਸੀਂ ਥੀਮ ਨੂੰ ਪਰਫਾਰਮ ਕਰਨਾ ਹੁੰਦਾ ਹੈ। ਉਹਨੂੰ ਮਤਲਬ ਐਕਟਿੰਗ ਦੀਆਂ ਮੁਦਰਾਵਾਂ ਦੇ ਵਿੱਚ ਨਹੀਂ, ਨਾਟਕ ਦੀਆਂ ਮੁਦਰਾਵਾਂ ਦੇ ਵਿੱਚ ਅਸੀਂ ਉਹਨੂੰ ਪਰਫਾਰਮ ਕਰਨਾ ਹੁੰਦਾ ਹੈ। ਤੇ ਉਹਦੇ ਵਿੱਚ ਹਰੇਕ ਰਸ ਹੁੰਦਾ ਹੈ। ਉਹਦੇ ਵਿੱਚ ਹਾਸਾ ਵੀ ਹੋ ਸਕਦਾ ਹੈ, ਉਹਦੇ ਵਿੱਚ ਰੋਣਾ ਵੀ ਹੋ ਸਕਦਾ ਹੈ, ਉਹਦੇ ਵਿੱਚ ਗੁੱਸਾ ਵੀ ਹੋ ਸਕਦਾ ਹੈ, ਉਹਦੇ ਵਿੱਚ ਖਿਝ ਵੀ ਹੋ ਸਕਦੀ ਹੈ, ਉਹਦੇ ਵਿੱਚ ਚਿੜਚਿੜਾਪਣ ਵੀ ਹੋ ਸਕਦਾ ਹੈ, ਉਹਦੇ ਵਿੱਚ ਚੀਕਾਂ ਵੀ ਹੋ ਸਕਦੀਆਂ ਨੇ, ਉਹ ਚਕੂਕਾਂ ਵੀ ਹੋ ਸਕਦੀਆਂ ਨੇ। ਉਹ ਸਾਰੇ ਰਸ ਜਿਵੇਂ ਇੱਕ ਨਾਟਕ ਦੇ ਵਿੱਚ ਹੋ ਸਕਦੇ ਨੇ, ਇਸ ਤਰ੍ਹਾਂ ਕੋਰੀਓਗ੍ਰਾਫੀ ਦੇ ਵਿੱਚ ਵੀ ਹੁੰਦੇ ਨੇ। ਲੋੜ ਇਸ ਗੱਲ ਦੀ ਹੈ ਕਿ ਥੀਮ ਕਲੀਅਰ ਹੋਵੇ, ਉਸ ਥੀਮ ਦੇ ਮੁਤਾਬਕ ਗੀਤਾਂ ਦੀ ਚੋਣ ਕੀਤੀ ਜਾਵੇ ਤੇ ਤੁਹਾਡਾ ਥੀਮ ਐਨ ਲਗਾਤਾਰ ਇੱਕ ਸਿਖਰ ਤੇ ਜਾਂਦਾ ਹੋਵੇ ਤੇ ਐਂਡ ਤੇ ਜਾ ਕੇ ਤੁਹਾਡੇ ਥੀਮ ਦਾ ਵੀ ਸਿਖਰ ਹੋਣਾ ਚਾਹੀਦਾ ਹੈ, ਤੁਹਾਡੇ ਗੀਤ ਵੀ ਉਸ ਸਿਖਰ ਨੂੰ ਪੇਸ਼ ਕਰਨ ਦੇ ਵਿੱਚ ਤੁਹਾਡੇ ਵਾਸਤੇ ਹੈਲਪਫੁਲ। ਕੁਝ ਸਵਾਲ ਸਰ ਹੋਰ ਨੇ ਤੁਹਾਡੇ ਲਈ, ਜਿਨ੍ਹਾਂ ਦੇ ਵਿੱਚੋਂ ਇੱਕ ਪਹਿਲਾ ਸਵਾਲ ਅਮਰਪ੍ਰੀਤ ਦੇਹੜ ਸੋਮਲ ਜੀ ਵੱਲੋਂ ਹੈ ਤੇ ਕੁਝ ਹੋਰ ਅਧਿਆਪਕਾਂ ਨੇ ਵੀ ਪਿਛਲੇ ਦਿਨਾਂ ਦੇ ਵਿੱਚ ਲਗਭਗ ਉਹਦੇ ਨਾਲ ਮਿਲਦਾ ਜੁਲਦਾ ਸਵਾਲ ਕੀਤਾ ਸੀ। ਸਵਾਲ ਇਹ ਹੈ ਕਿ ਜਦੋਂ ਬੱਚੇ ਮਿਹਨਤ ਕਰਦੇ ਨੇ, ਪੋਜੀਸ਼ਨ ਲੈਂਦੇ ਨੇ, ਤਾਂ ਉਹਨਾਂ ਦੇ ਵਿੱਚੋਂ ਘੱਟੋ ਘੱਟ 3 ਪੋਜੀਸ਼ਨਸ ਨੂੰ ਤਾਂ ਚਾਹੀਦਾ ਕਿ ਜਿਹੜੀ ਵੀ ਅਥਾਰਟੀ ਕੋਈ ਮੁਕਾਬਲਾ ਕਰਵਾ ਰਹੀ ਹੈ ਉਹ ਪ੍ਰਾਈਜ਼ ਦੇਵੇ ਤੇ ਅਗਲੇ ਪੱਧਰ ਲਈ ਉਹਨਾਂ ਨੂੰ ਭੇਜੇ। ਤੇ ਪਹਿਲਾਂ ਵੀ ਇਹੀ ਚਰਚਾ ਪਿਛਲੇ ਦਿਨਾਂ ਦੇ ਵਿੱਚ ਕਾਫੀ ਸਾਰੇ ਅਧਿਆਪਕਾਂ ਨੇ ਸਾਡੇ ਨਾਲ ਕੀਤੀ ਸੀ ਕਿ ਕਿੰਨੇ ਵਿਦਿਆਰਥੀ ਜਾਣੇ ਚਾਹੀਦੇ ਨੇ ਅਗਲੇ ਪੱਧਰ ਦੇ ਉੱਪਰ ਮੁਕਾਬਲੇ ਦੇ। ਤੇ ਜੇਕਰ ਮੰਨ ਲਓ ਬਲਾਕ ਲੈਵਲ ਤੇ ਸਭ ਤੋਂ ਪਹਿਲਾਂ ਮੁਕਾਬਲਾ ਹੁੰਦਾ ਜਾਂ ਸੈਂਟਰ ਲੈਵਲ ਤੇ ਹੁੰਦਾ, ਉੱਥੇ 2 ਬੱਚੇ ਜਾ ਰਹੇ ਨੇ ਅਗਲੇ ਪੱਧਰ ਤੇ, ਤਾਂ ਡਿਸਟ੍ਰਿਕਟ ਦੇ ਵਿੱਚ ਵੀ ਉਹੀ ਪੈਟਰਨ ਹੋਣਾ ਚਾਹੀਦਾ, ਸਟੇਟ ਦੇ ਵਿੱਚ ਵੀ ਉਹੀ ਪੈਟਰਨ ਹੋਣਾ ਚਾਹੀਦਾ, ਜਾਂ ਇਸ ਨੂੰ ਅਗਲੇ ਪੱਧਰ ਤੇ ਬਦਲਿਆ ਵੀ ਜਾ ਸਕਦਾ? ਇਹ ਬਹੁਤ ਗੰਭੀਰ ਸਵਾਲ ਹੈ ਤੇ ਇਹ ਯੂਨੀਵਰਸਿਟੀਆਂ ਤੱਕ ਵੀ ਡਿਸਕਸ ਹੁੰਦਾ ਹੈ ਸਵਾਲ। ਤੇਜਿੰਦਰ ਨੂੰ ਪਤਾ ਹੋਣਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪਿਛਲੇ ਸਾਲਾਂ ਦੇ ਵਿੱਚ ਇੱਕ ਵਾਰੀ ਚੇਂਜ ਕਰਤਾ ਸੀ ਇਹ ਕਿ ਇਕੱਲੀ ਫਸਟ ਆਈਟਮ ਹੀ ਆਊਗੀ ਉੱਪਰ, ਮਤਲਬ ਸੈਕੰਡ ਜਾਂ ਥਰਡ ਚਲੋ ਜਾਂਦੀ ਨਹੀਂ ਹੈਗੀ, ਵੀ ਸੈਕੰਡ ਵੀ ਅਸੀਂ ਬੰਦ ਕਰਤੀ। ਪਰ ਪਿਛਲੇ ਸਾਲ ਮਤਲਬ ਇਹ ਦੁਬਾਰਾ ਫਿਰ ਚੇਂਜ ਕੀਤਾ, ਫਿਰ ਉਹ ਫਸਟ ਤੇ ਸੈਕੰਡ 2 ਅਸੀਂ ਆਈਟਮਾਂ ਮਤਲਬ ਉਹਦੇ ਵਿੱਚ ਯੂਨੀਵਰਸਿਟੀ ਪੱਧਰ ਤੇ ਲੈਣ ਲੱਗ ਗਏ। ਇੱਥੇ ਸੁਖਜੀਵਨ ਸਵਾਲ ਇਹ ਹੈ ਕਿ 2 ਨਜ਼ਰੀਏ ਨੇ। ਇੱਕ ਨਜ਼ਰੀਆ ਤਾਂ ਹੈਗਾ ਕਿ ਤੁਸੀਂ ਬੱਚਿਆਂ ਲਈ ਕਰ ਰਹੇ ਹੋ, ਸਾਰਾ ਕੁਝ ਬੱਚਿਆਂ ਦੀ ਪ੍ਰਮੋਸ਼ਨ ਲਈ ਕਰ ਰਹੇ ਹੋ,
ਦੂਜਾ ਨਜ਼ਰੀਆ ਹੈਗਾ ਕਿ ਤੁਸੀਂ ਪ੍ਰਬੰਧਾਂ ਦੇ ਐਂਗਲ ਤੋਂ ਕਰ ਰਹੇ ਹੋ। ਜੇ ਤਾਂ ਤੁਸੀਂ ਪ੍ਰਬੰਧਕਾਂ ਦੇ ਨਜ਼ਰੀਏ ਤੋਂ ਕਹਿੰਦੇ ਹੋ, ਫਿਰ ਤਾਂ ਪ੍ਰਬੰਧਕਾਂ ਦੀ ਅਪਰੋਚ ਇਹ ਹੁੰਦੀ ਹੈ ਕਿ ਘੱਟ ਤੋਂ ਘੱਟ ਟੀਮਾਂ ਆਉਣ, ਪ੍ਰਬੰਧ ਕਰਨਾ ਸੌਖਾ ਹੋ ਜਾਂਦਾ ਹੈ, ਸਮਾਂ ਘੱਟ ਲੱਗਦਾ ਹੈ, ਰਿਸੋਰਸਸ ਘੱਟ ਲੱਗਦੇ ਨੇ, ਖਰਚਾ ਘੱਟ ਹੁੰਦਾ ਹੈ। ਪਰ ਜੇ ਤੁਸੀਂ ਇਹ ਚਾਹੁੰਦੇ ਹੋ ਕਿ ਬੱਚੇ ਪ੍ਰਮੋਟ ਹੋਣ, ਬੱਚੇ ਮੈਕਸਿਮਮ ਜਾਣ ਉੱਪਰ ਤੱਕ, ਤਾਂ ਉੱਥੇ ਫਿਰ ਫਸਟ ਸੈਕੰਡ ਤਾਂ ਹਰ ਹਾਲਤ 'ਚ ਹੋਣੇ ਚਾਹੀਦੇ ਨੇ। ਜੇ ਥਰਡ ਹੋ ਸਕਦਾ ਨਾਲ, ਤਾਂ ਥਰਡ ਵੀ ਹੋਣਾ ਕੋਈ ਮਾੜੀ ਗੱਲ ਨਹੀਂ ਹੈਗੀ। ਉੱਥੇ ਸਾਨੂੰ ਉੱਡੇ ਵੱਡੇ ਪ੍ਰਬੰਧ ਕਰਨੇ ਪੈਂਦੇ ਨੇ। ਫਿਰ ਸਮੱਸਿਆ ਪ੍ਰਬੰਧਕਾਂ ਦੀ ਇਹ ਹੁੰਦੀ ਹੈ, ਚਾਹੇ ਯੂਨੀਵਰਸਿਟੀ ਪੱਧਰ ਹੈ, ਚਾਹੇ ਸਕੂਲ ਪੱਧਰ ਹੈ, ਚਾਹੇ ਕਾਲਜ ਪੱਧਰ ਹੈ, ਉਹਨਾਂ ਨੂੰ ਲੱਗਦਾ ਹੁੰਦਾ ਕਿ ਭੀੜ ਬਹੁਤ ਹੋ ਜਾਊਗੀ, ਇਕੱਠ ਬਹੁਤ ਹੋ ਜਾਊਗਾ, ਸਮਾਂ ਬਹੁਤ ਲੱਗੂਗਾ। GND ਵਰਗੀਆਂ ਯੂਨੀਵਰਸਿਟੀਆਂ ਦੇ ਵਿੱਚ ਅੱਧੀ ਰਾਤ ਤੱਕ ਮੁਕਾਬਲੇ ਚੱਲਦੇ ਰਹਿੰਦੇ ਨੇ, ਸਾਰੀ ਰਾਤ ਮੁਕਾਬਲੇ ਚੱਲਦੇ ਰਹਿੰਦੇ ਨੇ, ਪਰ ਉਹ ਬੱਚਿਆਂ ਨੂੰ ਇਗਨੋਰ ਨਹੀਂ ਕਰਦੇ, ਬੱਚਿਆਂ ਨੂੰ ਡੀਗ੍ਰੇਡ ਨਹੀਂ ਕਰਦੇ ਹੈਗੇ। ਹੁੰਦਾ ਕੀ ਹੈ, ਮਤਲਬ ਹੇਠਲੇ ਪੱਧਰ ਤੇ ਜਿਵੇਂ ਯੂਨੀਵਰਸਿਟੀਆਂ ਦੇ ਵਿੱਚ ਜ਼ੋਨਲ ਪੱਧਰ ਤੇ, ਜਾਂ ਸਕੂਲਾਂ ਦੇ ਵਿੱਚ ਬਲਾਕ ਪੱਧਰ ਤੇ, ਤਹਿਸੀਲ ਪੱਧਰ ਤੇ, ਕਈ ਵਾਰੀ ਕੀ ਹੁੰਦਾ ਕਿ ਬੱਚਿਆਂ ਦੇ ਵਿੱਚ ਬਹੁਤ ਥੋੜਾ ਫਰਕ ਹੁੰਦਾ ਹੈ। ਫਸਟ ਤੇ ਸੈਕੰਡ ਦੇ ਵਿੱਚ ਤੇ ਥਰਡ ਦੇ ਵਿੱਚ ਬਹੁਤ ਥੋੜਾ ਫਰਕ ਹੁੰਦਾ ਹੈ। ਜਾਂ ਕਈ ਵਾਰੀ ਜੱਜਿਸ ਹੀ ਨਹੀਂ ਵਧੀਆ ਮਿਲਦੇ, ਜਿਵੇਂ ਪ੍ਰਗਟ ਸਿੰਘ ਨੇ ਵੀ ਦੱਸਿਆ ਕਿ ਜੱਜਾਂ ਨੇ ਜਿਹੜਾ ਬੱਚਾ ਫਸਟ ਆਉਣਾ ਚਾਹੀਦਾ ਹੈ ਉਹਨੂੰ ਸੈਕੰਡ ਕਰਤਾ, ਜਾਂ ਜਿਹੜਾ ਬੱਚਾ ਫਸਟ ਆਉਣਾ ਚਾਹੀਦਾ ਉਹਨੂੰ ਥਰਡ ਕਰਤਾ। ਹੋ ਸਕਦਾ ਹੈ ਸਟੇਟ ਤੱਕ ਜਾਂਦੇ ਜਾਂਦੇ ਜਿਹੜਾ ਥਰਡ ਬੱਚਾ ਹੈ ਉਹ ਫਸਟ ਆ ਜੇ। ਤੇ ਅਕਸਰ ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜਾ ਬੱਚੇ ਨੂੰ ਅਸੀਂ ਸੈਕੰਡ ਮੰਨ ਕੇ ਛੱਡ ਦਿੰਦੇ ਆ, ਜਿਹੜੇ ਬੱਚੇ ਨੂੰ ਅਸੀਂ ਉੱਪਰ ਜਾਣ ਦਾ ਚਾਂਸ ਸੀ ਉਹਦਾ ਖਤਮ ਕਰ ਦਿੰਦੇ ਆ, ਜਾਂ ਜਿਹੜਾ ਬੱਚਾ ਕਿਸੇ ਜੱਜ ਦੀ ਨਲਾਇਕੀ ਕਰਕੇ ਜਾਂ ਕਿਸੇ ਤਿਆਰੀ ਕਰਾਉਣ ਵਾਲੇ ਦੀ ਨਲਾਇਕੀ ਕਰਕੇ ਫਸਟ ਦੀ ਥਾਂ ਤੇ ਥਰਡ ਆ ਗਿਆ, ਤੇ ਅਸੀਂ ਉਸ ਬੱਚੇ ਦਾ ਤਾਂ ਉੱਪਰ ਜਾਣ ਦਾ ਚਾਂਸ ਹੀ ਖਰਾਬ ਕਰਤਾ। ਤੁਸੀਂ 3 ਥਾਵਾਂ ਦੇ ਰਹੇ ਹੋ, ਤੇ ਇਹਦਾ ਮਤਲਬ ਜਦੋਂ ਉੱਪਰ ਚਲੇ ਗਏ ਉਹ 3 ਬੱਚੇ ਕਾਮਨ ਹੋ ਗਏ। ਜਦੋਂ ਤਹਿਸੀਲ ਦੇ ਵਿੱਚੋਂ ਫਸਟ ਸੈਕੰਡ ਥਰਡ ਬੱਚਾ ਜ਼ਿਲ੍ਹੇ ਚਲਾ ਗਿਆ, ਉੱਥੇ ਜ਼ਿਲ੍ਹੇ ਚੋਂ ਫਸਟ ਸੈਕੰਡ ਥਰਡ ਨਹੀਂ, ਉੱਥੇ 3 ਹੀ ਬਰਾਬਰ ਨੇ, ਉਹਨਾਂ 3 ਨੇ ਬਰਾਬਰ ਕੰਪੀਟੀਸ਼ਨ ਲੜਨਾ ਹੈ। ਹੋ ਸਕਦਾ ਉਹਦੇ ਥਰਡ ਵਾਲਾ ਫਸਟ ਆਵੇ, ਫਸਟ ਵਾਲਾ ਸੈਕੰਡ ਆਵੇ, ਤੇ ਐਂ ਉਦੋਂ ਅਗਲੀਆਂ ਫੇਜ਼ਸ ਤੇ ਜਾ ਕੇ ਵੀ ਪੋਜੀਸ਼ਨ ਉਹ ਚੇਂਜ ਹੋ ਸਕਦੀ ਹੈ। ਸੋ ਬੱਚਿਆਂ ਨੂੰ ਪ੍ਰਮੋਟ ਕਰਨ ਦੇ ਐਂਗਲ ਤੋਂ ਤੁਹਾਨੂੰ ਫਸਟ ਸੈਕੰਡ ਥਰਡ 3 ਪੋਜੀਸ਼ਨਾਂ, ਅਦਰਵਾਈਜ਼ 2 ਹਰ ਹਾਲਤ 'ਚ ਹੋਣੀ ਚਾਹੀਦੀਆਂ ਨੇ। ਇੱਕ ਪੋਜੀਸ਼ਨ ਕਦੇ ਵੀ ਨਹੀਂ ਲੈ ਕੇ ਜਾਣੀ ਚਾਹੀਦੀ। ਇੰਨੀ ਪਰਫੈਕਸ਼ਨ ਜੱਜਾਂ ਦੇ ਵਿੱਚ, ਪ੍ਰਬੰਧਕਾਂ ਦੇ ਵਿੱਚ ਕਦੇ ਨਹੀਂ ਹੁੰਦੀ ਹੈਗੀ ਕਿ ਅਸੀਂ ਇੰਨਾ ਮਿਨਿਊਟਲੀ ਨਿਆਂ ਕਰ ਸਕੀਏ ਕਿ ਸੈਕੰਡ ਵਾਲਾ ਬੱਚਾ ਫਸਟ ਨਾ ਆ ਸਕੇ ਜਾਂ ਥਰਡ ਵਾਲਾ ਬੱਚਾ ਸੈਕੰਡ ਨਾ ਆ ਸਕੇ। ਇਹਦੀਆਂ ਬਹੁਤ ਸੰਭਾਵਨਾਵਾਂ ਨੇ ਤੇ ਹਰ ਵਾਰ ਪੋਜੀਸ਼ਨਾਂ ਚੇਂਜ ਹੁੰਦੀਆਂ ਨੇ। ਮੇਰਾ ਘੱਟੋ ਘੱਟ 27-28 ਸਾਲ ਦਾ ਤਜਰਬਾ ਹੈ, ਪ੍ਰਗਟ ਸਿੰਘ ਹੋਰਾਂ ਦਾ ਬਹੁਤ ਤਜਰਬਾ ਹੈ, ਚਲੋ ਤੇਜਿੰਦਰ ਹੋਰੀ ਨਵੇਂ ਆਏ ਨੇ, ਪਰ ਇਹਨਾਂ ਦਾ ਵੀ ਤਜਰਬਾ ਹੈ ਕਿ ਅਕਸਰ ਸਥਿਤੀਆਂ ਬਦਲ ਜਾਂਦੀਆਂ ਨੇ। ਜਿਹੜੇ ਸੈਕੰਡ ਲੈਵਲ ਦੇ ਬੰਦੇ ਹੁੰਦੇ ਨੇ ਉਹ ਕਈ ਵਾਰੀ ਮਿਹਨਤ ਹੀ ਇੰਨੀ ਕਰ ਲੈਂਦੇ ਨੇ, ਜਾਂ ਉਹਨਾਂ ਨਾਲ ਕੁਝ ਬੇਇਨਸਾਫੀਆਂ ਹੋਈਆਂ ਹੁੰਦੀਆਂ ਨੇ, ਜਾਂ ਕੋਈ ਟੈਕਨੀਕਲ ਤੌਰ ਤੇ ਉਹਨਾਂ ਦੇ ਕੁਝ ਨੁਕਤੇ ਹੁੰਦੇ ਨੇ ਜਿਹੜੇ ਉਦੋਂ ਉਹਨਾਂ ਨੂੰ ਨਹੀਂ ਪਤਾ ਹੁੰਦਾ, ਪਰ ਜੱਜਸ ਜਿਹੜੇ ਹੈਗੇ ਨੇ ਉਹਨਾਂ ਨੂੰ ਕਲੀਅਰ ਕਰ ਦਿੰਦੇ ਨੇ, ਜਾਂ ਆਡੀਅנס ਦੇ ਵਿੱਚੋਂ ਕੋਈ ਬੰਦਾ ਕਲੀਅਰ ਕਰ ਦਿੰਦਾ ਹੈ, ਤੇ ਉਹ ਹੋਰ ਐਕਸੈਲ ਕਰਕੇ ਫਸਟ ਵਾਲੇ ਨੂੰ ਕੱਟ ਕੇ ਆਪ ਫਸਟ ਆ ਜਾਂਦੇ ਨੇ, ਜਾਂ ਥਰਡ ਵਾਲਾ ਫਸਟ ਆ ਜਾਂਦਾ ਹੈ। ਸੋ ਵੱਧ ਤੋਂ ਵੱਧ ਮੌਕੇ ਦੇਣੇ ਚਾਹੀਦੇ ਨੇ, ਵੱਧ ਤੋਂ ਵੱਧ ਹੱਲਾਸ਼ੇਰੀ ਹੋਣੀ ਚਾਹੀਦੀ ਹੈ, ਵੱਧ ਤੋਂ ਵੱਧ ਪਾਰਟਿਸਿਪੇਸ਼ਨ ਹੋਣੀ ਚਾਹੀਦੀ ਹੈ। ਅਸੀਂ ਪ੍ਰਬੰਧਾਂ ਨੂੰ ਬੱਚਿਆਂ ਦੇ ਹਾਣ ਦੇ ਕਰੀਏ, ਨਾ ਕਿ ਪ੍ਰਬੰਧਾਂ ਦੀ ਲੋੜ ਦੇ ਵਿੱਚੋਂ ਬੱਚਿਆਂ ਤੇ ਕੱਟ ਮਾਰ ਦਈਏ। ਇਹ ਬੱਚਿਆਂ ਦਾ ਨਜ਼ਰੀਆ ਸਾਡੇ ਦਿਮਾਗ ਦੇ ਵਿੱਚ ਨੰਬਰ 1 ਤੇ ਹੋਣਾ ਚਾਹੀਦਾ ਹੈ, ਤੇ ਉਹਦੇ ਵਾਸਤੇ ਜ਼ਰੂਰੀ ਹੈ ਕਿ ਅਸੀਂ ਮੈਕਸਿਮਮ ਬੱਚੇ ਉੱਪਰ ਤੱਕ ਲੈ ਕੇ ਜਾਈਏ। ਪ੍ਰਬੰਧ ਸਾਨੂੰ ਜੇ 5 ਥਾਵਾਂ ਤੇ ਕਰਨੇ ਪੈਣ, ਜਾਂ 1 ਥਾਂ ਤੇ ਕਰਨੇ ਪੈਣ, ਜਾਂ ਡੇ ਨਾਈਟ ਕਰਨਾ ਪਵੇ, ਜਾਂ ਕੋਈ ਵੀ ਪ੍ਰਬੰਧ ਕਰਨਾ ਪਵੇ, ਉਹ ਅਸੀਂ ਕਰੀਏ, ਕਿਉਂਕਿ ਸਾਡਾ ਮਕਸਦ, ਐਜੂਕੇਸ਼ਨ ਦਾ ਮਕਸਦ ਬੱਚੇ ਨੂੰ ਪ੍ਰਮੋਟ ਕਰਨਾ ਹੈ, ਬੱਚੇ ਦੀਆਂ ਕਲਾਵਾਂ ਨੂੰ ਪ੍ਰਮੋਟ ਕਰਨਾ ਹੈ। ਪ੍ਰਬੰਧ ਦੀਆਂ ਸੇਵਾਵਾਂ ਦੇ ਵਿੱਚ ਬੱਚਿਆਂ ਨਾਲ ਬੇਇਨਸਾਫੀ ਨਹੀਂ ਹੋਣੀ ਚਾਹੀਦੀ। ਸਰ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਆ ਜੀ। 2018 ਦੀ ਗੱਲ ਹੈ ਜੀ, ਆਪਣੇ ਜਿਹੜੇ ਵਿਦਿਅਕ ਮੁਕਾਬਲੇ ਹੁੰਦੇ ਨੇ, ਤੇ ਮੇਰਾ ਇੱਕ ਸਟੂਡੈਂਟ ਸੀ ਮੁੰਡਾ ਸੋਹੇਲ ਖਾਨ ਜੀ, ਤੇ ਉਹ ਬੱਚਾ ਮੇਰੇ ਕੋਲ ਪਿਛਲੇ 2009 ਤੋਂ ਤਿਆਰੀ ਕਰ ਰਿਹਾ ਜੀ, ਤੇ ਲਾਸਟ ਈਅਰ ਵਾਈਸ ਆਫ ਪੰਜਾਬ ਦਾ ਰਨਰ ਅਪ ਵੀ ਰਿਹਾ ਜੀ ਮੁੰਡਾ, ਉਹ ਸੀਜ਼ਨ 11 ਦਾ ਜੀ। ਤੇ ਉਹ ਬੱਚੇ ਨੂੰ ਜੀ ਜ਼ਿਲ੍ਹੇ 'ਚ ਥਰਡ ਕੱਢਤਾ ਜੀ। ਬੜਾ ਅਸੀਂ ਰੌਲਾ ਰੱਪਾ ਹੀ ਪਾਇਆ ਵੀ ਥਰਡ ਕਿਉਂ ਕੱਢਿਆ। ਚਲੋ ਉਹ ਕਹਿੰਦੇ ਵੀ 3 ਬੱਚੇ ਅੱਗੇ ਜਾਣਗੇ, ਤੁਸੀਂ ਨਿਰਾਸ਼ ਨਾ ਹੋ ਵੀ ਜ਼ਿਲ੍ਹੇ 'ਚ 3 ਬੱਚੇ ਜਿਹੜੇ ਆਪਣੀ ਇੰਡੀਵਿਜੂਅਲ ਕੋਈ ਵੀ ਆਈਟਮ ਹੁੰਦੀ ਹੈ, 3 ਬੱਚੇ ਅੱਗੇ ਜਾਂਦੇ ਨੇ ਪਹਿਲੀ ਪੋਜੀਸ਼ਨ ਜੀ। ਉਹੀ ਗੱਲ ਹੋਈ ਜੀ, ਜਦੋਂ ਅੱਗੇ ਰੱਬ ਨੇ ਕਿਰਪਾ ਕਰੀ, ਜ਼ੋਨ ਦਾ ਹੋਇਆ, ਜ਼ੋਨ 'ਚੋਂ ਹੀ ਫਸਟ, ਸਟੇਟ 'ਚੋਂ ਹੀ ਫਸਟ ਬੱਚਾ ਜੀ। ਉਹੀ ਜੇ ਕਿਤੇ ਉੱਥੇ ਇਹ ਹੁੰਦਾ ਵੀ ਬੱਚਾ ਫਸਟ ਵਾਲਾ ਜਾਊਗਾ ਤਾਂ ਉਹ ਰਹਿ ਜਾਂਦਾ। ਫਿਰ ਉਸੇ ਸਾਲ ਉਸੇ ਬੱਚੇ ਨੇ ਜੀ, ਜਿਹੜਾ ਆਪਣਾ ਕਲਾ ਉਤਸਵ ਹੁੰਦਾ ਹੈ ਸਮੱਗਰਾ ਵੱਲੋਂ ਕਰਾਇਆ ਜਾਂਦਾ ਰਾਸ਼ਟਰੀ ਪੱਧਰ ਦਾ ਕੰਪੀਟੀਸ਼ਨ, ਉਹਦੇ ਵਿੱਚ ਵੀ ਸਟੇਟ ਜਿੱਤ ਕੇ ਨੈਸ਼ਨਲ ਜਾ ਕੇ ਆਇਆ ਜੀ ਬੱਚਾ। ਉਹ ਬਹੁਤ ਅੱਛੇ, ਬਿਲਕੁਲ ਨਹੀਂ ਹੁੰਦਾ, ਅਕਸਰ ਹੀ ਹੁੰਦਾ ਇਸ ਤਰ੍ਹਾਂ। ਸੋ ਬੱਚਿਆਂ ਨਾਲ ਬੇਇਨਸਾਫੀ ਨਹੀਂ ਹੋਣੀ ਚਾਹੀਦੀ। ਅਸੀਂ ਬੱਚਿਆਂ ਦੇ ਐਂਗਲ ਤੋਂ ਆਪਦੇ ਆਪ ਨੂੰ ਪ੍ਰਿਪੇਅਰ ਕਰੀਏ।
ਤੇ ਸਾਡੀਆਂ ਪਿਛਲੀਆਂ ਲੜੀਆਂ ਦੇ ਵਿੱਚ ਵੀ ਇੱਕ ਸਵਾਲ ਬਹੁਤ ਚਰਚਿਤ ਰਿਹਾ ਸੀ ਕਿ ਜਿਹੜਾ ਅਕਤੂਬਰ ਮਹੀਨੇ 75 ਸਾਲਾ ਆਜ਼ਾਦੀ ਦੇ ਜਸ਼ਨਾਂ ਦੇ ਸੰਬੰਧ ਵਿੱਚ ਕਾਵਿ ਰਚਨਾ ਦਾ ਮੁਕਾਬਲਾ ਹੋ ਰਿਹਾ ਹੈ, ਉਹ ਮੁਕਾਬਲਾ ਕੀ ਹੈ, ਕਿਵੇਂ ਹੈ, ਉਸ ਬਾਰੇ ਜ਼ਰੂਰ ਦੱਸਿਆ ਜਾਵੇ। ਤੇ ਜੀ ਦੇਖੋ, ਮੈਂ ਇਹਦੇ ਬਾਰੇ ਸਿਧਾਂਤਕ ਪੋਜੀਸ਼ਨ ਕਲੀਅਰ ਕਰ ਸਕਦਾ, ਅਦਰਵਾਈਜ਼ ਰੂਲ ਕੀ ਨੇ ਜਾਂ ਉਹ ਕੀ ਕਰਾਉਣਗੇ ਜਾਂ ਕਿਹੜਾ ਬੰਦਾ ਕਿਹੋ ਜਿਹੀ ਜੱਜਮੈਂਟ ਕਰੂਗਾ, ਇਹ ਤਾਂ ਅਸੀਂ ਨੇਰੇ 'ਚ ਤੀਰ ਹੀ ਮਾਰਦੇ ਹਾਂ। ਮਤਲਬ ਉੱਥੇ ਮੇਰੀ ਗੱਲ ਸ਼ਾਇਦ ਉਸ ਥਾਵਾਂ ਤੱਕ ਨਹੀਂ ਜਾਊਗੀ, ਉੱਥੇ ਤਾਂ ਜੱਜਮੈਂਟਾਂ ਉਵੇਂ ਹੀ ਹੋਣਗੀਆਂ। ਪਰ ਸਿਧਾਂਤਕ ਤੌਰ ਤੇ ਕਾਵਿ ਰਚਨਾ ਬੇਸਿਕਲੀ ਕਾਵਿ ਸਿਰਜਣਾ ਦਾ ਮੁਕਾਬਲਾ ਹੈ, ਜਿਹਦੇ ਵਿੱਚ ਤੁਸੀਂ ਕਵਿਤਾ ਕ੍ਰੀਏਟ ਕਰਨੀ ਹੈ। ਉਹ ਚਾਹੇ ਮੌਕੇ ਤੇ ਟੌਪਿਕ ਦਿੱਤੇ ਹੋਣ, ਚਾਹੇ ਨਾ ਦਿੱਤੇ ਹੋਣ, ਜਾਂ ਕੁਝ ਵੀ ਹੋਵੇ, ਉਹ ਤਾਂ ਹੁਣ ਰੂਲਸ ਵਾਲਿਆਂ ਨੇ ਰੂਲਸ ਕਲੀਅਰ ਕਰਨੇ ਸੀ, ਤਿਆਰ ਕਰਾਉਣ ਵਾਲਿਆਂ ਨੇ ਤਿਆਰ ਕਰਨਾ ਸੀ, ਜੱਜਮੈਂਟ ਵਾਲਿਆਂ ਨੇ ਜੱਜਮੈਂਟ ਕਰਨੀ ਸੀ। ਕਾਵਿ ਗਾਇਨ, ਕਾਵਿ ਉਚਾਰਨ ਤੇ ਕਾਵਿ ਰਚਨਾ, ਕਾਵਿ ਸਿਰਜਣਾ, ਇਹ 3 ਕਵਿਤਾ ਦੀਆਂ ਵੰਨਗੀਆਂ ਨੇ। ਜੇ ਤੁਸੀਂ ਕਾਵਿ ਉਚਾਰਨ ਕਰਾਉਣਾ ਚਾਹੁੰਦੇ ਹੋ ਹੋਰ ਹੈ, ਜੇ ਕਾਵਿ ਗਾਇਨ ਕਰਾਉਣਾ ਚਾਹੁੰਦੇ ਹੋ ਹੋਰ ਹੈ, ਜੇ ਕਾਵਿ ਰਚਨਾ ਕਰਾਉਣਾ ਚਾਹੁੰਦੇ ਹੋ, ਕਾਵਿ ਰਚਨਾ ਦਾ ਮਤਲਬ ਰਚਨਾ, ਸਿਰਜਣਾ, ਕ੍ਰੀਏਟ ਕਰਨਾ ਉਸਨੂੰ, ਤੇ ਉਹ ਕ੍ਰੀਏਟ ਕਰਨ ਦਾ ਮੁਕਾਬਲਾ ਹੈ। ਤੁਹਾਨੂੰ ਇੱਕ ਟੌਪਿਕ ਦਿੱਤਾ ਮੇਰੀ ਮਾਂ, ਤੁਸੀਂ ਬੱਚਿਆਂ ਨੂੰ ਕਹੋ ਵੀ ਇਹ ਤੇ ਕ੍ਰੀਏਟ ਕਰੋ ਜੀ ਕਵਿਤਾ। ਬੱਚੇ ਕੁਝ ਵੀ ਲਿਖਣ, ਪਿਆਰੀ ਪਿਆਰੀ ਮੇਰੀ ਮਾਂ, ਮਿੱਠੀ ਠੰਡੀ ਇਸ ਦੀ ਛਾਂ, ਤੁਹਾਡੀ ਕ੍ਰੀਏਟੀਵਿਟੀ ਸਾਹਮਣੇ ਆਊਗੀ। ਤੁਹਾਨੂੰ ਟੌਪਿਕ ਦਿੱਤਾ ਕਿ ਆਓ ਬੱਚੇ ਰੁੱਖ ਲਗਾਈਏ, ਤੁਸੀਂ ਕਰੋ ਉਹਦੇ ਵਿੱਚ ਵੀ ਰੁੱਖਾਂ ਦੇ ਵਿੱਚ ਪਾਣੀ ਪਾਈਏ, ਰੁੱਖਾਂ ਦੇ ਮਿੱਠੇ ਫਲ ਖਾਈਏ। ਪ੍ਰਾਇਮਰੀ ਵਾਲਾ ਬੱਚਾ ਵੀ ਕੰਸਟਰਕਟ ਕਰੂਗਾ, ਪ੍ਰਾਇਮਰੀ ਵਾਲਾ ਬੱਚਾ ਵੀ ਕ੍ਰੀਏਟ ਕਰੂਗਾ, ਜੇ ਤੁਸੀਂ ਬੱਚਿਆਂ ਨੂੰ ਥੋੜੀ ਜਿਹੀ ਟੀਚਰ ਟ੍ਰੇਨਿੰਗ ਦਿੰਦਾ ਹੈ, ਕਵਿਤਾ ਦੀਆਂ ਬੇਸਿਕ ਨੁਕਤੇ ਕੁਝ ਸਮਝਾ ਦਈਏ ਕਿ ਆ ਤੁਕਾਂਤ ਹੁੰਦਾ ਹੈ, ਇਹ ਤੁਕਾਂਤ ਵਾਲੇ ਸ਼ਬਦ ਹੁੰਦੇ ਨੇ, ਆਈਏ ਤੋਂ ਬਾਅਦ ਲਾਈਏ, ਲਾਈਏ ਤੋਂ ਬਾਅਦ ਪਾਈਏ, ਪਾਈਏ ਤੋਂ ਬਾਅਦ ਜਾਈਏ, ਜਾਈਏ ਤੋਂ ਬਾਅਦ ਖਾਈਏ, ਖਾਈਏ ਤੋਂ ਬਾਅਦ ਨਹਾਈਏ। ਜੇ ਅਸੀਂ ਬੱਚੇ ਨੂੰ ਥੋੜਾ ਜਿਹਾ ਵੀ ਸਿਖਾ ਦਈਏ ਤਾਂ ਨਿੱਕੇ ਨਿੱਕੇ ਬੱਚੇ ਵੀ ਕਵਿਤਾਵਾਂ ਲਿਖਦੇ ਨੇ। ਸਾਡੇ ਕੋਲੇ ਇਹੋ ਜਿਹਾ ਬਹੁਤ ਸਾਰਾ ਹਿਸਟਰੀ ਹੈ, ਸਾਡੇ ਕੋਲੇ ਸਤਪਾਲ ਭੀਖੀ ਤੇ ਹੋਰ ਕਿੰਨੇ ਬੰਦੇ ਨੇ ਜਿਨ੍ਹਾਂ ਨੇ ਬੱਚਿਆਂ ਨੂੰ ਕਵਿਤਾਵਾਂ ਲਿਖਣੀਆਂ ਸਿਖਾਈਆਂ। ਪ੍ਰਾਇਮਰੀ 'ਚ ਉਹਨਾਂ ਬੱਚੇ ਦੀਆਂ ਕਿਤਾਬਾਂ ਆ ਗਈਆਂ। ਸੋ ਇਹ ਮੁਕਾਬਲਾ ਭਾਵੇਂ ਔਖਾ ਹੈ ਥੋੜਾ ਜਿਹਾ ਪ੍ਰਾਇਮਰੀ ਦੇ ਬੱਚਿਆਂ ਵਾਸਤੇ, ਪਰ ਨਾਮੁਮਕਿਨ ਨਹੀਂ ਹੈਗਾ। ਸਾਨੂੰ ਟਰਾਈ ਕਰਨੀ ਚਾਹੀਦੀ ਹੈ ਕਿ ਕਾਵਿ ਰਚਨਾ ਦੇ ਵਿੱਚ ਕਾਵਿ ਰਚਨਾ ਹੀ ਹੋਣੀ ਚਾਹੀਦੀ ਹੈ, ਉਹਦੀ ਪੇਸ਼ਕਾਰੀ ਨਹੀਂ ਹੋਣੀ ਚਾਹੀਦੀ। ਪੇਸ਼ਕਾਰੀ ਦੇ ਆਲਰੇਡੀ ਸਾਡੇ ਕੋਲੇ 2 ਮੁਕਾਬਲੇ ਨੇ, ਜਿਹਦੇ ਵਿੱਚ ਕਵਿਤਾ ਉਚਾਰਨ ਤੇ ਕਵਿਤਾ ਗਾਇਨ ਦਾ ਮੁਕਾਬਲਾ ਹੈ। ਸੋ ਕਾਵਿ ਰਚਨਾ ਮੀਨਸ ਕਾਵਿ ਸਿਰਜਣਾ। ਜੀ ਸਰ, ਇਹਦੇ ਨਾਲ ਹੀ ਮਿਲਦਾ ਜੁਲਦਾ ਇੱਕ ਹੋਰ ਮੁਕਾਬਲਾ ਹੋ ਰਿਹਾ, ਕਹਾਣੀ ਰਚਨਾ। ਉਹਦੇ ਬਾਰੇ ਵੀ ਜੇਕਰ ਕੋਈ ਨੁਕਤਾ ਤੁਸੀਂ ਸਾਡੇ ਆਡੀਅנס ਨਾਲ ਸਾਂਝਾ ਕਰਨਾ ਚਾਹੋ। ਤੁਸੀਂ ਇੱਕੋ ਟੌਪਿਕ ਤੇ ਮੰਨ ਲਓ ਮੇਰੀ ਮਾਂ ਟੌਪਿਕ ਹੈ, ਮੇਰੀ ਮਾਂ ਤੇ ਤੁਸੀਂ ਕਹਾਣੀ ਵੀ ਲਿਖ ਸਕਦੇ ਹੋ, ਮੇਰੀ ਮਾਂ ਤੇ ਕਵਿਤਾ ਵੀ ਲਿਖ ਸਕਦੇ ਹੋ, ਮੇਰੀ ਮਾਂ ਤੇ ਨਾਟਕ ਵੀ ਲਿਖ ਸਕਦੇ ਹੋ, ਮੇਰੀ ਮਾਂ ਤੇ ਨਿਬੰਧ ਵੀ ਲਿਖ ਸਕਦੇ ਹੋ, ਮੇਰੀ ਮਾਂ ਤੇ ਤੁਸੀਂ ਯਾਦ ਵੀ ਲਿਖ ਸਕਦੇ ਹੋ। ਕੋਈ ਵੀ ਵਿਧਾ ਜਿਹੜੀ ਹੈਗੀ ਹੈ ਉਹ ਕਿਸੇ ਟੌਪਿਕ ਤੇ ਕ੍ਰੀਏਟ ਕੀਤੀ ਜਾ ਸਕਦੀ ਹੈ। ਜੇ ਕਹਾਣੀ ਰਚਨਾ ਹੈ ਤਾਂ ਇਹਦਾ ਮਤਲਬ ਤੁਸੀਂ ਕਹਾਣੀ ਕ੍ਰੀਏਟ ਕਰਨੀ ਹੈ, ਤੁਹਾਨੂੰ 2-3 ਟੌਪਿਕ 4 ਟੌਪਿਕ ਦੇ ਦਿਓ, ਉਹਨਾਂ ਦੇ ਵਿੱਚੋਂ ਜਿਹੜਾ ਮਰਜ਼ੀ ਬੱਚਾ ਟੌਪਿਕ ਚੂਜ਼ ਕਰੇ। ਉਹ ਤੇ ਮਤਲਬ ਕੋਈ ਉਹਦੀ ਕਲਪਿਤ ਕਹਾਣੀ ਹੋ ਸਕਦੀ ਹੈ, ਕੋਈ ਉਹਦਾ ਰੀਅਲ ਐਪੀਸੋਡ ਹੋ ਸਕਦਾ ਹੈ, ਪਰ ਉਹ ਰੀਅਲ ਐਪੀਸੋਡ ਨੂੰ ਰੀਅਲ ਐਪੀਸੋਡ ਕਹਿ ਕੇ ਨਹੀਂ ਪੇਸ਼ ਕਰਨਾ ਉਸਨੇ, ਉਸਨੂੰ ਕਹਾਣੀ ਕਹਿ ਕੇ ਪੇਸ਼ ਕਰੂਗਾ। ਕਹਾਣੀ ਦੇ ਵਿੱਚ ਗਲਪ ਹੋਣੀ ਚਾਹੀਦੀ ਹੈ, ਫਿਕਸ਼ਨ ਹੋਣੀ ਚਾਹੀਦੀ ਹੈ, ਬਹੁਤ ਕੁਝ ਅਸੀਂ ਆਪਣੀ ਕਲਪਨਾ ਦੇ ਵਿੱਚੋਂ ਆਲੇ ਦੁਆਲੇ ਨਾਲ ਮਿਲਦਾ, ਜ਼ਿੰਦਗੀ ਦੇ ਯਥਾਰਥ ਨਾਲ ਮਿਲਦਾ ਅਸੀਂ ਕੰਟੈਂਟ ਕੁਝ ਪਾਤਰ ਕ੍ਰੀਏਟ ਕਰਕੇ ਤੇ ਇੱਕ ਕਹਾਣੀ ਕ੍ਰੀਏਟ ਕਰਕੇ ਉਹਦਾ ਬਿਰਤਾਂਤ ਅਸੀਂ ਪੇਸ਼ ਕਰਨਾ ਹੁੰਦਾ ਹੈ, ਉਹਨੂੰ ਨਰੇਟ ਕਰਨਾ ਹੁੰਦਾ ਹੈ ਪਾਤਰਾਂ ਦੀ ਮਦਦ ਨਾਲ। ਇੱਕ ਮਤਲਬ ਕਥਾ ਨੂੰ, ਕਿਸੇ ਕੰਟੈਂਟ ਨੂੰ ਕਥਾ ਦੀ ਸ਼ੈਲੀ 'ਚ ਪੇਸ਼ ਕਰਨਾ ਹੁੰਦਾ ਹੈ, ਸਿਰਜਣਾ ਕਰਨੀ ਹੁੰਦੀ ਹੈ ਅਸੀਂ ਉਹਦੀ। ਸੋ ਕਹਾਣੀ ਰਚਨਾ ਵੀ ਰਚਨਾ ਹੈ, ਕਵਿਤਾ ਰਚਨਾ ਵੀ ਰਚਨਾ ਹੈ। ਇਹ ਕਹਾਣੀ ਦੇ ਵਿੱਚ ਵੀ 2 ਤਰ੍ਹਾਂ ਦੇ ਮੁਕਾਬਲੇ ਨੇ। ਸਟੋਰੀ ਟੈਲਿੰਗ ਵੱਖਰੀ ਤਰ੍ਹਾਂ ਦਾ ਕੰਪੀਟੀਸ਼ਨ ਹੈ। ਸਟੋਰੀ ਟੈਲਿੰਗ ਦੇ ਵਿੱਚ ਕਹਾਣੀ ਸੁਣਾਉਣਾ ਹੈ, ਕਹਾਣੀ ਸੁਣਾਉਣਾ ਵੀ ਕਲਾ ਹੈ, ਇਹਦੇ ਵੀ ਮੁਕਾਬਲੇ ਹੋਣੇ ਚਾਹੀਦੇ ਨੇ ਕਿ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਹਾਵ ਭਾਵ ਦੇ ਨਾਲ ਕਹਾਣੀ ਸੁਣਾਉਣੀ ਆਉਣੀ ਚਾਹੀਦੀ ਹੈ। ਪਰ ਅਜੇ ਅਸੀਂ ਇਹ ਕੰਪੀਟੀਸ਼ਨ ਕਦੇ ਇਹੋ ਜਿਹੇ ਸ਼ੁਰੂ ਨਹੀਂ ਕੀਤੇ। ਅਨੇਕਾਂ ਕੰਪੀਟੀਸ਼ਨ ਹੈ ਜਿਹੜੇ ਅਸੀਂ ਸ਼ੁਰੂ ਨਹੀਂ ਕੀਤੇ। ਨਵੇਂ ਤਜਰਬੇ ਹੋਣੇ ਚਾਹੀਦੇ ਨੇ, ਉਹਨਾਂ ਦੇ ਨਵੇਂ ਰੂਲ ਹੋਣੇ ਚਾਹੀਦੇ ਨੇ, ਪਰ ਬਹੁਤ ਚਿੰਤਨ ਕਰਨਾ ਚਾਹੀਦਾ ਰੂਲ ਬਣਾਉਣ ਵੇਲੇ ਕਿ ਇਹ ਕੰਪੀਟੀਸ਼ਨ ਦੀ ਨੇਚਰ ਕੀ ਹੈ, ਇਹਦੇ ਰੂਲਸ ਕੀ ਹੋਣੇ ਚਾਹੀਦੇ ਨੇ, ਇਹਦੇ ਜੱਜਾਂ ਨੂੰ ਅਸੀਂ ਕਿਵੇਂ ਤਿਆਰ ਕਰੀਏ, ਜੱਜਾਂ ਨੂੰ ਅਸੀਂ ਕਿਵੇਂ ਟ੍ਰੇਨਿੰਗ ਕਰੀਏ। ਸੋ ਬੜਾ ਕੁਝ ਇਹ 'ਚ ਕਰਨ ਵਾਲਾ ਪਿਆ। ਸਰ ਇਹਦੇ ਬਾਰੇ ਨਾ ਗੱਲ ਇੱਕ ਇਹ ਸੀਗੀ ਕਿ ਜਿਹੜੇ ਸਾਡੇ ਦੇਸ਼ ਭਗਤ ਨੇ ਜਾਂ ਆਜ਼ਾਦੀ ਘੁਲਾਟੀਏ ਨੇ ਜਾਂ ਉਹਨਾਂ ਨਾਲ ਸੰਬੰਧਿਤ ਜਿਹੜੀਆਂ ਘਟਨਾਵਾਂ ਨੇ, ਉਹਨਾਂ ਨੂੰ ਲੈ ਕੇ ਹੀ ਕਹਾਣੀ ਲਿਖੀ ਜਾ ਸਕਦੀ ਹੈ। ਇਸ ਮੁਕਾਬਲੇ ਦਾ ਇੱਕ ਨਿਯਮ ਇਹ ਹੈ। ਤਾਂ ਕਿੰਨੀਆਂ ਕੁ ਸੰਭਾਵਨਾਵਾਂ ਇਹਦੇ ਵਿੱਚ ਹੋਣਗੀਆਂ ਕਹਾਣੀ ਸਿਰਜਣਾ ਦੀਆਂ, ਜਾਂ ਕੀ ਨੁਕਤੇ ਹੋ ਸਕਦੇ ਨੇ? ਬਹੁਤ ਸਾਰੀਆਂ ਸੰਭਾਵਨਾਵਾਂ ਹੁੰਦੀਆਂ ਨੇ। 2 ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਕਿ ਤੁਸੀਂ ਇੱਕ ਇਤਿਹਾਸਕ ਕਰੈਕਟਰ ਨੂੰ ਸੈਂਟਰ 'ਚ ਰੱਖ ਕੇ ਉਹਦੇ ਆਲੇ ਦੁਆਲੇ ਬਹੁਤ ਕੁਝ ਆਪਣੇ ਮਨੋਂ ਉਸਾਰ ਸਕਦੇ ਹੋ। ਜਿਹੜਾ ਦਵਿੰਦਰ ਦਮਨ ਦਾ ਨਾਟਕ ਹੈ, ਬੜਾ ਮਸ਼ਹੂਰ ਨਾਟਕ ਹੈ ਛਿਪਣ ਤੋਂ ਪਹਿਲਾਂ, ਉਹਦਾ ਜਿਹੜਾ ਕਰੈਕਟਰ ਹੈ ਜਿਹਦੇ ਵਿੱਚ ਭਗਤ ਸਿੰਘ ਉਹਨੂੰ ਆਪਣੀ ਬੇਬੇ ਕਹਿੰਦਾ ਹੈ, ਉਹ ਬੇਬੇ ਕਰੈਕਟਰ ਦਵਿੰਦਰ ਦਮਨ ਦਾ ਕ੍ਰੀਏਟ ਕੀਤਾ ਹੋਇਆ ਕਰੈਕਟਰ ਹੈ।
ਤੇ ਮਤਲਬ ਉਹ ਐਡਾ ਜ਼ਬਰਦਸਤ ਕਰੈਕਟਰ ਬਣਾਤਾ, ਲੋਕ ਉਹਨੂੰ ਇਤਿਹਾਸ ਦੀਆਂ ਕਿਤਾਬਾਂ ਚੋਂ ਲੱਭਦੇ ਨੇ ਕਿ ਬੇਬੇ ਤਾਂ ਸਾਨੂੰ ਕਿਸੇ ਲੇਖ ਚੋਂ ਲੱਭਦਾ ਨਹੀਂ ਹੈਗਾ। ਮਤਲਬ ਇੱਕ ਕਰੈਕਟਰ ਨੂੰ ਕੇਂਦਰ 'ਚ ਰੱਖ ਕੇ ਉਹ ਕਰੈਕਟਰ ਰੀਅਲ ਹੋ ਸਕਦਾ ਹੈ, ਪਰ ਉਹਦੇ ਆਲੇ ਦੁਆਲੇ ਤੁਸੀਂ ਬਹੁਤ ਕੁਝ ਆਪਣੇ ਕੋਲੋਂ ਕ੍ਰੀਏਟ ਕਰ ਸਕਦੇ ਹੋ। ਤੁਸੀਂ ਉਹਦਾ ਮਕਸਦ ਪੇਸ਼ ਕਰਨਾ ਹੈ। ਭਗਤ ਸਿੰਘ ਚਾਹੁੰਦਾ ਕੀ ਸੀ? ਮੰਨ ਲਓ ਮੈਂ ਪੇਸ਼ ਕਰਨਾ ਚਾਹੁੰਦਾ ਕਿ ਕਿਤਾਬਾਂ ਵਾਲਾ ਭਗਤ ਸਿੰਘ, ਮੈਂ ਉੱਥੇ ਭਗਤ ਸਿੰਘ ਡਾਇਰੈਕਟ ਮੇਰੀ ਕਹਾਣੀ 'ਚ ਨਹੀਂ ਆ ਰਿਹਾ ਹੈਗਾ, ਮੈਂ ਇੱਕ ਟੀਚਰ ਲਿਆ ਰਿਹਾ, ਉਹਦੇ ਕੋਈ ਸਟੂਡੈਂਟ ਲਿਆ ਰਿਹਾ। ਉਹ ਜਿਹੜਾ ਟੀਚਰ ਹੈ ਉਹ ਸਟੂਡੈਂਟ ਨਾਲ ਬਹੁਤ ਸਾਰੀਆਂ ਗੱਲਾਂ ਕਰਦਾ ਹੈ। ਉਹ ਟੀਚਰ ਤੇ ਬੱਚਿਆਂ ਦੀ ਕਹਾਣੀ ਹੈ, ਆਜ਼ਾਦੀ ਦੀ ਭਾਵਨਾ ਦੀ ਕਹਾਣੀ ਹੈ। ਜ਼ਰੂਰੀ ਨਹੀਂ ਕਿ ਤੁਸੀਂ ਇਤਿਹਾਸਕ ਕਰੈਕਟਰ ਲਓ, ਤੁਸੀਂ ਆਜ਼ਾਦੀ ਦੀ ਭਾਵਨਾ ਲੈ ਕੇ ਜਾਓ ਕਿ ਅਸੀਂ ਬੱਚਿਆਂ ਅੰਦਰ ਦੇਸ਼ ਭਗਤੀ ਪੈਦਾ ਕਰਨੀ ਹੈ। ਉਹ ਅਸੀਂ ਆਪਣੇ ਨਾਇਕਾਂ ਬਾਰੇ ਬਹੁਤ ਸਾਰੀਆਂ ਗੱਲਾਂ ਕਰ ਸਕਦੇ ਹਾਂ, ਉਹਨਾਂ ਬਾਰੇ ਕੋਈ ਮਾਂ ਹੈ ਆਪਣੇ ਬੱਚਿਆਂ ਨਾਲ ਬਹੁਤ ਸਾਰੀਆਂ ਗੱਲਾਂ ਕਰ ਸਕਦੀ ਹੈ, ਕਹਾਣੀ ਦੀ ਸ਼ੈਲੀ 'ਚ ਕਰ ਸਕਦੀ ਹੈ। ਸੋ ਕੁਝ ਗਲਪ ਆਪਣੇ ਕੋਲੋਂ ਕ੍ਰੀਏਟ ਕਰਨੀ ਹੁੰਦੀ ਹੈ। ਜ਼ਰੂਰੀ ਨਹੀਂ ਕਿ ਤੁਸੀਂ ਇਤਿਹਾਸਕ ਗੱਲਾਂ ਹੀ ਪੇਸ਼ ਕਰੋ। ਇਤਿਹਾਸਕ ਘਟਨਾਵਾਂ ਨੂੰ ਤੇ ਇਤਿਹਾਸਕ ਪਾਤਰਾਂ ਨੂੰ ਕੇਂਦਰ 'ਚ ਰੱਖ ਕੇ ਦੇਸ਼ ਭਗਤੀ ਦੀ ਭਾਵਨਾ ਬੱਚਿਆਂ 'ਚ ਪੈਦਾ ਹੋਵੇ, ਉਹ ਕੰਟੈਂਟ ਸਿਰਜਣਾ ਕਹਾਣੀ ਹੈ। ਜੀ ਥੈਂਕ ਯੂ ਸਰ। ਤੇ ਗੁਰਨੈਬ ਸਰ ਸੁਣ ਰਹੇ ਹੋ? ਗੁਰਨੈਬ ਸਰ? ਹਾਂ, ਜੇਕਰ ਗੁਰਦੀਪ ਸਰ ਕਿਸੇ ਹੋਰ ਸਾਥੀ ਦਾ ਕੋਈ ਸਵਾਲ ਨਹੀਂ ਹੈ ਤਾਂ ਮੈਨੂੰ ਲੱਗਦਾ ਸ਼ਾਇਦ ਸਮਾਂ ਸਾਡਾ ਲਗਭਗ ਹੋ ਚੁੱਕਿਆ। ਹਾਂਜੀ ਸਰ, ਇੱਕ ਹੋਰ ਬੇਨਤੀ ਹੈ ਤੁਹਾਨੂੰ, ਜਿਹੜਾ ਸਕਿੱਟ ਤੇ ਨਾਟਕ ਵਾਲਾ ਫਰਕ ਹੈ, ਜੇ ਤੇ ਇੱਕ ਲੇਖ ਥੋੜਾ ਜਿਹਾ ਪੋਸਟ ਟਾਈਪ ਕਰ ਦੋ ਜੀ ਤਾਂ ਗਰੁੱਪਾਂ 'ਚ ਬਹੁਤ ਜ਼ਿਆਦਾ ਜਲਦੀ ਜਾ ਸਕਦਾ, ਤੇ ਕਿਉਂਕਿ ਉਹ ਇਸ ਚੀਜ਼ ਦੀ ਮੰਗ ਕਰਦਾ, ਕਿਉਂਕਿ ਬਹੁਤ ਜ਼ਿਆਦਾ ਖਿਲਾਰਾ ਪਿਆ ਹੋਇਆ ਇਸ ਕੰਪੀਟੀਸ਼ਨ ਦਾ ਹਰੇਕ ਜਗ੍ਹਾ ਦੇ ਉੱਪਰ। ਤੇ ਜੇ ਸੰਭਵ ਹੋ ਸਕੇ ਤਾਂ ਇਹ ਵੀ ਕੋਈ ਕੀਤਾ ਜਾ ਸਕਦਾ ਸੀ। ਤੇ ਨੈਕਸਟ ਆ ਜੀ 2 ਮਹੀਨਿਆਂ ਨੂੰ ਨਾ ਇੱਕ ਰੋਲ ਪਲੇ ਕੰਪੀਟੀਸ਼ਨ ਆ ਰਿਹਾ ਜੀ, ਤੇ ਹੋ ਸਕਦਾ ਉਹ ਤੇ ਵੀ ਜੇ ਹੁਣ ਟਾਈਮ ਹੈਗਾ, ਨਹੀਂ ਅਗਲੀ ਵਾਰ ਚਲੋ ਜਦੋਂ ਵੀ ਸਮਾਂ ਬਸ ਮੈਂ 1 ਮਿੰਟ ਦੇ ਵਿੱਚ ਗੱਲ ਕਹਿਣੀ ਚਾਹੁੰਦਾ, ਜੇ ਕੋਈ ਬੰਦਾ ਸਟੇਟ ਦਾ ਬੰਦਾ ਸੁਣ ਰਿਹਾ ਜਾਂ ਮੇਰੀ ਗੱਲ ਸਟੇਟ ਤੱਕ ਪਹੁੰਚਾ ਸਕਦਾ ਹੈ, ਤਾਂ ਰੋਲ ਪਲੇ ਦਾ ਬੇਸਿਕ ਕਨਸੈਪਟ ਕੀ ਹੈ? ਰੋਲ ਪਲੇ ਨਾਟਕ ਨਹੀਂ ਹੈਗਾ, ਰੋਲ ਪਲੇ ਸਕਿੱਟ ਵੀ ਨਹੀਂ ਹੈਗੀ, ਰੋਲ ਪਲੇ ਸ਼ਾਰਟ ਪਲੇ ਨਹੀਂ ਹੈਗਾ, ਮਾਈਮ ਮਿਮਿਕਰੀ ਕੁਛ ਨਹੀਂ ਹੈਗਾ। ਰੋਲ ਪਲੇ ਜਦੋਂ ਅਸੀਂ ਇੱਕ ਟੀਚਰ ਕਲਾਸਰੂਮ ਦੇ ਵਿੱਚ ਸਿਲੇਬਸ ਕਰਾਉਂਦਾ ਹੈ, ਉਹ ਸਿਲੇਬਸ ਕਰਾਉਂਦੇ ਕੁਝ ਹਾਰਡ ਸਪੌਟ ਹੁੰਦੇ ਨੇ ਸਿਲੇਬਸ ਦੇ ਵਿੱਚ, ਉਹ ਹਾਰਡ ਸਪੌਟ ਉਹਨੂੰ ਕਲੀਅਰ ਕਰਨੇ ਔਖੇ ਹੁੰਦੇ ਨੇ, ਉਹਨੂੰ ਮਤਲਬ ਸਮਝ ਨਹੀਂ ਆਉਂਦੀ ਮੈਂ ਕਿਵੇਂ ਕਲੀਅਰ ਕਰਾਂ। ਉੱਥੇ ਕੋਈ ਕ੍ਰੀਏਟਿਵ ਟੀਚਰ ਉਹ ਤੇ ਇੱਕ ਛੋਟਾ ਜਿਹਾ ਮੌਕੇ ਤੇ ਕਲਾਸ ਦੇ ਵਿੱਚੋਂ ਕੁਝ ਬੱਚਿਆਂ ਨੂੰ ਖੜੇ ਕਰਕੇ ਇੱਕ ਨਾਟਕ ਦੀ ਸ਼ੈਲੀ 'ਚ ਡਾਇਲੌਗ ਸਿਰਜ ਲੈਂਦਾ ਹੈ, ਨਾਟਕ ਦੀ ਸ਼ੈਲੀ ਦੇ ਵਿੱਚ ਉਹਨੂੰ ਸੌਖਾ ਕਰਕੇ ਸਮਝਾ ਦਿੰਦਾ ਹੈ। ਕਹਿਣ ਦਾ ਭਾਵ ਇਹ ਕਲਾਸਰੂਮ ਦੇ ਵਿੱਚ ਔਖੇ ਵਿਸ਼ਿਆਂ ਨੂੰ, ਔਖੇ ਟੌਪਿਕਾਂ ਨੂੰ ਸਮਝਾਉਣ ਦਾ ਥੀਏਟਰੀਕਲ ਤਰੀਕਾ ਹੈ। ਇਸ ਕਰਕੇ ਜੇ ਕੋਈ ਬੰਦਾ ਸਟੇਟ ਦਾ ਸੁਣਦਾ ਹੈ ਤਾਂ ਮੈਨੂੰ ਇਹ ਕਹੂੰਗਾ ਕਿ ਉਹ ਇਹਦੇ ਵਿੱਚ ਇਹ ਪਾਉਣ ਕਿ ਤੁਸੀਂ ਜਿਹੜੇ ਹਾਰਡ ਸਪੌਟ ਨੇ, ਚਾਹੇ ਉਹ ਪੰਜਾਬੀ ਦੇ ਨੇ, ਚਾਹੇ ਉਹ ਮੈਥ ਦੇ ਨੇ, ਚਾਹੇ ਉਹ ਸਾਇੰਸ ਦੇ ਨੇ, ਚਾਹੇ ਹਿਸਟਰੀ ਦੇ ਨੇ, ਚਾਹੇ ਜੀਓਗ੍ਰਾਫੀ ਦੇ ਨੇ, ਕਿਸੇ ਵੀ ਹਾਰਡ ਸਪੌਟ ਨੂੰ ਥੀਏਟਰ ਦੀ ਭਾਸ਼ਾ ਦੇ ਵਿੱਚ ਪੇਸ਼ ਕਰਨਾ ਹੈ। ਇਹ ਰੋਲ ਪਲੇ ਦੀ ਜੱਜਮੈਂਟ ਹੋਣੀ ਚਾਹੀਦੀ ਹੈ। ਜੇ ਤੁਸੀਂ ਇਹਨੂੰ ਵੀ ਸਕਿੱਟੀ ਬਣਾਤਾ, ਇਹਨੂੰ ਵੀ ਤੁਸੀਂ ਸ਼ਾਰਟ ਪਲੇ ਬਣਾਤਾ, ਫਿਰ ਤਾਂ ਅਸੀਂ ਹੋਰ ਰਲਗੜ ਕਰਾਂਗੇ, ਹੋਰ ਪੰਬਲ ਭੂਸਾ ਪੈਦਾ ਕਰਾਂਗੇ। ਟੌਪਿਕ ਵੀ ਸਟੇਟ ਦੇ ਸਕਦੀ ਹੈ ਕਿ ਆਹ ਜੀ 10 ਟੌਪਿਕ ਨੇ, ਇਹਨਾਂ 10 ਟੌਪਿਕਾਂ ਤੇ ਕਿਹੜਾ ਟੀਚਰ ਵਧੀਆ ਤਰੀਕੇ ਨਾਲ ਇਹ ਹਾਰਡ ਸਪੌਟ ਕਲੀਅਰ ਕਰ ਸਕਦਾ ਹੈ। ਮੰਨ ਲਓ ਉਦਾਹਰਨ ਦੇ ਤੌਰ ਤੇ ਇਹ ਹੈ ਕਿ ਅਸੀਂ ਮੌਸਮ ਕਲੀਅਰ ਕਰਨੇ ਨੇ, ਧਰਤੀ ਦੀਆਂ ਗਤੀਆਂ ਕਲੀਅਰ ਕਰਨੀਆਂ ਨੇ, ਤੁਸੀਂ ਇਹਨੂੰ ਡਰਾਮੈਟਿਕ ਫਾਰਮ ਦੇ ਵਿੱਚ ਕਿਵੇਂ ਕਰ ਸਕਦੇ ਹੋ ਕਿ ਧਰਤੀ ਆਪਣੀ ਧੁਰੀ ਦੇ ਵਾਲੇ ਘੁੰਮਦੀ ਹੈ, ਮੌਸਮ ਐ ਬਦਲਦੇ ਨੇ, ਰੁੱਤਾਂ ਐ ਬਦਲਦੀਆਂ ਨੇ। ਇੱਕ ਹਾਰਡ ਸਪੌਟ ਹੈ ਇਹ, ਜਿਹੜੇ ਸਾਡੇ ਟੀਚਰਾਂ ਨੂੰ ਸਮਝਾਉਣਾ ਨਹੀਂ ਆਉਂਦਾ ਜਾਂ ਬੱਚਿਆਂ ਨੂੰ ਸਮਝਣਾ ਨਹੀਂ ਆਉਂਦਾ ਹੈਗਾ। ਜੇ ਇਸ ਨੂੰ ਤੁਸੀਂ ਕੁਝ ਪਾਤਰਾਂ ਦੀ ਮਦਦ ਨਾਲ, ਸਿੰਪਲ ਤੋਂ ਸਿੰਪਲ ਪਹਿਰਾਵੇ ਨਾਲ, ਇਹਦੇ ਵਿੱਚ ਕੋਈ ਲੋੜ ਨਹੀਂ ਹੈਗੀ ਕਿ ਤੁਸੀਂ ਨਾਟਕ ਵਾਲਾ ਸਾਰਾ ਕੁਝ ਉਵੇਂ ਹੂ ਕਰੋ ਯਥਾਰਥਵਾਦੀ ਸ਼ੈਲੀ ਦੇ ਵਿੱਚ। ਤੁਸੀਂ ਭਾਵੇਂ ਵਿਦਿਆਰਥੀ ਆਪਣੀ ਵਰਦੀਆਂ 'ਚ ਹੀ ਹੈ, ਕੋਈ ਪ੍ਰੋਬਲਮ ਨਹੀਂ ਹੈਗੀ। ਮਸਲਾ ਇਹ ਹੈ ਕਿ ਉਹ ਜਿਹੜਾ ਮੌਸਮ ਦਾ ਬਦਲਣਾ ਹੈ, ਰੁੱਤਾਂ ਦਾ ਬਦਲਣਾ ਹੈ, ਕੀ ਤੁਸੀਂ ਉਹਨੂੰ ਸਮਝਾ ਸਕਦੇ ਹੋ ਕਿ ਨਹੀਂ ਸਮਝਾ ਸਕਦੇ ਹੈਗੇ? ਜੇ ਤੁਸੀਂ ਉਸ ਕੰਟੈਂਟ ਨੂੰ, ਉਸ ਹਾਰਡ ਸਪੌਟ ਨੂੰ ਕਲੀਅਰ ਕਰ ਸਕਦੇ ਹੋ ਨਾਟਕੀ ਸ਼ੈਲੀ ਦੇ ਵਿੱਚ, ਤਾਂ ਤੁਹਾਨੂੰ ਪੂਰੇ 'ਚ ਪੂਰੇ ਨੰਬਰ ਮਿਲਣੇ ਚਾਹੀਦੇ ਨੇ। ਤੁਹਾਡਾ ਪਹਿਰਾਵਾ, ਤੁਹਾਡਾ ਸੈੱਟ ਹੋਵੇ ਨਾ ਹੋਵੇ, ਉਹਦੀ ਕੋਈ ਵੈਲਿਊ ਨਹੀਂ ਹੈਗੀ ਰੋਲ ਪਲੇ ਦੇ ਵਿੱਚ। ਸੋ ਇਹ ਸਟੇਟ ਲੈਵਲ ਤੇ ਇਹ ਤੇ ਥਿੰਕ ਹੋਣਾ ਚਾਹੀਦਾ ਹੈ ਤੇ ਕੰਮ ਹੋਣਾ ਚਾਹੀਦਾ ਹੈ, ਨਹੀਂ ਤਾਂ ਇਹ ਵੀ ਉਵੇਂ ਹੀ ਸਕਿੱਟ ਤੇ ਸ਼ਾਰਟ ਪਲੇ ਵਾਂਗੂ ਤੇ ਕੋਰੀਓਗ੍ਰਾਫੀ ਵਾਂਗੂ ਇੱਕ ਨਵਾਂ ਰੋਲ ਘਚੋਲਾ ਪੈਦਾ ਕਰੂਗਾ ਤੇ ਇਹਦੀ ਜੱਜਮੈਂਟ ਦੇ ਵਿੱਚ ਕਿਸੇ ਨਾਲ ਨਿਆਂ ਨਹੀਂ ਹੋਣਾ ਹੈਗਾ। ਨਹੀਂ, ਬਿਲਕੁਲ ਸਰ, ਇਹ ਗੱਲਾਂ ਹੋਣਗੀਆਂ ਜੀ ਅੱਗੇ ਜਾ ਕੇ। ਜੀ ਹਾਂਜੀ ਸਰ, ਥੈਂਕ ਯੂ ਸਰ। ਜੀ ਸੁਖਜੀਵਨ, ਬੰਦ ਕੀਤਾ ਜਾਵੇ। ਜੇਕਰ ਕਿਸੇ ਹੋਰ ਸਾਥੀ ਦਾ ਕੋਈ ਸਵਾਲ ਨਹੀਂ ਹੈ ਤਾਂ ਅਸੀਂ ਗੁਰਨੈਬ ਸਰ ਨੂੰ ਕਹਾਂਗੇ ਕਿ ਉਹ ਆਏ ਸਾਡੇ ਮਹਿਮਾਨਾਂ ਦਾ ਧੰਨਵਾਦ ਕਰਨ ਤੇ ਅੱਜ ਦੇ ਪ੍ਰੋਗਰਾਮ ਦੀ ਆਪਾਂ ਸਮਾਪਤੀ ਕਰੀਏ।
ਲੀਵ ਤਾਂ ਨਹੀਂ ਹੋ ਗਏ ਕਿਤੇ ਗੁਰਨੈਬ ਸਾਹਿਬ, ਸ਼ਾਇਦ ਨਹੀਂ ਹੈਗੇ ਉਹ। ਤੋ ਮੈਂ ਡਾਕਟਰ ਕੁਲਦੀਪ ਸਿੰਘ ਦੀਪ ਜੀ ਨੂੰ ਹੀ ਕਹਾਂਗਾ ਕਿ ਉਹ ਸਾਡੇ ਜਿਹੜੇ ਬਾਕੀ 2 ਮਾਹਿਰ ਅੱਜ ਸਾਡੇ ਨਾਲ ਸ਼ਾਮਲ ਹੋਏ ਨੇ, ਉਹਨਾਂ ਨੇ ਆਪਣਾ ਕੀਮਤੀ ਸਮਾਂ ਸਾਡੇ ਲਈ ਕੱਢਿਆ, ਕਿ ਉਹਨਾਂ ਦਾ ਧੰਨਵਾਦ ਕਰਦੇ ਹੋਇਆਂ ਅੱਜ ਦੇ ਇਸ ਪ੍ਰੋਗਰਾਮ ਨੂੰ ਸਮਾਪਤ ਕਰਨ। ਦੋਸਤੋ ਬਹੁਤ ਲੰਬਾ ਸਮਾਂ ਹੋ ਗਿਆ ਤੇ ਬਹੁਤ ਖੂਬਸੂਰਤ, ਬਹੁਤ ਗੰਭੀਰ, ਬਹੁਤ ਜ਼ਰੂਰੀ ਗੱਲਾਂ ਕੀਤੀਆਂ ਨੇ ਪ੍ਰਗਟ ਸਿੰਘ ਹੋਰਾਂ ਨੇ, ਤੇਜਿੰਦਰ ਹੋਰਾਂ ਨੇ, ਤੇ ਗੱਲਾਂ ਇਹ ਮੁੱਕਦੀਆਂ ਨਹੀਂ ਹੈਗੀਆਂ। ਇਹਦੇ ਵਿੱਚ ਇੰਨੇ ਸ਼ੰਕੇ ਨੇ, ਇੰਨੀਆਂ ਅਸਪਸ਼ਟਤਾਵਾਂ ਨੇ, ਇੰਨੀਆਂ ਤਕਨੀਕੀ ਪਹਿਲੂ ਨੇ ਇਹਨਾਂ ਸਾਰੇ ਮੁਕਾਬਲਿਆਂ ਦੇ, ਕਿਤੇ ਘੰਟਿਆਂ ਬੱਧੀ ਵੀ ਗੱਲਾਂ ਕਰਦੇ ਰਹੀ ਤਾਂ ਸਵਾਲ ਹੋਰ ਪੈਦਾ ਹੁੰਦੇ ਰਹਿਣਗੇ। ਪਰ ਅਸੀਂ ਕੋਸ਼ਿਸ਼ ਕੀਤੀ ਹੈ 4 ਭਾਗਾਂ ਦੇ ਵਿੱਚ ਇਹਨਾਂ ਸਾਰੇ ਸ਼ੰਕਿਆਂ ਨੂੰ ਐਡਰੈਸ ਕੀਤਾ ਜਾ ਸਕੇ। ਉਹ 'ਚ ਟੀਚਰ ਦੀਆਂ ਗੱਲਾਂ ਵੀ ਲਈਆਂ ਨੇ, ਐਕਸਪਰਟਸ ਦੀਆਂ ਗੱਲਾਂ ਵੀ ਲਈਆਂ ਨੇ, ਜਿਹੜੇ ਸਾਡੇ ਸਵਾਲ ਕਰਤਾ ਨੇ ਉਹ ਵੀ ਆਪੋ ਆਪਣੇ ਫੀਲਡਾਂ ਦੇ ਐਕਸਪਰਟ ਨੇ, ਉਹਨਾਂ ਦੀਆਂ ਗੱਲਾਂ ਵੀ ਲਈਆਂ ਨੇ। ਅਜੇ ਵੀ ਅਸੀਂ ਚਾਹਾਂਗੇ ਕਿ ਇੱਕ ਅੱਧਾ ਪ੍ਰੋਗਰਾਮ ਇਹਦੀਆਂ ਕੁਝ ਬਣਤਰਾਂ ਤੇ ਹੋਰ ਕੀਤਾ ਜਾਵੇ, ਜਿਵੇਂ ਗਿੱਧੇ ਦੇ ਮਸਲੇ ਤੇ ਕਿਸੇ ਔਰਤ ਨੂੰ ਆਪਾਂ ਜਿਹੜੀ ਐਕਸਪਰਟ ਹੈ ਉਹਨੂੰ ਬੁਲਾ ਕੇ ਆਪਾਂ ਕੁਝ ਗੱਲਾਂ ਉਹਦੇ ਨਾਲ ਕੀਤੀਆਂ ਜਾ ਸਕਦੀਆਂ ਨੇ। ਕੁਝ ਜਿਹੜੇ ਕਾਵ ਰੂਪ ਨੇ ਉਹਨਾਂ ਤੇ ਆਪਾਂ ਅਗਲੇ ਪ੍ਰੋਗਰਾਮ ਵਿੱਚ ਚਰਚਾ ਕਰ ਸਕਦੇ ਹਾਂ। ਕੁਝ ਜਿਹੜੇ ਛੰਦ ਨੇ ਕਵਿਸ਼ਰੀ ਦੇ ਉਹਨਾਂ ਤੇ ਆਪਾਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਚਰਚਾ ਕਰੀਏ। ਇੱਕ ਪ੍ਰੋਗਰਾਮ ਘੱਟੋ ਘੱਟ 1 ਜਾਂ 2 ਪ੍ਰੋਗਰਾਮਾਂ ਤੇ ਹੋਰ ਕਰੀਏ। ਪਰ ਅੱਜ ਜਿਹੜੀਆਂ ਗੱਲਾਂ ਹੋਈਆਂ ਨੇ ਉਹ ਸੱਚਮੁੱਚ ਹੀ ਬਹੁਤ ਸਾਰੇ ਜਾਲੇ ਉਹਦੇ ਨਾਲ ਕਲੀਅਰ ਹੋਏ ਨੇ ਮਨਾਂ ਦੇ ਵਿੱਚੋਂ। ਬਹੁਤ ਸਾਰੇ ਸਵਾਲ ਹੱਲ ਹੋਏ ਨੇ ਤੇ ਬਹੁਤ ਸਾਰੇ ਸਵਾਲ ਨਵੇਂ ਪੈਦਾ ਹੋਏ ਨੇ। ਮਨਸ਼ਾ ਇਹੀ ਹੈ ਕਿ ਅਸੀਂ ਬੱਚਿਆਂ ਲਈ ਸਾਰਾ ਕੁਝ ਕਰਦੇ ਹਾਂ, ਬੱਚਿਆਂ ਨਾਲ ਕਿਤੇ ਵੀ ਬੇਇਨਸਾਫੀ ਨਾ ਹੋਵੇ। ਇਹਨਾਂ ਮੁਕਾਬਲਿਆਂ ਦਾ ਜਿਹੜਾ ਮਕਸਦ ਹੈ ਉਹ ਜਿੱਤਣਾ ਨਹੀਂ ਹੁੰਦਾ, ਬੱਚਿਆਂ ਦੇ ਵਿੱਚ ਹੁਨਰ ਪੈਦਾ ਕਰਨਾ, ਬੱਚਿਆਂ ਦੇ ਅੰਦਰ ਮੋਰੈਲਿਟੀ ਪੈਦਾ ਕਰਨਾ, ਬੱਚਿਆਂ ਦੇ ਅੰਦਰ ਗੁਣ ਪੈਦਾ ਕਰਨਾ ਤੇ ਬੱਚਿਆਂ ਨੂੰ ਇੱਕ ਤੰਦਰੁਸਤ ਮੁਕਾਬਲੇ 'ਚ ਪਾਉਣਾ ਤੇ ਅੱਗੇ ਲੈ ਕੇ ਜਾਣਾ। ਇਹ ਇਹਨਾਂ ਦਾ ਇੱਕ ਮਕਸਦ ਹੁੰਦਾ ਹੈ, ਬੱਚੇ ਦੀ ਪਰਸਨੈਲਿਟੀ ਡਿਵੈਲਪਮੈਂਟ ਮਕਸਦ ਹੁੰਦਾ ਹੈ। ਸੋ ਅਸੀਂ ਇਹਨਾਂ ਸਾਰੇ ਵੱਡੇ ਉਦੇਸ਼ਾਂ ਨੂੰ ਧਿਆਨ 'ਚ ਰੱਖ ਕੇ ਇਹਨਾਂ ਦੀਆਂ ਬਾਰੀਕੀਆਂ ਨੂੰ ਸਮਝੀਏ, ਚਾਹੇ ਉਹ ਪ੍ਰਬੰਧਕ ਨੇ ਤੇ ਚਾਹੇ ਉਹ ਤਿਆਰ ਕਰਨ ਵਾਲੇ ਅਧਿਆਪਕ ਨੇ ਤੇ ਚਾਹੇ ਜੱਜ ਨੇ। ਤਿੰਨੇ ਤਰ੍ਹਾਂ ਦੇ ਲੋਕ ਜਿਹੜੇ ਸ਼ਾਮਲ ਨੇ, ਤਿੰਨਾਂ ਨੂੰ ਇਹ ਤੇ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ। ਤੇ ਮੈਂ ਆਸ ਕਰਦਾ ਅੱਜ ਦੀਆਂ ਗੱਲਾਂ ਦੇ ਵਿੱਚੋਂ ਬਹੁਤ ਸਾਰੀ ਕਲੈਰਿਟੀ ਹੋਈ ਹੋਊਗੀ। ਬਹੁਤ ਸ਼ੁਕਰੀਆ ਪ੍ਰਗਟ ਸਿੰਘ ਤੁਹਾਡਾ, ਬਹੁਤ ਸ਼ੁਕਰੀਆ ਤੇਜਿੰਦਰ ਤੁਹਾਡਾ, ਤੁਸੀਂ ਬਹੁਤ ਖੂਬਸੂਰਤੀ ਨਾਲ ਕੰਮ ਕਰ ਰਹੇ ਹੋ। ਤੁਹਾਡੇ ਲਈ ਬਹੁਤ ਬਹੁਤ ਦੁਆਵਾਂ ਤੇ ਸਾਡੇ ਸਾਥੀਆਂ ਦਾ ਵੀ ਬਹੁਤ ਧੰਨਵਾਦ, ਜਿਹੜੇ ਸਾਡੇ ਐਡਮਿਨ ਪੈਨਲ ਹੈ ਜਿਹੜਾ ਲਗਾਤਾਰ ਮਿਹਨਤ ਕਰ ਰਿਹਾ ਹੈ, ਇਹਨਾਂ ਤੇ ਵਰਕ ਕਰ ਰਿਹਾ ਹੈ। ਸ਼ੁਕਰੀਆ ਸਰ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਤੁਹਾਡੇ ਬੜਬੋਲੇ ਵਿਚਾਰ ਸਾਨੂੰ ਸੁਣਨ ਨੂੰ ਮਿਲੇ ਤੇ ਤੁਹਾਡੇ ਜਿਹੜਾ ਗੱਲਬਾਤ ਹੋਈ ਸਾਨੂੰ ਵੀ ਬਹੁਤ ਕੁਝ ਇਹ ਤੋਂ ਕੁਝ ਨਵੀਆਂ ਗੱਲਾਂ ਪਤਾ ਲੱਗੀਆਂ। ਕਿਉਂਕਿ ਆਪਾਂ ਜਦੋਂ ਵੀ ਕਿਸੇ ਨਾਲ ਕੋਈ ਏਦਾਂ ਵਿਚਾਰ ਕਰਦੇ ਆ ਤਾਂ ਉੱਥੋਂ ਕੋਈ ਨਾ ਕੋਈ ਆਪਾਂ ਨੂੰ ਨਵੀਂ ਚੀਜ਼ ਸਿੱਖਣ ਨੂੰ ਮਿਲਦੀ ਹੈ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਜੀ ਬਹੁਤ ਸ਼ੁਕਰੀਆ ਦੋਸਤ, ਧੰਨਵਾਦ ਜੀ, ਧੰਨਵਾਦ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ।